24 हक सच दी आवाज। बापू पैसे मिल गए सी ना टाइम सर? हाँ पुत्र, इधर तू पैसे पाए नाले मैनू मिल गए। बस बस इसी करके मैं अपरा ट्रेडिंग इंक वालियां ते भरोसा करदा। जी हाँ, अपरा ट्रेडिंग इनकॉर्पोरेट मनी एक्सचेंज। जे तुसी पैसे इंडिया भेजना या मंगवाना चाहते हो, वधिया डॉलरां दा रेट लेना चाहते हो तां अज ही कॉल करो जगतार सिंह ढा हुणां नूं 9057943233 905 794 3233 416 731 7710 416 731 7710 6 रे एवेन्यू ब्रैम्पटन। ਓਏ ਹੋਏ ਹੈ ਕਿ ਨਾ, ਮੈਂ ਕਿਹਾ ਮੈਂ ਮੋਣਿਓ ਗੱਡੀ ਦਾ ਟਾਇਰ ਤੇ ਗਿਆ ਨਾ, ਹੁਣ ਕੀ ਕਰੀਏ? ਓਏ ਹੋਏ ਓਹੋ, ਕਿੰਨੀ ਵਾਰ ਕਿਹਾ ਹੈ ਕਿ ਨਿਊ ਮਿਲੇਨੀਅਮ ਟਾਇਰ ਸੈਂਟਰ ਤੋਂ ਹੀ ਟਾਇਰ ਲਿਆ ਕਰੋ, ਜਿੱਥੇ ਮਿਲਦੇ ਨੇ ਟਰੱਕ, ਟਰਾਲੇ ਤੇ ਕਾਰ ਦੇ ਲਈ ਹਰ ਤਰ੍ਹਾਂ ਦੇ ਵਧੀਆ ਟਾਇਰ। ਇੱਥੇ ਮਿਸ਼ਲਿਨ, BF ਗੁੱਡਰਿਚ, ਬ੍ਰਿਜਸਟੋਨ, ਫਾਇਰਸਟੋਨ, ਚਾਈਨੀਜ਼ ਬ੍ਰਾਂਡ ਹੋਰ ਵੀ ਕਈ ਕੰਪਨੀਆਂ ਦੇ ਟਾਇਰ ਘੱਟ ਰੇਟ ਤੇ ਮਿਲਦੇ ਨੇ। ਹੁਣੇ ਪਹੁੰਚੋ ਨਿਊ ਮਿਲੇਨੀਅਮ ਟਾਇਰ ਸੈਂਟਰ, 25 ਕਲਾਰਕ ਬੁਲੇਵਾਰਡ, ਬ੍ਰੈਂਪਟਨ। ਕਾਲ 9054520111 905 452 0111। ਮੈਂ ਨਾ ਜੀ ਸੁਪਨੇ 'ਚ ਦੇਖਿਆ ਕਿ ਮੇਰਾ ਘਰ ਬੜਾ ਆਲੀਸ਼ਾਨ, ਬੜਾ ਵੱਡਾ ਤੇ ਬੜਾ ਸੋਹਣਾ ਹੈ। बस सुपना ए ता सच हो कमलिए। बस सरबलो डिजाइन एंड बिल्ड लिमिटेड वालियां नु फोन कर। जी हाँ, जे तुसी भी लग्जरी कार, छोटा या वड्डा नवा कार लेना चाहते हो या फिर पुराना कार ढा के नवा बनाना चाहते हो ता अज ही मिलो सरबलो डिजाइन एंड बिल्डिंग वाले कुलविंदर पत्तड़ जी नु। ਇਹਨਾਂ ਕੋਲ 15 ਸਾਲ ਦਾ ਤਜਰਬਾ ਹੈ ਤੇ ਹਾਂ, ਤੁਸੀਂ 20000 ਸਕੁਅਰ ਫੁੱਟ ਦਾ ਘਰ ਵੀ ਬਣਵਾ ਸਕਦੇ ਹੋ। ਲਗਜ਼ਰੀ ਹੋਮ ਤੁਹਾਡੇ ਬਜਟ ਵਿੱਚ। ਕਾਲ ਕੁਲਵਿੰਦਰ ਪੱਤੜ 4168410478 416 841 0478। ओ मैनू रख ले कलीनर यारा ओए लंबिया रूटा ते। ਜਦੋਂ ਮੈਂ ਸੇਫਐਕਸ ਟਰਾਂਸਪੋਰਟ ਨਾਲ ਨਹੀਂ ਜੁੜਿਆ ਸੀ ਉਦੋਂ ਇਹੀ ਹਾਲ ਸੀ, ਪਰ ਹੁਣ ਤਾਂ ਸ਼ਾਨ ਨਾਲ ਡਰਾਈਵਰੀ ਕਰੀਦੀ ਹੈ। ਜੀ ਹਾਂ, ਸੇਫਐਕਸ ਟਰਾਂਸਪੋਰਟ, ਜਿਸ ਨੂੰ ਕਿਊਬਿਕ ਵਿੱਚ ਨੰਬਰ 1 ਤੇ ਕੈਨੇਡਾ ਵਿੱਚ ਦੂਜੇ ਨੰਬਰ ਤੇ ਹੋਣ ਦਾ ਮਾਣ ਹਾਸਲ ਹੈ। ਹਾਈਐਸਟ ਗ੍ਰੋਥ ਅਕ੍ਰੋਸ ਦ ਵਰਲਡ। ਸੇਫਐਕਸ ਨੇ ਹੁਣ ਮੌਂਟਰੀਅਲ ਤੇ ਬੋਲਟਨ ਓਨਟਾਰੀਓ ਵਿੱਚ ਨਵੇਂ ਟਰਮੀਨਲ ਸ਼ੁਰੂ ਕੀਤੇ ਨੇ ਤੇ ਇਹਨਾਂ ਨੂੰ USA ਦੇ ਲਈ ਡਰਾਈਵਰ ਤੇ ਓਨਰ ਆਪਰੇਟਰ ਦੀ ਲੋੜ ਹੈ। ਵਧੀਆ ਪੇ ਵੀ ਮਿਲੇਗੀ। ਹੁਣੇ ਕਾਲ ਕਰੋ ਰਮਿੰਦਰਦੀਪ ਜਾਂ ਅਮਨਦੀਪ ਨੂੰ 5146250025 514 625 0025 या फिर 5148870025 514 887 0025। हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए, और जब तलाश हो ऐसे फर्नीचर की तो यहाँ ये स्टीवंस फर्नीचर, एन अल्ट्रा मॉडर्न फर्नीचर डेस्टिनेशन इन GTA, जहाँ आपको मिलेगा बिल्कुल सॉलिड फर्नीचर, चाहे बेड सेट हो, सोफा सेट या मैट्रेसेस, एवरीथिंग ओनली एट स्टीवंस फर्नीचर since 1992. Visit in store for much more. 2 locations to serve you. Stevens Furniture. ਟਰੱਕਾਂ 'ਚ ਅੱਜ ਕੱਲ ਕੁਝ ਨਹੀਂ ਬਚਦਾ। ਉਹ ਤੂੰ ਇੰਸ਼ੋਰੈਂਸ ਕਟਾ ਲੈ। ਇੰਸ਼ੋਰੈਂਸ ਕਟਾ ਕੇ ਕਿਵੇਂ ਚੱਲੂ? ਉਹ ਕਟਾ ਲੈ ਨਹੀਂ, ਘਟਾ ਲੈ। ਕਿਵੇਂ? ਹਰਜੀਤ ਸਿੰਘ ਢੱਡਾ ਨਾਲ ਗੱਲ ਕਰ, ਉਹ ਮੈਕਸਿਮਮ ਡਿਸਕਾਊਂਟਸ ਲੈ ਕੇ ਦਿੰਦੇ ਆ, ਹਰੇਕ ਬਰੀਕੀ ਨੂੰ ਚੰਗੀ ਤਰ੍ਹਾਂ ਸਮਝਦੇ ਤੇ ਚੰਗੀ ਤਰ੍ਹਾਂ ਸਮਝਾਉਂਦੇ ਆ। ਹਰਜੀਤ ਸਿੰਘ ਢੱਡਾ ਨੈਸ਼ਨਲ ਟਰੱਕ ਲੀਗ ਨਾਲ ਕੰਮ ਕਰਦੇ ਆ ਫੋਨ ਕਰ 647 705 5492 6477055492। ਅੱਛਾ, ਇਹਨੂੰ ਕਹਿੰਦੇ ਇੰਸ਼ੋਰੈਂਸ ਪ੍ਰੀਮੀਅਮ ਕੱਟ ਕਰਨਾ। ਨਾ ਸਿਆਣਾ ਤੇ ਬੜਾ ਹੈ ਤੂੰ। PTN 24 ਆਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਂ ਤੁਹਾਡਾ ਸੁਖਵਿੰਦਰ ਸਿੰਘ ਚੰਦੀ, ਪ੍ਰੋਗਰਾਮ ਲੈ ਕੇ ਹਾਜ਼ਰ ਹਾਂ PTN 24। ਅੱਜ 19 ਤਰੀਕ ਹੈ ਜੀ ਤੇ ਦਿਨ ਮੰਡੇ ਆ ਤੇ ਬਾਹਰਲਾ ਟੈਂਪਰੇਚਰ ਜਿਹੜਾ 9 ਆ ਜੀ ਤੇ ਫੀਲ ਲਾਈਕ ਜਿਹੜਾ ਉਹ ਵੀ ਲਗਭਗ ਇੰਨਾ ਕੀ ਹੈ ਤੇ ਸੂਰਜ 6:27 ਤੇ ਚੜ੍ਹਿਆ ਤੇ 8:07 ਤੇ ਛਿਪੇਗਾ। ਸਟੂਡੀਓ ਦੀ ਘੜੀ ਅਨੁਸਾਰ ਜਿਹੜੇ 9:08 ਹੋ ਚੁੱਕੇ ਆ ਤਾਂ ਆਪਣੀ ਲਾਈਨ ਇਸ ਟਾਈਮ ਅਰਸ਼ਦੀਪ ਹੋਣਾ ਨਾਲ ਮੋਹਾਲੀ ਸਟੂਡੀਓ ਜੁੜ ਚੁੱਕੀ ਹੈ ਜੀ। ਅਰਸ਼ਦੀਪ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ ਜੀ। ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਸ਼ਦੀਪ, ਸਭ ਤੋਂ ਪਹਿਲਾਂ ਆਪਾਂ ਥੋੜੀ ਜਿਹੀ ਗੱਲਬਾਤ ਜਿਹੜੀ ਕਰੋਨਾ ਦੀ ਕਰਦੇ ਆ। ਇਸ ਟਾਈਮ ਭਾਰਤ ਦੇ ਵਿੱਚ ਵੀ ਬਹੁਤ ਜ਼ਿਆਦਾ ਪ੍ਰਕੋਪ ਆ। ਜਿਸ ਤਰ੍ਹਾਂ ਪਹਿਲਾਂ ਨਰਿੰਦਰ ਮੋਦੀ ਕਹਿੰਦੇ ਹੁੰਦੇ ਸੀਗੇ ਵੀ ਭਾਰਤ ਬਹੁਤ ਸੇਫ ਹੈ ਜੀ, ਅਸੀਂ ਆਹ ਬਣਾ ਲਿਆ ਜੀ, ਅਸੀਂ ਵੈਕਸੀਨ ਬਣਾ ਲਈ ਜੀ। ਵੈਕਸੀਨ ਤਾਂ ਪੂਰੀ ਦੁਨੀਆ 'ਚ ਬਣੀ ਆ, ਪਰ ਅਸਰ ਕਿੰਨਾ ਕੁ ਹੁੰਦਾ ਇਹ ਡਿਪੈਂਡ ਕਰਦਾ ਜੀ। ਪਰ ਇਸ ਟਾਈਮ ਜਿਹੜਾ ਭਾਰਤ ਦੇ ਸੂਬੇ ਆ ਵੈਸਟ ਸਾਈਡ ਵਾਲੀ, ਜਿਸ ਤਰ੍ਹਾਂ ਗੁਜਰਾਤ ਲਾ ਲਓ, ਆਂਧਰਾ ਪ੍ਰਦੇਸ਼ ਲਾ ਲਓ,
ਭੋਪਾਲ ਏਰੀਆ ਜਾਂ ਮਹਾਰਾਸ਼ਟਰ, ਉੱਥੇ ਮੌਤਾਂ ਦੀ ਦਰ ਜਿਹੜੀ ਆ ਦਿਨੋਂ ਦਿਨ ਵੱਧ ਰਹੀ ਆ, ਬਹੁਤ ਜ਼ਿਆਦਾ ਆ। ਸੰਸਕਾਰ ਕਰਨ ਲਈ ਵੀ ਜਗ੍ਹਾ ਨਹੀਂ ਮਿਲ ਰਹੀ। ਕਿੰਨਾ ਕੁ ਪ੍ਰਕੋਪ ਆ ਪੰਜਾਬ ਦੇ ਵਿੱਚ, ਕੀ ਹਾਲਾਤ ਆ ਜੀ? ਦੇਖੋ ਜੀ, ਜਿਹੜਾ COVID-19 ਦਾ ਪ੍ਰਸਾਰ ਆ ਭਾਰਤ ਦੇ ਵਿੱਚ ਇਸ ਸਮੇਂ ਪੀਕ ਤੇ ਹੈ, ਕਿਉਂਕਿ ਮਾਮਲੇ ਜਿਹੜੇ ਇੱਕ ਦਿਨ ਦੇ ਵਿੱਚ ਲਗਭਗ 3 ਲੱਖ ਜਿਹੜੇ ਉਹ ਸਾਹਮਣੇ ਆ ਰਹੇ ਨੇ ਜੀ। ਇਹ ਤਾਂ ਉਹ ਮਾਮਲੇ ਜਿਹੜੇ ਸਰਕਾਰੀ ਰਿਕਾਰਡ ਵਿੱਚ ਦੱਸੇ ਜਾ ਰਹੇ ਨੇ ਜਾਂ ਸਰਕਾਰੀ ਨੋਟ ਦੇ ਵਿੱਚ ਆ ਰਹੇ ਨੇ, ਪਰ ਇਸ ਤੋਂ ਇਲਾਵਾ ਵੀ ਕੁਝ ਇਲਾਕੇ ਐਸੇ ਨੇ ਜਿੱਥੇ ਸਹੀ ਰੂਪ ਦੇ ਵਿੱਚ ਸਰਕਾਰੀ ਰਿਕਾਰਡ ਜਿਹੜਾ ਉਹ ਨਹੀਂ ਮਿਲ ਰਿਹਾ। ਪੰਜਾਬ ਦੇ ਵਿੱਚ ਵੀ 5000 ਦੇ ਕਰੀਬ ਮਾਮਲੇ ਜਿਹੜੇ ਉਹ ਰੋਜ਼ਾਨਾ ਸਾਹਮਣੇ ਆ ਰਹੇ ਨੇ, ਪਰ ਨਾਲੋਂ ਨਾਲ ਇਹ ਹੈ ਕਿ ਵੈਕਸੀਨ ਜਿਹੜੀ ਹੈ ਉਹ ਲਾਭਕਾਰੀ ਹੁੰਦੀ ਹੈ ਜਾਂ ਨਹੀਂ। ਸਭ ਤੋਂ ਪਹਿਲਾਂ ਵੈਕਸੀਨ ਸਪਲਾਈ ਦਾ ਸਵਾਲ ਹੈਗਾ। ਵੈਕਸੀਨ ਸਪਲਾਈ ਤੋਂ ਪਹਿਲਾਂ ਆਕਸੀਜਨ ਸਪਲਾਈ ਦਾ ਸਵਾਲ ਹੈਗਾ ਕਿ ਭਾਰਤ ਦੇ ਵਿੱਚ ਇਸ ਸਮੇਂ ਹਸਪੀਟਲਾਂ ਦੇ ਵਿੱਚ ਆਕਸੀਜਨ ਦੀ ਵੀ ਜਿਹੜੀ ਹੈ ਉਹ ਸ਼ਾਰਟੇਜ ਚੱਲ ਰਹੀ ਹੈ। ਇਸ ਤੋਂ ਇਲਾਵਾ ਮੈਡੀਸਿਨ ਜਿਹੜੀ ਚਾਹੀਦੀ ਹੈ ਉਹਦੀ ਵੀ ਸ਼ਾਰਟੇਜ ਜਿਹੜੀ ਉਹ ਚੱਲ ਰਹੀ ਹੈ ਲਗਾਤਾਰ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਇਹ ਹੈ ਕਿ ਸਭ ਤੋਂ ਪਹਿਲਾਂ ਸਰਕਾਰ ਨੇ 162 ਪਲਾਂਟਾਂ ਨੂੰ ਜਿਹੜੀ ਉਹ ਆਕਸੀਜਨ ਦੀ ਮਨਜ਼ੂਰੀ ਦਿੱਤੀ ਹੈ, ਪਰ ਆਕਸੀਜਨ ਦੀ ਘਾਟ ਜਿਹੜੀ ਪੈ ਰਹੀ ਹੈ ਉਹ ਸਭ ਤੋਂ ਵੱਡਾ ਮਸਲਾ ਹੈ। ਇਸ ਤੋਂ ਇਲਾਵਾ ਜਿਹੜੇ ਹਸਪੀਟਲ ਨੇ, ਬੇਸ਼ੱਕ ਉੱਤਰ ਪ੍ਰਦੇਸ਼ ਦੇ ਵਿੱਚ ਨੇ, ਮੱਧ ਪ੍ਰਦੇਸ਼ ਦੇ ਵਿੱਚ ਨੇ, ਮਹਾਰਾਸ਼ਟਰ ਦੇ ਵਿੱਚ ਨੇ, ਉੱਥੇ ਹਸਪੀਟਲਾਂ 'ਚ ਬੈੱਡ ਜਿਹੜੇ ਉਹ ਮਰੀਜ਼ਾਂ ਨੂੰ ਨਹੀਂ ਮਿਲ ਰਹੇ। ਹਸਪੀਟਲਾਂ ਵੱਲੋਂ ਬੇਸਮੈਂਟਾਂ ਜਾਂ ਕਿਤੇ ਹੋਰ ਪਾਸੇ ਪ੍ਰਬੰਧ ਕੀਤੇ ਜਾ ਰਹੇ ਨੇ ਮਰੀਜ਼ਾਂ ਲਈ। ਤੇ ਇੱਥੋਂ ਕਿ ਜਿਹੜੇ ਕੇਂਦਰ ਸਰਕਾਰ ਦੇ ਮੰਤਰੀ ਨੇ, ਭਾਰਤੀ ਫੌਜ ਦੇ ਸਾਬਕਾ ਮੁਖੀ ਨੇ, ਉਹਨਾਂ ਵੱਲੋਂ ਵੀ ਟਵੀਟ ਕੀਤਾ ਗਿਆ ਸੀਗਾ ਜਨਰਲ ਵੀਪੀ ਸਿੰਘ ਵੱਲੋਂ ਕਿ ਮੇਰੇ ਬ੍ਰਦਰ ਨੂੰ ਵੀ ਜਿਹੜਾ ਹੈ ਬੈੱਡ ਨਹੀਂ ਮਿਲ ਰਿਹਾ, ਇਸ ਕਰਕੇ ਉੱਤਰ ਪ੍ਰਦੇਸ਼ ਸਰਕਾਰ ਜਿਹੜੀ ਉਹ ਧਿਆਨ ਦੇਵੇ। ਤਾਂ ਬਾਅਦ 'ਚ ਉਹਨਾਂ ਨੇ ਬੇਸ਼ੱਕ ਸਫਾਈ ਦਿੱਤੀ ਕਿ ਮੇਰਾ ਚਾਚੇ ਦਾ ਬੇਟਾ ਸੀ ਜੀ, ਪਰ ਬੇਟਾ ਭਾਵੇਂ ਚਾਚੇ ਦਾ ਸੀ, ਪਰ ਜਿਹੜਾ ਬੈੱਡ ਇੱਕ ਮੰਤਰੀ ਦੇ ਭਰਾ ਨੂੰ ਜੇ ਨਹੀਂ ਮਿਲ ਰਿਹਾ ਹਸਪੀਟਲ ਦੇ ਵਿੱਚ, ਇਹਦਾ ਮਤਲਬ ਆਮ ਲੋਕਾਂ ਦੀ ਕੀ ਹਾਲਤ ਹੋਊਗੀ। ਇਹ ਸਭ ਤੋਂ ਜ਼ਰੂਰੀ ਹੈ। ਇਸ ਤੋਂ ਇਲਾਵਾ ਜਿਹੜੀਆਂ ਹਸਪੀਟਲਾਂ ਦੇ ਤੋਂ ਮੌਤ ਹੋ ਜਾਂਦੀ ਹੈ ਕਿਸੇ ਮਰੀਜ਼ ਦੀ, ਤਾਂ ਜਿਹੜੀਆਂ ਡੈੱਡ ਬੋਡੀਆਂ ਸਾੜੀਆਂ ਜਾ ਰਹੀਆਂ ਨੇ, ਤਾਂ ਕਈ ਸੂਬਿਆਂ ਤੋਂ ਇਹ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਕਿ ਕਿਸੇ ਸੂਬੇ ਨੇ ਕਿਹਾ ਜੀ ਅੱਜ 15 ਮੌਤਾਂ ਹੋਈਆਂ ਨੇ, ਕਿਸੇ ਸੂਬੇ ਨੇ ਕਿਹਾ, ਕਿਸੇ ਏਰੀਏ 'ਚ ਕਿਹਾ ਕਿ ਅੱਜ 18 ਮੌਤਾਂ ਹੋਈਆਂ ਨੇ। ਪਰ ਜਦੋਂ ਸ਼ਮਸ਼ਾਨ ਘਾਟਾਂ 'ਚ ਜਾ ਕੇ ਪਤਾ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਕਿਤੇ 15 ਜਿੱਥੇ ਦੱਸੇ ਜਾ ਰਹੇ ਆ, ਉੱਥੇ 40-45 ਜਿਹੜੇ ਨੇ ਕਰੋਨਾ ਪੀੜਤ ਜਿਨ੍ਹਾਂ ਦੀ ਮੌਤ ਹੋਈ ਆ ਉਹਨਾਂ ਦਾ ਸੰਸਕਾਰ ਕੀਤਾ ਗਿਆ, ਕਿਤੇ ਅੰਕੜਾ 62 ਤੇ ਹੈਗਾ। ਤੇ ਇਸ ਕਰਕੇ ਮੌਤਾਂ ਦੀ ਗਿਣਤੀ ਵੀ ਜਿਹੜੀ ਉਹ ਬਹੁਤ ਵੱਡੇ ਪੱਧਰ ਤੇ ਵਧੀ ਹੈਗੀ, ਕਿਉਂਕਿ 1500-1600 ਮੌਤਾਂ ਤਾਂ ਸਰਕਾਰੀ ਰਿਕਾਰਡ 'ਚ ਦੱਸੀਆਂ ਜਾ ਰਹੀਆਂ ਨੇ। ਪਰ ਇਸ ਤੋਂ ਇਲਾਵਾ ਵੀ ਜ਼ਿਆਦਾਤਰ ਮੌਤਾਂ ਜਿਹੜੀਆਂ ਉਹ ਹੋ ਰਹੀਆਂ ਨੇ ਜਿਹੜੀਆਂ ਨਹੀਂ ਸਾਹਮਣੇ ਆ ਰਹੀਆਂ, ਕਿਉਂਕਿ ਜੇ ਸ਼ਮਸ਼ਾਨ ਘਾਟ ਦੇ ਅੰਕੜਿਆਂ ਦਾ ਫਰਕ ਹੈ ਤੇ ਇਹਦਾ ਮਤਲਬ ਫਿਰ ਮੌਤਾਂ ਦੇ ਅੰਕੜਿਆਂ 'ਚ ਵੀ ਜਿਹੜਾ ਫਰਕ ਹੋਊਗਾ। ਤੇ ਇਸ ਕਰਕੇ ਜਿਹੜਾ COVID-19 ਹੈ ਇਹਦਾ ਪ੍ਰਸਾਰ ਬਹੁਤ ਤੇਜ਼ੀ ਨਾਲ ਹੋ ਰਿਹਾ ਤੇ UK ਵੇਰੀਐਂਟ ਦੇ ਕੇਸ ਜਿਹੜੇ ਨੇ ਉਹ ਭਾਰਤ ਦੇ ਵਿੱਚ ਜ਼ਿਆਦਾ ਸਾਹਮਣੇ ਆ ਰਹੇ ਨੇ, ਤਾਂ ਜਿਸ ਕਰਕੇ ਮੌਤਾਂ ਦੀ ਗਿਣਤੀ ਵੀ ਵਧੀ ਹੈਗੀ। ਇਸ ਤੋਂ ਇਲਾਵਾ ਕੇਸ ਵੀ ਲਗਭਗ 3 ਲੱਖ ਰੋਜ਼ਾਨਾ ਸਾਹਮਣੇ ਆ ਰਹੇ ਨੇ ਤੇ ਸਰਕਾਰ ਦੇ ਜਿਹੜੇ ਦਾਅਵੇ ਸੀਗੇ ਜਾਂ ਜਿਹੜੇ ਵਾਅਦੇ ਸੀਗੇ ਉਹ ਧਰੇ ਧਰਾਏ ਦਿਖਾਈ ਦੇ ਰਹੇ ਨੇ ਕਰੋਨਾ ਪ੍ਰਬੰਧਾਂ ਨੂੰ ਲੈ ਕੇ, ਕਿਉਂਕਿ ਜੇ 135 ਕਰੋੜ ਦੀ ਆਬਾਦੀ ਵਾਲਾ ਦੇਸ਼ ਹੈ ਲਗਭਗ, ਤਾਂ ਹੈਲਥ ਫੈਸਿਲਿਟੀਆਂ ਇੰਨੇ ਸਮੇਂ ਦੇ ਵਿੱਚ ਉਸ ਹੱਦ ਤੱਕ ਬਿਹਤਰ ਹੋ ਜਾਣੀਆਂ ਚਾਹੀਦੀਆਂ ਸੀ ਕਿ ਕਮ ਸੇ ਕਮ ਬੈੱਡਾਂ ਦੀ ਘਾਟ ਦੇ ਨਾਲ ਤਾਂ ਮਰੀਜ਼ਾਂ ਨੂੰ ਜਿਹੜਾ ਉਹ ਨਾ ਜੂਝਣਾ ਪੈਂਦਾ। ਆਕਸੀਜਨ ਦੀ ਘਾਟ ਦੀਆਂ ਗੱਲਾਂ ਤਾਂ ਸੂਬਿਆਂ ਦੇ ਹੈਲਥ ਮਿਨਿਸਟਰਾਂ ਨੂੰ ਜਿਹੜੀਆਂ ਉਹ ਨਾ ਕਰਨੀਆਂ ਪੈਂਦੀਆਂ। ਇਸ ਕਰਕੇ ਪੰਜਾਬ ਦੇ ਵਿੱਚ ਵੀ ਰੋਜ਼ਾਨਾ 5000 ਕੇਸ ਸਾਹਮਣੇ ਆ ਰਹੇ ਨੇ, ਭਾਰਤ ਦੇ ਵਿੱਚ 2.5-3 ਲੱਖ ਕੇਸ ਰੋਜ਼ਾਨਾ ਸਾਹਮਣੇ ਆ ਰਿਹਾ। ਦਿੱਲੀ ਦੇ ਵਿੱਚ ਲੋਕਡਾਊਨ ਜਿਹੜਾ ਉਹ ਲਗਾ ਦਿੱਤਾ ਗਿਆ ਹੈਗਾ, ਰਾਜਸਥਾਨ ਦੇ ਵਿੱਚ ਲਗਾ ਦਿੱਤਾ ਗਿਆ ਹੈਗਾ। ਪੰਜਾਬ ਦੇ ਵੀ ਕਈ ਸ਼ਹਿਰਾਂ ਦੇ ਵਿੱਚ ਜਿਸ ਤਰ੍ਹਾਂ ਲੁਧਿਆਣਾ ਦੇ 2 ਇਲਾਕੇ ਨੇ ਜਾਂ ਹੋਰ ਕਈ ਥਾਵਾਂ ਦੇ ਉੱਪਰ ਪੂਰਨ ਲੋਕਡਾਊਨ ਜਿਹੜਾ ਉਹ ਲਗਾਇਆ ਗਿਆ ਹੈਗਾ। ਸਾਰਾ ਕੁਝ ਜਿਹੜਾ ਉਹ ਬੰਦ ਕੀਤਾ ਗਿਆ ਹੈਗਾ COVID-19 ਨੂੰ ਰੋਕਣ ਦੇ ਲਈ। ਤਾਂ ਹੁਣ ਇੱਥੇ ਇੱਕ ਸਵਾਲ ਫੇਰ ਖੜਾ ਹੋ ਜਾਂਦਾ ਕਿ ਜੇ ਸਰਕਾਰ ਲੋਕਡਾਊਨ ਲਾਉਣ ਵੱਲ ਵੱਧ ਰਹੀ ਹੈ ਤਾਂ ਸਰਕਾਰ ਦੇ ਦਾਅਵੇ ਜਿਹੜੇ ਸੀ ਉਹ ਪੂਰੇ ਨਹੀਂ ਹੋਏ, ਪ੍ਰਬੰਧ ਜਿਹੜੇ ਉਹ ਢਿੱਲੇ ਦਿਖਾਈ ਦਿੱਤੇ। ਪਰ ਨਾਲੋਂ ਨਾਲ ਇਹ ਹੈ ਕਿ ਜਿਹੜੇ ਲੋਕ ਆਰਥਿਕ ਤੌਰ ਤੇ ਕਮਜ਼ੋਰ ਨੇ, ਜਿਨ੍ਹਾਂ ਦੀ ਗਿਣਤੀ 50% ਆਬਾਦੀ ਵਾਂਗੂ ਹੈ ਕਿ 50% ਆਬਾਦੀ ਜਿਹੜੀ ਉਹ ਆਰਥਿਕ ਤੌਰ ਤੇ ਸਿੱਧੇ ਰੂਪ 'ਚ ਬਹੁਤ ਜ਼ਿਆਦਾ ਕਮਜ਼ੋਰ ਹੈ, ਤਾਂ ਉਹਨਾਂ ਦੀ ਆਰਥਿਕ ਸਹਾਇਤਾ ਦਾ ਪ੍ਰਬੰਧ, ਉਹਨਾਂ ਦੀ ਰੋਟੀ ਪਾਣੀ ਦਾ ਪ੍ਰਬੰਧ ਕੀ ਹੋਊਗਾ। ਜਿਹੜੇ ਪ੍ਰਵਾਸੀ ਮਜ਼ਦੂਰ ਦੁਬਾਰਾ ਵਾਪਸ ਸੂਬਿਆਂ ਨੂੰ ਜਾ ਰਹੇ ਉਹਨਾਂ ਦੇ ਪ੍ਰਬੰਧ ਜਿਹੜੇ ਉਹ ਕੀ ਹੋਣਗੇ। ਇਸ ਕਰਕੇ ਇਹਦੇ ਨਾਲ ਸਮਾਜਿਕ ਤਾਣਾ ਬਾਣਾ ਵੀ ਹਿੱਲੇਗਾ, ਆਰਥਿਕ ਤਾਣਾ ਬਾਣਾ ਵੀ ਹਿੱਲੇਗਾ ਤੇ ਲੋਕਾਂ ਦੀ ਮੌਤ ਜਿਹੜੀ ਹੈ ਉਹ ਤਾਂ ਜਾ ਹੀ ਰਹੀ ਹੈਗੀ। ਲੋਕ ਇਸ ਜਹਾਨ ਤੋਂ ਤਾਂ ਜਾ ਹੀ ਰਹੇ ਨੇ COVID-19 ਕਰਕੇ। ਇਸ ਕਰਕੇ ਇਸ ਸਮੇਂ ਹਾਲਾਤ ਜਿਹੜੇ ਨੇ ਉਹ ਬੇਹੱਦ ਚਿੰਤਾਜਨਕ ਨੇ ਭਾਰਤ ਦੇ ਵਿੱਚ। ਬਿਲਕੁਲ ਜੀ। ਇੱਕ ਖਬਰ ਲੈਣ ਤੋਂ ਬਾਅਦ ਆਪਣੀਆਂ ਕਾਲਾਂ ਵੀ ਜਿਹੜੀਆਂ ਫਲੈਸ਼ ਕਰਨ ਲੱਗ ਪਈਆਂ ਜੀ, ਉਹ ਕਾਲਾਂ ਵੀ ਔਨ ਏਅਰ ਕਰਦੇ। ਇੱਕ ਆਪਾਂ ਖਬਰ ਜ਼ਰੂਰ ਲੈ ਲਈਏ। HS ਫੂਲਕਾ ਨੇ ਲਿਖੀ ਨਵਜੋਤ ਸਿੱਧੂ ਨੂੰ ਚਿੱਠੀ, ਬੜੀ ਚਰਚਾ ਹੈ ਜੀ। ਦੇਖੋ ਜੀ, ਜਦੋਂ ਦਾ ਕੋਟਕਪੂਰਾ ਗੋਲੀकांड ਮਾਮਲੇ ਨੂੰ ਲੈ ਕੇ ਹਾਈ ਕੋਰਟ ਦਾ ਫੈਸਲਾ ਆਇਆਗਾ, ਬੇਸ਼ੱਕ ਹਾਈ ਕੋਰਟ ਨੇ ਹਾਲੇ ਤੱਕ ਰਿਟਰਨ 'ਚ ਫੈਸਲਾ ਜਿਹੜਾ ਉਹ ਜਨਤਕ ਨਹੀਂ ਹੋਇਆ, ਰਿਟਰਨ 'ਚ ਫੈਸਲਾ ਜਿਹੜਾ ਸਾਹਮਣੇ ਨਹੀਂ ਆਇਆ, ਪਰ ਜਿਹੜੀਆਂ ਕਨਸੋਆਂ ਤੇ ਮੀਡੀਆ 'ਚ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਉਹ ਇਹੀ ਆਈਆਂ ਕਿ ਸਿੱਟ ਭੰਗ ਕਰਨ ਦਾ ਫੈਸਲਾ ਜਿਹੜਾ ਉਹ ਕੀਤਾ ਗਿਆ, ਜਿਹੜਾ ਕਿ IG ਕੁੰਵਰ ਵਿਜੇ ਪ੍ਰਤਾਪ ਨੇ ਵੀ ਦਾਅਵਾ ਕੀਤਾ ਕਿ ਕੀਤਾ ਗਿਆ ਹੈਗਾ
ਪਰ ਨਾਲੋਂ ਨਾਲ ਜਿਹੜਾ ਹੈ ਹੁਣ ਸਰਕਾਰ ਨੂੰ ਵੀ ਰਸਤਾ ਜਿਹੜਾ ਉਹ ਨਹੀਂ ਮਿਲ ਰਿਹਾ ਕਿ ਇਹਦੇ ਬਾਅਦ ਕੀ ਕੀਤਾ ਜਾਵੇ, ਕਿਉਂਕਿ ਪਿਛਲੇ ਦਿਨੀ 2 ਦਿਨ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਇੱਕ ਮੀਟਿੰਗ ਸੱਦੀ ਸੀ ਜਿਹਦੇ 'ਚ 2-3 ਮੰਤਰੀ ਵੀ ਸੀ, 2-4 ਵਿਧਾਇਕ ਵੀ ਸੱਦੇ ਸੀਗੇ, ਐਡਵੋਕੇਟ ਜਨਰਲ ਵੀ ਮੌਜੂਦ ਸੀ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ ਸੀਗੇ ਤੇ ਮੁੱਖ ਮੰਤਰੀ ਸਾਹਿਬ ਤੋਂ ਉਸ ਮੀਟਿੰਗ 'ਚ ਸੀ। ਤਾਂ ਉਸ ਮੀਟਿੰਗ ਦੇ ਵਿੱਚ ਵੀ ਕਾਂਗਰਸੀਆਂ ਵੱਲੋਂ ਇਹੀ ਕਿਹਾ ਗਿਆ ਕਿ ਮੁੱਖ ਮੰਤਰੀ ਸਾਹਿਬ ਤੁਹਾਡੇ ਤੇ ਬਲੇਮ ਲੱਗਦੇ ਨੇ ਕਿ ਤੁਸੀਂ ਜਿਹੜੇ ਉਹ ਰਲੇ ਹੋਏ ਹੋ ਅਕਾਲੀ ਦਲ ਦੇ ਨਾਲ, ਤਾਂ ਤੁਸੀਂ ਇਹਦੇ ਤੇ ਜਿਹੜਾ ਹੈ ਖੁੱਲ੍ਹ ਕੇ ਮੀਡੀਆ 'ਚ ਆ ਕੇ ਜ਼ਰੂਰ ਬੋਲੋ। ਤੇ ਨਾਲੋਂ ਨਾਲ ਜਿਹੜੀ ਇਹ ਰਿਪੋਰਟ ਖਾਰਜ ਹੋਈ ਹੈਗੀ ਹਾਈ ਕੋਰਟ ਦੇ ਵਿੱਚ, ਤਾਂ ਇਸ ਮਾਮਲੇ ਤੇ ਤੁਸੀਂ ਇੱਕ ਪ੍ਰੈਸ ਕਾਨਫਰੰਸ ਜਿਹੜੀ ਉਹ ਦਾਅਵੇ ਨਾਲ ਕਰੋ ਵੀ ਦੋਸ਼ੀ ਜਿਹੜੇ ਉਹ ਬਖਸ਼ੇ ਨਹੀਂ ਜਾਣਗੇ ਤੇ ਨਾਲੋਂ ਨਾਲ ਜਿਹੜਾ ਹੈ ਆਹ ਐਕਸ਼ਨ ਸਰਕਾਰ ਹੁਣ ਲੈਣ ਜਾ ਰਹੀ ਹੈ। ਕਮ ਸੇ ਕਮ ਜਨਤਕ ਤੌਰ ਤੇ ਤਾਂ ਤੁਸੀਂ ਜਿਹੜੀ ਰਿਪੋਰਟ ਦੇ ਸਬੂਤ ਨੇ ਉਹ ਖੁਲਾਸੇ ਨੇ ਜਿਹੜੇ ਉਹਨਾਂ ਨਾਲ ਸਹਿਮਤੀ ਪ੍ਰਗਟਾਓ ਜਨਤਕ ਤੌਰ ਤੇ ਸਮਾਜਿਕ ਤੌਰ ਤੇ ਤਾਂ ਉਹਨਾਂ ਬੰਦਿਆਂ ਨੂੰ ਨੰਗੇ ਕਰੋ ਜਿਹੜੇ ਕਿ ਦੋਸ਼ੀ ਨੇ। ਤਾਂ ਇਹਦੇ ਤੇ ਮੁੱਖ ਮੰਤਰੀ ਸਾਹਿਬ ਨੇ ਕੋਈ ਖਾਸ ਹੰਗਾਰਾ ਜਿਹੜਾ ਉਹ ਨਹੀਂ ਭਰਿਆ। ਤਾਂ ਉਹਦੇ ਬਾਅਦ ਐਡਵੋਕੇਟ ਜਨਰਲ ਨੂੰ ਸੁਨੀਲ ਜਾਖੜ ਤੇ ਬਾਕੀ ਲੀਡਰ ਜਿਹੜੇ ਉਹਨਾਂ ਨੇ ਵੀ ਐਡਵੋਕੇਟ ਜਨਰਲ ਨੂੰ ਕਿਹਾ ਕਿ ਤੁਸੀਂ ਕੇਸ ਜਿਹੜੇ ਉਹ ਲਗਾਤਾਰ ਹਾਰ ਰਹੇ ਹੋ। ਤਾਂ ਉਹਨਾਂ ਨੇ 1-2 ਕੇਸਾਂ ਦਾ ਹਵਾਲਾ ਦਿੱਤਾ ਕਿ ਅਸੀਂ ਜਿੱਤੇ ਨੇ, ਪਰ ਉਹਨਾਂ ਨੇ ਕਿਹਾ ਕਿ ਜਿਹੜੇ ਵੱਡੇ ਕੇਸ ਨੇ ਉਹ ਅਸੀਂ ਹਾਰ ਰਹੇ ਹਾਂ। ਯਾਨੀ ਕਿ ਮੀਟਿੰਗ ਦੇ ਵਿੱਚ ਵੀ ਕਾਂਗਰਸੀਆਂ ਨੇ ਇਹੀ ਕਿਹਾ ਕਿ ਅਸੀਂ ਜਿਹੜੇ ਲੋਕਾਂ 'ਚ ਜਾਣ ਜੋਗੇ ਨਹੀਂ ਰਵਾਂਗੇ, ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨਿਸ਼ਾਨੇ ਤੇ ਸੀ ਲੋਕਾਂ ਦੇ, ਉਸ ਤਰ੍ਹਾਂ ਅਸੀਂ ਆ ਜਾਣਾਗਾ। ਤਾਂ ਇਸੇ ਦੌਰਾਨ ਹੀ ਜਿਹੜੇ ਉੱਘੇ ਵਕੀਲ ਨੇ HS ਫੂਲਕਾ, ਉਹਨਾਂ ਵੱਲੋਂ ਵੀ ਲਗਾਤਾਰ ਜਿਹੜੀ ਹੈ ਸੋਸ਼ਲ ਮੀਡੀਆ ਦੇ ਰਾਹੀਂ ਦੱਸਿਆ ਜਾ ਰਿਹਾ ਕਿ ਤੁਸੀਂ ਕੀ ਕਦਮ ਜਿਹੜੇ ਉਹ ਚੁੱਕੋ। ਤਾਂ ਨਾਲੋਂ ਨਾਲ ਉਹਨਾਂ ਨੇ ਇੱਕ ਚਿੱਠੀ ਵੀ ਜਿਹੜੇ ਕਾਂਗਰਸੀ ਲੀਡਰਾਂ ਨੂੰ ਲਿਖੀ ਹੈ, ਜਿਹਦੇ 'ਚ ਖਾਸ ਤੌਰ ਤੇ ਨਵਜੋਤ ਸਿੰਘ ਸਿੱਧੂ ਨੂੰ ਉਹਨਾਂ ਨੇ ਚਿੱਠੀ ਲਿਖੀ ਹੈਗੀ, ਜਿਹਦੇ 'ਚ ਉਹਨਾਂ ਨੇ ਇਹੀ ਕਿਹਾ ਕਿ ਇਹ ਗਰਜਨ ਦਾ ਸਮਾਂ ਨਹੀਂ ਹੈ, ਇਹ ਵਰਨ ਦਾ ਸਮਾਂ ਗਾ। ਇਸ ਮੌਕੇ ਇਕੱਲਾ ਗਰਜੋ ਨਾ ਵਰੋ ਵੀ। ਸਰਕਾਰ ਨੂੰ ਕਹੋ ਜਾ ਕੇ ਵੀ ਇਸ ਮਾਮਲੇ ਦੇ ਵਿੱਚ ਕਦਮ ਪੁੱਟੇ, ਸਰਕਾਰ ਤੋਂ ਜਵਾਬ ਲਓ ਕਿ ਜਿਹੜਾ ਜਾਂਚ 2.5-3 ਮਹੀਨਿਆਂ 'ਚ ਹੋਣੀ ਸੀ ਉਹ ਕੰਮ ਤੇ 2.5 ਸਾਲ ਕਿਵੇਂ ਲੱਗ ਗਏ। ਤੇ ਉਹਦੇ ਬਾਅਦ ਜਿਹੜੀ ਉਹ ਜਾਂਚ ਰਿਪੋਰਟ ਸੀ ਉਹਦੇ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਇਲਾਵਾ ਬਾਕੀ ਜਿਹੜੇ ਆਫੀਸਰਜ਼ ਨਿਯੁਕਤ ਕੀਤੇ ਸੀ ਉਹਨਾਂ ਨੇ ਦਸਤਖਤ ਕਿਉਂ ਨਹੀਂ ਕੀਤੇ, ਇਹਦਾ ਜਵਾਬ ਵੀ ਸਰਕਾਰ ਜਿਹੜੀ ਦੇ ਦੇ। ਉਹਨਾਂ ਨੇ ਸਿੱਧੂ ਸਾਹਿਬ ਨੂੰ ਯਾਦ ਵੀ ਕਰਾਇਆ ਕਿ ਤੁਸੀਂ ਵਿਧਾਨ ਸਭਾ ਸੈਸ਼ਨ ਦੇ ਵਿੱਚ ਕਿਸ ਤਰ੍ਹਾਂ ਝੋਲੀਆਂ ਅੱਡੀਆਂ ਸੀ ਤੇ ਤੁਸੀਂ ਇਹ ਆਵਾਜ਼ ਲਗਾਤਾਰ ਚੁੱਕੀ ਹੈ ਤੇ ਤੁਹਾਡੇ ਤੋਂ ਉਮੀਦ ਵੀ ਹੈ ਕਿ ਤੁਸੀਂ ਜਿਹੜੀ ਹੁਣ ਸਰਕਾਰ ਨੂੰ ਘੇਰੋ, ਸਿਰਫ ਗਰਜੋ ਨਾ ਵਰੋ ਵੀ, ਸਰਕਾਰ ਤੋਂ ਜਵਾਬ ਵੀ ਮੰਗੋ ਜਾ ਕੇ, ਜਿਹੜੀ ਕਾਰਵਾਈ ਤੁਹਾਡੀ ਬਣਦੀ ਹੈ ਵਿਧਾਇਕ ਦੇ ਤੌਰ ਤੇ ਉਹ ਵੀ ਕਰੋ। ਤੇ ਨਾਲੋਂ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਜਿਹੜੀ ਇਹ ਸੇਵਾ ਮੁਕਤ ਜੱਜ ਦੀ ਸਲਾਹ ਦੇ ਨਾਲ ਚਲਾਓ ਇਸ ਮਾਮਲੇ ਨੂੰ, ਕਾਨੂੰਨੀ ਟੀਮ ਬਣਾ ਦਿਓ। ਇੱਕ ਜੀਤ 'ਚ ਉਹਨਾਂ ਨੇ 2 ਨਾਂ ਰਿਕਮੈਂਡ ਕੀਤੇ ਨੇ, ਇੱਕ ਜਸਟਿਸ ਮਹਿਤਾਬ ਸਿੰਘ ਗਿੱਲ ਦਾ, ਇੱਕ ਜਸਟਿਸ ਰਣਜੀਤ ਸਿੰਘ ਦਾ, ਜਿਨ੍ਹਾਂ ਨੇ ਇਹ ਜਾਂਚ ਕੀਤੀ ਸੀ। ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਕਾਨੂੰਨੀ ਸਲਾਹ ਤੇ ਪੜਤਾਲ ਜਿਹੜੀ ਹੈ ਉਹਨਾਂ ਤੋਂ ਕਰਵਾਈ ਜਾਵੇ, ਕਾਨੂੰਨੀ ਸਲਾਹ ਲਈ ਜਾਵੇ। ਤੇ ਪੰਜਾਬ ਸਰਕਾਰ ਹਾਲੇ ਵੀ ਬਹੁਤ ਕੁਝ ਜਿਹੜਾ ਇਸ ਮਾਮਲੇ 'ਚ ਕਰ ਸਕਦੀ ਹੈ। ਇਸ ਕਰਕੇ ਫੂਲਕਾ ਸਾਹਿਬ ਨੇ ਵੀ ਸਿੱਧੂ ਸਾਹਿਬ ਸਣੇ ਬਾਕੀ ਕਾਂਗਰਸੀ ਲੀਡਰਾਂ ਨੂੰ ਹਲੂਲਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਹੈਗੀ। ਬਿਲਕੁਲ ਜੀ, ਚੱਲਦੇ ਆਪਣੇ ਨਾਲ ਕਾਲਾਂ ਜੁੜ ਚੁੱਕੇ ਹਾਂ ਜੀ। ਪਹਿਲੀ ਕਾਲ ਤੇ ਚੱਲਦੇ ਹਾਂ ਜੀ। 2899 ਸਵਾਗਤ ਹੈ ਜੀ। ਹੈਲੋ, ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਸਵਾਗਤ ਹੈ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ। ਵੀਰ ਜੀ ਦੋ ਤੋਂ 3 ਕੁਐਸਚਨ ਨੇ ਬਾਈ ਜੀ। ਇੱਕ ਤਾਂ ਜਿਹੜਾ ਆਪਣੀ ਬਾਈਬਲ ਕਰ ਆਪਣੇ ਤੇ ਉਹ ਆਪਣੇ SST ਜਿਹੜੀ ਕੈਂਸਲ ਕੀਤੀ ਆ ਉਹਨਾਂ ਬਾਰੇ ਆਪਣੇ ਜਿਹੜਾ ਅੱਜ ਗ੍ਰਿਫਤਾਰੀਆਂ ਹੋਈਆਂ ਨੇ, ਉਹ ਕਹਿੰਦੇ ਵੀ ਗ੍ਰਿਫਤਾਰੀ ਕਰਾਂਗੇ, ਆਪਣੇ ਇਕੱਠ ਕਰਨ ਗਏ ਸੀ ਆਪਣੇ ਕੋਰਟ ਨੂੰ ਘੇਰਨ ਵਾਸਤੇ, ਹੈ ਨਾ ਜੀ। ਤੇ ਉਹਦੇ ਨਾਲ ਤੁਹਾਨੂੰ ਕੀ ਲੱਗਦਾ ਵੀ ਉਹ ਆਪਣੇ ਕੋਈ ਇਨਸਾਫ ਮਿਲ ਸਕਦਾ? ਉਹ ਜੇ ਆਪਣੇ ਗ੍ਰਿਫਤਾਰੀਆਂ ਨਾਲ ਕਰਨ ਨਾਲ ਕੀ ਮਿਲੂਗਾ ਜੀ? ਕਿਉਂਕਿ ਸਿਸਟਮ ਵੀ ਉਹਨਾਂ ਦਾ ਉਹੀ, ਪੁਲਿਸ ਉਹਨਾਂ ਦੀ ਹੈ, ਸਭ ਕੁਝ ਉਹਨਾਂ ਦਾ, ਤੇ ਉਹਦੇ ਨਾਲ ਕੀ ਮਿਲੂਗਾ ਜੀ? ਤੇ ਦੂਸਰੀ ਗੱਲ ਜਿਹੜਾ ਆਪਣੇ ਕਹਿੰਦੇ ਨੇ ਦਿੱਲੀ ਵਿੱਚ ਆਪਣੇ ਜਿਹੜਾ ਮੋਦੀ ਨੇ ਕਹਿੰਦੇ ਵੀ ਆਪਣੇ ਕਲੀਨ ਕਰਨਾ ਗਾ, ਆਪਣੇ ਕਹਿੰਦੇ ਵੀ ਕਿਸਾਨਾਂ ਨੂੰ ਉਠਾ ਦੇਣਾ ਗਾ, ਇਹਦੇ ਨਾਲ ਤੁਹਾਨੂੰ ਨਹੀਂ ਲੱਗਦਾ ਵੀ ਜੇ ਮਤਲਬ ਉਹ ਕਰੂਗਾ ਤੇ ਉਹਦੇ ਵਿੱਚ ਪੰਜਾਬ ਜਾਂ ਸਾਰੇ ਵਰਲਡ ਵਿੱਚ ਜੋ ਵੀ ਜਿੱਥੇ ਤੇ ਵੀ ਬੈਠੇ ਨੇ ਲੋਕ ਜਾਣ ਤੇ ਹਿਲਚਲ ਬਹੁਤ ਜ਼ਿਆਦਾ ਹੋ ਜਾਣੀ ਹੈ? ਤੇ ਇਹਦੇ ਨਾਲ ਜੇ ਵੀ ਹੋ ਸਕੇ ਵੀ ਜੇ ਇਹੋ ਜਿਹੇ ਕੰਮ ਕਰਨ ਨਾ ਤੇ ਜੋ ਵੀ ਭਾਜਪਾ ਦੇ ਜੋ ਵੀ ਬੰਦੇ ਨੇ ਲੀਡਰ ਨੇ ਉਹਨਾਂ ਦੇ ਘਰਾਂ ਨੂੰ ਟੱਕ ਲੈਣ ਜਾਣਾ ਚਾਹੀਦਾ। ਆਫਟਰ ਦੈਟ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਤੇ ਸਾਰਿਆਂ ਨੂੰ ਕੱਢ ਨੰਗੇ ਕਰਨੇ ਚਾਹੀਦੇ ਆ ਜੀ। ਤੇ ਤੀਸਰੀ ਗੱਲ ਆ ਜਿਹੜਾ ਆਪਣੇ ਆ ਜਿਹੜੀ ਚਿੱਠੀ ਦੀ ਤੁਸੀਂ ਗੱਲ ਕਰਦੇ ਹੋ, ਇਹਦੇ ਵਿੱਚ ਪਾਉਣ ਕੱਢਣ ਨੂੰ ਕੁਛ ਨਹੀਂ ਹੈਗਾ ਭਾਈ ਜੀ। ਨਾ ਦਾ ਕੈਪਟਨ ਨੇ ਤੁਹਾਨੂੰ ਇਨਸਾਫ ਦੇਣਾ, ਨਾ ਕਿਸੇ ਬਾਦਲ ਨੇ ਦੇਣਾ, ਨਾ ਕਿਸੇ ਮੋਦੀ ਨੇ ਦੇਣਾ। ਉਹ ਕਰਾਫਟ ਸਿਸਟਮ ਆ ਭਾਜੀ, ਉੱਥੇ ਕੋਈ ਇਨਸਾਫ ਨਹੀਂ ਮਿਲਣਾ, ਨਾ ਕੋਈ ਕੋਰਟ ਨੇ ਦੇਣਾ, ਨਾ ਕੋਈ ਕਿਸੇ ਹੋਰ ਕਿਸੇ ਨੇ ਦੇਣਾ। ਉੱਥੇ ਕੋਈ ਇਨਸਾਫ ਨਹੀਂ ਹੈ ਦੇਣਾ, ਤੁਹਾਨੂੰ ਮਿਲਣਾ ਹੀ ਨਾ ਮਿਲਣਾ ਹੈਗਾ। ਤੇ ਇਸ ਬਾਰੇ
ਕੁਝ ਉਹਦਾ ਰੱਬ ਰੱਖਾ ਹੀ ਆ ਭਾਈ ਉੱਥੇ ਨਾ। ਬਿਲਕੁਲ ਜੀ ਬਿਲਕੁਲ। ਤੇ ਇਹ 2 ਕੁਐਸਚਨ ਬਾਰੇ ਦੱਸੋ ਮਰੇ ਜਾਣਾ ਜੀ। ਧੰਨਵਾਦ ਜੀ ਧੰਨਵਾਦ। ਜੀ ਅਰਸ਼ਦੀਪ, ਨਾਲ ਹੀ ਮੈਂ ਦੱਸਣਾ ਚਾਹੁੰਦਾ ਜੀ, ਅੱਜ ਰੋਜਰ ਦਾ ਜਿਹੜਾ ਇੰਟਰਨੈਟ ਆ ਪੂਰਾ ਡਾਊਨ ਚੱਲ ਰਿਹਾ ਜੀ ਇਸ ਟਾਈਮ। ਬੜੇ ਮੈਸੇਜ ਆ ਰਹੇ ਆ ਤੇ ਰੋਜਰ ਦਾ ਇੰਟਰਨੈਟ ਜਿਹੜਾ ਪ੍ਰੋਪਰ ਨਹੀਂ ਚੱਲ ਰਿਹਾ ਜੀ। ਸ਼ਾਇਦ ਕਿਊਬਕ ਦੇ ਵਿੱਚ ਵੀ ਆ ਤੇ ਅੰਟਾਰੀਓ ਦੇ ਵਿੱਚ ਵੀ, ਤੇ ਹੋਰ ਵੀ 1-2 ਜਗ੍ਹਾ ਤੇ ਜਿਹੜਾ ਨਹੀਂ ਚੱਲ ਰਿਹਾ, ਹੋਰ ਸਟੇਟਾਂ ਦੇ ਵਿੱਚ ਵੀ। ਜੀ ਅਰਸ਼ਦੀਪ। ਦੇਖੋ ਜੀ, ਸਭ ਤੋਂ ਪਹਿਲਾਂ ਜਿਹੜਾ ਇਹਨਾਂ ਨੇ ਜ਼ਿਕਰ ਕੀਤਾ ਕਿ ਅੱਜ ਪੰਥਕ ਧਿਰਾਂ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਗਿਆ ਤੇ ਨਾਲੋਂ ਨਾਲ ਆਮ ਆਦਮੀ ਪਾਰਟੀ ਵੱਲੋਂ ਵੀ ਪ੍ਰੋਟੈਸਟ ਕੀਤਾ ਗਿਆ, ਮੁੱਖ ਮੰਤਰੀ ਦੇ ਨਿਵਾਸ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹਨਾਂ ਦੀਆਂ ਵੀ ਗ੍ਰਿਫਤਾਰੀਆਂ ਜਿਹੜੀਆਂ ਹੋਈਆਂ ਨੇ। ਤਾਂ ਇਹਦੇ ਤੇ ਇਹ ਹੈ ਕਿ ਜਦੋਂ ਇਹ ਰਿਪੋਰਟ ਰੱਦ ਹੋਈ ਹੈਗੀ ਕੋਟਕਪੂਰਾ ਗੋਲੀਕਾਂਡ ਦੀ, ਉਸ ਸਮੇਂ ਬੇਸ਼ੱਕ ਲੋਕਾਂ ਦੀਆਂ ਭਾਵਨਾਵਾਂ ਹਰਟ ਹੋਈਆਂ, ਲੋਕਾਂ ਨੇ ਜਿਹੜੀ ਇਹ ਆਵਾਜ਼ ਚੁੱਕੀ, ਪਰ ਉਹਦੇ ਬਾਅਦ ਜਦੋਂ IG ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅਸਤੀਫਾ ਦਿੱਤਾ ਤਾਂ ਉਹ ਅਸਤੀਫੇ ਦੇ ਨਾਲ ਵੱਡੇ ਲੀਡਰਾਂ ਦੇ ਮੂੰਹ 'ਚ ਉਂਗਲਾਂ ਜਿਹਨੂੰ ਕਹਿੰਦੇ ਹੁੰਦੇ ਪੈ ਗਈਆਂ ਕਿ ਇਹ ਹੋ ਕੀ ਗਿਆ, ਇਹ ਬਣ ਕੀ ਗਿਆ। ਕਿਉਂਕਿ ਉਹਦੇ ਨਾਲ ਲੋਕਾਂ ਦੇ ਵਿੱਚ ਉਛਾਲ ਆਇਆ, ਲੋਕਾਂ ਨੇ ਦੁਬਾਰਾ ਤੋਂ ਜਵਾਬ ਮੰਗਣਾ ਸ਼ੁਰੂ ਕੀਤਾ ਕਿ ਤੁਸੀਂ ਕਰ ਕੀ ਰਹੇ ਹੋ। ਇੱਕ ਇਮਾਨਦਾਰ ਅਫਸਰ ਜਿਹੜਾ ਹੈ ਉਹਦੇ ਵੱਲੋਂ ਅਸਤੀਫਾ ਦਿੱਤਾ ਜਾ ਰਿਹਾ, ਜਿਹਨੇ 2.5 ਸਾਲ ਲਾ ਕੇ ਜਾਂਚ ਕੀਤੀ ਹੈ ਤੇ ਇਹ ਵੀ ਕਹਿ ਰਿਹਾ ਕਿ ਮੇਰੇ ਤੇ ਦਬਾਅ ਵੀ ਬਣਾਇਆ ਗਿਆ ਹਰ ਪ੍ਰਕਾਰ ਦਾ, ਪਰ ਇਹਦੇ ਬਾਵਜੂਦ ਮੈਂ ਆਪਣਾ ਕੰਮ ਜਿਹੜਾ ਉਹ ਜਾਰੀ ਰੱਖਿਆ। ਤਾਂ ਹੁਣ ਜਿੱਥੋਂ ਤੱਕ ਪੰਥਕ ਧਿਰਾਂ ਵੱਲੋਂ ਪ੍ਰੋਟੈਸਟ ਕਰਨ ਦਾ ਘਿਰਾਓ ਦਾ ਮਸਲਾ ਗਾ, ਤਾਂ ਉਹਦੇ ਨਾਲ ਇਹ ਹੈ ਕਿ ਪੰਜਾਬ ਸਰਕਾਰ ਤੇ ਜਿਹੜਾ ਪ੍ਰੈਸ਼ਰ ਹੈਗਾ ਉਹ ਜ਼ਰੂਰ ਗੇਨ ਹੁੰਦਾ ਗਾ। ਬੇਸ਼ੱਕ ਆਮ ਆਦਮੀ ਪਾਰਟੀ ਨੇ ਪ੍ਰੋਟੈਸਟ ਕੀਤਾ, ਉਹਦੇ 'ਚ ਬੇਸ਼ੱਕ 2022 ਦਾ ਵੀ ਸਿਗਨਲ ਹੈ, ਉਹ ਸਾਰੇ ਮਾਮਲੇ ਜਿਹੜੇ ਉਹ ਰਲ ਜਾਂਦੇ ਨੇ ਜਦੋਂ ਕੋਈ ਸਿਆਸੀ ਪਾਰਟੀ ਇਸ ਤਰ੍ਹਾਂ ਦਾ ਪ੍ਰੋਟੈਸਟ ਕਰਦੀ ਹੈ। ਪਰ ਇਹਦੇ ਨਾਲ ਜਿਹੜਾ ਹੈ ਸੂਬਾ ਸਰਕਾਰ ਦੇ ਉੱਪਰ ਪ੍ਰੈਸ਼ਰ ਜਿਹੜਾ ਉਹ ਜ਼ਰੂਰ ਗੇਨ ਹੁੰਦਾ ਗਾ, ਕਿਉਂਕਿ ਸੂਬਾ ਸਰਕਾਰ ਤੇ ਪਹਿਲੇ ਹੀ ਪ੍ਰੈਸ਼ਰ ਚੱਲ ਰਿਹਾ ਗਾ। ਪਾਰਟੀ ਦੇ ਅੰਦਰੋਂ ਵੀ ਆਵਾਜ਼ਾਂ ਜਿਹੜੀਆਂ ਉੱਠ ਰਹੀਆਂ ਨੇ, ਵਿਰੋਧੀ ਧਿਰਾਂ ਵੀ ਆਵਾਜ਼ਾਂ ਲਗਾਤਾਰ ਉਠਾ ਰਹੀਆਂ ਨੇ। IG ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਅਸਤੀਫੇ ਨੇ ਸਰਕਾਰ ਬੁਰੀ ਤਰ੍ਹਾਂ ਜਿਹੜੀ ਘੇਰਾਵਬੰਦੀ ਕਰ ਦਿੱਤੀ ਹੈ, ਸਰਕਾਰ ਦੀ ਘਿਰ ਗਈ ਹੈ। ਸੋਸ਼ਲ ਮੀਡੀਆ ਤੇ ਲੋਕ ਜਿਹੜੇ ਉਹਨਾਂ ਨੂੰ ਲਗਾਤਾਰ ਜਵਾਬ ਮੰਗ ਰਹੇ ਨੇ। ਮੁੱਖ ਮੰਤਰੀ ਨਾਲ ਮੀਟਿੰਗ ਦੇ ਵਿੱਚ ਜੇ ਮੰਤਰੀ ਵਿਧਾਇਕ ਇਹ ਗੱਲਾਂ ਕਹਿ ਰਹੇ ਨੇ, ਇਹਦਾ ਮਤਲਬ ਸਰਕਾਰ ਪ੍ਰੈਸ਼ਰ 'ਚ ਤਾਂ ਹੈ। ਤਾਂ ਜੇ ਇਸ ਤਰ੍ਹਾਂ ਦੇ ਪ੍ਰੋਟੈਸਟ ਹੋਣਗੇ ਤਾਂ ਉਹਦੇ ਨਾਲ ਜਿਹੜਾ ਸਰਕਾਰ ਤੇ ਪ੍ਰੈਸ਼ਰ ਜਿਹੜਾ ਉਹ ਲਾਜ਼ਮੀ ਤੌਰ ਤੇ ਵੱਧਦਾਗਾ ਜੀ। ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 0849, ਸਵਾਗਤ ਹੈ ਜੀ। ਹਾਂਜੀ ਦੋਨੋਂ ਵੀਰਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਅਸ਼ਵੀ ਜੀ, ਜਿੱਦਾਂ ਉਗਰਾਹਾ ਸਾਹਿਬ ਆਏ ਦਿਨ ਕੋਈ ਨਵਾਂ ਤੋਂ ਨਵਾਂ ਬਿਆਨ ਦਿੰਦੇ ਆ, ਉਹ ਜਿੱਦਾਂ ਕੰਟਰੋਵਰਸ਼ੀਅਲ ਜੇ, ਉਹ ਸਿੱਖਦੇ ਨਹੀਂ ਹੈਗੇ ਕੁਝ ਵੀ। ਸਿਆਣੇ ਲੀਡਰ ਆ ਵੈਸੇ, ਬਹੁਤ ਕੁਝ ਨਹੀਂ ਕੀਤਾ ਇਸ ਅੰਦੋਲਨ ਲਈ ਵੀ, ਪਰ ਉਹ ਜਿੱਦਾਂ ਥੋੜਾ ਜਿਹਾ ਬਿਆਨ ਦੇ ਕੇ ਫਿਰ ਬਾਅਦ ਚੜੀ ਮਾਫੀ ਮੰਗ ਲੈਂਦੇ ਆ। ਹੁਣ ਇੱਕ ਬਿਆਨ ਦਾ ਕਾਫੀ ਰੌਲਾ ਪੈ ਰਿਹਾ, ਨਿਹੰਗ ਜਥੇਬੰਦੀਆਂ ਦੇ ਖਿਲਾਫ ਨਹੀਂ ਕੁਝ ਕੋਈ ਬਿਆਨ ਦਿੱਤਾ ਹੈ ਨਾ। ਇਹ ਪਤਾ ਨਹੀਂ ਕਿਉਂ ਇਹ ਜਿਹੜੇ ਸਾਡੇ ਲੀਡਰ ਸਾਹਿਬਾਨ ਆ, ਠੀਕ ਹੈ ਅਸੀਂ ਰਿਸਪੈਕਟ ਕਰਦੇ ਆ, ਸਿਆਣੇ ਆ, ਉਹਨੇ ਮੋਰਚੇ ਲਈ ਬਹੁਤ ਕੁਝ ਕੀਤਾ ਆ, ਪਰ ਉਹ ਥੋੜਾ ਜਿਹਾ ਜੋੜ ਕੇ ਰੱਖਣ ਦੀ ਜ਼ਰੂਰਤ ਹੈ। ਅੱਜ ਜਿੰਨੇ ਜਿਹੜੇ ਵੀ ਕੋਈ ਜਥੇਬੰਦੀ ਆ ਉਹਨਾਂ ਨੂੰ ਜੋੜ ਕੇ ਰੱਖਣ ਦੀ ਜ਼ਰੂਰਤ ਹੈ। ਦੂਜਾ ਜਿਹੜੀ ਭਾਰਤੀ ਗੌਰਮੈਂਟ ਆ ਨਾ, ਉਹ ਇਹਨਾਂ ਨਾਲ ਤਾਂ ਦੁਸ਼ਮਣਾਂ ਵਾਲਾ ਵਰਤੀਰਾ ਕਰ ਰਹੀ ਆ। ਮੈਂ ਵੀ ਇਹੀ ਕਹਾਂਗਾ ਵੀ ਜਿਹੜੇ ਇਹਨਾਂ ਦੇ ਦੁਸ਼ਮਣ ਆ, ਕਿਸਾਨਾਂ ਦੇ ਦੁਸ਼ਮਣ ਆ, ਉਹ ਕਾਫੀ ਸਟਰੋਂਗ ਆ ਹਨਾ, ਉਹ ਕਾਫੀ ਪਾਵਰਫੁਲ ਆ। ਅੱਛਾ, ਉਹਨਾਂ ਦੇ ਆਏ ਦਿਨ ਉਹ ਨਿਤ ਨਵਾਂ ਕੁਛ ਨਾ ਕੁਛ ਕਰਦੇ। ਪਿੱਛੇ ਜੇ ਕਹਿੰਦੇ ਸੀ ਜਿਹੜੇ ਆਰਜੀ ਤੌਰ ਤੇ ਨਹੀਂ ਮਕਾਨ ਬਣਾਏ, ਉਹ ਉਹਨਾਂ 'ਚ ਅੱਗ ਲਾਈ, ਉਹਦੇ ਵਿੱਚ ਵੀ ਇੱਕ ਬੰਦਾ ਇਨਵੋਲਵ ਹੈ ਜਿਹੜਾ ਕਹਿੰਦੇ ਸੀ ਪ੍ਰੈਸ ਰਿਪੋਰਟਰ ਹੈ ਕੋਈ ਡੁਪਲੀਕੇਟ, ਉਹ ਫੜਿਆ ਗਿਆ। ਫਿਰ ਉਸ ਤੋਂ ਬਾਅਦ ਇੱਕ ਖਬਰ ਕਹਿੰਦੇ ਜੀ 3 ਸ਼ਾਰਪ ਸ਼ੂਟਰ ਫੜੇ ਗਏ ਆ ਜਿਹੜੇ ਕਿ ਕਿਸਾਨ ਲੀਡਰਾਂ ਨੂੰ ਮਾਰਨ ਦੀ ਤਾਕ ਵਿੱਚ ਸੀਗੇ। ਜੇ ਇੰਨਾ ਕੁਝ ਹੋ ਰਿਹਾ ਆ, ਫਿਰ ਇਹਨਾਂ ਨੂੰ ਕਿਉਂ ਨਹੀਂ ਆਪਣੀ ਜਥੇਬੰਦੀਆਂ ਕਿਉਂ ਨਹੀਂ ਇਕੱਠੀਆਂ ਕਰਕੇ ਰੱਖ ਸਕਦੇ? ਕਿਉਂ ਬਿਆਨ ਇੱਕ ਦੂਜੇ ਦੇ ਖਿਲਾਫ ਦਿੰਦੇ ਆ, ਨਾ ਕਿ ਗਵਰਨਮੈਂਟ ਦੇ ਖਿਲਾਫ? ਮੈਂ ਆਫਦੀਅਰ ਸੁਣ ਲਿਆ। ਧੰਨਵਾਦ ਜੀ। ਧੰਨਵਾਦ ਜੀ। ਜੀ ਦੇਖੋ ਜੀ, ਕਿਸਾਨ ਲੀਡਰਾਂ ਵੱਲੋਂ ਇਕਜੁੱਟਤਾ ਪਿੱਛੇ ਜੇ ਦਿਖਾਈ ਤਾਂ ਗਈ ਤੇ ਵਧਾਈ ਵੀ ਗਈ। ਲੱਖੇ ਸਿਧਾਣੇ ਨੂੰ ਵੀ ਮੋਰਚੇ ਦੇ ਵਿੱਚ ਸ਼ਾਮਲ ਕੀਤਾ ਗਿਆ, ਪਰ ਇਹ ਮੁੱਦਾ ਜਿਹੜਾ ਉਹ ਪਹਿਲੇ ਦਿਨ ਤੋਂ ਆ ਕਿ ਇੱਕ ਤਾਂ ਜਥੇਬੰਦੀਆਂ ਬਹੁਤ ਜ਼ਿਆਦਾ ਨੇ, ਨੰਬਰ 2 ਤੇ ਉਹਨਾਂ ਦੇ ਆਪਸ ਦੇ ਵਿੱਚ ਵਿਚਾਰ ਜਿਹੜੇ ਉਹ ਨਹੀਂ ਮਿਲਦੇ, ਉਹ ਸਿਰਫ ਇਸ ਮੁੱਦੇ ਤੇ ਇਕੱਠੇ ਨੇ। ਇਸ ਕਰਕੇ ਕੰਟਰੋਵਰਸ਼ੀਅਲ ਬਿਆਨ ਜਿਹੜੇ ਨੇ ਉਹ ਕਈ ਵਾਰੀ ਸਾਹਮਣੇ ਆਉਂਦੇ ਨੇ, ਜਿਸ ਤਰ੍ਹਾਂ ਉਗਰਾਹਾਂ ਸਾਹਿਬ ਦੇ ਬਿਆਨ ਦਾ ਤੁਸੀਂ ਜ਼ਿਕਰ ਕੀਤਾ। ਤੇ ਇਹਦੇ ਬਾਅਦ ਬਲਵੀਰ ਸਿੰਘ ਰਾਜੇਵਾਲ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈਗੀ, ਉਹਨਾਂ ਵੱਲੋਂ ਕਿਸੇ ਵੀ ਨੌਜਵਾਨ ਦੀ ਜ਼ਮਾਨਤ ਜਿਹੜੀ ਉਹ ਨਹੀਂ ਕਰਾਈ ਗਈ। ਤਾਂ ਦੂਜੇ ਪਾਸੇ ਗੁਰਨਾਮ ਸਿੰਘ ਚੜੂਨੀ ਜਿਹੜੇ ਕਿਸਾਨ ਲੀਡਰ ਨੇ, ਉਹ ਕਹਿੰਦੇ ਨੇ ਕਿ ਦਿੱਲੀ ਕਮੇਟੀ ਨੇ 30 ਲੱਖ ਦੇ ਬੌਂਡ ਭਰੇ ਨੇ, ਜਿਹੜੇ ਕਿਸਾਨਾਂ ਦੀ ਜਿਹੜੀ ਹੈ ਜ਼ਮਾਨਤ ਹੋਈ ਹੈਗੀ, 30 ਲੱਖ ਦੇ ਬੌਂਡ ਦਿੱਲੀ ਕਮੇਟੀ ਵੱਲੋਂ ਭਰੇ ਗਏ ਆ ਤੇ ਉਹਨਾਂ ਨੇ ਲੰਗਰ ਦੀਆਂ ਸੇਵਾਵਾਂ ਵੀ ਜਿਹੜੀਆਂ ਜਾਰੀ ਰੱਖੀਆਂ। ਇਸ ਕਰਕੇ ਇਹ ਬਿਆਨ ਸਾਹਮਣੇ। ਨੰਬਰ 2 ਤੇ ਸੰਸਦ ਵੱਲ ਕੂਚ ਕਰਨ ਦਾ ਜਿਹੜਾ ਮਸਲਾ ਹੈਗਾ, ਉਹਦੇ ਤੇ ਕੁਝ ਕਹਿ ਰਹੇ ਨੇ ਡਿਲੇ ਕਰਤਾ, ਕੁਝ ਕਹਿ ਰਹੇ ਨੇ ਕੈਂਸਲ ਕਰਤਾ, ਕੁਝ ਕਹਿ ਰਹੇ ਨੇ ਵਿਚਾਰ ਕਰਕੇ ਦੱਸਾਂਗੇ। ਤਾਂ ਇਸ ਕਰਕੇ ਕਿਸਾਨ ਲੀਡਰਾਂ ਦੇ ਵਿੱਚ ਵੱਡੀ ਘਾਟ ਆ ਗਈ ਕਿ ਨੰਬਰ 1 ਤੇ ਤਾਂ ਉਹ ਆਪਣੀ ਸ਼ਬਦਾਵਲੀ ਤੇ
ਜਿਹੜਾ ਹੈ ਧਿਆਨ ਨਹੀਂ ਰੱਖਦੇ ਬੋਲਣ ਲੱਗੇ, ਬਾਅਦ ਚ ਉਹਨਾਂ ਨੂੰ ਮਾਫੀ ਮੰਗਣੀ ਪੈਂਦੀ ਹੈ ਤੇ ਬਹੁਤ ਵਾਰ ਮੰਗਣੀ ਪੈਂਦੀ ਹੈ ਕਿ ਇੱਕ ਵਾਰ ਜਿਹੜੀ ਉਹ ਨਹੀਂ, ਉਹ ਕਈ ਵਾਰੀ ਮੰਗੇਗੀ। ਨੰਬਰ 2 ਤੇ ਆਪਣੇ ਪ੍ਰੋਗਰਾਮਾਂ ਨੂੰ ਲੈ ਕੇ ਉਹ ਵੱਖੋ ਵੱਖਰੇ ਬਿਆਨ ਜਿਹੜੇ ਉਹ ਮੀਡੀਆ 'ਚ ਆ ਕੇ ਦਿੰਦੇ ਨੇ। ਨੌਜਵਾਨਾਂ ਦੀ ਰਿਹਾਈ ਤੇ ਵੱਖੋ ਵੱਖਰੇ ਬਿਆਨ ਜਿਹੜੇ ਨੇ ਉਹ ਮੀਡੀਆ 'ਚ ਆ ਕੇ ਦੇ ਰਹੇ ਨੇ। ਤੇ ਇਹਨਾਂ ਹਾਲਾਤਾਂ 'ਚ ਸਾਫ਼ ਹੈ ਕਿ ਉਹਨਾਂ 'ਚ ਜਿਹੜੇ ਹੈ ਵਖਰੇਵੇਂ ਜ਼ਰੂਰ ਨੇ, ਪਰ ਜੇ ਇੱਕ ਮੁੱਦੇ ਤੇ ਲੜ ਰਹੇ ਨੇ, ਜਿਹੜੇ ਮੁੱਦੇ ਦਾ ਕੋਈ ਹੱਲ ਜਿਹੜਾ ਉਹ ਨਹੀਂ ਨਿਕਲਿਆ, ਉਸ ਮਸਲੇ ਤੇ ਹਲੇ ਸਰਕਾਰ ਗੱਲਬਾਤ ਕਰਨ ਦੇ ਲਈ ਵੀ ਅੱਗੇ ਨਹੀਂ ਆ ਰਹੀ, ਕਿਉਂਕਿ ਸਰਕਾਰ ਵੋਟਾਂ 'ਚ ਉਲਝੀ ਹੋਈ ਹੈ ਮੈਨੂੰ ਲੱਗਦਾ, ਤੇ ਇਸ ਕਰਕੇ ਉਹਨਾਂ ਕੋਲ ਕਿਸਾਨਾਂ ਦੇ ਦੁੱਖ ਦਰਦ ਸੁਣਨ ਦਾ ਸਮਾਂ ਜਿਹੜਾ ਉਹ ਨਹੀਂ ਹੋਣਾ। ਪਰ ਕਿਸਾਨ ਲੀਡਰਾਂ ਨੂੰ ਇਹ ਚਾਹੀਦਾ ਕਿ ਜਿਹੜੇ ਉਹਨਾਂ ਦੇ ਵਖਰੇਵੇਂ ਨੇ ਉਹ ਬੰਦ ਕਮਰਿਆਂ ਤੱਕ ਹੀ ਸੀਮਤ ਰਹਿ ਠੀਕ ਹੁੰਦਾ, ਪਰ ਜਦੋਂ ਲੋਕਾਂ 'ਚ ਆਉਂਦੇ ਨੇ ਜਾਂ ਇਹੋ ਜਿਹੇ ਬਿਆਨ, ਕੰਟਰੋਵਰਸ਼ੀਅਲ ਬਿਆਨ ਲੋਕਾਂ ਦੇ ਵਿੱਚ ਆਉਂਦੇ ਨੇ, ਤਾਂ ਉਹਦੇ ਨਾਲ ਜਿਹੜਾ ਹੈ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਵੀ ਵੱਜਦੀ ਹੈ। ਤੇ ਜਿਹੜੇ ਨੌਜਵਾਨ ਹੋਣ, ਬਜ਼ੁਰਗ ਕਿਸਾਨ ਹੋਣ, ਉਹਨਾਂ ਦੇ ਪਿੱਛੇ ਲੱਗੇ ਨੇ, ਉਹਨਾਂ ਦਾ ਮੁਰਾਲ ਵੀ ਜਿਹੜਾ ਹੈਗਾ ਉਹ ਹੇਠਾਂ ਆਉਂਦਾ ਹੈਗਾ। ਤਾਂ ਇਸ ਕਰਕੇ ਕਿਸਾਨ ਲੀਡਰਾਂ ਨੂੰ ਪਹਿਲਾਂ ਵੀ ਕਈ ਵਾਰੀ ਮਸ਼ਵਰਾ ਦਿੱਤਾ ਤੇ ਅੱਜ ਮੁੜ ਮਸ਼ਵਰਾ ਜਿਹੜਾ ਉਹ ਦੇ ਦਿੰਦੇ ਆ ਕਿ ਇਹੋ ਜਿਹੇ ਜਿਹੜੇ ਕੰਟਰੋਵਰਸ਼ੀਅਲ ਬਿਆਨ ਨੇ ਉਹ ਸੋਚ ਸਮਝ ਕੇ ਦਿੱਤੇ ਜਾਣ, ਇਹੋ ਜਿਹੇ ਬਿਆਨਾਂ ਤੋਂ ਬਚਿਆ ਜਾਵੇ। ਨੰਬਰ 1 ਤੇ ਹਰ ਇੱਕ ਦੀਆਂ ਭਾਵਨਾਵਾਂ ਦੀ ਕਦਰ ਜਿਹੜੀ ਉਹ ਕਰਨੀ ਚਾਹੀਦੀ ਹੈ। ਨਿਹੰਗ ਸਿੰਘਾਂ ਦਾ ਵੀ ਜਿਹੜਾ ਕੰਟਰੀਬਿਊਸ਼ਨ ਅੰਦੋਲਨ ਦੇ ਵਿੱਚ, ਉਹਨੂੰ ਵੀ ਤੁਸੀਂ ਘਟਾ ਕੇ ਜਿਹੜਾ ਉਹ ਨਹੀਂ ਦੇਖ ਸਕਦੇ, ਕਿਉਂਕਿ ਹਰੇਕ ਦਾ ਆਪੋ ਆਪਣਾ ਸਹਿਯੋਗ ਹੈ ਅੰਦੋਲਨ ਦੇ ਵਿੱਚ। ਤੇ ਨੰਬਰ 2 ਤੇ ਜਿਹੜਾ ਹੈ ਇੱਕ ਦੂਜੇ ਦੇ ਵਿਰੁੱਧ ਜਿਹੜੀ ਬਿਆਨਬਾਜ਼ੀ ਹੈ ਇਹ ਬੰਦ ਕਮਰੇ ਤੱਕ ਰਹੇ ਤਾਂ ਠੀਕ ਹੈ, ਨਹੀਂ ਤਾਂ ਫਿਰ ਇਹਦਾ ਫਾਇਦਾ ਜਿਹੜਾ ਉਹ ਅੱਗੇ ਚੁੱਕਿਆ ਜਾਂਦਾ ਹੈ, ਜਿਹਦੇ ਨਾਲ ਅੰਦੋਲਨ ਜਿਹੜਾ ਉਹ ਕਮਜ਼ੋਰ ਹੁੰਦਾ। ਸੁਖਜਿੰਦਰ ਰੰਧਾਵਾ ਨੇ ਵੀ ਨਵਜੋਤ ਸਿੱਧੂ ਤੋਂ ਬਾਅਦ ਆਪਣੀ ਸਰਕਾਰ ਤੇ ਚੁੱਕੀ ਉਂਗਲ ਜੀ। ਦੇਖੋ ਜੀ, ਸੁਖਜਿੰਦਰ ਸਿੰਘ ਰੰਧਾਵਾ ਵੀ ਜਿਹੜੇ ਨੇ ਉਹ ਵੀ ਵਿਧਾਨ ਸਭਾ ਦੇ ਵਿੱਚ ਜਦੋਂ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਜਿਹੜੀ ਟੇਬਲ ਹੋਈ ਸੀ, ਤਾਂ ਉਸ ਸਮੇਂ ਨਵਜੋਤ ਸਿੰਘ ਸਿੱਧੂ ਦੇ ਨਾਲ ਡਟ ਕੇ ਬੋਲਣ ਵਾਲਿਆਂ ਚੋਂ ਸੁਖਜਿੰਦਰ ਸਿੰਘ ਰੰਧਾਵਾ ਵੀ ਸਨ, ਜਿਹੜੇ ਕਿ ਲਗਾਤਾਰ ਕਈ ਵਾਰ ਆਪਣੀ ਸਰਕਾਰ ਤੇ ਆਵਾਜ਼ ਜਿਹੜੀ ਉਹ ਚੁੱਕ ਰਹੇ ਨੇ, ਲਗਾਤਾਰ ਚੁੱਕੀ ਜਾ ਰਹੀ ਹੈ। ਇੱਕ ਵਾਰੀ ਜਦੋਂ ਮੁੱਖ ਮੰਤਰੀ ਸਾਹਿਬ ਨੇ ਵਿਧਾਇਕਾਂ ਦੀ ਮੀਟਿੰਗ ਸੱਦੀ ਸੀ, ਮੰਤਰੀਆਂ ਦੀ ਮੀਟਿੰਗ ਸੱਦੀ ਸੀ, ਉਸ ਸਮੇਂ ਰੰਧਾਵਾ ਸਾਹਿਬ ਨੇ ਵੀ ਅਫਸਰਸ਼ਾਹੀ ਦਾ ਜ਼ਿਕਰ ਜਿਹੜਾ ਉਹ ਜ਼ੋਰ ਸ਼ੋਰ ਨਾਲ ਕੀਤਾ ਸੀ ਤੇ ਕਿਹਾ ਸੀ ਕਿ ਸਾਨੂੰ ਤਾਂ ਲੱਗਦਾ ਹੀ ਨਹੀਂ ਸਾਡੀ ਸਰਕਾਰ ਆ ਜਿਹੜੀ ਪੰਜਾਬ ਦੇ ਵਿੱਚ। ਇਸ ਕਰਕੇ ਉਹ ਸਮੇਂ-ਸਮੇਂ ਤੇ ਜਿਹੜੀ ਉਂਗਲ ਚੁੱਕਦੇ ਰਹਿੰਦੇ ਨੇ। ਤਾਂ ਹੁਣ ਨਵਜੋਤ ਸਿੰਘ ਸਿੱਧੂ, ਰਵਨੀਤ ਸਿੰਘ ਬਿੱਟੂ ਤੋਂ ਬਾਅਦ ਹੁਣ ਜਿਹੜੀ ਹੈ ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਸਰਕਾਰ ਨੇ ਜੋ ਵਾਅਦਾ ਕੀਤਾ ਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੋਟਾਂ ਸਮੇਂ, ਉਹ ਜਿਹੜਾ ਪੂਰਾ ਕਰਨਾ ਚਾਹੀਦਾ ਹੈ। ਲੋਕ ਜਿਹੜੇ ਨੇ ਉਹ ਸਵਾਲ ਜਵਾਬ ਕਰਨਗੇ ਤੇ ਜਿਹੜੇ ਵੀ ਲੀਡਰਾਂ ਨੇ ਇਹ ਸਵਾਲ ਉਠਾਇਆ ਹੈਗਾ ਕੋਟਕਪੂਰਾ ਵਾਲੀ ਰਿਪੋਰਟ ਰੱਦ ਹੋਣ ਤੋਂ ਬਾਅਦ, ਉਹ ਉਹਨਾਂ ਸਾਰਿਆਂ ਦੇ ਨਾਲ ਸਹਿਮਤ ਨੇ ਅਤੇ ਉਹ ਮੁੱਖ ਮੰਤਰੀ ਦੇ ਨਾਲ ਮੀਟਿੰਗ 'ਚ ਵੀ ਇਹ ਕਹਿ ਕੇ ਆਏ ਨੇ ਤੇ ਮੀਡੀਆ 'ਚ ਆ ਕੇ ਵੀ ਕਹਿੰਦੇ ਨੇ ਕਿ CBI ਤੋਂ ਕੇਸ ਵਾਪਸ ਲੈਣ ਵਾਸਤੇ ਪੰਜਾਬ ਸਰਕਾਰ ਨੇ ਜਿਹੜੀ ਇੰਨੀ ਜਦੋਜਹਿਦ ਕੀਤੀ, ਇੰਨਾ ਕੁਝ ਕੀਤਾ, ਪਰ ਇਹਦੇ ਬਾਵਜੂਦ ਵੀ ਜਿਹੜਾ ਹੈ ਰਿਪੋਰਟ ਰੱਦ ਹੋ ਜਾਂਦੀ ਹੈ। ਤੇ ਇਸ ਕਰਕੇ ਲੋਕ ਸਵਾਲ ਸਾਨੂੰ ਵੀ ਪੁੱਛਣਗੇ ਤਾਂ ਸਾਡੀ ਸਰਕਾਰ ਨੂੰ ਜਿਹੜਾ ਕੁਛ ਨਾ ਕੁਛ ਕਰਨਾ ਚਾਹੀਦਾਗਾ, ਕਿਉਂਕਿ ਉਹਨਾਂ ਨੇ ਨਾਲੋਂ ਨਾਲ ਅਕਾਲੀ ਦਲ ਤੇ ਵੀ ਉਂਗਲ ਚੁੱਕੀ ਕਿ ਜਿਹੜੀ ਕੇਸ ਦੀ ਰਿਪੋਰਟ ਆਈ ਹੈਗੀ ਉਹ ਤੋਂ ਬਾਅਦ ਜਿਸ ਤਰ੍ਹਾਂ ਅਕਾਲੀ ਦਲ ਨੇ ਜਸ਼ਨ ਮਨਾਏ ਹੈਗੇ, ਤਾਂ ਇਹਦੇ ਤੇ ਇਹੀ ਲੱਗਦਾ ਕਿ ਚੋਰ ਕੀ ਦਾੜੀ में ਜਿਹੜਾ ਤਿਨਕਾ ਗਾ। ਤੇ ਅਕਾਲੀ ਦਲ ਦੇ ਵਿੱਚ ਵੀ ਇਹ ਚਰਚਾ ਹੈ ਕਿ ਜਸ਼ਨ ਇਸ ਹਿਸਾਬ ਦੇ ਨਾਲ ਜਿਹੜੇ ਉਹ ਨਹੀਂ ਮਨਾਉਣੇ ਚਾਹੀਦੇ ਸੀ। ਇਹ ਵੋਟਾਂ ਦੇ ਵਿੱਚ ਆ ਕੇ ਅਕਾਲੀ ਦਲ ਦੇ ਲਈ ਘਾਤਕ ਜਿਹੜਾ ਉਹ ਦੁਬਾਰਾ ਤੋਂ ਸਿੱਧ ਹੋ ਸਕਦਾ ਗਾ। ਤੇ ਇਸ ਕਰਕੇ ਕਾਂਗਰਸ ਪਾਰਟੀ ਦੇ ਅੰਦਰੋਂ ਵੀ ਬਾਹਰੋਂ ਵੀ ਜਿਹੜੀਆਂ ਲਗਾਤਾਰ ਆਵਾਜ਼ਾਂ ਉੱਠ ਰਹੀਆਂ ਨੇ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪ੍ਰੈਸ਼ਰ ਜਿਹੜਾ ਉਹ ਲਗਾਤਾਰ ਬਣਾਇਆ ਜਾ ਰਿਹਾ ਹੈ ਕਿ ਤੁਸੀਂ ਕਮ ਸੇ ਕਮ ਕੋਈ ਕਾਨੂੰਨੀ ਕਦਮ ਚੁੱਕਣ ਤੋਂ ਪਹਿਲਾਂ ਕਮ ਸੇ ਕਮ ਇੱਕ ਪ੍ਰੈਸ ਕਾਨਫਰੰਸ ਕਰਕੇ ਮੀਡੀਆ 'ਚ ਆ ਕੇ ਜਿਹੜਾ ਹੈ ਸਮਾਜਿਕ ਤੌਰ ਤੇ ਤਾਂ ਉਹਨਾਂ ਬੰਦਿਆਂ ਨੂੰ ਸਭ ਦੇ ਸਾਹਮਣੇ ਲੈ ਕੇ ਉਹ ਆਪਣੀ ਜ਼ੁਬਾਨ ਤੋਂ ਬੋਲ ਕੇ ਕਾਨੂੰਨੀ ਲੜਾਈ ਜਿਹੜੀ ਉਹ ਨਾਲੋਂ ਨਾਲ ਲੜੀ ਜਾਊਗੀ। ਕਿਉਂਕਿ ਹੁਣ ਇਹ ਵੀ ਇੱਕ ਚਰਚਾ ਚੱਲੀ ਹੈ ਕਿ ਜਿਹੜੇ ਪੰਜਾਬ ਦੇ ਪੱਖ ਤੋਂ ਵਕੀਲ ਸੀ, ਉਹਨਾਂ ਨੇ ਖੁਦ ਹੀ ਇਹ ਸ਼ਰਤ ਮੰਨੀ ਹੈਗੀ ਕਿ ਅਸੀਂ ਜਿਹੜੀ ਨਵੀਂ SIT ਬਣਾ ਦਿਆਂਗੇ ਤੇ ਕੁਵਰ ਵਿਜੇ ਪ੍ਰਤਾਪ ਉਹਦਾ ਹਿੱਸਾ ਨਹੀਂ ਹੋਣਗੇ, ਤਾਂ ਡਬਲ ਬੈਂਚ ਕੋਲੇ ਜਾਣਗੇ ਜਾਂ ਸੁਪਰੀਮ ਕੋਰਟ ਕੋਲੇ ਜਾਣਗੇ, ਤਾਂ ਉਹਦਾ ਕੋਈ ਜਿਹੜਾ ਫਾਇਦਾ ਨਹੀਂ ਹੋਊਗਾ। ਤੇ ਨਾਲੋਂ ਨਾਲ ਇਹ ਚਰਚਾ ਵੀ ਚੱਲ ਰਹੀ ਹੈ ਕਿ IG ਕੁਵਰ ਵਿਜੇ ਪ੍ਰਤਾਪ ਜਿਹੜੇ ਨੇ ਉਹ ਆਪਣਾ ਅਸਤੀਫਾ ਹੁਣ ਉਹਨਾਂ ਦਾ ਲਗਭਗ ਪ੍ਰਵਾਨ ਹੀ ਹੈ, ਤਾਂ ਅਸਤੀਫਾ ਦੇਣ ਤੋਂ ਬਾਅਦ ਉਹ ਵੀ ਹਾਈ ਕੋਰਟ ਜਾ ਸਕਦੇ ਨੇ ਕਿ ਮੇਰੀ ਇੰਨੇ ਸਾਲਾਂ ਦੀ IPS ਤੌਰ ਤੇ ਸਰਵਿਸ ਆ ਗਈ, ਮੈਂ ਜਿਹੜਾ ਹਾਈ ਕੋਰਟ ਦਾ ਪਸੰਦੀਦਾ ਅਫਸਰ ਵੀ ਰਹਾਂਗਾ, ਹਾਈ ਕੋਰਟ ਨੇ ਮੈਨੂੰ ਕਈ ਸੀਟਾਂ ਦੇ ਵਿੱਚ ਜਿਹੜਾ ਇਨਵੋਲਵ ਕੀਤਾ ਗਿਆ, ਇਸ ਕਰਕੇ ਮੈਨੂੰ ਵੀ ਚੌਥੀ ਧਿਰ ਜਿਹੜਾ ਉਹ ਬਣਾਇਆ ਜਾਵੇ। ਤੇ ਜੇ ਹਾਈ ਕੋਰਟ ਚੌਥੀ ਧਿਰ ਉਹਨਾਂ ਨੂੰ ਬਣਾ ਲੈਂਦੀ ਹੈ ਤੇ ਉਹਦੇ ਬਾਅਦ ਆਪਣੀ ਜਾਂਚ ਨੂੰ ਲੈ ਕੇ ਸਬੂਤ ਪੇਸ਼ ਕਰਨ ਦਾ ਮੌਕਾ ਉਹਨਾਂ ਨੂੰ ਜਿਹੜਾ ਮਿਲੇਗਾ, ਤਾਂ ਇਹਦੇ ਨਾਲ ਵੀ ਪੰਜਾਬ ਸਰਕਾਰ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਵੱਧ ਸਕਦੀਆਂ ਨੇ। ਤੇ ਇਸ ਕਰਕੇ ਅੰਦਰੋਂ ਆਵਾਜ਼ ਜਿਹੜੀ ਹੈ ਉਹ ਲਗਾਤਾਰ ਉੱਠ ਰਹੀ ਹੈ ਕਿ ਮੁੱਖ ਮੰਤਰੀ ਸਾਹਿਬ ਮੀਡੀਆ ਨੂੰ ਫੇਸ ਜਿਹੜਾ ਉਹ ਜ਼ਰੂਰ ਕਰਨ, ਇੱਕ ਵਾਰੀ ਮੀਡੀਆ 'ਚ ਆ ਕੇ ਜਿਹੜਾ ਹੈ ਆਪਣਾ ਪੱਖ ਰੱਖਣ ਇਸ ਮਾਮਲੇ 'ਚ। ਹਾਂ ਬਿਲਕੁਲ ਜੀ, ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 2156 ਸਵਾਗਤ ਹੈ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਦੇਖੋ ਜੀ ਜਿਹੜੀ ਬੇਅਦਬੀ ਦੇ ਮਸਲੇ ਦੀ ਰਿਪੋਰਟ ਆ ਫੇਲ ਹੋਈ ਆ, ਅਕਾਲੀ ਇਹ 'ਚ ਭੰਗੜਾ ਪਾਉਂਦੇ, ਇਹ ਤਾਂ ਬਹੁਤ ਸ਼ਰਮ ਵਾਲੀ ਗੱਲ ਵਾ। ਉਹ ਗੁਰੂਆਂ ਦੀ ਬੇਅਦਬੀ ਦਾ ਕੇਸ ਸੀਗਾ,
ਨਰਾਦਰੀ ਕੀਤੀ ਆ ਉਹਨੇ ਗੁਰੂ ਗ੍ਰੰਥ ਸਾਹਿਬ ਜੀ ਦੀ, ਇਹਦਾ ਮਤਲਬ ਗੁਰੂਆਂ ਦੀ ਨਰਾਦਰੀ ਵਿੱਚ ਅਕਾਲੀ ਖੁਸ਼ ਵਾ ਜੀ, ਚਾਹੁੰਦੇ ਆ ਗੁਰੂਆਂ ਦੀ ਨਰਾਦਰੀ ਹੋਵੇ। ਇਹ ਤਾਂ ਬਹੁਤ ਹੀ ਇੱਕ ਭੈੜੀ, ਇੱਕ ਗਰਕ ਜਾਣੇ ਵਾਲੀ ਗੱਲ ਵਾ। ਗੁਰੂਆਂ ਦੇ ਮਸਲੇ ਧਰਮ ਦੀ ਬੇਅਦਬੀ ਦਾ ਮੁਕੱਦਮਾ ਫੇਲ ਹੋਇਆ ਹੋਵੇ, ਅਕਾਲੀ ਭੰਗੜੇ ਪਾਣ, ਇਹਦਾ ਮਤਲਬ ਇਹ ਸਾਡੇ ਵੀ ਦੁਸ਼ਮਣ ਤਾਂ ਗੁਰੂਆਂ ਦੇ ਵੀ ਦੁਸ਼ਮਣ। ਗੁਰੂਆਂ ਦੀ ਬੇਅਦਬੀ ਚਾਹੁੰਦੇ ਆ ਇਹ ਕਰਵਾਉਣੀ, ਹੋਰ ਕਰਵਾਉਣੀ ਚਾਹੁੰਦੇ ਆ, ਇਹਨਾਂ ਨੂੰ ਸਫਲ ਹੀ ਆ ਜੇ। ਇਹ ਬਹੁਤ ਹੀ ਮੰਦਭਾਗੀ ਗੱਲ ਵਾ। ਜੇ ਗੁਰੂਆਂ ਦਾ ਕਿਉਂ ਬੇਅਦਬੀ ਦਾ ਮਸਲਾ ਜਿਹੜਾ ਸੀਗਾ ਉਹ ਫੇਲ ਹੋਇਆ ਤੇ ਇਹ ਭੰਗੜੇ ਪਾਉਂਦੇ ਆ। ਇੱਦਾਂ ਦੇ ਕੁਛ ਬੇਵਕੂਫ ਲੋਕ ਸੀਗੇ ਜਿਨ੍ਹਾਂ ਨੇ ਇੰਦਰਾ ਮਰੇ ਦੇ ਉੱਤੇ ਲੱਡੂ ਵੰਡੇ ਸੀ। ਕਿਸੇ ਦੇ ਮਰੇ ਤੇ ਕਦੀ ਖੁਸ਼ੀ ਨਾ ਕਰੀਏ, ਭਾਵੇਂ ਦੁਸ਼ਮਣੀ ਹੋਵੇ, ਰਹਿਣਾ ਤਾਂ ਸੱਜਣਾ ਨੇ ਵੀ ਹੈ ਨਹੀਂ। ਜਿੱਥੇ ਦੀ ਗੁਰੂਆਂ ਦੀ ਬੇਅਦਬੀ ਦਾ ਮਸਲਾ ਆਉਂਦਾ ਉੱਥੇ ਜੇ ਭੰਗੜੇ ਪਾਉਂਦੇ ਆ ਤਾਂ ਇਹਦਾ ਮਤਲਬ ਇਹ ਤਾਂ ਜਿਹੜੇ ਉੱਥੇ ਬੈਠੇ ਹੋ ਹਰਿਮੰਦਰ ਸਾਹਿਬ ਵਿੱਚ ਇਹ ਲੋਕ ਜਾਂ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰੀ ਬੈਠੇ ਆ, ਇਹ ਤਾਂ ਇੱਕ ਜ਼ਾਲਮ ਲੋਕ ਆ। ਇਹ ਜ਼ਿਲ੍ਹਿਆਂ ਨੂੰ ਗੁਰੂਆਂ ਦੀ ਇੱਜ਼ਤ ਮਾਣ ਦਾ ਕੋਈ ਸਤਿਕਾਰ ਨਹੀਂ ਹੈਗਾ, ਉਹ ਸਾਡੀ ਪੈਰਵਾਈ ਕੀ ਕਰੂਗੇ, ਸਾਨੂੰ ਗਲਤ ਰਸਤੇ ਵੱਲ ਲਿਜਾਓਗੇ। ਇਹ ਬਹੁਤ ਭੈੜੀ ਗੱਲ ਵਾ। ਇਹਨਾਂ ਨੂੰ ਹਰ ਇੱਕ ਬੰਦੇ ਦੇ ਕੋਲੋਂ ਆ ਕੇ ਮੀਡੀਆ ਦੇ ਵਿੱਚ ਮਾਫੀ ਮੰਗਣੀ ਚਾਹੀਦੀ ਆ। ਕਿਸੇ ਵੀ ਜੇ ਅਕਾਲੀ ਨੇ ਖੁਸ਼ੀ ਮਨਾਈ ਆ ਬੇਅਦਬੀ ਦੇ ਮਸਲਾ ਫੇਲ ਹੋਣੇ ਵਿੱਚ ਤਾਂ। ਓਕੇ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਿਲਕੁਲ ਜੀ, ਤੁਹਾਡੀ ਗੱਲ ਦੇ ਵਿੱਚ ਵਜਨ ਆ, ਇਹ ਖੁਸ਼ੀਆਂ ਨਹੀਂ ਮਨਾਉਣੀਆਂ ਚਾਹੀਦੀਆਂ। ਪਤਾ ਨਹੀਂ ਕਾਹਦੀ ਖੁਸ਼ੀ ਮਨਾ ਰਿਹਾ ਜੀ। ਆਪਣੇ ਨਾਲ WhatsApp ਤੇ ਕਾਲਰ ਜੁੜੇ, ਉਸ ਤੋਂ ਬਾਅਦ ਹਾਂਜੀ ਸਵਾਗਤ ਹੈ ਜੀ ਬਾਜਵਾ ਸਾਹਿਬ ਜੀ। ਆਇਆਂ ਨੂੰ ਸਤਿ ਸ੍ਰੀ ਅਕਾਲ ਜੰਦੀ ਸਾਹਿਬ, ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਅਰਸ਼ਦੀਪ ਨੂੰ ਵੀ ਸਤਿ ਸ੍ਰੀ ਅਕਾਲ, ਬਹੁਤ ਵਧੀਆ ਖਬਰਸਾਰ ਕਰਦਾ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਦੇਖੋ ਸਭ ਤੋਂ ਮੰਦਭਾਗੀ ਇਸ 21ਵੀਂ ਸਦੀ ਦੀ ਜਿਹੜੀ ਇਹ ਚਰਚਾ ਹੋ ਰਹੀ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਸ ਢੰਗ ਦੇ ਨਾਲ ਚੋਰੀ ਹੋਣਾ, ਬੇਅਦਬੀ ਹੋਣੀ, ਫਿਰ ਇੰਨਾ ਲੰਮਾ ਸਮਾਂ ਨਿਆਂ ਨਾ ਮਿਲਣਾ, ਇਹ ਸਦੀ ਦੀ ਸਭ ਤੋਂ ਮੰਦਭਾਗੀ ਖਬਰ ਇਹ ਹੈ ਜੀ। ਤੇ ਇਹਦੇ ਉੱਤੇ ਫਿਰ ਸਿੱਖੀ ਮਤਲਬ ਵੀ ਸਰਕਾਰ ਹੋਵੇ ਤੇ ਸਿੱਖੀ ਵਿਰੋਧ ਕਰਨ ਵਾਲੇ ਹੋਣ, ਤੇ ਫਿਰ ਇਹਦੇ ਵਿੱਚ ਗੁਰੂ ਨੂੰ ਪਿਆਰਾ ਕਿਹੜਾ ਸਮਝੀਏ ਵੀ ਨਾ ਸਰਕਾਰ ਹੀ ਨਿਆਂ ਵਾਲੇ ਪਾਸੇ ਜਾਏ। ਤੇ ਜਿਹੜੀ ਸਾਡੀ ਧਾਰਮਿਕ ਸੰਸਥਾ ਹੈ ਸ਼੍ਰੋਮਣੀ ਕਮੇਟੀ, ਉਹਦੇ ਮੈਂਬਰ ਵੀ ਹੋਣ, ਉਹਦੇ ਪ੍ਰਧਾਨ ਵੀ ਹੋਣ, ਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਨਿਆਂ ਨਾ ਮਿਲੇ ਤੇ ਖੁਸ਼ੀਆਂ ਮਨਾਉਣ, ਮਤਲਬ ਇਸ ਤੋਂ ਘਟੀਆ ਗੱਲ ਹੋਰ ਕੋਈ ਨਹੀਂ ਹੋ ਸਕਦੀ ਜੀ। ਤੇ ਇਹ ਬਹੁਤ ਦੁਖਦਾਈ ਖਬਰ ਹੈ। ਦੂਸਰੀ ਇਹ ਜਿਹੜੀ ਲੀਡਰਾਂ ਦੀ ਗੱਲ ਚੱਲਦੀ ਪਈ ਨੇ ਕਿਸਾਨ ਮੋਰਚੇ ਬਾਰੇ ਚੰਦੀ ਸਾਹਿਬ, ਤੇ ਉਹ ਕੱਲ ਮੈਂ ਨਾ ਇਹ ਮਤਲਬ ਇਹਨਾਂ ਨੂੰ ਬਹਿ ਕੇ ਜਿਹੜੇ ਮੇਨ ਨੇ ਨਾ ਪਹਿਲਾਂ ਮੀਟਿੰਗ ਕਰਕੇ ਤੇ ਇੱਕ ਵਿਚਾਰ ਰੱਖਣਾ ਚਾਹੀਦਾ ਵੀ ਅਸੀਂ ਜਿੱਥੇ ਵੀ ਜਾਣਾ ਸਾਡੇ ਵਿਚਾਰ ਤੇ ਗੱਲ ਇੱਕ ਹੋਣੀ ਚਾਹੀਦੀ ਹੈ। ਬਿਲਕੁਲ ਜੀ। ਇੱਕ ਜਣਾ ਹੋਰ ਬੋਲਦਾ, ਇੱਕ ਜਣਾ ਹੋਰ ਬੋਲਦਾ, ਫਿਰ ਲੋਕਾਂ ਨੇ ਕਿੰਤੂ ਪਰੰਤੂ ਤੇ ਕਰਨੇ, ਲੋਕਾਂ ਨੂੰ ਸ਼ੱਕ ਤਾਂ ਹੋਣਾ ਹੀ ਹੈ। ਹੁਣ ਦੇਖੋ ਸਾਡੇ ਕੋਲ ਚੰਦੀ ਸਾਹਿਬ ਇੰਨਾ ਇਤਿਹਾਸ ਪਿਆ ਹੈ, ਮੇਨ ਸਾਡੇ ਕੋਲ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਗੁਰੂ ਗ੍ਰੰਥ ਸਾਹਿਬ ਜੀ ਆਸਰਾ। ਕੱਲ ਜਿਹੜੀ ਹੁਣ ਸੋਨੀਆ ਮਾਨ ਵਾਲੀ ਰੈਲੀ ਹੋਈ ਹੈ ਜੀ, ਉਹਦੇ ਵਿੱਚ ਰੁਲਦੂ ਸਿੰਘ ਇੱਕ ਕਿਤਾਬ ਫੜ ਕੇ ਜਿਹੜੀ ਕਿ ਹੁਣ ਵੀਡੀਓ ਹੁਣ ਵੀ ਪਈ ਘੁੰਮਦੀ ਫਿਰਦੀ ਹੈ ਜੀ, ਬਲਦੇਵ ਸਿੰਘ ਮਾਨ ਦੇ ਜਾਂ ਉਹਨੇ ਲਿਖੀ ਹੈ ਜਾਂ ਕਿਦਾਂ ਉਹਦੀ ਉੱਤੇ ਫੋਟੋ ਲੱਗੀ ਹੈ ਤੇ ਕਹਿੰਦਾ ਕਿ ਜਿਹੜੇ ਲੋਕਾਂ ਵਾਸਤੇ ਮਰਦੇ ਨੇ, ਜਿਹੜੇ ਲੋਕਾਂ ਵਾਸਤੇ ਕੰਮ ਕਰਦੇ ਨੇ, ਲੋਕਾਂ ਵਾਸਤੇ ਸ਼ਹੀਦ ਹੁੰਦੇ ਨੇ, ਉਹਨਾਂ ਦੀਆਂ ਕਿਤਾਬਾਂ ਲਿਖੀਆਂ ਜਾਂਦੀਆਂ। ਦੱਸੋ ਵੀ ਉਹਨੇ ਲੋਕਾਂ ਵਾਸਤੇ ਕਿਹੜਾ ਕੰਮ ਕੀਤਾ, ਕਿਹੜੀ ਕੌਮ ਵਾਸਤੇ ਉਹ ਸ਼ਹੀਦ ਹੋਇਆ। ਫਿਰ ਲੋਕ ਕਿੰਤੂ ਪਰੰਤੂ ਕਰਨ ਤੇ ਕਿਉਂ ਨਾ ਕਰਨ ਇਹ ਗੱਲ ਦਾ ਜੀ। ਇਸ ਕਰਕੇ ਤੁਸੀਂ ਵੇਖੋ ਇਹ ਕਿਸਾਨੀ ਸੰਘਰਸ਼ ਚੱਲਦਾ ਪਿਆ ਹੈ, ਜਿੱਥੇ ਮਰਜ਼ੀ ਰੈਲੀਆਂ ਕਰੋ, ਜਿਹੜਾ ਮਰਜ਼ੀ ਕਰੇ ਕਿ ਉਹਨੂੰ ਰਹਿਣਾ ਕਿਸਾਨੀ ਸੰਘਰਸ਼ ਦੇ ਉੱਤੇ ਚਾਹੀਦਾ। ਕਿਸਾਨੀ ਤੇ ਗੱਲ ਕਰਨੀ ਚਾਹੀਦੀ ਹੈ ਤੇ ਗੱਲ ਜਿਹੜੀ ਸਿੱਧੀ ਠੋਕਰ ਸਰਕਾਰ ਨੂੰ ਵੱਜਣੀ ਚਾਹੀਦੀ ਹੈ, ਨਾ ਕਿ ਤੁਸੀਂ ਆਪਣਾ ਪ੍ਰਚਾਰ ਕਰੋ ਜੀ। ਇਸੇ ਤਰ੍ਹਾਂ ਹੀ ਜਿਵੇਂ ਹੁਣ ਮਤਲਬ ਸਾਰੇ ਇਹ ਗੱਲ ਕਹਿੰਦੇ ਆ ਵੀ ਰੁਲਦੂ ਸਿੰਘ ਵੱਖ ਬਿਆਨ ਦੇ ਦਿੰਦਾ ਹੈ, ਅਜੇ ਗੁਰੂ ਸਾਹਿਬ ਤੇ ਕੋਈ ਸ਼ੱਕ ਨਹੀਂ ਨਾ ਕਰ ਸਕਦਾ, ਗੁਰੂ ਸਾਹਿਬ ਸਮਝ ਕੇ ਦਿੰਦੇ ਨੇ ਤੇ ਬਹੁਤ ਘੱਟ ਮਤਲਬ ਇਹੋ ਜਿਹਾ ਬਿਆਨਬਾਦ ਜਿਹੜਾ ਦਿੰਦੇ ਨੇ। ਤੇ ਦੂਸਰੇ ਆਪਣੇ ਬਲਵੀਰ ਸਿੰਘ ਰਾਜੇਵਾਲ ਸਾਹਿਬ, ਉਹਨਾਂ ਵੀ ਕਈ ਵਾਰੀ ਇਸ ਗੱਲ ਤੇ ਮਾਫੀਆਂ ਮੰਗੀਆਂ ਨੇ ਤੇ ਉਹਨਾਂ ਨੂੰ ਸੰਕੋਚ ਕਰਨਾ ਚਾਹੀਦਾ। ਸੰਕੋਚ ਕਰਕੇ ਇਹਨਾਂ ਲੀਡਰਾਂ ਨੂੰ, ਖਾਸ ਕਰਕੇ ਜਿਹੜੇ ਆਗੂ ਨੇ, ਉਹਨਾਂ ਨੂੰ ਇੱਕ ਮੀਟਿੰਗ ਕਰਕੇ ਹਰ ਪ੍ਰੋਗਰਾਮ ਤੋਂ ਪਹਿਲਾਂ ਤੇ ਇੱਕ ਹੀ ਬਿਆਨ ਦੇਣਾ ਚਾਹੀਦਾ ਤਾਂ ਕਿ ਸਾਨੂੰ ਅਸੀਂ ਜਵਾਬ ਦੇ ਹੋਈਏ। ਦੇਖੋ ਸਾਡੇ ਵੱਡੇ ਨੇ, ਸਾਡੇ ਕੋਈ ਭਰਾ ਨੇ, ਕੋਈ ਸਾਡੇ ਪਿਓ ਦੇ ਸਨਮਾਨ ਨੇ, ਇਹਨਾਂ ਨੂੰ ਬਾਰ-ਬਾਰ ਮਾਫੀਆਂ ਮੰਗਣੀਆਂ ਜਿਹੜੀਆਂ ਨੇ ਇਹ ਗੱਲ ਚੰਗੀ ਨਹੀਂ ਹੈ। ਇਹ ਕਰਕੇ ਸਾਰੇ ਲੋਕ ਇਹਨਾਂ ਦੇ ਮਗਰ ਆਏ ਨੇ, ਨਾ ਕਿ ਲੋਕਾਂ ਦੇ ਮਗਰ ਇਹ ਗਏ ਨੇ। ਇਸ ਕਰਕੇ ਲੋਕਾਂ ਨੂੰ ਚੰਗੀ ਸੇਧ ਦੇਣ ਤੇ ਮੋਰਚੇ ਨੂੰ ਜਿੱਤ ਵਾਲੇ ਪਾਸੇ ਨੂੰ ਲੈ ਕੇ ਜਾਣ। ਲੋਕੀ ਫਿਰ ਦੁਬਾਰਾ ਇਹਨਾਂ ਨਾਲ ਆਉਣ ਨੂੰ ਤਿਆਰ ਨੇ। ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਾਜਵਾ ਸਾਹਿਬ, ਵਾਕਿਆ ਤੁਹਾਡੇ ਵਿਚਾਰ ਜਿਹੜੇ ਆ ਬਹੁਤ ਹੀ ਵਧੀਆ ਆ। ਗੱਲ ਅਰਸ਼ਦੀਪ ਕੀ ਕਹਿਣਾ ਚਾਹੋਗੇ ਤੁਸੀਂ?
ਦੇਖੋ ਜੀ, ਇਹਨਾਂ ਨੇ ਇੱਕ ਬਹੁਤ ਵਧੀਆ ਪੁਆਇੰਟ ਜਿਹੜਾ ਉਠਾਇਆ ਹੈਗਾ ਕਿ ਜੇ ਆਪਾਂ ਕਹਿ ਰਹੀਏ ਕਿ ਸੱਜੇ ਪੱਖੀ ਸੋਚ ਲਈ, ਜੇ ਆਪਾਂ ਸੱਜੇ ਖੱਬੇ ਪੱਖੀ ਸੋਚ ਦੇ ਕਰ ਲਈਏ, ਤਾਂ ਸੱਜੇ ਪੱਖੀ ਸੋਚ ਜੇ ਆਪਾਂ ਕਹਿੰਦੇ ਆ ਕਿ ਅੰਦੋਲਨ ਦੇ ਵਿੱਚ ਨਹੀਂ ਆਉਣੀ ਚਾਹੀਦੀ ਤੇ ਸਿਰਫ ਕਿਸਾਨਾਂ ਦੀ ਗੱਲ ਹੋਣੀ ਚਾਹੀਦੀ ਹੈ, ਤਾਂ ਖੱਬੇ ਪੱਖੀ ਸੋਚ ਵੀ ਜਿਹੜੀ ਅੰਦੋਲਨ ਦੇ ਵਿੱਚ ਨਹੀਂ ਦਿਖਣੀ ਚਾਹੀਦੀ। ਉਧਰਲੇ ਪਾਸੇ ਵੀ ਜਿਹੜਾ ਹੈਗਾ ਰੂਲ ਐਂਡ ਰੈਗੂਲੇਸ਼ਨ ਜਿਹੜੇ ਉਹ ਬਰਾਬਰ ਹੋਣੇ ਚਾਹੀਦੇ ਨੇ, ਉਧਰ ਵੀ ਜਿਹੜੀ ਉਹ ਕਿਸਾਨਾਂ ਦੀ ਗੱਲ ਹੀ ਸਿਰਫ ਜਿਹੜੀ ਉਹ ਹੋਣੀ ਚਾਹੀਦੀ ਹੈਗੀ। ਕਿਉਂਕਿ ਭਾਵੇਂ ਖੱਬੇ ਪੱਖੀ ਨੇ ਉਹ ਵੀ ਪੋਲੀਟੀਕਲ ਪਾਰਟੀਆਂ ਦੇ ਨਾਲ ਜੁੜੇ ਰਹੇ ਨੇ, ਭਾਵੇਂ ਸੱਜੇ ਪੱਖੀ ਨੇ ਉਹ ਵੀ ਪੋਲੀਟੀਕਲ ਪਾਰਟੀਆਂ ਦੇ ਨਾਲ ਜੁੜੇ ਹੋਏ, ਕਿਉਂਕਿ ਨਾਨ ਪੋਲੀਟੀਕਲ ਤਾਂ ਉਹ ਵੀ ਨਹੀਂ ਹੈਗੇ। ਤੇ ਇਸ ਕਰਕੇ ਜਿਹੜੀ ਸੱਜੇ ਤੇ ਖੱਬੇ ਪੱਖੀ ਦੀ ਲੜਾਈ ਹੈ, ਦੋਵੇਂ ਜਿਹੜੀਆਂ ਕਿਸਾਨੀ ਅੰਦੋਲਨ ਦੇ ਵਿੱਚ ਨਹੀਂ ਦਿਖਣੀਆਂ ਚਾਹੀਦੀਆਂ। ਜੇ ਕਿਸਾਨ ਲੀਡਰ ਕਿਸੇ ਖੱਬੇ ਪੱਖੀ ਲੀਡਰ ਦੀ ਉਦਾਹਰਨ ਦਿੰਦੇ ਨੇ ਜਿਹੜਾ ਕਿ ਸਿਆਸੀ ਤੌਰ ਤੇ ਚੋਣ ਵੀ ਲੜ ਚੁੱਕਿਆ ਹੋਵੇ, ਸਰਗਰਮ ਵੀ ਰਿਹਾ ਹੋਵੇ, ਤਾਂ ਉਹ ਵੀ ਤੁਸੀਂ ਜਿਹੜਾ ਕਲੈਸ਼ ਕਰਾ ਰਹੇ ਹੋ ਦੋ ਵਿਚਾਰਧਾਰਾਵਾਂ ਦਾ। ਤਾਂ ਇਸ ਕਰਕੇ ਕਿਸਾਨ ਅੰਦੋਲਨ ਦੇ ਵਿੱਚ ਕਿਸਾਨ ਲੀਡਰਾਂ ਨੂੰ ਇਹਦੇ ਤੋਂ ਵੀ ਪਰਹੇਜ਼ ਜਿਹੜਾ ਹੋਣਾ ਚਾਹੀਦਾ ਕਿ ਦੋਵੇਂ ਧਾਰਾਵਾਂ ਦੇ ਲਈ ਕੋਈ ਥਾਂ ਨਹੀਂ। ਕਿਸਾਨ ਅੰਦੋਲਨ ਹੈ, ਕਿਸਾਨੀ ਮਸਲੇ ਤੇ ਗੱਲ ਕਰੋ ਤੇ ਸਿਰਫ ਕਿਸਾਨਾਂ ਬਾਰੇ ਗੱਲਬਾਤ ਜਿਹੜੀ ਉਹ ਕਰੋ। ਜੀ ਹਾਂ, ਬਿਲਕੁਲ ਜੀ। ਇੱਕ ਸਮਾਂ ਕਮਰਸ਼ੀਅਲ ਬ੍ਰੇਕ ਦਾ ਤੇ ਉਸ ਤੋਂ ਬਾਅਦ ਆਪਾਂ ਟਰਾਈ ਕਰਦੇ ਜੀ ਹਰਜਿੰਦਰ ਸਿੰਘ ਧਨੋਵਾ ਹੁਣੀ ਆਪਣੇ ਨਾਲ ਖਬਰਾਂ ਲੈ ਕੇ ਜੁੜਨ, ਕਿਉਂਕਿ ਅੱਜ ਇੰਟਰਨੈਟ ਦੀ ਬੜੀ ਪ੍ਰੋਬਲਮ ਆ ਰਹੀ ਹੈ ਜੀ। ਰੋਜਰ ਦਾ ਇੰਟਰਨੈਟ ਡਾਊਨ ਹੈ ਤੇ ਉਹਦਾ ਕਰਕੇ ਕਾਫੀ ਜ਼ਿਆਦਾ ਦਿੱਕਤਾਂ ਆ ਰਹੀਆਂ, ਕਾਫੀ ਮੈਸੇਜ ਆ ਰਹੇ ਆ ਜੀ। ਤੇ ਇੱਕ ਨਿੱਕੀ ਜੀ ਕਮਰਸ਼ੀਅਲ ਬ੍ਰੇਕ ਤੋਂ ਆਪਾਂ ਜੁੜਦੇ ਹਾਂ ਜੀ ਬਾਅਦ ਫਿਰ। ਹੋਰ ਸੁਣਾਓ। ਪਿਛਲੇ 2 ਘੰਟਿਆਂ ਤੋਂ ਫੋਨ ਤੇ ਲੱਗੀ ਆ, ਹੱਲੇ ਵੀ ਹੋਰ ਸੁਣਾਓ। ਲੈ ਦੱਸ, ਜਦੋਂ ਓਮਾ ਫੋਨ ਸਰਵਿਸ ਵਾਲੇ ਦੇ ਰਹੇ ਨੇ ਅਨਲਿਮਿਟਿਡ ਕਾਲਸ, ਉਹ ਵੀ 60 ਤੋਂ ਵੱਧ ਦੇਸ਼ਾਂ 'ਚ, ਤੇ ਗੱਲਾਂ ਤਾਂ ਫਿਰ ਲੰਬੀਆਂ ਹੋਣਗੀਆਂ ਹੀ ਨਾ। ਜੀ ਹਾਂ, ਇੰਡੀਆ, UK, USA, ਕੈਨੇਡਾ 60 ਦੇਸ਼ਾਂ 'ਚ ਅਨਲਿਮਿਟਿਡ ਕਾਲ ਓਮਾ ਫੋਨ ਸਰਵਿਸ ਦੇ ਨਾਲ। ਤੁਸੀਂ ਓਮਾ ਐਪ 3 ਸੈੱਲ ਫੋਨਸ 'ਚ ਡਾਊਨਲੋਡ ਕਰ ਸਕਦੇ ਹੋ ਤੇ ਕਰੋ ਇੰਟਰਨੈਸ਼ਨਲ ਕਾਲਸ। ਨਾ ਕੋਈ ਕੰਟਰੈਕਟ, ਨਾ ਕੋਈ ਐਗਰੀਮੈਂਟ ਤੇ ਨਾ ਹੀ ਕੈਂਸਲੇਸ਼ਨ ਚਾਰजेस ਤੇ ਹੋਰ क्रेडिट चेक भी नहीं लगेगा। मंथली चार्जेस $1428 प्लस टैक्स। वन टाइम डिवाइस कॉस्ट $49.99 प्लस टैक्स। ज्यादा जानकारी लई कॉल करो प्रिया जी नू 6476494000 647 649 4000। दोपहर 12 बजे तो शाम 7 बजे तक। ਘਰ ਤੇ ਤੈਨੂੰ ਬਹੁਤ ਵਧੀਆ ਬਣਾ ਕੇ ਦੇਣਾ ਤੇ ਕੱਢ ਦੇਣੇ ਆ ਕੜੇਲਾ, ਜਿੰਨੂੰ ਵੇਖ ਕੇ ਜਾਣਗੇ ਸ਼ਰੀਕ ਵੀ ਹਿੱਲ। ਸ਼ਰੀਕਾਂ ਦੇ ਕੱਢਦੇ ਕੜੇਲ ਕਿਤੇ ਆਪਣਾ ਘਰ ਨਾ ਜਾਵੇ ਹਿੱਲ। ਧਿਆਨ ਰੱਖੀ ਘਰ ਦੇ ਵਿੱਚ ਪਲੰਬਿੰਗ ਐਂਡ ਇਲੈਕਟ੍ਰੀਕਲ ਦਾ ਸਮਾਨ ਹੋਵੇ ਨੰਬਰ 1। ਓਏ GTA ਪਲੰਬਿੰਗ ਐਂਡ ਇਲੈਕਟ੍ਰਿਕ ਸਪਲਾਈ ਬਰਮਟਨ ਵਿੱਚ ਸਟੋਰ ਆ ਨੰਬਰ 1। ਅੱਛਾ, ਉਹੀ GTA ਵਾਲੇ ਜਿੱਥੋਂ ਕੰਟਰੈਕਟਰਸ ਲਈ ਘਰ ਦੇ ਵਿੱਚ ਪਲੰਬਿੰਗ ਤੇ ਇਲੈਕਟ੍ਰੀਕਲ ਦਾ ਸਾਰਾ ਸਮਾਨ ਡਿਸਕਾਊਂਟ ਤੇ ਮਿਲਦਾ। ਵਾਸ਼ਰੂਮ ਲਈ ਵੈਂਟੀਜ਼, ਟੈਪਸ, ਸਪੌਟਲਾਈਟਸ ਤੇ ਰੇਂਜ ਮਿਲਦੇ ਆ। ਫਿਰ ਕਾਹਨੂੰ ਕਰਨੀ ਹੈ ਦੇਰ, ਅੱਜ ਹੀ ਪਹੁੰਚੋ 241 ਕਲੈਰੈਂਸ ਸਟਰੀਟ ਬਰੈਂਪਟਨ ਤੇ ਸੰਪਰਕ ਕਰੋ 905 792 0036 905 792 0036। ਕੀ ਤੁਸੀਂ ਓਨਰ ਆਪਰੇਟਰ ਬਣਨਾ ਚਾਹੁੰਦੇ ਹੋ? ਟਰੱਕ ਪਾਉਣ ਬਾਰੇ ਸੋਚ ਰਹੇ ਹੋ ਜਾਂ ਡਰਾਈਵਰੀ ਕਰਨੀ ਹੈ ਤਾਂ ਅੱਜ ਹੀ ਸੰਪਰਕ ਕਰੋ ਰੋਇਲ ਕ੍ਰੋਨ ਐਕਸਪ੍ਰੈਸ ਤੇ ਪ੍ਰੀਤ ਕਾਲੋ ਹੁਰਾਂ ਦੇ ਨਾਲ 6472106000 647 210 6000। प्रॉपर्टी रेट होवे उत्ते या थल्ले, रॉयल लीपेज वाले हरपाल भल्ला हमेशा कराउंदे ने बल्ले बल्ले। ਇਹਨਾਂ ਕੋਲ रेजिडेंशियल, कमर्शियल इन्वेस्टमेंट, लीज ते प्री कंस्ट्रक्शन प्रोजेक्ट हमेशा अवेलेबल रहंदे ने। ਇਹ फ्री होम एवोल्यूशन भी करदे ने। नवे रियल्टर्स जे इन्हां नु ज्वाइन करना चाहण तां एडवाइस ले सकदे ने। टॉप रियल्टर रॉयल लीपेज, कॉल हरपाल पल्ला 4165602400 416 560 2400। ਆਹਾਹਾਹਾ, ਛੁੱਟੀ ਦਾ ਦਿਨ ਹੋਵੇ ਤੇ ਨਿਆਗਰਾ ਫਾਲਸ, ਸੀਐਨ ਟਾਵਰਸ, ਕਿਊਬਿਕ ਸਿਟੀ ਘੁੰਮਣ ਜਾਣ ਦਾ ਮਨ ਹੈ, ਪਰ ਇੰਨੀ ਡਰਾਈਵ ਕੌਣ ਕਰੇ? ਜੀ ਐਲੋ ਨੰਬਰ ਤੇ ਹੁਣੇ ਬੁਕਿੰਗ ਕਰੋ। बेस्ट कैनेडियन राइड सर्विस टोरंटो तो मॉन्ट्रियल ते मॉन्ट्रियल तो टोरंटो। जिथे भी घुम्मण दा मन होवे बस एक कॉल ते हाजिर ते सोने ते सुहागा पार्सल्स भी डिलीवर करते ने हर रोज मॉर्निंग, आफ्टरनून एंड इवनिंग। सवेरे, दोपहर, शाम 24 घंटे सर्विस। कॉल 5145606613। ਜਦੋਂ ਸਵਾਦ ਖਾਣੇ ਦੀ ਕ੍ਰੇਵਿੰਗ ਹੋਵੇ ਤਾਂ ਇੱਕੋ ਨਾਮ ਯਾਦ ਆਵੇ, ਬਾਬਾ ਢਾਬਾ, ਜਿੱਥੇ ਮਿਲਦੀ ਏ ਖਾਣੇ ਦੀ ਹਿਊਜ ਵੈਰਾਈਟੀ। ਇਹ 2 ਲੋਕੇਸ਼ਨਸ ਤੋਂ ਸਰਵ ਕਰਦੇ ਨੇ। ਤਾਜ਼ਾ ਤੇ ਸਵਾਦਲਾ ਖਾਣਾ ਖਾਣ ਲਈ ਜ਼ਰੂਰ ਆਓ। ਬਾਬਾ ਢਾਬਾ ਰੈਸਟੋਰੈਂਟ 255 ਰਦਰਫੋਰਡ ਰੋਡ, ਸਾਊਥ ਬਰੈਂਪਟਨ। ਸਰਵਿਸ
2 location. Call Mahavir Bhat 905-499-4314. 905 499 4314। क्या बात बई, गड्डी ਤਾਂ ਨਵੀਂ ਕਢਾਈ ਲੱਗਦੀ। ਉਹ ਨਾ ਉਹ ਆ ਬਸ ਰਿਪੇਅਰ ਕਰਾਈ ਆ। ਉਹ ਕਿੱਥੋਂ? ਪੀਲ ਆਟੋ ਕਲੀਜਨ ਵਾਲਿਆਂ ਕੋਲੋਂ। ਜੀ ਹਾਂ, ਜੇ ਤੁਸੀਂ ਵੀ ਗੱਡੀ ਦੀ ਰਿਪੇਅਰ, ਡੈਂਟਿੰਗ, ਪੇਂਟਿੰਗ ਕਰਾਉਣੀ ਹੋਵੇ, GTA ਵਿੱਚ ਕੋਈ ਵੀ ਐਕਸੀਡੈਂਟ ਹੋਵੇ ਤਾਂ ਗੱਡੀ ਨੂੰ ਰਿਪੇਅਰ ਕਰਦੇ ਨੇ। ਹਰ ਇੱਕ ਇੰਸ਼ੋਰੈਂਸ ਕੰਪਨੀ ਦੇ ਨਾਲ ਇਹਨਾਂ ਦਾ ਟਾਈ ਅਪ ਹੈ। ਹੁਣ ਗੱਡੀ ਦੀ no more tension, ਕਿਉਂਕਿ ਬਸ ਅੱਜ ਹੀ ਆਓ ਪੀਲ ਆਟੋ ਕਲੀਜਨ, 14 Hill Road, Brampton. Call Darbara Singh 905-459-1300. 905 459 1300। ਸੋਫਾ ਸਟੂਡੀਓ 'ਚ ਘਰ ਦੇ ਵਿੱਚ ਵਧੀਆ ਸੋਫਾ ਪਵਾਉਣਾ ਚਾਹੁੰਦੇ ਹੋ, ਭਾਵੇਂ ਲੈਦਰ ਦਾ ਹੋਵੇ ਜਾਂ ਕੱਪੜੇ ਦਾ ਹੋਵੇ, ਜਿਸ ਤਰ੍ਹਾਂ ਦਾ ਚਾਹੋਗੇ ਉਸ ਤਰ੍ਹਾਂ ਦਾ ਸੋਫਾ ਤਿਆਰ ਕਰਕੇ ਤੁਹਾਡੇ ਘਰੇ ਡਿਲੀਵਰ ਕੀਤਾ ਜਾਵੇਗਾ। ਸਗਨਦੀਪ ਨੂੰ ਕਾਲ ਕਰ ਸਕਦੇ ਹੋ 905 799 8877 905 799 8877। ਸੋਫਾ ਸਟੂਡੀਓ। ਬਸ ਤੂੰ ਹੁਣ ਤਿਆਰੀ ਖਿੱਚ, ਛੇਤੀ ਇੱਥੇ ਆਉਣ ਦੀ। ਅੱਛਾ, ਨਾਲੇ ਕਹਿੰਦੇ ਬੜਾ ਹੀ ਔਖਾ ਹੈ। ਉਹ ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਦੇ ਹੁੰਦਿਆਂ ਕੋਈ ਔਖਾ ਨਹੀਂ। ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਫॉर स्टूडेंट वीजा, विजिटर वीजा, LMI refugees case appeals, family case sponsorship. Call Sandeep Singh 647-786-2012 647 786 2012। ਵਾਹ ਜੀ, ਤੁਹਾਡਾ ਘਰ ਤਾਂ ਬਹੁਤ ਸੋਹਣਾ ਹੈ। ਸੋਹਣਾ ਕਿਉਂ ਨਾ ਹੋਵੇ, ਇੰਨੀ ਮਿਹਨਤ ਕੀਤੀ ਹੈ ਲੱਭਣ ਚ, ਇੰਨੀਆਂ ਟੱਕਰਾਂ ਮਾਰੀਆਂ ਨੇ। ਹੁਣ ਟੱਕਰਾਂ ਮਾਰਨ ਦੀ ਕੋਈ ਲੋੜ ਨਹੀਂ, ਕਿਉਂਕਿ ਤੁਹਾਡੇ ਲਈ ਮਿਹਨਤ ਕਰਦੇ ਨੇ ਰੀਮੈਕਸ ਰਿਐਲਿਟੀ ਦੇ ਪੰਕਜ ਸਪਰਾ ਜੀ। ਇਹ ਤੁਹਾਡੇ ਸੁਪਨਿਆਂ ਦਾ ਘਰ ਲੱਭਣ ਚ ਤੁਹਾਡੀ ਮਦਦ ਕਰਨਗੇ, ਉਹ ਵੀ ਅਫੋਰਡੇਬਲ ਪ੍ਰਾਈਸਸ ਦੇ ਵਿੱਚ। ਘਰ ਵੇਚਣਾ ਜਾਂ ਖਰੀਦਣਾ ਚਾਹੁੰਦੇ ਹੋ ਤੇ ਅੱਜ ਹੀ ਮਿਲੋ ਰੀਮੈਕਸ ਰਿਐਲਿਟੀ ਸਰਵਿਸ ਇਨਕੋਰਪੋਰੇਸ਼ਨ ਦੇ ਪੰਕਜ ਸਪਰਾ ਨੂੰ। ਕਾਲ 4167223885 416 722 2385। Key to happiness is finding the right home. ਮੋਰਗੇਜ ਮਿਲੇ ਛੇਤੀ ਤੇ ਟੈਨਸ਼ਨ ਹੋਵੇ ਘੱਟ, ਇਸ ਲਈ ਯਾਦ ਰੱਖੋ ਇੱਕੋ ਨਾ ਪਰਮਿੰਦਰ ਮੰਗਟ। 16 ਸਾਲਾਂ ਤੋਂ ਵੱਧ ਐਕਸਪੀਰੀਅੰਸ ਤੇ RBC ਨਾਲ ਟੌਪ ਪ੍ਰੋਡਿਊਸਰ ਰਹਿ ਚੁੱਕੇ ਪਰਮਿੰਦਰ ਮੰਗਟ ਹੁਣ ਆਪਣੀ ਮੋਰਗੇਜ ਅਲਾਈਅੰਸ ਟੀਮ ਰਾਹੀਂ ਤੁਹਾਨੂੰ ਬਹੁਤ ਸਾਰੇ ਬੈਂਕਸ ਤੋਂ ਬੈਸਟ ਡੀਲਸ ਲੈ ਕੇ ਦੇ ਸਕਦੇ ਨੇ। ਸੈਲਫ ਇੰਪਲੋਇਡ ਵਾਸਤੇ ਖਾਸ ਪ੍ਰੋਗਰਾਮ, no last minute surprises, first mortgage, second mortgage, private funds, truck loans, business loans, ਸਾਰੇ ਹੀ ਕੰਮਾਂ ਲਈ ਇੱਕੋ ਨਾ, ਜਿੱਥੇ ਕੰਮ ਹੋਵੇ ਛੇਤੀ ਤੇ ਟੈਨਸ਼ਨ ਹੋਵੇ ਘੱਟ। ਪਰਮਿੰਦਰ ਮੰਗਟ 647-285-9119 ਜਾਨੀ 647 285 9119। ਪਰਮਿੰਦਰ ਮੰਗਟ with mortgage alliance, broker license number 10530। ਕੀ ਗੱਲ ਅੰਕਲ ਜੀ, ਬੜੇ ਪਰੇਸ਼ਾਨ ਹੋ? ਕੀ ਦੱਸਾਂ ਪੁੱਤਰ, ਇੱਕ ਤਾਂ ਤੇਰੀ ਆਂਟੀ ਬਹੁਤ ਬਿਮਾਰ ਰਹਿੰਦੇ ਨੇ, ਕੋਈ ਦਵਾਈ ਅਸਰ ਨਹੀਂ ਕਰਦੀ, ਉਤੋਂ ਹੱਲੇ ਤੱਕ ਸੋਨੂ ਦੀ ਸ਼ਾਦੀ ਨਹੀਂ ਹੋਣ ਕਰਕੇ ਨਸ਼ੇ ਵਿੱਚ ਪੈ ਗਿਆ, ਤੇ ਨਿੱਕੀ ਦੇ ਘਰ ਦੇ ਕਲੇਸ਼ ਕਰਕੇ ਵੀ ਮੈਨੂੰ ਤੇ ਸਮਝ ਨਹੀਂ ਆਉਂਦਾ ਕੀ ਕਰਾਂ। ਉਹ ਅੰਕਲ ਜੀ, ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਮਿਲੇਗਾ ਤੁਹਾਨੂੰ ਜੋਤਿਸ਼ ਗੁਰੂ ਬਲਦੇਵ ਸਿੰਘ ਜੀ ਕੋਲ, ਜੋ ਕਿ ਭ੍ਰਿਗੂ ਜੋਤਿਸ਼ ਸੰਸਥਾਨ ਦੁਆਰਾ 7 ਟਾਈਮ 골ਡ ਮੈਡਲ ਜਿੱਤ ਚੁੱਕੇ ਨੇ। ਜੀ ਹਾਂ, ਜੋਤਿਸ਼ ਗੁਰੂ ਬਲਦੇਵ ਸਿੰਘ ਜੋ ਮਹਾਦਸ਼ਾ, ਅੰਤਰਦਸ਼ਾ, ਨਜ਼ਰ ਦੋਸ਼, ਵਾਸਤੂ, ਗੰਡਮੂਲ ਦੋਸ਼, ਘਰੇਲੂ ਕਲੇਸ਼, ਜਾਦੂ ਟੋਣਾ, ਪਤੀ ਪਤਨੀ ਦਾ ਝਗੜਾ, ਤਲਾਕ ਦੀ ਨੌਬਤ ਆਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਸੰਤਾਨ ਕਹਿਣੇ ਤੋਂ ਬਾਹਰ ਹੋਣਾ, ਵਿਆਹ 'ਚ ਦੇਰੀ, PR ਨਾ ਮਿਲਣਾ, ਬੈਂਡ ਘੱਟ ਆਉਣਾ, ਲੋਟਰੀ ਨਾ ਲੱਗਣਾ, ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਹਵਨ ਪੂਜਾ ਪਾਠ ਦੁਆਰਾ ਜੜੋਂ ਖਤਮ ਕਰਦੇ ਨੇ। ਅੱਜ ਹੀ ਕਾਲ ਕਰੋ 7427047267 742 704 7267। ਬਾਪੂ ਪੈਸੇ ਮਿਲ ਗਏ ਸੀ ਨਾ ਟਾਈਮ ਸਰ? ਹਾਂ ਪੁੱਤਰ, ਇੱਧਰ ਤੂੰ ਪੈਸੇ ਪਾਏ ਨਾਲੇ ਮੈਨੂੰ ਮਿਲ ਗਏ। ਬਸ ਇਸੇ ਕਰਕੇ ਮੈਂ ਅਪਰਾ ਟ੍ਰੇਡਿੰਗ ਇੰਕ ਵਾਲਿਆਂ ਤੇ ਭਰੋਸਾ ਕਰਦਾ। ਜੀ ਹਾਂ, ਅਪਰਾ ਟ੍ਰੇਡਿੰਗ ਇਨਕੋਰਪੋਰੇਟ ਮਨੀ ਐਕਸਚੇਂਜ। ਜੇ ਤੁਸੀਂ ਪੈਸੇ ਇੰਡੀਆ ਭੇਜਣਾ ਜਾਂ ਮੰਗਵਾਉਣਾ ਚਾਹੁੰਦੇ ਹੋ, ਵਧੀਆ ਡਾਲਰਾਂ ਦਾ ਰੇਟ ਲੈਣਾ ਚਾਹੁੰਦੇ ਹੋ, ਤਾਂ ਅੱਜ ਹੀ ਕਾਲ ਕਰੋ ਜਗਤਾਰ ਸਿੰਘ ਢਾ ਹੁਣਾਂ ਨੂੰ 9057943233 905 794 3233 4167317710 416 731 7710 6 ਰੇ ਐਵੇਨਿਊ ਬ੍ਰੈਂਪਟਨ। ਓਏ ਹੋਏ, ਹੈ ਕਿ ਨਾ, ਮੈਂ ਕਿਹਾ ਮੈਂ ਮੋਣਿਓ ਗੱਡੀ ਦਾ ਟਾਇਰ ਤੇ ਗਿਆ ਨਾ, ਹੁਣ ਕੀ ਕਰੀਏ? ਓਏ ਹੋਏ, ਓਹੋ, ਕਿੰਨੀ ਵਾਰ ਕਿਹਾ ਹੈ ਕਿ ਨਿਊ ਮਿਲੇਨੀਅਮ ਟਾਇਰ ਸੈਂਟਰ ਤੋਂ ਹੀ ਟਾਇਰ ਲਿਆ ਕਰੋ, ਜਿੱਥੇ ਮਿਲਦੇ ਨੇ ਟਰੱਕ, ਟਰਾਲੇ ਤੇ ਕਾਰ ਦੇ ਲਈ ਹਰ ਤਰ੍ਹਾਂ ਦੇ ਵਧੀਆ ਟਾਇਰ। ਇੱਥੇ ਮਿਸ਼ਲਿਨ, BF ਗੁੱਡ ਰਿਚ, ਬ੍ਰਿਜਸਟੋਨ, ਫਾਇਰਸਟੋਨ, ਚਾਈਨੀਜ਼ ਬ੍ਰਾਂਡ ਹੋਰ ਵੀ ਕਈ ਕੰਪਨੀਆਂ ਦੇ ਟਾਇਰ ਘੱਟ ਰੇਟ ਤੇ ਮਿਲਦੇ ਨੇ। ਹੁਣੇ ਪਹੁੰਚੋ ਨਿਊ ਮਿਲੇਨੀਅਮ ਟਾਇਰ ਸੈਂਟਰ, 25 ਕਲਾਰਕ ਬੁਲੇਵਾਰਡ, ਬ੍ਰੈਂਪਟਨ। ਕਾਲ 9054520111 905 452 0111।
ਮੈਂ ਨਾ ਜੀ ਸੁਪਨੇ 'ਚ ਦੇਖਿਆ ਕਿ ਮੇਰਾ ਘਰ ਬੜਾ ਆਲੀਸ਼ਾਨ, ਬੜਾ ਵੱਡਾ ਤੇ ਬੜਾ ਸੋਹਣਾ ਹੈ। ਬਸ ਸੁਪਨਾ ਇਹ ਤਾਂ ਸੱਚ ਹੋ ਕਮਲਿਏ। ਬਸ ਸਰਬਲੋ ਡਿਜ਼ਾਈਨ ਐਂਡ ਬਿਲਡ ਲਿਮਟਿਡ ਵਾਲਿਆਂ ਨੂੰ ਫੋਨ ਕਰ। ਜੀ ਹਾਂ, ਜੇ ਤੁਸੀਂ ਵੀ ਲਗਜ਼ਰੀ ਘਰ ਛੋਟਾ ਜਾਂ ਵੱਡਾ ਨਵਾਂ ਘਰ ਲੈਣਾ ਚਾਹੁੰਦੇ ਹੋ ਜਾਂ ਫਿਰ ਪੁਰਾਣਾ ਘਰ ਢਾ ਕੇ ਨਵਾਂ ਬਣਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਮਿਲੋ ਸਰਬਲੋ ਡਿਜ਼ਾਈਨ ਐਂਡ ਬਿਲਡਿੰਗ ਵਾਲੇ ਕੁਲਵਿੰਦਰ ਪੱਤੜ ਜੀ ਨੂੰ। ਇਹਨਾਂ ਕੋਲ 15 ਸਾਲ ਦਾ ਤਜਰਬਾ ਹੈ ਤੇ ਹਾਂ, ਤੁਸੀਂ 20,000 ਸਕੁਅਰ ਫੁੱਟ ਦਾ ਘਰ ਵੀ ਬਣਵਾ ਸਕਦੇ ਹੋ। ਲਗਜ਼ਰੀ ਹੋਮ ਤੁਹਾਡੇ ਬਜਟ ਵਿੱਚ। ਕਾਲ ਕੁਲਵਿੰਦਰ ਪੱਤੜ 4168410478 416 841 0478। ਓ ਮੈਨੂੰ ਰੱਖ ਲੈ ਕਲੀਨਰ ਯਾਰਾ ਓਏ ਲੰਬਿਆਂ ਰੂਟਾਂ ਤੇ। ਜਦੋਂ ਮੈਂ ਸੇਫਐਕਸ ਟਰਾਂਸਪੋਰਟ ਨਾਲ ਨਹੀਂ ਜੁੜਿਆ ਸੀ ਉਦੋਂ ਇਹੀ ਹਾਲ ਸੀ, ਪਰ ਹੁਣ ਤਾਂ ਸ਼ਾਨ ਨਾਲ ਡਰਾਈਵਰੀ ਕਰੀਦੀ ਹੈ। ਜੀ ਹਾਂ, ਸੇਫਐਕਸ ਟਰਾਂਸਪੋਰਟ ਜਿਸ ਨੂੰ ਕਿਊਬਿਕ ਵਿੱਚ ਨੰਬਰ 1 ਤੇ ਕੈਨੇਡਾ ਵਿੱਚ ਦੂਜੇ ਨੰਬਰ ਤੇ ਹੋਣ ਦਾ ਮਾਣ ਹਾਸਲ ਹੈ। ਹਾਈਐਸਟ ਗ੍ਰੋਥ ਅਕ੍ਰੋਸ ਦ ਵਰਲਡ। ਸੇਫਐਕਸ ਨੇ ਹੁਣ ਮੌਂਟਰੀਅਲ ਤੇ ਬੋਲਟਨ ਓਨਟਾਰੀਓ ਵਿੱਚ ਨਵੇਂ ਟਰਮੀਨਲ ਸ਼ੁਰੂ ਕੀਤੇ ਨੇ ਤੇ ਇਹਨਾਂ ਨੂੰ ਯੂਐਸਏ ਦੇ ਲਈ ਡਰਾਈਵਰ ਤੇ ਓਨਰ ਆਪਰੇਟਰ ਦੀ ਲੋੜ ਹੈ। ਵਧੀਆ ਪੇ ਵੀ ਮਿਲੇਗੀ। ਹੁਣੇ ਕਾਲ ਕਰੋ ਰਮਿੰਦਰਦੀਪ ਜਾਂ ਅਮਨਦੀਪ ਨੂੰ 5146250025 514 625 0025 ਜਾਂ ਫਿਰ 5148870025 514 887 0025। हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए, और जब तलाश हो ऐसे फर्नीचर की तो यहाँ ये स्टीवंस फर्नीचर, एन अल्ट्रा मॉडर्न फर्नीचर डेस्टिनेशन इन GTA, जहाँ आपको मिलेगा बिल्कुल सॉलिड फर्नीचर, चाहे बेड सेट हो, सोफा सेट या मैट्रेसेस, एवरीथिंग ओनली एट स्टीवंस फर्नीचर सिंस 1992. Visit in store for much more. 2 locations to serve you. Stevens Furniture. ਟਰੱਕਾਂ 'ਚ ਅੱਜ ਕੱਲ ਕੁਝ ਨਹੀਂ ਬਚਦਾ। ਉਹ ਤੂੰ ਇੰਸ਼ੋਰੈਂਸ ਕਟਾ ਲੈ। ਇੰਸ਼ੋਰੈਂਸ ਕਟਾ ਕੇ ਕਿਵੇਂ ਚੱਲੂ? ਉਹ ਕਟਾ ਲੈ ਨਹੀਂ, ਘਟਾ ਲੈ। ਕਿਵੇਂ? ਹਰਜੀਤ ਸਿੰਘ ਢੱਡਾ ਨਾਲ ਗੱਲ ਕਰ। ਉਹ ਮੈਕਸਿਮਮ ਡਿਸਕਾਊਂਟਸ ਲੈ ਕੇ ਦਿੰਦੇ ਆ, ਹਰੇਕ ਬਰੀਕੀ ਨੂੰ ਚੰਗੀ ਤਰ੍ਹਾਂ ਸਮਝਦੇ ਤੇ ਚੰਗੀ ਤਰ੍ਹਾਂ ਸਮਝਾਉਂਦੇ ਆ। ਹਰਜੀਤ ਸਿੰਘ ਢੱਡਾ ਨੈਸ਼ਨਲ ਟਰੱਕ ਲੀਗ ਨਾਲ ਕੰਮ ਕਰਦੇ ਆ ਫੋਨ ਕਰ 647 705 5492 6477055492। ਅੱਛਾ, ਇਹਨੂੰ ਕਹਿੰਦੇ ਇੰਸ਼ੋਰੈਂਸ ਪ੍ਰੀਮੀਅਮ ਕੱਟ ਕਰਨਾ। ਨਾ ਸਿਆਣਾ ਤੇ ਬੜਾ ਹੈ ਤੂੰ। ਹੋਰ ਸੁਣਾਓ। ਪਿਛਲੇ 2 ਘੰਟਿਆਂ ਤੋਂ ਫੋਨ ਤੇ ਲੱਗੀ ਆ, ਹੱਲੇ ਵੀ ਹੋਰ ਸੁਣਾਓ। ਲੈ ਦੱਸ, ਜਦੋਂ ਓਮਾ ਫੋਨ ਸਰਵਿਸ ਵਾਲੇ ਦੇ ਰਹੇ ਨੇ ਅਨਲਿਮਿਟਿਡ ਕਾਲਸ, ਉਹ ਵੀ 60 ਤੋਂ ਵੱਧ ਦੇਸ਼ਾਂ 'ਚ, ਤੇ ਗੱਲਾਂ ਤਾਂ ਫਿਰ ਲੰਬੀਆਂ ਹੋਣਗੀਆਂ ਹੀ ਨਾ। ਜੀ ਹਾਂ, ਇੰਡੀਆ, UK, USA, ਕੈਨੇਡਾ 60 ਦੇਸ਼ਾਂ 'ਚ ਅਨਲਿਮਿਟਿਡ ਕਾਲ ਓਮਾ ਫੋਨ ਸਰਵਿਸ ਦੇ ਨਾਲ। ਤੁਸੀਂ ਓਮਾ ਐਪ 3 ਸੈੱਲ ਫੋਨਸ 'ਚ ਡਾਊਨਲੋਡ ਕਰ ਸਕਦੇ ਹੋ ਤੇ ਕਰੋ ਇੰਟਰਨੈਸ਼ਨਲ ਕਾਲਸ। ਨਾ ਕੋਈ ਕੰਟਰੈਕਟ, ਨਾ ਕੋਈ ਐਗਰੀਮੈਂਟ ਤੇ ਨਾ ਹੀ ਕੈਂਸਲੇਸ਼ਨ ਚਾਰजेस ਤੇ ਹੋਰ ਕ੍ਰੈਡਿਟ ਚੈੱਕ ਵੀ ਨਹੀਂ ਲੱਗੇਗਾ। ਮੰਥਲੀ ਚਾਰजेस $1428 plus tax, one time device cost $49.99 plus tax। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪ੍ਰਿਆ ਜੀ ਨੂੰ 6476494000 647 649 4000। ਦੁਪਹਿਰ 12 ਵਜੇ ਤੋਂ ਸ਼ਾਮ 7 ਵਜੇ ਤੱਕ। ਓ ਘਰ ਤੇ ਤੈਨੂੰ ਬਹੁਤ ਵਧੀਆ ਬਣਾ ਕੇ ਦੇਣਾ ਤੇ ਕੱਢ ਦੇਣੇ ਆ ਕੜੇਲਾ, ਜਿੰਨੂੰ ਵੇਖ ਕੇ ਜਾਣਗੇ ਸ਼ਰੀਕ ਵੀ ਹਿੱਲ। ਸ਼ਰੀਕਾਂ ਦੇ ਕੱਢਦੇ ਕੜੇਲ ਕਿਤੇ ਆਪਣਾ ਘਰ ਨਾ ਜਾਵੇ ਹਿੱਲ। ਧਿਆਨ ਰੱਖੀ ਘਰ ਦੇ ਵਿੱਚ ਪਲੰਬਿੰਗ ਐਂਡ ਇਲੈਕਟ੍ਰੀਕਲ ਦਾ ਸਮਾਨ ਹੋਵੇ ਨੰਬਰ 1। ਓਏ GTA ਪਲੰਬਿੰਗ ਐਂਡ ਇਲੈਕਟ੍ਰਿਕ ਸਪਲਾਈ ਬਰਮਟਨ ਵਿੱਚ ਸਟੋਰ ਆ ਨੰਬਰ 1। ਅੱਛਾ, ਉਹੀ GTA ਵਾਲੇ ਜਿੱਥੋਂ ਕੰਟਰੈਕਟਰਸ ਲਈ ਘਰ ਦੇ ਵਿੱਚ ਪਲੰਬਿੰਗ ਤੇ ਇਲੈਕਟ੍ਰੀਕਲ ਦਾ ਸਾਰਾ ਸਮਾਨ ਡਿਸਕਾਊਂਟ ਤੇ ਮਿਲਦਾ। ਵਾਸ਼ਰੂਮ ਲਈ ਵੈਂਟੀਜ਼, ਟੈਪਸ, ਸਪੌਟਲਾਈਟਸ ਤੇ ਰੇਂਜ ਹੁੱਡਸ ਮਿਲਦੇ ਆ। ਫਿਰ ਕਾਹਨੂੰ ਕਰਨੀ ਹੈ ਦੇਰ, ਅੱਜ ਹੀ ਪਹੁੰਚੋ 241 ਕਲੈਰੈਂਸ ਸਟਰੀਟ ਬਰੈਂਪਟਨ ਤੇ ਸੰਪਰਕ ਕਰੋ 905 792 0036 905 792 0036। ਕੀ ਤੁਸੀਂ ਓਨਰ ਆਪਰੇਟਰ ਬਣਨਾ ਚਾਹੁੰਦੇ ਹੋ, ਟਰੱਕ ਪਾਉਣ ਬਾਰੇ ਸੋਚ ਰਹੇ ਹੋ ਜਾਂ ਡਰਾਈਵਰੀ ਕਰਨੀ ਹੈ ਤਾਂ ਅੱਜ ਹੀ ਸੰਪਰਕ ਕਰੋ ਰੋਇਲ ਕ੍ਰੋਨ ਐਕਸਪ੍ਰੈਸ ਤੇ ਪ੍ਰੀਤ ਕਾਲੋ ਹੁਰਾਂ ਦੇ ਨਾਲ 6472106000 647 210 6000। प्रॉपर्टी रेट होवे उत्ते या थल्ले, रॉयल लीपेज वाले हरपाल भल्ला हमेशा कराउंदे ने बल्ले बल्ले। ਇਹਨਾਂ ਕੋਲ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਇਨਵੈਸਟਮੈਂਟ, ਲੀਜ਼ ਤੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟ ਹਮੇਸ਼ਾ ਅਵੇਲੇਬਲ ਰਹਿੰਦੇ ਨੇ। ਇਹ ਫ੍ਰੀ ਹੋਮ ਐਵੋਲੂਸ਼ਨ ਵੀ ਕਰਦੇ ਨੇ। ਨਵੇਂ ਰੀਅਲਟਰਸ ਜੇ ਇਹਨਾਂ ਨੂੰ ਜੁਆਇਨ ਕਰਨਾ ਚਾਹਣ ਤਾਂ ਐਡਵਾਈਸ ਲੈ ਸਕਦੇ ਨੇ। ਟੌਪ ਰੀਅਲਟਰ ਰॉयल ਲੀਪੇਜ, ਕਾਲ ਹਰਪਾਲ ਪੱਲਾ 4165602400 416 560 2400। ਆਹਾਹਾਹਾ, ਛੁੱਟੀ ਦਾ ਦਿਨ ਹੋਵੇ ਤੇ ਨਿਆਗਰਾ ਫਾਲਸ, ਸੀਐਨ ਟਾਵਰਸ, ਕਿਊਬਿਕ ਸਿਟੀ ਘੁੰਮਣ ਜਾਣ ਦਾ ਮਨ ਹੈ, ਪਰ ਇੰਨੀ ਡਰਾਈਵ ਕੌਣ ਕਰੇ? ਜੀ ਲੋ ਨੰਬਰ ਤੇ ਹੁਣੇ ਬੁਕਿੰਗ ਕਰੋ
ਬੈਸਟ ਕੈਨੇਡੀਅਨ ਰਾਈਡ ਸਰਵਿਸ ਟੋਰਾਂਟੋ ਤੋਂ ਮੌਂਟਰੀਅਲ ਤੇ ਮੌਂਟਰੀਅਲ ਤੋਂ ਟੋਰਾਂਟੋ, ਜਿੱਥੇ ਵੀ ਘੁੰਮਣ ਦਾ ਮਨ ਹੋਵੇ ਬਸ ਇੱਕ ਕਾਲ ਤੇ ਹਾਜ਼ਰ ਤੇ ਸੋਨੇ ਤੇ ਸੁਹਾਗਾ ਪਾਰਸਲਸ ਵੀ ਡਿਲੀਵਰ ਕਰਦੇ ਨੇ ਹਰ ਰੋਜ਼ ਮਾਰਨਿੰਗ, ਆਫਟਰਨੂਨ ਐਂਡ ਈਵਨਿੰਗ, ਸਵੇਰੇ ਦੁਪਹਿਰ ਸ਼ਾਮ 24 ਘੰਟੇ ਸਰਵਿਸ। ਕਾਲ 5145606613। ਜਦੋਂ ਸਵਾਦ ਖਾਣੇ ਦੀ ਕ੍ਰੇਵਿੰਗ ਹੋਵੇ ਤਾਂ ਇੱਕੋ ਨਾਮ ਯਾਦ ਆਵੇ, ਬਾਬਾ ਢਾਬਾ, ਜਿੱਥੇ ਮਿਲਦੀ ਏ ਖਾਣੇ ਦੀ ਹਿਊਜ ਵੈਰਾਈਟੀ। ਇਹ 2 ਲੋਕੇਸ਼ਨਸ ਤੋਂ ਸਰਵ ਕਰਦੇ ਨੇ। ਤਾਜ਼ਾ ਤੇ ਸਵਾਦਲਾ ਖਾਣਾ ਖਾਣ ਲਈ ਜ਼ਰੂਰ ਆਓ। ਬਾਬਾ ਢਾਬਾ ਰੈਸਟੋਰੈਂਟ 255 ਰਦਰਫੋਰਡ ਰੋਡ, ਸਾਊਥ ਬ੍ਰੈਂਪਟਨ। ਸਰਵਿਸ 2 ਲੋਕੇਸ਼ਨ। ਕਾਲ ਮਹਾਵੀਰ ਬਾਟ 9054994314 905 499 4314। ਕਿਆ ਬਾਤ ਬਈ, ਗੱਡੀ ਤਾਂ ਨਵੀਂ ਕਢਾਈ ਲੱਗਦੀ। ਉਹ ਨਾ ਉਹ ਆ ਬਸ ਰਿਪੇਅਰ ਕਰਾਈ ਆ। ਉਹ ਕਿੱਥੋਂ? ਪੀਲ ਆਟੋ ਕਲੀਜਨ ਵਾਲਿਆਂ ਕੋਲੋਂ। ਜੀ ਹਾਂ, ਜੇ ਤੁਸੀਂ ਵੀ ਗੱਡੀ ਦੀ ਰਿਪੇਅਰ, ਡੈਂਟਿੰਗ, ਪੇਂਟਿੰਗ ਕਰਾਉਣੀ ਹੋਵੇ, GTA ਵਿੱਚ ਕੋਈ ਵੀ ਐਕਸੀਡੈਂਟ ਹੋਵੇ ਤਾਂ ਗੱਡੀ ਨੂੰ ਰਿਪੇਅਰ ਕਰਦੇ ਨੇ। ਹਰ ਇੱਕ ਇੰਸ਼ੋਰੈਂਸ ਕੰਪਨੀ ਦੇ ਨਾਲ ਇਹਨਾਂ ਦਾ ਟਾਈ ਅਪ ਹੈ। ਹੁਣ ਗੱਡੀ ਦੀ ਨੋ ਮੋਰ ਟੈਨਸ਼ਨ, ਕਿਉਂਕਿ ਬਸ ਅੱਜ ਹੀ ਆਓ। ਪੀਲ ਆਟੋ ਕਲੀਜਨ 14 ਹਿਲ ਰੋਡ, ਬ੍ਰੈਂਪਟਨ। ਕਾਲ ਦਰਬਾਰਾ ਸਿੰਘ 9054591300 905 459 1300। ਸੋਫਾ ਸਟੂਡੀਓ 'ਚ ਘਰ ਦੇ ਵਿੱਚ ਵਧੀਆ ਸੋਫਾ ਪਵਾਉਣਾ ਚਾਹੁੰਦੇ ਹੋ, ਭਾਵੇਂ ਲੈਦਰ ਦਾ ਹੋਵੇ ਜਾਂ ਕੱਪੜੇ ਦਾ ਹੋਵੇ, ਜਿਸ ਤਰ੍ਹਾਂ ਦਾ ਚਾਹੋਗੇ ਉਸ ਤਰ੍ਹਾਂ ਦਾ ਸੋਫਾ ਤਿਆਰ ਕਰਕੇ ਤੁਹਾਡੇ ਘਰੇ ਡਿਲੀਵਰ ਕੀਤਾ ਜਾਵੇਗਾ। ਸਗਨਦੀਪ ਨੂੰ ਕਾਲ ਕਰ ਸਕਦੇ ਹੋ 905 799 8877 9057998877। ਸੋਫਾ ਸਟੂਡੀਓ। ਬਸ ਤੂੰ ਹੁਣ ਤਿਆਰੀ ਖਿੱਚ, ਛੇਤੀ ਇੱਥੇ ਆਉਣ ਦੀ। ਅੱਛਾ, ਨਾਲੇ ਕਹਿੰਦੇ ਬੜਾ ਹੀ ਔਖਾ ਹੈ। ਉਹ ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਦੇ ਹੁੰਦਿਆਂ ਕੋਈ ਔਖਾ ਨਹੀਂ। ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਫॉर स्टूडेंट वीजा, विजिटर वीजा, LMI refugees case appeals, family case sponsorship. Call Sandeep Singh 6477862012 647 786 2012। ਵਾਹ ਜੀ, ਤੁਹਾਡਾ ਘਰ ਤਾਂ ਬਹੁਤ ਸੋਹਣਾ ਹੈ। ਸੋਹਣਾ ਕਿਉਂ ਨਾ ਹੋਵੇ, ਇੰਨੀ ਮਿਹਨਤ ਕੀਤੀ ਹੈ ਲੱਭਣ ਚ, ਇੰਨੀਆਂ ਟੱਕਰਾਂ ਮਾਰੀਆਂ ਨੇ। ਹੁਣ ਟੱਕਰਾਂ ਮਾਰਨ ਦੀ ਕੋਈ ਲੋੜ ਨਹੀਂ, ਕਿਉਂਕਿ ਤੁਹਾਡੇ ਲਈ ਮਿਹਨਤ ਕਰਦੇ ਨੇ ਰੀਮੈਕਸ ਰਿਐਲਿਟੀ ਦੇ ਪੰਕਜ ਸਪਰਾ ਜੀ। ਇਹ ਤੁਹਾਡੇ ਸੁਪਨਿਆਂ ਦਾ ਘਰ ਲੱਭਣ ਚ ਤੁਹਾਡੀ ਮਦਦ ਕਰਨਗੇ, ਉਹ ਵੀ ਅਫੋਰਡੇਬਲ ਪ੍ਰਾਈਸਸ ਦੇ ਵਿੱਚ। ਘਰ ਵੇਚਣਾ ਜਾਂ ਖਰੀਦਣਾ ਚਾਹੁੰਦੇ ਹੋ ਤੇ ਅੱਜ ਹੀ ਮਿਲੋ ਰੀਮੈਕਸ ਰਿਐਲਿਟੀ ਸਰਵਿਸ ਇਨਕੋਰਪੋਰੇਸ਼ਨ ਦੇ ਪੰਕਜ ਸਪਰਾ ਨੂੰ। ਕਾਲ 4167222385 416 722 2385। की टू हैप्पीनेस इज फाइंडिंग द राइट होम। ਮੋਰਗੇਜ ਮਿਲੇ ਛੇਤੀ ਤੇ ਟੈਨਸ਼ਨ ਹੋਵੇ ਘੱਟ, ਇਸ ਲਈ ਯਾਦ ਰੱਖੋ ਇੱਕੋ ਨਾ, ਪਰਮਿੰਦਰ ਮੰਗਟ। 16 ਸਾਲਾਂ ਤੋਂ ਵੱਧ ਐਕਸਪੀਰੀਅੰਸ ਤੇ RBC ਨਾਲ ਟੌਪ ਪ੍ਰੋਡਿਊਸਰ ਰਹਿ ਚੁੱਕੇ ਪਰਮਿੰਦਰ ਮੰਗਟ ਹੁਣ ਆਪਣੀ ਮੋਰਗੇਜ ਅਲਾਈਅੰਸ ਟੀਮ ਰਾਹੀਂ ਤੁਹਾਨੂੰ ਬਹੁਤ ਸਾਰੇ ਬੈਂਕਸ ਤੋਂ ਬੈਸਟ ਡੀਲਸ ਲੈ ਕੇ ਦੇ ਸਕਦੇ ਨੇ। ਸੈਲਫ ਇੰਪਲੋਇਡ ਵਾਸਤੇ ਖਾਸ ਪ੍ਰੋਗਰਾਮ, no last minute surprises, First mortgage, second mortgage, private funds, truck loans, business loans। ਸਾਰੇ ਹੀ ਕੰਮਾਂ ਲਈ ਇੱਕੋ ਨਾ, ਜਿੱਥੇ ਕੰਮ ਹੋਵੇ ਛੇਤੀ ਤੇ ਟੈਨਸ਼ਨ ਹੋਵੇ ਘੱਟ, ਪਰਮਿੰਦਰ ਮੰਗਟ। 6472859119 ਜਾਨੀ 647 285 9119। ਪਰਮਿੰਦਰ ਮੰਗਟ with Mortgage Alliance। Broker license number 10530। ਕੀ ਗੱਲ ਅੰਕਲ ਜੀ, ਬੜੇ ਪਰੇਸ਼ਾਨ ਹੋ? ਕੀ ਦੱਸਾਂ ਪੁੱਤਰ, ਇੱਕ ਤਾਂ ਤੇਰੀ ਆਂਟੀ ਬਹੁਤ ਬਿਮਾਰ ਰਹਿੰਦੇ ਨੇ, ਕੋਈ ਦਵਾਈ ਅਸਰ ਨਹੀਂ ਕਰਦੀ। ਉੱਤੋਂ ਹੱਲੇ ਤੱਕ ਸੋਨੂ ਦੀ ਸ਼ਾਦੀ ਨਹੀਂ ਹੋਣ ਕਰਕੇ ਨਸ਼ੇ ਵਿੱਚ ਪੈ ਗਿਆ, ਤੇ ਨਿੱਕੀ ਦੇ ਘਰ ਦੇ ਕਲੇਸ਼ ਕਰਕੇ ਵੀ ਮੈਨੂੰ ਤੇ ਸਮਝ ਨਹੀਂ ਆਉਂਦਾ ਕੀ ਕਰਾਂ। ਉਹ ਅੰਕਲ ਜੀ, ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਮਿਲੇਗਾ ਤੁਹਾਨੂੰ ਜੋਤਿਸ਼ ਗੁਰੂ ਬਲਦੇਵ ਸਿੰਘ ਜੀ ਕੋਲ, ਜੋ ਕਿ ਭ੍ਰਿਗੂ ਜੋਤਿਸ਼ ਸੰਸਥਾਨ ਦੁਆਰਾ 7 ਟਾਈਮ 골ਡ ਮੈਡਲ ਜਿੱਤ ਚੁੱਕੇ ਨੇ। ਜੀ ਹਾਂ, ਜੋਤਿਸ਼ ਗੁਰੂ ਬਲਦੇਵ ਸਿੰਘ ਜੋ ਮਹਾਦਸ਼ਾ, ਅੰਤਰਦਸ਼ਾ, ਨਜ਼ਰ ਦੋਸ਼, ਵਾਸਤੂ, ਗੰਡਮੂਲ ਦੋਸ਼, ਘਰੇਲੂ ਕਲੇਸ਼, ਜਾਦੂ ਟੋਣਾ, ਪਤੀ ਪਤਨੀ ਦਾ ਝਗੜਾ, ਤਲਾਕ ਦੀ ਨੌਬਤ ਆਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਸੰਤਾਨ ਕਹਿਣੇ ਤੋਂ ਬਾਹਰ ਹੋਣਾ, ਵਿਆਹ 'ਚ ਦੇਰੀ, PR ਨਾ ਮਿਲਣਾ, ਬੈਂਡ ਘੱਟ ਆਉਣਾ, ਲੋਟਰੀ ਨਾ ਲੱਗਣਾ, ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਹਵਨ ਪੂਜਾ ਪਾਠ ਦੁਆਰਾ ਜੜੋਂ ਖਤਮ ਕਰਦੇ ਨੇ। ਅੱਜ ਹੀ ਕਾਲ ਕਰੋ 7427047267 742 704 7267। ਹਾਂ ਬਿਲਕੁਲ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਦਾ ਸਵਾਗਤ ਹੈ ਜੀ। ਤੁਹਾਨੂੰ ਦੱਸਿਆ ਸੀਗਾ ਵੀ ਜਿਹੜੀਆਂ ਕਾਲਾਂ ਉਹ ਨਹੀਂ ਮਿਲ ਰਹੀਆਂ ਜੀ ਇਸ ਟਾਈਮ, ਜਿਹੜੇ ਰੋਜਰ ਦੇ ਇੰਟਰਨੈਟ ਦੀ ਪ੍ਰੋਬਲਮ ਆ ਰਹੀ ਹੈ ਜੀ। ਤਾਂ ਆਪਾਂ ਥੋੜੀ ਜਿਹੀ ਗੱਲਬਾਤ ਕਰਦੇ ਹਾਂ ਅਰਸ਼ਦੀਪ ਹੋਣਾ ਦੇ ਨਾਲ। ਤਾਂ ਮੈਂ ਬੇਨਤੀ ਕਰਦਾ ਹਰਜਿੰਦਰ ਧਨੋਵਾ ਹੋਣੀ ਜੇ ਸਾਨੂੰ ਸੁਣਦੇ ਹੋ ਤਾਂ ਸਟੂਡੀਓ ਦੇ ਵਿੱਚ ਕਾਲ ਲਾਉਣ, ਕਿਉਂਕਿ ਸੈੱਲ ਫੋਨ ਤੇ ਕਾਲ ਨਹੀਂ ਲੱਗ ਰਹੀ। ਮੈਂ ਬੜੀ ਵਾਰੀ ਟਰਾਈ ਕੀਤੀ ਆ, ਤੁਸੀਂ ਸਟੂਡੀਓ ਦੀ ਕਾਲ ਜਿਹੜੀ ਸਟੂਡੀਓ ਦੇ ਵਿੱਚ ਕਰ ਸਕਦੇ ਹੋ। ਆਪਾਂ ਚੱਲਦੇ ਜੀ ਢੀਂਡਸਾ ਤੇ ਬ੍ਰਹਮਪੁਰਾ ਹੋਏ ਇਕੱਠੇ ਜੀ। ਦੇਖੋ ਜੀ, ਸੁਖਦੇਵ ਸਿੰਘ ਢੀਂਡਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਬਾਰੇ ਆਪਾਂ ਕੁਝ ਦਿਨ ਪਹਿਲਾਂ ਗੱਲ ਕੀਤੀ ਸੀ ਕਿ ਕੁਝ ਦਿਨਾਂ ਦੇ ਵਿੱਚ ਆਪਣੀਆਂ ਪਾਰਟੀਆਂ ਜਿਹੜੀਆਂ ਉਹ ਭੰਗ ਕਰਨਗੇ, ਤੇ ਭੰਗ ਕਰਨ ਤੋਂ ਬਾਅਦ ਇੱਕ ਨਵੀਂ ਪਾਰਟੀ ਹੋਂਦ 'ਚ ਲਿਆਉਣਗੇ। ਤਾਂ ਉਹਨਾਂ ਨੇ ਅੱਜ ਉਸ ਪ੍ਰਕਿਰਿਆ ਨੂੰ ਜਿਹੜਾ ਉਹ ਅੱਗੇ ਵਧਾਇਆਗਾ
ਕਿਉਂਕਿ ਸੁਖਦੇਵ ਸਿੰਘ ਢੀਂਡਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਅਕਾਲੀ ਦਲ ਦੇ ਨਾਲੋਂ ਵੱਖਰੇ ਹੋਏ, ਜਿਹਦੇ 'ਚ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਤੇ ਜਿਹੜੇ ਉਹ ਕਈ ਗੰਭੀਰ ਕਿਸਮ ਦੇ ਆਰੋਪ ਲਗਾਏ। ਬੇਸ਼ੱਕ ਲੋਕਾਂ ਨੇ ਇਹ ਵੀ ਟਿੱਪਣੀ ਕੀਤੀ ਤੇ ਲੋਕਾਂ ਦਾ ਸ਼ੱਕ ਜਿਹੜਾ ਹੈਗਾ ਉਹ ਵਾਜਬ ਵੀ ਹੈ ਕਿਸੇ ਹੱਦ ਤੱਕ, ਕਿ ਜਦੋਂ ਸੱਤਾ ਦੇ ਵਿੱਚ ਸੀ ਅਕਾਲੀ ਦਲ ਤਾਂ ਉਸ ਸਮੇਂ ਇਹਨਾਂ ਲੀਡਰਾਂ ਵੱਲੋਂ ਫੈਸਲੇ ਜਿਹੜੇ ਉਹ ਨਹੀਂ ਲਏ ਗਏ, ਪਰ ਸੱਤਾ 'ਚੋਂ ਬਾਹਰ ਆਉਣ ਤੋਂ ਬਾਅਦ ਫੇਰ ਹੀ ਜਿਹੜੇ ਕਦਮ ਉਹ ਚੁੱਕੇ ਗਏ। ਤਾਂ ਹੁਣ ਦੋਵਾਂ ਵੱਲੋਂ ਵੱਖੋ ਵੱਖਰੀਆਂ ਪਾਰਟੀਆਂ ਜਿਹੜੀਆਂ ਬਣਾ ਲਈਆਂ ਗਈਆਂ ਸੀ ਤੇ ਵੱਖੋ ਵੱਖਰੇ ਤੌਰ ਤੇ, ਕਿਉਂਕਿ ਵੈਸੇ ਤਾਂ ਜਿਹੜਾ ਇਹਨਾਂ ਦਾ ਪ੍ਰਭਾਵ ਉਹ ਆਪਣੇ ਜ਼ਿਲ੍ਹਿਆਂ ਤੱਕ ਹੀ ਸੀਮਤ ਹੈਗਾ, ਬਾਕੀ ਜਗ੍ਹਾ ਤੇ ਉਸ ਹਿਸਾਬ ਦਾ ਪ੍ਰਭਾਵ ਜਿਹੜਾ ਨਹੀਂ ਹੈ ਜਿਹੜਾ ਆਪਣੇ ਜ਼ਿਲ੍ਹਿਆਂ ਦੇ ਵਿੱਚ ਹੈ। ਪਰ ਫਿਰ ਵੀ ਦੋਵੇਂ ਪੁਰਾਣੇ ਲੀਡਰ ਨੇ ਤੇ ਇਸ ਕਰਕੇ ਲਗਾਤਾਰ ਇਹ ਮੰਗ ਉੱਠ ਰਹੀ ਸੀ ਕਿ ਦੋਵਾਂ ਨੂੰ ਕਮ ਸੇ ਕਮ ਪਹਿਲਾਂ ਇਕੱਠੇ ਹੋਣਾ ਚਾਹੀਦਾ, ਫੇਰ ਜਿਹੜਾ ਚੌਥਾ ਫਰੰਟ ਬਣਾਉਣ ਦੇ ਵੱਲ ਵਧਣਾ ਚਾਹੀਦਾ, ਫੇਰ ਅੱਗੇ ਇਕਜੁੱਟਤਾ ਦੀ ਗੱਲ ਜਿਹੜੀ ਉਹ ਕਰਨੀ ਚਾਹੀਦੀ ਹੈ। ਤੇ ਇਸ ਨੂੰ ਲੈ ਕੇ 4 ਮੈਂਬਰੀ ਕਮੇਟੀ ਜਿਹੜੀ ਉਹ ਬਣਾਈ ਗਈ ਸੀ, ਜਿਹਨੂੰ ਬਾਅਦ 'ਚ 6 ਮੈਂਬਰਾਂ 'ਚ ਤਬਦੀਲ ਕਰ ਦਿੱਤਾ ਗਿਆ। ਤੇ ਉਸ ਕਮੇਟੀ ਦੀਆਂ ਮੀਟਿੰਗਾਂ ਤੋਂ ਬਾਅਦ ਅੱਜ ਦੋਵਾਂ ਵੱਲੋਂ ਪ੍ਰੈਸ ਕਾਨਫਰੰਸ ਜਿਹੜੀ ਉਹ ਚੰਡੀਗੜ੍ਹ ਵਿਖੇ ਕੀਤੀ ਗਈ, ਜਿੱਥੇ ਦੋਵਾਂ ਨੇ ਆਪੋ ਆਪਣੀਆਂ ਪਾਰਟੀਆਂ ਜਿਹੜੀਆਂ ਉਹ ਭੰਗ ਕਰ ਦਿੱਤੀਆਂ ਨੇ। ਤੇ ਹੁਣ ਨਵੀਂ ਪਾਰਟੀ ਜਿਹੜੀ ਇਹਨਾਂ ਵੱਲੋਂ ਬਣਾਈ ਜਾਣੀ ਹੈ, ਜਿਹਦੇ ਸਰਪ੍ਰਸਤ ਰਣਜੀਤ ਸਿੰਘ ਬ੍ਰਹਮਪੁਰਾ ਹੋਣਗੇ, ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਹੋਣਗੇ ਅਤੇ ਪਾਰਟੀ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਹੀ ਹੋਊਗਾ। ਪਰ ਆਖਰੀ ਸ਼ਬਦ ਕਿਹੜਾ ਲਾਉਣਾ ਨਾਲ ਉਹ ਹਾਲੇ ਦੋਵੇਂ ਲੀਡਰਾਂ ਨੇ ਤੈਅ ਜਿਹੜਾ ਹੈ ਉਹ ਨਹੀਂ ਕੀਤਾ, ਜਾਂ ਇਹ ਕਹਿ ਲਓ ਕਿ ਮੀਡੀਆ ਦੇ ਸਾਹਮਣੇ ਜਿਹੜਾ ਉਹ ਨਹੀਂ ਦੱਸਿਆ ਗਿਆ। ਤਾਂ ਇੱਥੋਂ ਸਾਫ਼ ਹੈ ਕਿ ਦੋਵੇਂ ਇਕਜੁੱਟਤਾ ਵੱਲ ਵਧੇ ਨੇ ਤੇ ਨਾਲੋਂ ਨਾਲ ਇਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਜਿਹੜੇ ਬਾਕੀ ਲੀਡਰ ਨੇ, ਜਿਵੇਂ ਸੁਖਪਾਲ ਖਹਿਰਾ ਗਾ, ਬੈਂਸ ਭਰਾ ਨੇ, ਇਹਨਾਂ ਨੂੰ ਵੀ ਜਿਹੜਾ ਹੈ ਆਪਣੇ ਫਰੰਟ ਦੇ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹਨਾਂ ਵੱਲੋਂ ਕੀਤੀ ਜਾਊਗੀ। ਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣੀਆਂ ਅਤੇ ਉਹ ਚੋਣਾਂ ਲੜ ਕੇ ਜਿੱਤਣਾ ਜਿਹੜਾ ਹੈ ਇਹਨਾਂ ਦੀ ਪਾਰਟੀ ਦਾ ਸਭ ਤੋਂ ਪਹਿਲਾ ਮੁੱਖ ਨਿਸ਼ਾਨਾ ਜਿਹੜਾ ਹੋਵੇਗਾ। ਤੇ ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਕੱਲੀ ਭਾਜਪਾ ਨੂੰ ਛੱਡ ਕੇ ਜਿਹੜਾ ਹੈ ਬਾਕੀ ਸਾਰੀਆਂ ਪਾਰਟੀਆਂ ਦੇ ਨਾਲ ਅਲਾਇੰਸ ਕਰਨ ਦੇ ਲਈ ਦਰਵਾਜ਼ੇ ਖੋਲ੍ਹੇ ਗਏ ਨੇ। ਕਾਂਗਰਸ ਨੂੰ ਛੱਡ ਕੇ, ਭਾਜਪਾ ਨੂੰ ਛੱਡ ਕੇ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਬਾਕੀ ਜਿੰਨੀਆਂ ਵੀ ਪਾਰਟੀਆਂ ਨੇ ਜਾਂ ਜਿਹੜੇ ਲੀਡਰ ਨੇ ਉਹ ਪਾਰਟੀ ਪਲੇਟਫਾਰਮ 'ਚੋਂ ਬਾਹਰ ਆ ਕੇ ਜੇ ਇਹਨਾਂ ਦੇ ਨਾਲ ਮਿਲਦੇ ਨੇ ਤਾਂ ਉਹ ਉਹਨਾਂ ਦਾ ਸਵਾਗਤ ਜਿਹੜਾ ਉਹ ਕਰਨਗੇ। ਇਹ ਇਹਨਾਂ ਵੱਲੋਂ ਅੱਜ ਸਟੇਟਮੈਂਟ ਦਿੱਤੀ ਗਈ ਹੈ ਤੇ ਦੋਵੇਂ ਲੀਡਰ ਜਿਹੜੇ ਉਹ ਦੁਬਾਰਾ ਇਕੱਠੇ ਹੋਏ ਨੇ ਇੱਕ ਮੰਚ ਤੇ। ਕਿਉਂ ਲੱਗਦਾ ਸਿਆਸੀ ਸਰਗਰਮੀਆਂ ਜਿਹੜੀਆਂ ਉਹ ਦੁਬਾਰਾ ਤੋਂ ਸ਼ੁਰੂ ਹੋਣਗੀਆਂ। ਤੇ ਨਾਲੋਂ ਨਾਲ ਉਹਨਾਂ ਨੇ ਹੁਣ ਅੱਜ ਇਹ ਵੀ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ 'ਚੋਂ ਕਿਹੜਾ ਲੀਡਰ ਸਾਡੇ ਨਾਲ ਆਊਗਾ, ਇਹਦੀ ਅਸੀਂ ਭਿਣਕ ਵੀ ਜਿਹੜੀ ਉਹ ਮੀਡੀਆ ਨੂੰ ਨਹੀਂ ਪੈਣ ਦੇਵਾਂਗੇ। ਉਹ ਕਹਿੰਦੇ ਕਿ ਪਹਿਲਾਂ ਭਿਣਕ ਮੀਡੀਆ ਨੂੰ ਪੈ ਜਾਂਦੀ ਸੀ ਤੇ ਗੱਲ ਜਿਹੜੀ ਉਹ ਵਿੱਚ ਵਿਚਾਲੇ ਰਹਿ ਜਾਂਦੀ ਸੀ, ਕਿਉਂਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੀਆਂ ਚਰਚਾਵਾਂ ਚੱਲੀਆਂ, ਉਹਨਾਂ ਦੇ ਬਿਆਨ ਵੀ ਜਿਹੜੇ ਸਾਹਮਣੇ ਆਏ, ਪਰ ਬਾਅਦ ਦੇ ਵਿੱਚ ਉਹਨਾਂ ਨੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸਾਥ ਉਹ ਨਹੀਂ ਛੱਡਿਆ। ਤਾਂ ਹੁਣ ਉਹਨਾਂ ਨੇ ਸਾਫ਼ ਕਿਹਾ ਕਿ ਅਸੀਂ ਭਿਣਕ ਵੀ ਜਿਹੜੀ ਉਹ ਮੀਡੀਆ ਨੂੰ ਨਹੀਂ ਪੈਣ ਦਿਆਂਗੇ ਤੇ ਜਦੋਂ ਜੁਆਇਨ ਕਰਾਵਾਂਗੇ ਉਸ ਸਮੇਂ ਮੀਡੀਆ ਨੂੰ ਪਤਾ ਜਿਹੜਾ ਉਹ ਲੱਗਣ ਦਿੱਤਾ ਜਾਊਗਾ ਤਾਂ ਕਿ ਸਾਡਾ ਜਿਹੜਾ ਕੰਮ ਆ ਉਹ ਵਿੱਚ ਵਿਚਾਲੇ ਨਾ ਰਹਿ ਜੇ। ਤਾਂ ਇਹਦਾ ਮਤਲਬ ਉਹ ਹਾਲੇ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਈ ਲੀਡਰਾਂ ਦੇ ਸੰਪਰਕ ਦੇ ਵਿੱਚ ਨੇ। ਬਿਲਕੁਲ ਜੀ, ਆਪਣੇ ਨਾਲ ਹਰਜਿੰਦਰ ਸਿੰਘ ਧਨੋਆ ਹੁਣੀ ਜੁੜ ਚੁੱਕੇ। ਤੁਸੀਂ ਲਾਈਨਾਂ ਇਦਾਂ ਹੋਲਡ ਕਰਨੀਆਂ ਕਿਉਂਕਿ ਆਪਣੀਆਂ ਖਬਰਾਂ ਜਿਹੜੀਆਂ ਅੱਜ ਇੰਟਰਨੈਟ ਦੀ ਪ੍ਰੋਬਲਮ ਚੱਲ ਰਹੀ ਹੈ ਜੀ, ਰੋਜਰ ਦੀ ਤੇ ਕਾਲਾਂ ਨਹੀਂ ਸੀ ਮਿਲ ਰਹੀਆਂ, ਆਪਾਂ ਉਹਨਾਂ ਨੂੰ ਔਨ ਏਅਰ ਕਰਦੇ ਤੇ ਨਾਲ ਹੀ ਫਿਰ ਉਸ ਤੋਂ ਬਾਅਦ ਕਾਲ 1 ਬਾਈ ਔਨ ਏਅਰ ਕਰਦੇ ਹਾਂ। ਹਾਂਜੀ ਹਰਜਿੰਦਰ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਹਾਂਜੀ ਚੰਦੀ ਸਾਹਿਬ ਤੇ ਜਿੰਨੇ ਵੀ ਆਪਣੇ PTN 24 ਦੇ ਨਾਲ ਸਰੋਤੇ ਜੁੜੇ ਆ ਸਾਰਿਆਂ ਨੂੰ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਚੰਦੀ ਸਾਹਿਬ ਮਾਫੀ ਚਾਹੁੰਦੇ ਆ, ਅੱਜ ਸਵੇਰ ਤੋਂ ਹੀ ਜਿਹੜੇ ਇੰਟਰਨੈਟ ਦੀ ਰੋਜਰ ਨੂੰ ਪ੍ਰੋਬਲਮ ਆਈ ਆ ਜੀ, ਉਹਦੇ ਕਰਕੇ ਵੀ ਹੁਣ ਤੁਸੀਂ ਰੇਡੀਓ ਵੀ 9:30 ਵਜੇ ਚੱਲਿਆ ਕਿਉਂਕਿ ਆਨਲਾਈਨ ਤੁਸੀਂ ਰੇਡੀਓ ਵੀ ਪਹਿਲਾਂ ਨਹੀਂ ਸੀ ਸੁਣ ਸਕਦੇ ਉਹ, ਤੇ ਉਹ ਇਸ ਕਰਕੇ ਆ 57 ਵਾਰੀ ਮੈਂ ਕਾਲ ਤੁਹਾਡੇ ਫੋਨ ਤੇ ਮਿਲਾਈ ਆ, ਫਿਰ ਨਹੀਂ ਮਿਲੀ ਆ। ਹੁਣ ਸਟੂਡੀਓ ਤੇ ਕਾਲ ਕੀਤੀ ਆ, ਫਿਰ ਵੀ 7-8 ਕਾਲਾਂ ਤੋਂ ਬਾਅਦ ਹੀ ਜਾ ਕੇ ਮਿਲੀ ਆ ਜੀ। ਮਤਲਬ ਕਿ ਅੱਧਿਓਂ ਜ਼ਿਆਦਾ એનર્ਜੀ ਤਾਂ ਅੱਜ ਫੋਨ ਮਿਲਾਉਣ ਤੇ ਹੀ ਲੱਗ ਗਈ ਆ ਜੀ। ਦੇਖ ਲਓ ਇੰਟਰਨੈਟ ਦਾ ਯੁੱਗ ਹੈ ਜੀ, ਇੰਟਰਨੈਟ ਤੋਂ ਬਿਨਾਂ ਸਾਰਾ ਕੁਝ ਹੀ ਫ੍ਰੀਜ ਹੋ ਜਾਂਦਾ ਜੀ। ਬਿਲਕੁਲ ਜੀ, ਬਿਲਕੁਲ। ਚਲੋ ਆਪਾਂ ਝਾਤ ਮਾਰਦੇ ਆਪਾਂ ਖਬਰਾਂ ਵੱਲ ਦੀ। ਆਪਾਂ ਜੇ ਸੈਟਰਡੇ ਦੇ ਕੇਸਾਂ ਦੀ ਆਪਾਂ ਗੱਲ ਕੀਤੀ ਜਾਵੇ, 4362 ਕੇਸ ਜਿਹੜੇ ਆਏ ਸੀ ਸੈਟਰਡੇ, ਤੇ ਡੈਥ 34 ਹੋਈਆਂ ਸੀ ਤੇ ਟੈਸਟ 56,852 ਹੋਏ ਸੀ। ਤਾਂ ਟੋਰਾਂਟੋ ਦੇ ਵਿੱਚ 1162 ਕੇਸ ਆਏ ਸੀ, ਪੀਲ ਦੇ ਵਿੱਚ 936 ਤੇ ਯਾਰਕ ਰੀਜਨ 'ਚ 430 ਤੇ ਡਰਹਮ 'ਚ 301 ਤੇ ਹਾਲਟਨ 'ਚ 144 ਕੇਸ ਆਏ ਸੀ। ਤੇ ਜੇ ਆਪਾਂ ਸੰਡੇ ਦੀ ਗੱਲ ਕੀਤੀ ਜਾਵੇ ਤੇ 4250 ਕੇਸ ਸੰਡੇ ਆਏ ਸੀਗੇ, ਡੈਥ 18 ਹੋਈਆਂ ਸੀ ਤੇ 3000 ਕੇਸ ਜਿਹੜੇ ਘਟੇ ਸੀਗੇ ਜੀ, ਜਿਹੜੇ ਆਪਣੇ ਟੈਸਟ ਹੋਏ ਸੀ 53,776 ਤੇ ਟੋਰਾਂਟੋ ਦੇ ਵਿੱਚ ਤਾਂ ਬਹੁਤ ਨੰਬਰ ਵੱਧ ਗਿਆ ਜੀ, 1392 ਕੇਸ ਜਿਹੜੇ ਟੋਰਾਂਟੋ 'ਚ ਆਏ ਸੀ ਜੀ। ਪੀਲ 'ਚ ਥੋੜੇ ਜਿਹੇ ਘਟੇ ਜੀ, 714 ਤੇ ਯਾਰਕ ਰੀਜਨ 'ਚ 483, ਡਰਹਮ 'ਚ 279, ਹੈਮਿਲਟਨ 151, ਹਾਲਟਨ 127। ਤੇ ਜੇ ਆਪਾਂ ਪੋਜ਼ਿਟਿਵਿਟੀ ਰੇਟ ਦੀ ਗੱਲ ਕਰਦੇ ਹਾਂ ਤੇ 9.2% ਜਿਹੜੀ ਆਈ ਆ, ਇਹ ਵੀ ਹੈ ਜੀ ਕਾਫੀ ਵੱਡਾ ਨੰਬਰ ਹੈ ਜੀ ਇਹ ਜੀ।
ਤੇ ਫਰਾਈਡੇ ਦੀ ਗੱਲ ਹੈ, ਜਿਸ ਤਰ੍ਹਾਂ ਆਪਾਂ ਵੇਟ ਕਰ ਰਹੇ ਸੀਗੇ ਕਿ ਡੱਗ ਫੂਡ ਆਪਣੇ ਨਵੀਂ ਨਿਊ ਰਿਸਟ੍ਰਿਕਸ਼ਨ ਜਿਹੜੀ ਆ ਲੈ ਕੇ ਆਉਣਗੇ, ਤਾਂ ਫਰਾਈਡੇ 4 ਵਜੇ ਤੋਂ ਬਾਅਦ ਇਹਨਾਂ ਨੇ ਅਨਾਉਂਸ ਕਰ ਦਿੱਤਾ ਸੀਗਾ ਕਿ ਜਿੰਨੇ ਵੀ ਆਪਣੇ ਅੰਟੇਰੀਓ ਦੇ ਨਾਲ ਬਾਰਡਰ ਲੱਗਦੇ ਆ, ਜਿਵੇਂ ਕਬੈਕ ਦਾ ਲੱਗਦਾ, ਮੈਨੀਟੋਬਾ ਦਾ ਲੱਗਦਾ, ਇਹਨਾਂ ਨੇ ਅੱਜ ਸਵੇਰ ਤੋਂ 12:01 ਤੋਂ ਉਹ ਬੰਦ ਕਰ ਦਿੱਤੇ ਆ। ਉਹੋ ਹੀ ਲੋਕ ਜਿਹੜੇ ਬਾਰਡਰ ਕ੍ਰਾਸ ਕਰ ਸਕਦੇ, ਜਿਹੜੇ ਕੋਈ ਐਸੈਂਸ਼ੀਅਲ ਪਰਪਸ ਆ, ਜਿਵੇਂ ਵਰਕ ਹੋਇਆ ਜਾਂ ਮੈਡੀਕਲ ਕੇਅਰ ਹੋਇਆ ਜਾਂ ਟਰਾਂਸਪੋਰਟੇਸ਼ਨ ਹੋਇਆ, ਤੇ ਉਹੀ ਉਹ ਬਾਰਡਰ ਕ੍ਰਾਸ ਕਰ ਸਕਦੇ ਆ। ਤੇ ਹੋਰ ਬਾਕੀ ਡੱਗ ਫੂਡ ਨੇ, ਜਿਵੇਂ ਗੋਲਫ ਕੋਰਸ, ਟੈਨਿਸ ਕੋਰਟ ਤੇ ਬਾਸਕਟਬਾਲ ਕੋਰਟ ਤੇ ਸੌਕਰ ਐਂਡ ਬੇਸਬਾਲ ਫੀਲਡ, ਇਹ ਸਾਰਾ ਕੁਝ ਹੀ ਬੰਦ ਕੀਤਾ ਆ। ਜਿੰਨੇ ਵੀ ਬਿਗ ਬਾਕਸ ਸਟੋਰ ਆ ਜੀ, ਉਹਨਾਂ ਦੀ ਕਪੈਸਿਟੀ ਘਟਾ ਕੇ ਇਹਨਾਂ ਨੇ 25% ਕਰ ਦਿੱਤੀ ਆ। ਜਿੰਨੀਆਂ ਵੀ ਰਿਲੀਜੀਅਸ ਸਰਵਿਸ, ਵੈਡਿੰਗ ਐਂਡ ਫਿਊਨਰਲ ਹੋਮ ਆ, ਇਨਡੋਰ ਕਪੈਸਿਟੀ ਇਹਨਾਂ ਦੀ 10 ਕਰ ਦਿੱਤੀ ਆ। ਤੇ ਨਾਨ ਐਸੈਂਸ਼ੀਅਲ ਕੰਸਟਰਕਸ਼ਨ ਜਿਹੜੀਆਂ ਆ ਉਹ ਵੀ ਬੰਦ ਕੀਤੀਆਂ, ਜਿਵੇਂ ਸ਼ਾਪਿੰਗ ਮਾਲ 'ਚ ਹੋਵੇ ਜਾਂ ਕਿਸੇ ਆਫਿਸ ਪਲੇਸ ਦੇ ਵਿੱਚ ਹੋਵੇ, ਉਹ ਕੰਸਟਰਕਸ਼ਨ ਇਹਨਾਂ ਨੇ ਬੰਦ ਕੀਤੀਆਂ ਆ। ਤੇ ਡੱਗ ਫੂਡ ਨੇ ਜਿਹੜੀਆਂ 2 ਹੋਰ ਅਨਾਉਂਸਮੈਂਟ ਕੀਤੀਆਂ ਸੀਗੀਆਂ ਜੀ, ਪਲੇ ਗਰਾਊਂਡ ਤੇ ਪੁਲਿਸ ਦੀ ਪਾਵਰ ਨੂੰ ਲੈ ਕੇ। ਪਲੇ ਗਰਾਊਂਡ ਤੇ ਤਾਂ ਬਹੁਤ ਸਾਰੇ, ਜਿਵੇਂ ਪੈਟਰਿਕ ਬਰਾਊਨ ਦੀ ਗੱਲ ਕੀਤੀ ਜਾਵੇ ਤਾਂ ਹੋਰ ਲੀਡਰਾਂ ਦੀ ਗੱਲ ਕੀਤੀ ਜਾਵੇ, ਇਹਨਾਂ ਨੇ ਉਸ ਤੋਂ ਬਾਅਦ ਇਹ ਗੱਲ ਚੱਕ ਲਈ ਸੀਗੀ ਕਿ ਪਹਿਲਾਂ ਹੀ ਲੋਕ ਤਾਂ ਘਰਾਂ ਦੇ ਵਿੱਚ ਤਾੜੇ ਪਏ ਆ ਤੇ ਹੁਣ ਚੰਗੇ ਦਿਨ ਆ ਗਏ ਆ ਤੇ ਬੱਚੇ ਫੇਰ ਘਰਾਂ 'ਚ ਰਹਿਣਗੇ। ਫਿਰ ਜਦੋਂ ਕਾਫੀ ਇਹ ਪੋਲੀਟੀਸ਼ੀਅਨ ਵੱਲੋਂ, ਤਾਂ ਫਿਰ ਤੁਹਾਨੂੰ ਪਤਾ ਕੁਝ ਲੋਕ ਵੀ ਇਹੋ ਜਿਹੇ ਹੁੰਦੇ ਆ, ਉਹਨਾਂ ਵੱਲੋਂ ਥੋੜਾ ਵਿਰੋਧ ਹੋਇਆ ਤੇ ਡੱਗ ਫੂਡ ਨੂੰ ਫਿਰ ਇਹ ਜਿਹੜਾ ਇਹਨਾਂ ਨੇ ਲਿਆ ਸੀਗਾ ਤੇ ਆਪਣਾ ਫੈਸਲਾ ਇਹਨਾਂ ਨੂੰ ਬਦਲਣਾ ਪਿਆ। ਤੇ ਇਸੇ ਤਰ੍ਹਾਂ ਜਿਹੜੇ ਪੁਲਿਸ ਦੀ ਪਾਵਰ ਸੀਗੀ, ਇਹਨਾਂ ਨੇ ਪਹਿਲਾਂ ਕਿਹਾ ਸੀਗਾ ਕੋਈ ਵੀ ਜਿਹੜੀ ਕਾਰ ਜਾਂਦੀ ਹੋਊਗੀ, ਕਿਤੇ ਵੀ ਜਾਂਦੀ ਹੋਊਗੀ, ਰੈਂਡਮਲੀ ਉਹਨੂੰ ਚੈੱਕ ਕੀਤਾ ਜਾਊਗਾ, ਉਸਦਾ ਲਾਇਸੈਂਸ ਦੇਖਿਆ ਜਾਊਗਾ। ਜਿਸ ਤਰ੍ਹਾਂ ਹੁਣ ਕੋਈ ਬਰੈਂਪਟਨ ਦਾ ਐਡਰੈਸ ਆ, ਕਿਸੇ ਤੋਂ ਫਿਰਦਾ ਸਕਾਰਬਰੋ ਹੋਵੇ, ਤੇ ਇਸ ਤਰ੍ਹਾਂ ਜੇ ਕਵੇ ਕਿ ਮੈਂ ਸ਼ਾਪਿੰਗ ਕਰਨ ਗਿਆ ਜਾਂ ਗਰੋਸਰੀ ਕਰਨ ਗਿਆ, ਕਿਉਂਕਿ ਇਸ ਤਰ੍ਹਾਂ ਦਾ ਨਹੀਂ ਹੋਊਗਾ ਕਿ ਇੱਕ ਬੰਦਾ ਬਰੈਂਪਟਨ ਤੋਂ ਜਾ ਕੇ ਸਕਾਰਬਰੋ ਸ਼ਾਪਿੰਗ ਕਰੂਗਾ। ਇਸ ਤਰ੍ਹਾਂ ਕਰਕੇ ਬਹੁਤ ਸਾਰੇ ਜਿਹੜੇ, ਜੇ ਮੈਂ ਗੱਲ ਕਰਾਂ ਪੀਲ ਰੀਜਨ ਦੀ ਕਰਾਂ, ਯਾਰਕ ਰੀਜਨ, ਆਟਵਾ, ਡਰਹਮ, ਇੱਥੋਂ ਪੁਲਿਸ ਆਫੀਸਰ ਨੇ ਵੀ ਕਿਹਾ ਦਿੱਤਾ ਸੀਗਾ ਕਿ ਅਸੀਂ ਰੈਂਡਮਲੀ ਜਿਹੜਾ ਅਸੀਂ ਨਹੀਂ ਕਰਾਂਗੇ। ਇਸ ਕਰਕੇ ਜੇ ਸਾਰੇ ਕਾਸੇ ਨੂੰ ਹੁਣ ਦੇਖਿਆ ਜਾਵੇ ਤਾਂ ਫਿਰ ਇਹਨਾਂ ਨੂੰ ਇਹ 2 ਫੈਸਲੇ ਡੱਗ ਫੂਡ ਸਰਕਾਰ ਨੂੰ ਇਹ ਬੈਕ ਲੈਣੇ ਪੈ ਗਏ ਸੀਗੇ ਕਿ ਪੁਲਿਸ ਜਿਹੜੀ ਆ ਤੁਹਾਨੂੰ ਕਿਤੇ ਵੀ ਚੈੱਕ ਨਹੀਂ ਕਰੂਗੀ ਤੇ ਪਲੇ ਗਰਾਊਂਡ ਜਿਹੜੀਆਂ ਖੁੱਲੀਆਂ ਰਹਿਣਗੀਆਂ। ਤੇ ਇਹੀ ਪੇਰੈਂਟਸ ਨੂੰ ਅਪੀਲ ਉਹਨਾਂ ਨੇ ਕੀਤੀ ਸੀਗੀ, ਜਦੋਂ ਵੀ ਆਪਣੇ ਬੱਚਿਆਂ ਨੂੰ ਪਲੇ ਗਰਾਊਂਡ ਲੈ ਕੇ ਜਾਣਾ ਤੇ ਪਲੀਜ਼ ਮਾਸਕ ਪਾ ਕੇ ਜਾਇਓ। ਤੇ ਜਿਹੜੀ ਪੁਲਿਸ ਵਾਲਿਆਂ ਨੇ ਕਿਹਾ ਆ, ਸਿਰਫ ਜਦੋਂ ਕਿਤੇ ਸੋਸ਼ਲ ਗੈਦਰਿੰਗ ਜਾਂ ਆਊਟਸਾਈਡ ਗੈਦਰਿੰਗ ਹੁੰਦੀ ਆ, ਕਿਤੇ ਕੰਪਲੇਂਟ ਆਉਂਦੀ ਆ, ਉਹ ਲੋਕ ਉੱਥੋਂ ਅਟੈਂਡ ਕਰਕੇ ਆਏ ਆ, ਉਹਨਾਂ ਲੋਕਾਂ ਨੂੰ ਹੀ ਰੋਕਣਗੇ। ਜਾਂ ਕਿਤੇ ਘਰਾਂ ਦੇ ਵਿੱਚ ਕਿਸੇ ਦੇ ਕੋਈ ਪਾਰਟੀ ਆ, ਉਹਦੀ ਕੰਪਲੇਂਟ ਆਈ ਆ, ਪੁਲਿਸ ਆਉਂਦੀ ਆ, ਉਸ ਵੇਲੇ ਕਾਰ ਵਿੱਚ ਜਾਂਦਾ ਤੇ ਉਹਨਾਂ ਲੋਕਾਂ ਨੂੰ ਰੋਕ ਕੇ ਟਿਕਟ ਦਿੱਤੀ ਜਾਊਗੀ ਜੀ ਉਹ ਜੀ। ਤੇ ਹੁਣ ਡੱਗ ਫੂਡ ਦਾ ਵੀ ਕੁਛ ਨਹੀਂ ਪਤਾ ਲੱਗਦਾ ਜੀ, ਇਹ ਸਰਕਾਰ ਇਹ ਕਰ ਕੀ ਰਹੀ ਆ, ਨਹੀਂ ਕਰ ਰਹੀ ਆ। ਹੁਣ ਡੱਗ ਫੂਡ ਸਰਕਾਰ ਜਿਹੜਾ ਸਟੀਅਰਿੰਗ ਆ ਕਿਹਦੇ ਹੱਥ ਹੈ ਜੀ ਇਹ ਹੁਣ, ਕਿਉਂਕਿ ਜੇ ਪਹਿਲਾਂ ਆਪਾਂ ਗੱਲ ਥੋੜਾ ਜਿਹਾ ਆਪਾਂ 2 ਦਿਨ ਪਿੱਛੇ ਬੈਕ ਜੇ ਆਪਾਂ ਚੱਲ ਜਾਈਏ, ਵੈਨਸਡੇ ਦੀ ਆਪਾਂ ਗੱਲ ਕਰੀਏ, ਇਹ ਸਾਰਾ ਕੁਝ ਜੋ ਇਹਨਾਂ ਨੇ ਫੈਸਲਾ ਲਿਆ, ਇਹਨਾਂ ਨੇ ਟੇਬਲ ਤੇ ਰੱਖਿਆ ਸੀਗਾ। ਪਰ ਹਰ ਬੰਦੇ ਜਿਹੜੇ ਖਬਰਾਂ ਦੇ ਨਾਲ ਅਟੈਚ ਰਹਿੰਦੇ ਆ, ਉਹ ਸਾਰੇ ਦੇਖ ਰਹੇ ਸੀਗੇ ਕਿ ਥਰਸਡੇ ਕੁਛ ਨਾ ਕੁਛ ਅਨਾਉਂਸਮੈਂਟ ਕਰਨਗੇ, ਪਰ ਥਰਸਡੇ ਵੀ ਇਹਨਾਂ ਨੇ ਕੋਈ ਅਨਾਉਂਸਮੈਂਟ ਕੀਤੀ। ਇਹੀ ਕਹਿਤਾ ਕਿ ਸਾਰਾ ਕੁਝ ਜਿਹੜਾ ਟੇਬਲ ਦੇ ਉੱਤੇ ਰੱਖਿਆ ਆ। ਤੇ ਕਰਫਿਊ ਨੂੰ, ਜਿਹੜੀ ਕਰਫਿਊ ਦੀ ਗੱਲ ਸੀਗੀ, ਉਹਨਾਂ ਨੂੰ ਇਹਨਾਂ ਨੇ ਸਾਈਡਲਾਈਨ ਕਰ ਦਿੱਤਾ ਸੀਗਾ। ਤੇ ਉਸ ਤੋਂ ਬਾਅਦ ਇਹ ਕਹਿ ਰਹੇ ਸਟਿਲ ਕੰਸੀਡਰਿੰਗ ਵੀ ਐਵਰੀਥਿੰਗ ਇਜ਼ ਔਨ ਦਾ ਟੇਬਲ। ਤੇ ਉਸ ਤੋਂ ਬਾਅਦ ਕਿਉਂਕਿ ਬੁੱਧਵਾਰ ਵਾਲੇ ਦਿਨ ਜਿਹੜੇ ਟਾਪ ਡਾਕਟਰ ਆ, ਉਹਨਾਂ ਨੇ ਆਲਰੇਡੀ ਇਹਨਾਂ ਨੂੰ ਕਹਿ ਦਿੱਤਾ ਸੀਗਾ ਕਿ ਨੈਕਸਟ ਮੰਥ ਦੇ ਵਿੱਚ ਜਿਹੜੇ ਕੋਵਿਡ ਦੇ ਕੇਸ ਆ 12 ਤੋਂ 18,000 ਕੇਸ ਜਿਹੜੇ ਉਹ ਆਉਣਗੇ। ਤਾਂ ਫਿਰ ਜਦੋਂ ਡਾਕਟਰਾਂ ਨੇ ਇਨਸਾਈਡ ਇਹਨਾਂ ਦਾ ਵਿਰੋਧ ਕੀਤਾ ਤਾਂ ਇਸ ਕਰਕੇ ਇਹਨਾਂ ਨੂੰ ਥਰਸਡੇ ਫੈਸਲਾ ਇਹ ਲੈਣਾ ਪਿਆ ਸੀ। ਤਾਂ ਜਿਹੜਾ ਫਰਾਈਡੇ ਇਹਨਾਂ ਨੇ ਇਹ ਜਿਹੜਾ ਆਪਾਂ ਸਾਰਾ ਕੁਝ ਉੱਪਰ ਹੁਣ ਦੱਸ ਕੇ ਗਏ ਆ, ਤੇ ਇਹ ਜਿਹੜੇ ਫੈਸਲੇ ਲਏ ਗਏ ਆ। ਤੇ ਪਰ ਹੁਣ ਡੱਗ ਫੂਡ ਸਰਕਾਰ ਨੂੰ ਇਹ ਚਾਹੀਦਾ ਕਿ ਜਿਹੜਾ ਆ ਕਰਫਿਊ ਦਾ ਫੈਸਲਾ ਇਹਨਾਂ ਨੂੰ ਲੈਣਾ ਚਾਹੀਦਾ ਜੀ ਇਹ ਜੀ। ਕਿਉਂਕਿ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਹਰ ਲੋਕ ਇਹ ਕਹਿੰਦੇ ਆ ਕਿ ਜਿਹੜਾ ਡੱਗ ਫੂਡ ਆ ਜਾਂ ਰੌਕ ਫੂਡ ਇਹਨਾਂ ਦੇ ਬ੍ਰਦਰ ਹੁੰਦੇ ਸੀ, ਚਲੋ ਉਹ ਇਸ ਦੁਨੀਆ ਤੇ ਨਹੀਂ ਰਹੇ ਬਈ, ਇਹਨਾਂ ਨੂੰ ਹਮੇਸ਼ਾ ਡੋਨਾਲਡ ਟਰੰਪ ਦੇ ਨਾਲ ਕੰਪੇਅਰ ਕਰਦੇ ਸੀ ਕਿ ਫੈਸਲੇ ਲੈਣ ਦੇ ਵਿੱਚ ਬੜੇ ਇਹ ਕਿਸੇ ਦੀ ਸੁਣਦੇ ਨਹੀਂ, ਕਰਦੇ ਨਹੀਂ। ਕਿ ਜਿਸ ਤਰ੍ਹਾਂ ਇਹਨਾਂ ਨੇ ਸਿਟੀ ਕੌਂਸਲ ਦੇ ਵਿੱਚ ਇਹਨਾਂ ਨੇ 45-46 ਸੀਟਾਂ ਸੀ, ਉਹਨਾਂ ਨੂੰ ਘਟਾ ਕੇ 25 ਤੇ ਲੈ ਆਂਦਾ ਸੀ। ਕਿਸੇ ਦੀ ਮੰਨਿਆਂ ਦੀ ਆਪਣੀ ਸਪੈਸ਼ਲ ਪਾਵਰ ਯੂਜ਼ ਕਰਕੇ ਇਹਨਾਂ ਨੇ ਉਸ ਵੇਲੇ ਜਿਹੜੇ ਆ ਕਿ ਇਹ 25 ਦੀ ਕੌਂਸਲ ਜਿਹੜੀ ਲੈ ਆਂਦੀ ਸੀ। ਜੇ ਆਪਾਂ ਇੱਥੇ ਨਾਰਥ ਯਾਰਕ ਦੇ MP ਦੀ ਗੱਲ ਕਰਦੇ, ਉਹਨਾਂ ਨੇ ਮਾੜਾ ਜਿਹਾ ਇਹ ਕੋਵਿਡ ਦੇ ਉੱਤੇ ਸਵਾਲ ਜਵਾਬ ਇਹਨਾਂ ਨੂੰ ਕੀਤੇ ਸੀ, ਉਹਨਾਂ ਨੂੰ ਵੀ ਚੱਕ ਕੇ ਇਹਨਾਂ ਨੇ ਕਾਕਸ ਤੋਂ ਬਾਹਰ ਮਾਰਿਆ। ਮੇਰਾ ਕਹਿਣ ਦਾ ਮਤਲਬ ਚੰਦੀ ਸਾਹਿਬ ਇਹੀ ਆ ਕਿ ਜੇ ਏਡੇ ਏਡੇ ਫੈਸਲੇ ਆਪਣੀ ਮਨਮਰਜ਼ੀ ਤੇ ਲੈ ਸਕਦੇ ਆ, ਕਰਫਿਊ ਦਾ ਫੈਸਲਾ ਇਹ ਕਿਉਂ ਨਹੀਂ ਲੈਂਦੇ? ਕਿਉਂਕਿ ਇਹ ਸਿੱਧਾ ਹੀ ਆ ਕਿ ਆਪਾਂ ਨੂੰ ਜਿਹੜਾ ਅੱਗੇ ਦੇਖ ਰਿਹਾ ਆ ਕਿ ਇਲੈਕਸ਼ਨਾਂ ਜਿਹੜੀਆਂ ਅਗਲੇ ਸਾਲ ਆਉਣੀਆਂ, ਇਲੈਕਸ਼ਨ ਨੂੰ ਦੇਖ ਕੇ ਹੀ ਇਹ ਸਾਰਾ ਕੁਝ ਹੋ ਰਿਹਾ ਜੀ ਇਹ। ਹੈਲੋ
ਜੀ ਜੀ ਬਿਲਕੁਲ ਹਾਂਜੀ ਚੱਲ ਰਹੀ ਜੀ ਤੁਹਾਡੀ ਚੱਲ ਰਹੀ ਹਾਂਜੀ ਆਵਾਜ਼ ਆ ਰਹੀ ਚੰਦ ਸਾਹਿਬ ਜੀ? ਹਾਂਜੀ ਹਾਂਜੀ ਆ ਰਹੀ ਹੈ ਜੀ ਠੀਕ ਹੈ ਜੀ। ਜੇ ਆਪਾਂ ਕਰਫਿਊ ਦੀ ਆਪਾਂ ਗੱਲ ਕਰਦੇ ਹਾਂ, ਜਿਵੇਂ ਕੁਬੈਕ ਦੇ ਵਿੱਚ ਵੀ ਕਰਫਿਊ ਲੱਗਿਆ 8 PM ਤੋਂ 5 PM, ਕਿਉਂਕਿ ਜੇ ਕਰਫਿਊ ਉੱਥੇ ਵੀ ਲਾ ਦਿੰਦੇ ਆ ਤੇ ਬੜਾ ਫਰਕ ਪਊਗਾ। ਜਿਵੇਂ ਹਾਊਸ ਪਾਰਟੀ ਹੋ ਜਾਂਦੀ ਆ, ਲੋਕ ਖਾ ਪੀ ਕੇ ਰਾਤ ਨੂੰ ਘਰਾਂ ਨੂੰ ਜਾਂਦੇ ਆ, ਤੇ ਇਸ ਕਰਕੇ ਹੀ ਉਹ ਇੱਥੋਂ ਘਟ ਸਕਦਾ ਜੀ। ਜਿਸ ਤਰ੍ਹਾਂ ਹੁਣ ਮੈਂ ਥੋੜੀ ਜਿਹੀ ਇੱਕ ਹੋਰ ਐਡਅਪ ਕਰਦਾ, ਫਰਾਈਡੇ ਦੀ ਗੱਲ ਆ ਜੀ, ਆਪਣੇ ਮਿਲਟਨ ਦੇ ਵਿੱਚ ਤੇ ਮੈਟਨੀ ਹੋਮ ਜਿਹੜੇ ਸੀਗੇ ਉੱਥੋਂ ਦੇ ਉਹਨਾਂ ਦੇ ਜਿਹੜੇ ਵਰਕਰ ਸੀਗੇ ਜੀ, ਆਪਣੇ ਇਨਸਾਈਡ ਜਦੋਂ ਉਹਨਾਂ ਦਾ ਕੰਮ ਫਿਨਿਸ਼ ਹੋ ਗਿਆ ਫਰਾਈਡੇ ਸ਼ਾਮ ਨੂੰ, ਤੇ ਉਹਨਾਂ ਨੇ ਆਪਣੀ ਉੱਥੇ ਪਾਰਟੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਮੈਟਨੀ ਹੋਮ ਦੇ ਮੈਨੇਜਮੈਂਟ ਨੂੰ ਪਤਾ ਲੱਗਾ, ਇਹਨਾਂ ਲੋਕਾਂ ਸਾਰਿਆਂ ਨੂੰ ਇਹਨਾਂ ਨੇ ਉੱਥੋਂ ਫਾਇਰ ਕਰ ਦਿੱਤਾ। ਤੇ ਬਾਕੀ ਮੈਂ ਸਰੋਤਿਆਂ ਨੂੰ ਇਹੀ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਇਹ ਸਟੇ ਐਟ ਹੋਮ 6 ਮਈ ਤੱਕ ਸੀਗਾ, 2 ਵੀਕ ਇਹਨਾਂ ਨੇ ਹੋਰ ਐਡ ਕਰ ਦਿੱਤੇ ਸੀ, ਤਾਂ ਵੱਧ ਕੇ ਇਹ ਮਈ 20 ਤੱਕ ਰਹੂਗਾ ਜੀ ਇਹ। ਤੇ ਜੇ ਆਪਾਂ ICU ਦੀ ਗੱਲ ਕਰਦੇ ਹਾਂ, ਤੇ ਇਹਨਾਂ ਦੇ ਦੱਸਣ ਦੇ ਮੁਤਾਬਕ ਮਿਡ ਮਈ ਤੱਕ ਜੀ 1500 ਕੇਸ ਜਿਹੜੇ ICU ਦੇ ਵਿੱਚ ਆ ਜਾਣਗੇ। ਜਿਸ ਤਰ੍ਹਾਂ 6 ਵੀਕਾਂ ਦਾ ਇਹ ਸਟੇ ਐਟ ਹੋਮ ਹੈ, ਜੇ ਹਰ ਰੋਜ਼ ਇੰਟੀਰੀਅਰ ਗਵਰਨਮੈਂਟ 1 ਲੱਖ ਬੰਦੇ ਨੂੰ ਜੇ ਵੈਕਸੀਨੇਟ ਕੀਤੀ ਜਾਵੇ, ਤਾਂ ਫੇਰ ਵੀ ਮਈ ਐਂਡ ਤੱਕ ਇਹ 30,000 ਕੇਸ ਜਿਹੜੇ ਪਰ ਡੇ ਦੇ ਆਉਣਗੇ। ਤੇ ਜੇ ਆਪਾਂ ਅਪ੍ਰੈਲ ਐਂਡ ਦੀ ਕੀਤੀ ਜਾਵੇ, ਤਾਂ ਇਹ ਕੇਸ ਜਿਹੜੇ ਹੁਣ ਇਸ ਵੇਲੇ 4000 ਪਲੱਸ ਆਉਂਦੇ ਆ, ਤੇ ਵੱਧ ਕੇ 7000 ਤੱਕ ਪਹੁੰਚ ਜਾਣਗੇ ਜੀ ਇਹ ਜੀ। ਤੇ ਪੀਲ ਰੀਜਨ ਦੇ ਵਿੱਚ ਉਹਨਾਂ ਨੇ ਇੱਕ ਲਾਂਚ ਕੀਤਾ ਜੀ ਸ਼ਟਲ ਬੱਸ ਸਰਵਿਸ ਜਿਹੜੀ ਆ, ਤੇ COVID-19 ਦੇ ਕਰਕੇ ਇਹ ਇੱਥੋਂ ਮਿਸਾਗਾ ਨੂੰ ਲਾਰਜ COVID-19 ਵੈਕਸੀਨ ਕਲੀਨਿਕ ਦੇ ਉੱਤੇ ਜਾਊਗੀ। ਅੱਜ ਤੋਂ ਇਹ ਸਟਾਰਟ ਹੋ ਗਈ ਆ। ਇਹ ਇਹਨਾਂ ਨੇ ਪਾਇਲਟ ਪ੍ਰੋਜੈਕਟ ਜਿਹੜਾ ਸ਼ੁਰੂ ਕੀਤਾ ਅਪ੍ਰੈਲ 19 ਤੋਂ ਲੈ ਕੇ ਮਈ 9 ਤੱਕ ਆ। ਜੇ ਸਾਰਾ ਕੁਝ ਇਹ ਠੀਕ ਰਿਹਾ ਤਾਂ ਇਹ ਇਹਨਾਂ ਨੂੰ ਵਧਾ ਵੀ ਸਕਦੇ ਆ। ਪ੍ਰੋਵਾਈਡਿੰਗ ਨਾਨ ਸਟਾਪ ਸਰਵਿਸ ਫਰੋਮ ਮਿਸੀਸਾਗਾ ਸਿਟੀ ਸੈਂਟਰ ਟ੍ਰਾਂਜ਼ਿਟ ਟਰਮੀਨਲ ਤੋਂ ਲੈ ਕੇ ਸਿਟੀ ਦ ਲਾਰਜ ਵੈਕਸੀਨ ਕਲੀਨਿਕ ਐਟ ਪੈਰਾਮਾਉਂਟ ਫਾਈਨ ਫੂਡ ਸੈਂਟਰ ਸਪੋਰਟਸ ਪਲੈਕਸ ਦੇ ਉੱਤੇ ਹੋਊਗਾ। ਇਹ ਅੱਜ ਤੋਂ ਜਿੱਦਾਂ ਸ਼ੁਰੂ ਹੋ ਗਿਆ 10 ਤੋਂ 6 ਤੱਕ ਸਰਵਿਸ ਆਉਣਗੀਆਂ। ਸ਼ਟਲ ਸਰਵਿਸ ਜਿਹੜੀ ਆ ਹਰੇਕ 40 ਮਿੰਟ ਬਾਅਦ ਇੱਥੇ ਚੱਲੇਗੀ। ਮਾਈਵੇ ਫੇਅਰ ਜਿਹੜਾ ਜੀ ਇੱਥੇ $4 ਕੈਸ਼ ਤੇ $3.10 ਜਿਹੜੇ ਪ੍ਰੈਸਟੋ ਦਾ ਜਿਹਨਾਂ ਤੋਂ ਕਾਰਡ ਆ ਉਹ ਅਡਲਟ ਨੂੰ ਇੱਥੇ ਕੋਸਟ ਕਰਨਗੇ ਜੀ। ਤੇ ਕਿਊਬਾ ਦੇ ਕਰਤਾ ਤਰਤਾ ਜੀ ਆਪਣੇ ਜਿਹੜੇ ਰੌਲ ਕੈਸਟਰੋ ਆ ਉਹ ਸਟੈਪ ਡਾਊਨ ਕਰ ਗਿਆ। ਐਕਚੁਅਲੀ ਇਹਨਾਂ ਨੇ ਪਹਿਲਾਂ ਹੀ 3 ਸਾਲ ਪਹਿਲਾਂ ਹੀ ਦੱਸ ਦਿੱਤਾ ਸੀਗਾ 2021 ਦੇ ਵਿੱਚ ਇਹ ਸਟੈਪ ਡਾਊਨ ਕਰ ਜਾਣਗੇ। ਬਾਕੀ ਹੁਣ ਜਿਹੜੇ ਹਾਲਾਤ ਬੜੇ ਖਰਾਬ ਆ, ਕੰਟਰੀ ਬੜਾ ਡੀਪ ਕ੍ਰਾਈਸਿਸ ਦੇ ਵਿੱਚ ਆ, ਕਿਉਂਕਿ ਉਹ ਕਿਊਬਾ ਤਾਂ ਵੈਸੇ ਹੀ ਟੂਰਿਜ਼ਮ ਦੇ ਉੱਤੇ ਡਿਪੈਂਡ ਆ। ਜੇ ਆਪਾਂ ਉੱਥੋਂ ਦੀ ਇਕਨੋਮੀ ਦੀ ਗੱਲ ਕੀਤੀ ਜਾਵੇ 2020 ਦੇ ਵਿੱਚ 11% ਜਿਹੜੀ ਉਹਨਾਂ ਦੀ ਇਕਨੋਮੀ ਜਿਹੜੀ ਆ ਉਹ ਡ੍ਰੌਪ ਹੋਈ ਸੀਗੀ ਜੀ। ਤੇ ਵਾਈਟ ਹਾਊਸ ਨੇ ਦੱਸਿਆ ਕਿ ਪ੍ਰੈਜ਼ੀਡੈਂਟ ਜੋ ਬਾਈਡਨ ਵਿਲ ਸੈਟ ਏ ਨਿਊ ਇਨਕਰੀਜ਼ ਰਿਫਿਊਜੀ ਕੈਪ ਹੈ ਜਿਹੜਾ ਨੈਕਸਟ ਮੰਥ 15 ਮਈ ਨੂੰ ਅਨਾਉਂਸ ਕਰਨਗੇ। ਜਿਸ ਤਰ੍ਹਾਂ ਡੋਨਲਡ ਟਰੰਪ ਨੇ ਇਹ ਕੈਪ 15,000 ਤੇ ਲਾਇਆ ਸੀ, ਤੇ ਹੁਣ ਇਹ ਆਪਣੇ ਜੋ ਬਾਈਡਨ ਜਿਹੜੇ ਇਹਨੂੰ ਵਧਾ ਕੇ 62,500 ਤੱਕ ਲੈ ਜਾਣਗੇ ਜੀ। ਤੇ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੀ ਆ ਕਿ ਫਰਾਈਡੇ ਜਿਹੜੀ ਸ਼ੂਟਿੰਗ ਹੋਈ ਸੀ ਇੰਡੀਅਨੈਪੋਲਿਸ ਦੇ ਵਿੱਚ, ਉੱਥੇ 8 ਲੋਕਾਂ ਦੀ ਜਿਹੜੀ ਮੌਤ ਹੋ ਗਈ ਸੀ। ਉਹਦੇ ਵਿੱਚ ਮੈਂ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਕਿ 4 ਆਪਣੇ ਪੰਜਾਬੀ ਵੀ ਸੀਗੇ, ਤੇ ਇੱਕ ਜੀ ਅਮਰਜੀਤ ਸਿੰਘ ਜੌਲ ਜਿਹੜੇ ਆ 66 ਸਾਲ ਦੇ ਸੀਗੇ, ਤੇ ਜਸਵਿੰਦਰ ਕੌਰ 64 ਸਾਲ, ਤੇ ਜਸਵਿੰਦਰ ਸਿੰਘ 68 ਸਾਲ, ਤੇ ਅਮਰਜੀਤ ਸੇਖੋਂ ਜਿਹੜਾ 48 ਸਾਲ ਸੀ। ਇਹ ਜਿਹੜੇ ਮਰਨ ਵਾਲੇ ਲੋਕ ਸੀ ਇਹ 19 ਤੋਂ ਲੈ ਕੇ 74 ਸਾਲ ਤੱਕ ਦੀ ਇਹਨਾਂ ਦੀ ਉਮਰ ਸੀਗੀ ਜਿਹੜੇ ਮਰਨ ਵਾਲੇ ਆ। ਤਾਂ ਜਿਹੜਾ ਸ਼ੂਟਰ ਸੀਗਾ ਜੀ ਜਿਹਨੇ ਇਹ ਲੋਕਾਂ ਨੂੰ ਮਾਰਿਆ ਆ, ਉਹਦੀ ਮਦਰ, ਇਹਦੀ ਵੀ ਉਮਰ 19 ਸਾਲ ਦੀ ਸੀ। ਉਹਦੇ ਮਦਰ ਨੇ ਕਿਹਾ ਸੀ ਕਿ ਲਾਸਟ ਈਅਰ ਇਹ ਸੁਸਾਈਡ ਕਰਨ ਲੱਗੇ ਸੀਗੇ, ਤਾਂ ਫਿਰ ਇਹਨੂੰ ਬਚਾ ਲਿਆ ਗਿਆ ਸੀਗਾ। ਪਰ ਜੇ ਇਹ ਸੁਸਾਈਡ ਲਾਸਟ ਈਅਰ ਕਰ ਜਾਂਦਾ ਸ਼ਾਇਦ ਇਹ 8 ਲੋਕਾਂ ਦੀ ਮੌਤ ਨਾ ਹੁੰਦੀ, ਕਿਉਂਕਿ ਇਸ ਸ਼ੂਟਿੰਗ ਤੋਂ ਬਾਅਦ ਇਹ ਨਿਗਾ ਕਿ ਵੀ ਸਾਰਾ ਕੁਝ ਬੰਦ ਹੋ ਜਾਏਗਾ। ਉਸ ਤੋਂ ਬਾਅਦ ਨਵਰਾਸਕਾ ਮਾਲ ਦੇ ਵਿੱਚ ਸ਼ੂਟਿੰਗ ਹੋਈ ਆ ਜੀ, ਉੱਥੇ 2 ਲੋਕ ਬੜੇ ਇੰਜਰਡ ਹੋਏ ਆ, ਇੱਕ ਕ੍ਰਿਟੀਕਲ ਕੰਡੀਸ਼ਨ 'ਚ ਹੋਇਆ। ਉਸ ਤੋਂ ਬਾਅਦ ਆਪਾਂ ਕੈਨੋਸ਼ਾ ਵਿਸਕੌਨਸਨ ਦੀ ਗੱਲ ਕੀਤੀ ਜਾਵੇ, ਉੱਥੇ ਸ਼ੂਟਿੰਗ ਹੋਈ ਆ, 3 ਲੋਕਾਂ ਦੀ ਮੌਤ ਹੋਈ ਆ, 2 ਬਾਉਂਡਡ ਹੋਈ ਆ। ਤੇ ਆਪਾਂ ਆਸਟਨ ਟੈਰਸ ਦੀ ਆਪਾਂ ਗੱਲ ਕਰ ਲਈ, ਉੱਥੇ ਸ਼ੂਟਿੰਗ ਹੋਈ ਆ, 3 ਲੋਕ ਉੱਥੇ ਮਰੇ ਆ। ਹੋਰ ਬਹੁਤ ਸਾਰੀਆਂ ਅਮਰੀਕਾ ਇਸ ਤੋਂ ਬਾਅਦ ਜਿਹੜੀਆਂ ਇੰਡੀਅਨੈਪੋਲਿਸ ਤੋਂ ਬਾਅਦ ਕਾਫੀ ਸ਼ੂਟਿੰਗ ਜਿਹੜੀਆਂ ਹੋਈਆਂ, ਲੋਕ ਮਾਰੇ ਗਏ ਆ। ਤੇ ਪ੍ਰੈਜ਼ੀਡੈਂਟ ਜੋ ਬਾਈਡਨ ਇਹੀ ਕਹਿ ਰਹੇ ਸੀਗੇ, ਜਿਸ ਤਰ੍ਹਾਂ ਪਹਿਲਾਂ ਆਪਾਂ 2-3 ਵੀਕ ਪਹਿਲਾਂ ਦੀ ਖਬਰ ਆ ਕਿ ਗਨ ਕੰਟਰੋਲ ਨੂੰ ਉਹ ਲੈ ਕੇ ਆ ਰਹੇ ਆ। ਕਿੰਨਾ ਜਲਦੀ ਕਰਦੇ ਆ ਨਹੀਂ ਕਰਦੇ, ਪਰ ਇਹਨਾਂ ਨੂੰ ਇਹ ਫੈਸਲਾ ਜਲਦੀ ਤੋਂ ਜਲਦੀ ਲੈਣਾ ਚਾਹੀਦਾ। ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਹੋਰ ਐਡ ਅਪ ਕਰ ਦਿੰਦਾ। 2 ਸਾਲ ਪਹਿਲਾਂ ਦੀ ਗੱਲ ਆ ਕਿ ਜਿਹੜੀ ਗਨ ਹੈ ਜੀ, ਸਭ ਤੋਂ ਜਿਹੜਾ ਵੱਡਾ ਹੋਲਸੇਲਰ ਹੈ ਜੀ ਉਹ ਵਾਲਮਾਰਟ ਆ। ਵਾਲਮਾਰਟ ਤਾਂ ਇਸ ਤਰ੍ਹਾਂ ਹੈ ਜੀ, ਜਿਸ ਤਰ੍ਹਾਂ ਆਪਾਂ ਗਰੋਸਰੀ ਲੈਣ ਚੱਲ ਜਾਂਦੇ ਇਸ ਤਰ੍ਹਾਂ ਹੀ ਉੱਥੋਂ ਗਨ ਮਿਲ ਜਾਂਦੀ ਹੈ ਜੀ। ਤੇ ਅਗਲੀ ਖਬਰ ਤੇ ਚੱਲਦੇ ਆ। CDC ਨੇ ਡਾਟਾ ਸ਼ੋਅ ਕੀਤਾ ਕਿ USA ਦੇ ਵਿੱਚ ਹੁਣ ਤੱਕ 210 ਮਿਲੀਅਨ ਡੋਜ਼ਸ ਜਿਹੜੀਆਂ COVID-19 ਦੀਆਂ ਹੁਣ ਤੱਕ ਲੋਕਾਂ ਨੂੰ ਦੇ ਦਿੱਤੀਆਂ ਜੀ। ਤੇ ਅਲਬਰਟਾ ਦੇ ਡਾਕਟਰ ਨੇ ਦੱਸਿਆ ਕਿ ਐਸਟਰਾਜੈਨਕਾ ਜਿਹੜੀ ਹੈਗੀ ਆ ਉਹਦੇ ਨਾਲ ਇੱਕ ਹੋਰ ਆਦਮੀ ਜਿਹੜੀ ਇੱਥੇ ਬਲੱਡ ਕਲੌਟ ਹੋਇਆ, ਜਿਹਦੀ ਉਮਰ 60 ਸਾਲ ਆ। ਤੇ ਇਸ ਤੋਂ ਪਹਿਲਾਂ ਇਹ ਕੁਬੈਕ ਦੇ ਵਿੱਚ
ਇੱਕ ਔਰਤ ਨੂੰ ਹੋਇਆ ਸੀ, ਪਰ ਉਹਦੀ ਉਮਰ ਤਾਂ ਨਹੀਂ ਸੀ ਦੱਸੀ। ਤਾਂ ਹੁਣ ਅੰਟੇਰੀਓ ਗਵਰਨਮੈਂਟ ਨੇ ਜਿਹੜਾ ਫਾਰਮੇਸੀ ਦੇ ਵਿੱਚ ਵੈਕਸੀਨ ਦਿੱਤੀ ਜਾਂਦੀ ਸੀ ਐਸਟਰਾਜੈਨਕਾ ਦੀ 55+ ਨੂੰ ਸੀ, ਇਹਨਾਂ ਦੀ ਹੁਣ ਜਿਹੜੀ ਆ ਲੋਅਰ ਦੀ ਏਜ ਕਰ ਦਿੱਤਾ। ਹੁਣ 40 ਸਾਲ ਪਲੱਸ ਨੂੰ ਜਿਹੜਾ ਫਾਰਮੇਸੀ ਦੇ ਵਿੱਚ ਇਹ ਵੈਕਸੀਨੇਟ ਕੀਤਾ ਜਾਊਗਾ। ਇਹ ਕੱਲ ਟਮਾਰੋ ਮੰਗਲਵਾਰ ਤੋਂ ਇਹ ਸ਼ੁਰੂ ਹੋ ਜਾਊਗਾ ਜੀ। ਤੇ ਚੰਦੀ ਸਾਹਿਬ ਆ ਰਹੀ ਆਵਾਜ਼ ਜੀ? ਜੀ ਜੀ ਬਿਲਕੁਲ ਆ ਰਹੀ ਹੈ ਜੀ। ਠੀਕ ਹੈ ਜੀ। ਤੇ ਪ੍ਰਿੰਸ ਫਿਲਿਪ ਦਾ ਜਿਹੜਾ ਫਿਊਨਰਲ ਸੈਟਰਡੇ ਹੋਇਆ ਸੀਗਾ, ਤੇ ਸੈਟਰਡੇ ਹੀ ਆਪਣੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਕੈਨੇਡਾ ਵੱਲੋਂ ਜਿਹੜਾ $2 ਲੱਖ ਡੋਨੇਟ ਕੀਤਾ ਸੀਗਾ ਟੂ ਦੀ ਡਿਊਕ ਆਫ ਈਡਨਬਰਗ ਇੰਟਰਨੈਸ਼ਨਲ ਅਵਾਰਡ, ਜਿਹੜਾ ਐਜ਼ ਏ ਟ੍ਰਿਬਿਊਟ ਜਿਹੜਾ ਦਿੱਤਾ ਸੀ ਲੇਟ ਪ੍ਰਿੰਸ ਫਿਲਿਪ ਨੂੰ ਜੀ। ਤੇ ਵੀਕਐਂਡ ਦੇ ਉੱਤੇ ਐਜ਼ਲਿੰਗਟਨ ਤੇ ਤਾਂ ਲੇਕ ਸ਼ੋਰ ਤੇ ਵੀ ਸ਼ੂਟਿੰਗ ਹੋਈ ਆ, ਜਿੱਥੇ 14 ਸਾਲ ਲੜਕੇ ਦੇ ਗੋਲੀ ਵੱਜੀ ਆ। ਬੜਾ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਆ, ਫਿਰ ਵੀ ਨੌਨ ਲਾਈਫ ਥ੍ਰੈਟਨਿੰਗ ਹੈ ਜੀ ਇਹ। ਜਦੋਂ ਇਸ ਏਰੀਆ ਦੇ ਵਿੱਚੋਂ ਦੋ ਕਾਰਾਂ ਆਪਸ ਵਿੱਚ ਇੱਕ ਦੂਜੇ ਦੇ ਉੱਤੇ ਸ਼ੂਟਿੰਗ ਕਰ ਰਹੀਆਂ ਸੀ, ਇਹ ਬੱਚਾ ਆਪਣੀ ਮਾਂ ਦੇ ਨਾਲ ਜੀ ਇਹ ਜਾ ਰਿਹਾ ਸੀਗਾ ਕਿ ਜਦੋਂ ਫਰੰਟ ਡੋਰ ਦੇ ਵਿੱਚ ਇੱਕ ਗੋਲੀ ਲੱਗੀ, ਤਾਂ ਇਸ ਕਰਕੇ ਇਹ ਫਰੰਟ ਸੀਟ ਤੇ ਪੈਸੰਜਰ ਸਾਈਡ ਤੇ ਬੈਠਾ ਸੀ, ਇਹਦੀ ਲੱਤ ਵਿੱਚ ਲੱਗੀ ਗੋਲੀ, ਤੇ ਇਸ ਕਰਕੇ ਬੜਾ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਆ। ਤੇ ਜਿਹੜੇ ਸਸਪੈਕਟ ਆ ਦੋਨੇ ਉਹ ਉੱਥੋਂ ਭੱਜ ਗਏ, ਤੇ ਪੁਲਿਸ ਅਜੇ ਉਹਨਾਂ ਦੀ ਭਾਲ ਕਰ ਰਹੀ ਹੈ ਜੀ। ਤੇ ਮਾਲਟਨ ਮਿਸਾਗਾ ਦੇ ਵਿੱਚ ਵੀ ਆ ਗੋਰਵੇ ਦਾ ਮਾਰਨਿੰਗ ਸਟਾਰ ਦੇ ਉੱਤੇ ਪੁਲਿਸ ਨੂੰ ਕੱਲ ਸਵੇਰੇ ਸੰਡੇ ਸਵੇਰੇ 6:40 ਤੇ ਕਾਲ ਆਈ ਸੀ। ਤੇ ਜਦੋਂ ਪੁਲਿਸ ਨੇ ਉੱਥੇ ਜਾ ਕੇ ਇਨਵੈਸਟੀਗੇਸ਼ਨ ਕੀਤੀ ਤਾਂ ਇੱਕ ਆਦਮੀ ਜਿਹੜਾ ਆ ਮਲਟੀਪਲ ਸ਼ਾਟ ਲੱਗੇ ਹੋਏ ਸੀ, ਤਾਂ ਜਿੱਥੇ ਉਹਦੀ ਮੌਤ ਹੋ ਗਈ ਆ। ਤੇ ਪੁਲਿਸ ਉਹਨਾਂ ਇਨਵੈਸਟੀਗੇਸ਼ਨ ਕਰ ਰਹੀ ਆ, ਤੇ ਪੁਲਿਸ ਕਹਿ ਰਹੀ ਹੈ ਕਿ ਜੇ ਇਸ ਤੋਂ ਜ਼ਿਆਦਾ ਕਿਸੇ ਦੇ ਕੋਲ ਵੀ ਇਨਫੋਰਮੇਸ਼ਨ ਹੈਗੀ ਆ ਤਾਂ ਪੁਲਿਸ ਨੂੰ ਜ਼ਰੂਰ ਕਾਲ ਕੀਤੀ ਜਾਵੇ। ਕੁਈਨਸ ਪਾਰਕ ਟੋਰਾਂਟੋ ਦੇ ਵਿੱਚ ਜੀ ਆਲ ਲੈਜਿਸਲੇਟਿਵ ਬਿਜ਼ਨਸ ਸ਼ਟ ਡਾਊਨ ਸੂਨ ਜਿਹੜਾ ਵੈਂਸਡੇ ਹੋਣ ਜਾ ਰਿਹਾ। ਜਿਹੜੀ ਫੋਰਡ ਗਵਰਨਮੈਂਟ ਆ ਤੇ ਆਪੋਜੀਸ਼ਨ ਪਾਰਟੀ ਆ, ਇਹ ਵੀ ਹੁਣ ਜਿਹੜਾ ਆਪਣਾ ਕਾਰੋਬਾਰ ਆ ਸਵਿਚ ਟੂ ਵਰਚੁਅਲ ਪਾਰਲੀਮੈਂਟ ਸੈਸ਼ਨ ਕਰਨਗੇ। ਇਹੀ ਇਹਨਾਂ ਨੇ ਦੱਸਿਆ ਕਿ ਜਿਹੜੇ ਕਰੋਨਾ ਵਾਇਰਸ ਦੇ ਕੇਸ ਆ ਜਿਹੜੇ ਬਹੁਤ ਹਾਈ ਹੋਈ ਜਾਂਦੇ ਆ ਜੀ। ਬਾਕੀ ਡਗ ਫੋਰਡ ਆਸਕਿੰਗ ਡਿਪਲੋਮੇਟ ਨੂੰ ਉਹਨੇ ਆਸ ਕੀਤਾ ਕਿ ਇਫ ਦੇਅਰ ਕੰਟਰੀ ਕੈਨ ਸੈਂਡ ਅੰਟੇਰੀਓ COVID-19 ਵੈਕਸੀਨ, ਇਹ ਚਾਹੁੰਦੇ ਆ ਕਿ ਮੈਂ ਸਿੱਧੇ ਤਰੀਕੇ ਦੇ ਨਾਲ ਹੀ ਬਾਈਪਾਸ ਕਰਕੇ ਤੇ ਮੈਂ ਡਿਪਲੋਮੇਟ ਨਾਲ ਗੱਲ ਕਰਕੇ ਸ਼ਾਇਦ ਉਹਨਾਂ ਕੰਟਰੀਆਂ ਤੋਂ ਜੇ ਕਿਸੇ ਤੋਂ ਵਾਧੂ ਹੈ ਤਾਂ ਵੈਕਸੀਨ ਸਾਨੂੰ ਇੱਥੇ ਦਿੱਤੀ ਜਾਵੇ। ਤੇ ਡਗ ਫੋਰਡ ਦੀ ਜੇ ਗੱਲ ਕੀਤੀ ਜਾਵੇ ਤਾਂ ਇਹਨਾਂ ਨੇ ਪਿਛਲੇ ਵੀਕ ਅਲਬਰਟਾ ਪ੍ਰੀਮੀਅਰ ਜੇਸਨ ਕੈਨੀ ਨਾਲ ਗੱਲ ਕੀਤੀ ਸੀ, ਤਾਂ ਉੱਥੇ ਕਿਹਾ ਸੀ ਕਿ ਅੰਟੇਰੀਓ ਦੇ ਹਾਲਾਤ ਬੜੇ ਖਰਾਬ ਆ, ਸਾਨੂੰ ਇੱਥੇ ਨਰਸਸ ਦੀ ਜ਼ਰੂਰਤ ਹੈ, ਵੀ ਸਾਨੂੰ ਇੱਥੇ ਨਰਸਾਂ ਭੇਜੀਆਂ ਜਾਣ। ਪਰ ਜੇਸਨ ਕੈਨੀ ਨੇ ਇਹਨਾਂ ਨੂੰ ਕੋਰਾ ਨਾ ਕਰ ਦਿੱਤਾ ਸੀਗਾ। ਤੇ ਹੁਣ ਥੋੜੀ ਖੁਸ਼ੀ ਦੀ ਖਬਰ ਆਈ ਆ ਕਿ ਜਸਟਿਨ ਟਰੂਡੋ ਨੇ ਕਿਹਾ ਆ ਵੀ ਫੈਡਰਲ ਗਵਰਨਮੈਂਟ ਜਿਹੜੀ ਆ ਵੀ ਸੈਂਡਿੰਗ ਹੈਲਥ ਕੇਅਰ ਵਰਕਰ ਟੂ ਅੰਟੇਰੀਓ, ਤੇ ਉਹ ਜਿਹੜੇ ਹੈਲਥ ਕੇਅਰ ਦੇ ਵਰਕਰ ਅੰਟੇਰੀਓ ਦੇ ਵਿੱਚ ਫੈਡਰਲ ਸਰਕਾਰ ਭੇਜ ਰਹੀ ਆ। ਇਸ ਸਭ ਦੇ ਵਿੱਚ ਇੱਕ ਟ੍ਰੇਨ ਹੈ ਜਿਹੜੀ ਡੀਲੇਅਰ ਹੋਈ ਆ ਤੇ ਉੱਥੇ 11 ਲੋਕਾਂ ਦੀ ਮੌਤ ਹੋਈ ਆ ਜੀ। ਤੇ ਯਾਦ ਹੋਣਾ ਕਿ ਪਿਛਲੇ ਸਾਲ ਅਪ੍ਰੈਲ ਦੇ ਮਹੀਨੇ ਦੇ ਵਿੱਚ 18 ਅਪ੍ਰੈਲ ਨੂੰ ਨੋਵਾ ਸਕੋਸ਼ੀਆ ਦੇ ਵਿੱਚ ਮਾਸ ਸ਼ੂਟਿੰਗ ਹੋਈ ਸੀ, ਉਹਨਾਂ ਦੀ ਐਨਵਰਸਰੀ ਸੀਗੀ, ਤੇ 22 ਲੋਕਾਂ ਦੀ ਉੱਥੇ ਮੌਤ ਹੋਈ ਸੀ ਇਨਕਲੂਡ ਪੁਲਿਸ ਆਫੀਸਰ। ਤੇ ਉਹ ਲੋਕਾਂ ਜਿਨ੍ਹਾਂ ਦੇ ਵਿਛੜੇ ਪਰਿਵਾਰ ਸੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਆ, ਤੇ ਦਿਲ ਵੀ ਬੜਾ ਉਹਨਾਂ ਦਾ ਖਰਾਬ ਹੋਇਆ ਜੀ। ਤੇ ਜਿਹੜੀ ਲੇਟੈਸਟ ਖਬਰ ਆਈ ਆ ਬਾਰਡਰ ਰੈਸਟ੍ਰਿਕਸ਼ਨ ਨੂੰ ਲੈ ਕੇ, ਜਿਹੜੀ ਅੱਜ ਤੋਂ 12:01 ਤੇ ਸ਼ੁਰੂ ਹੋ ਗਈ ਆ। ਤੇ ਆਟਵਾ ਦੀ ਪੁਲਿਸ ਨੇ ਕਿਹਾ ਆ ਕਿ ਅਸੀਂ ਕਿਸੇ ਨੂੰ ਜਿਹੜਾ ਫਾਈਨ ਜਿਹੜਾ ਅਸੀਂ ਨਹੀਂ ਲਗਾਵਾਂਗੇ, ਪਰ ਜਦੋਂ ਵੀ ਕੋਈ ਸ਼ਾਇਦ ਜਿਹੜੀ ਆ ਧਨੋਆ ਸਾਹਿਬ ਦੀ ਲਾਈਨ ਉਹ ਡਿਸਕਨੈਕਟ ਹੋ ਗਈ ਆ ਜੀ। ਜੇ ਸੁਣਦੇ ਹੋਣ ਤੇ ਦੁਬਾਰਾ ਕਾਲ ਕਰ ਲੈਣ, ਕਿਉਂਕਿ ਜਿਹੜੀ ਬੜੀ ਵੱਡੀ ਪ੍ਰੋਬਲਮ ਆ ਰਹੀ ਹੈ ਜੀ ਅੱਜ ਇੰਟਰਨੈਟ ਨੂੰ। ਤਾਂ ਆਪਾਂ ਚੱਲਦੇ ਹਾਂ 19 ਦਿਨ ਨੂੰ ਕਾਲ ਲੈਣੇ ਤੇ ਆਪਣੇ ਨਾਲ ਸਦੀਪ ਹੁਣੀ ਜੁੜੇ ਹੋਏ ਆ, ਆਪਾਂ ਕਾਲ ਤੇ ਚੱਲਦੇ ਹਾਂ ਜੀ। 6939 ਸਵਾਗਤ ਹੈ ਜੀ। ਹਾਂਜੀ ਭਾਜੀ, ਹਾਂ ਹੁਣ ਕਾਲ ਲੱਗੀ ਸੀ ਨਾ ਮੇਰੀ ਇਹ 10 ਮਿੰਟ ਤੋਂ ਪਹਿਲਾਂ, ਸਵੇਰੇ ਪਤਾ ਨਹੀਂ ਕੀ ਪ੍ਰੋਬਲਮ ਆਈ ਹੋਈ ਸੀ ਨਾ। ਇੰਟਰਨੈਟ ਨੂੰ ਪ੍ਰੋਬਲਮ ਆ ਵੀਰ, ਕਾਲਾਂ ਬਹੁਤ ਘੱਟ ਲੱਗ ਰਹੀਆਂ ਜੀ। ਧਨੋਆ ਸਾਹਿਬ ਉਹਨੂੰ ਕਰਨਾ ਸੀ ਕੋਸ਼ਿਸ਼। ਹਾਂਜੀ ਆ ਜਾਣਾ ਜੀ, ਆ ਜਾਣਾ, ਕੱਟੀ ਗਈ ਕਾਲ ਉਹਨਾਂ ਦੀ, ਲਾ ਲੈਣੀ ਉਹਨਾਂ ਦੁਬਾਰਾ ਫੇਰ। ਅੱਛਾ ਮੈਂ ਤਾਂ ਭਾਈ ਇਹ ਕਹਿਣਾ ਸੀਗਾ ਥੋੜਾ ਜਿਹਾ ਭਾਈ ਆਪਣੇ ਨਾ ਬਰੈਂਪਟਨ ਦੇ ਵਿੱਚ ਰੀਅਲਟਰਾਂ ਨੇ ਭਾਈ ਇਹ ਨਹੀਂ ਹਟ ਰਹੇ ਹੈਗੇ ਭਾਈ ਨਾ, ਕੁਛ ਮੈਂ ਸਾਰੇ ਨਹੀਂ ਕਹਿੰਦਾ, ਕੁਛ ਬੰਦੇ ਭਾਈ ਨਾ, ਮੈਂ ਹੁਣ ਆ ਲਾਸਟ ਵੀਕ ਦੀ ਗੱਲ ਆ ਭਾਈ 10 ਗੱਡੀਆਂ ਬਾਹਰ ਖੜੀਆਂ ਸੀਗੀਆਂ ਭਾਈ ਨਾ, ਚਲੋ ਘਰ ਫੋਰ ਸੇਲ ਲਾਇਆ ਹੋਇਆ ਸੀਗਾ, ਪਤਾ ਨਹੀਂ ਕੀ ਕਰ ਰਹੇ ਸੀਗੇ, ਘੱਟੋ ਘੱਟ 10 ਗੱਡੀਆਂ ਭਾਈ, ਮਤਲਬ ਚਲੋ ਹੁਣ ਮੈਂ 911 ਕਾਲ ਭਾਈ ਡਾਇਲ ਕਰ ਲਈ ਸੀ, ਬਟ ਮੈਂ ਕਾਲ ਨਹੀਂ ਕੀਤੀ ਨਾ, ਵੀ ਥੋੜਾ ਜਿਹਾ ਭਾਈ ਇਹਨਾਂ ਨੂੰ ਜਾਗਰਤ ਕਰੋ ਭਾਈ। ਚਲੋ ਠੀਕ ਆ, ਘਰ ਕੋਲ ਵੇਚੋ ਕੋਈ ਸਿਸਟਮ, ਮਤਲਬ ਕੋਈ ਸਿਸਟਮ ਦੇ ਥਰੂ ਵੇਚੋ ਨਾ, ਵੀ ਤੁਸੀਂ ਐਵੇਂ ਗੱਡੀਆਂ ਦੀ ਲਾਈਨ ਲਾ ਦਿੰਦੇ ਹੋ। ਕਈ ਵਾਰ ਗੱਡੀਆਂ ਦੀ ਨਾ ਪਤਾ ਨਹੀਂ ਕੀ ਆਫਰਾਂ ਲੈ ਰਹੇ ਸੀਗੇ, ਆਈ ਡੋਂਟ ਨੋ, ਮੈਨੂੰ ਕਿਹਾ ਵੀ ਸੀ ਜਾ ਕੇ, ਕਹਿੰਦਾ ਅਸੀਂ ਆਫਰਾਂ ਲੈ ਰਹੇ ਆ। ਮੈਂ ਕਿਹਾ ਥੋੜਾ ਦੇਖ ਤਾਂ ਲਓ ਨਾ ਵੀ ਉਹ ਰੈਸਟ੍ਰਿਕਸ਼ਨਾਂ ਲੱਗੀਆਂ ਹੋਈਆਂ ਨਹੀਂ ਹਨਾ,
ਤੁਸੀਂ ਫਿਰ ਵੀ ਨਹੀਂ ਹਟ ਰਹੇ ਭਾਈ। ਆ ਬਰੈਂਪਟਨ ਦੇ ਵਿੱਚ ਕਿਉਂ ਇੰਨੀ ਦਿੱਕਤ ਆ ਭਾਈ? ਆਪਾਂ ਨੂੰ ਹਰੇਕ ਚੀਜ਼ ਦੀ ਇਹ ਫੋਲੋ ਨਹੀਂ ਕਰਦੇ ਭਾਈ ਰੂਲਸ ਨਾ। ਮਤਲਬ ਥੋੜਾ ਤੁਸੀਂ ਵੀ ਭਾਈ ਮਰਦਾ ਇਹਨਾਂ ਨੂੰ ਕਹੋ ਵੀ ਹਾਂ ਵੀ ਇਹ ਭਾਈ ਐਸੈਂਸ਼ੀਅਲ ਦੇ ਵਿੱਚ ਆ ਭਾਈ ਆ ਫੋਰ ਸੇਲ ਵਾਲਾ। ਨਹੀਂ ਜੀ ਨਹੀਂ ਨਹੀਂ ਕੋਈ ਐਸੈਂਸ਼ੀਅਲ ਚ ਨਹੀਂ ਆਉਂਦਾ ਭਾਜੀ, ਬਿਲਕੁਲ ਤੁਹਾਨੂੰ ਵੀ ਕਾਲ ਕਰਨੀ ਚਾਹੀਦੀ ਸੀ। ਨਹੀਂ ਕਿਉਂਕਿ ਇਸੇ ਕਰਕੇ ਤੇ ਇੰਨਾ ਜ਼ਿਆਦਾ ਸਪਰੈਡ ਹੋ ਰਿਹਾ। ਵੈਸੇ ਕਰਫਿਊ ਲਾ ਦੇਣਾ ਚਾਹੀਦਾ ਸ਼ਾਮ ਨੂੰ 8 ਵਜੇ ਤੋਂ ਲੈ ਕੇ ਸਵੇਰੇ 5 ਵਜੇ। ਭਾਈ ਇਹ ਹੁਣ ਉਹੀ ਆ ਵੀ ਇਹ ਤਾਂ ਹੁਣ ਕਿਸੇ ਨੂੰ ਜਾਂ ਤਾਂ ਤੁਸੀਂ ਵੀ ਭਾਈ ਮਾੜਾ ਮੋਟਾ ਕਿਸੇ ਨੂੰ ਕਹੋ ਨਾ, ਇਹ ਤਾਂ ਫਿਰ ਆਹੀ ਆ ਭਾਈ। ਫਿਰ 911 ਕਾਲ ਹੋਊਗੀ ਭਾਈ। ਫਿਰ ਇਹਨਾਂ ਨੇ ਚਿੱਕਾ ਮਾਰਨੀਆਂ ਵੀ ਲੋਕੀ ਨਾ ਆਪਣੇ ਬੰਦੇ ਕਾਲ ਕਰਦੇ ਆ ਨਾ ਜੀ। ਫਿਰ ਇਹ ਇਹੋ ਜਿਹੇ ਇੰਜਾਮ ਲਾਉਣੇ ਭਾਈ। ਥੋੜਾ ਟਿਕ ਜਾਣ ਭਾਈ। ਆ ਮਹੀਨਾ ਕਿ ਨਾ ਜਦ ਤੱਕ ਇਹ ਨਹੀਂ ਹੁੰਦਾ ਹੈਗਾ, ਇਹ ਪਤਾ ਨਹੀਂ ਕੀ ਗੱਲ ਆ ਭਾਈ। ਕੁਛ ਬੰਦਿਆਂ ਨੂੰ ਨਾ ਬਸ ਵੀ ਨਹੀਂ ਵੀ ਦੱਸਦੇ ਆ ਚੋ ਪ੍ਰੋਪਰਲੀ ਮਾੜਾ ਮੋਟਾ। ਚਲੋ ਜਾਂ ਤਾਂ ਫਿਰ ਨਾ ਵੀ ਇੱਕ ਬੰਦਾ ਕਰਕੇ ਤੁਸੀਂ ਕਰੀ ਜਾਓ ਨਾ। ਤੁਸੀਂ 10-10 ਗੱਡੀਆਂ ਦੀ ਭਾਈ ਲਾਈਨ ਲਾ ਦਿੰਦੇ ਹੋ ਨਾ ਤੇ ਗਲੀਆਂ ਦੇ ਵਿੱਚ, ਉਹ ਬਹੁਤ ਮਾੜੀ ਗੱਲ ਆ ਭਾਈ। ਇਹਦੇ ਬਾਰੇ ਥੋੜਾ ਤੁਸੀਂ ਲਓ ਹਨਾ ਜੀ, ਕਰੋ ਜੀ ਇਹਨਾਂ ਦੀ ਖਬਰ ਸਾਹਿਬ ਦੀ। ਬਿਲਕੁਲ ਜੀ ਬਿਲਕੁਲ, ਧੰਨਵਾਦ ਜੀ ਧੰਨਵਾਦ। ਵਾਕਿਆ ਤੁਹਾਡੀ ਗੱਲ ਸਹੀ ਹੈ ਜੀ। ਇਹਨਾਂ ਗੱਲਾਂ ਵੱਲ ਧਿਆਨ ਰੱਖਣਾ ਚਾਹੀਦਾ ਬਹੁਤ ਜ਼ਿਆਦਾ, ਤਾਂ ਹੀ ਇਹਨੇ ਜ਼ਿਆਦਾ ਕੇਸ ਵੱਧ ਰਹੇ। ਸਰਕਾਰ ਨੂੰ ਬਿਲਕੁਲ ਸਖਤੀ ਕਰਨੀ ਚਾਹੀਦੀ। ਜਿਸ ਤਰ੍ਹਾਂ ਹਰਜਿੰਦਰ ਸਿੰਘ ਧਨੋਆ ਹੋਣਾ ਨੇ ਕਿਹਾ, ਡੱਗ ਫੋਰਡ ਹੋਣੀ ਫੈਸਲੇ ਲੈ ਕੇ ਬਦਲ ਕਿਉਂ ਰਹੇ ਆ, ਇਹ ਬੜੇ ਸਵਾਲਾਂ ਦੇ ਘੇਰੇ ਦੇ ਵਿੱਚ ਆ। ਆਪਾਂ ਚੱਲਦੇ ਨੈਕਸਟ ਕਾਲ ਤੇ। ਹਾਂਜੀ 2156 ਸਵਾਗਤ ਹੈ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਦੇਖੋ ਜੀ ਭਾਈ ਸਾਹਿਬ ਜਿਹੜੀ ਖਬਰ ਦੇ ਕੇ ਗਏ ਇਹ ਚੰਗੀ ਵੀ ਆ, ਏਦਾਂ ਨਹੀਂ ਹੋਣਾ ਚਾਹੀਦਾ, ਪਰ ਇਸ ਚੀਜ਼ ਦਾ ਦੁੱਖ ਵੀ ਆ ਇਹਨਾਂ ਨੇ ਕਾਲ ਨਹੀਂ ਕੀਤੀ ਜੀ। ਅਸੀਂ ਕਾਲ ਨਾ ਕਰਾਂਗੇ ਤੇ ਕਰੂਗਾ ਕੌਣ? ਅਸੀਂ ਦੂਸਰੇ ਵੱਲ ਨਾ ਦੇਖੀਏ। ਜਿੱਥੇ ਗਲਤ ਕੰਮ ਹੁੰਦਾ ਉੱਥੇ ਜ਼ਰੂਰ ਉਹਦਾ ਧਿਆਨ ਰੱਖੀਏ। ਇਹਦੇ ਇਸ ਹਿਸਾਬ ਨਾਲ ਫਿਰ ਕੋਈ ਹੋਰ ਵੀ ਸਿੱਖੂਗਾ ਵੀ ਆਹ ਗਲਤ ਕੰਮ ਹੁੰਦਾ, ਅਸੀਂ ਇਹਦੇ ਬਾਰੇ ਕੋਈ ਨੋਟਿਸ ਲਈਏ ਔਰ ਗਲਤ ਕੰਮ ਨਾ ਕਰੀਏ। ਬਾਕੀ ਰੀਅਲ estate ਵਾਲਿਆਂ ਨੇ ਤਾਂ ਬਹੁਤ ਜ਼ਿਆਦਾ ਭੁੱਖ ਨਾਲ ਖਿਲਾਰੀ ਹੋਇਆ ਜੀ। ਇਹ ਜ਼ਿਆਦਾ ਹੁਣ ਇੱਧਰ ਉੱਧਰ ਗੱਡੀਆਂ ਲੈ ਘੁੰਮਦੇ ਆ, ਬਾਕੀ ਲੋਕ ਤਾਂ ਆਰਾਮ ਨਾਲ ਘਰ ਬੈਠੇ ਹੋ ਆ। ਇੱਕ ਹੋਰ ਮੈਂ ਦੇਖਿਆ ਜਿਹੜਾ TTC ਤੇ ਆਪਣੇ ਸਭੇ ਦਾ ਸਿਸਟਮ ਹੈਗਾ ਨਾ, ਹੁਣ ਇਹਨਾਂ ਨੂੰ ਇਹ ਵੀ ਕਰ ਦੇਣਾ ਚਾਹੀਦਾ, ਇਹਨਾਂ ਨੂੰ ਉਹ ਯੂਜ਼ ਕਰ ਸਕੇ ਜਿਹਨੇ ਇੰਜੈਕਸ਼ਨ ਲਿਆ ਆ। ਇਹਦੇ ਵਿੱਚੋਂ ਜ਼ਿਆਦਾ ਸਪਰੇਡ ਹੁੰਦਾ ਕਿ ਚਾਹਣ ਲੱਗੇ ਪੂਰਾ ਧਿਆਨ ਨਹੀਂ ਕਰਦੇ, ਖੜੇ ਹੋਣ ਲੱਗੇ। ਜੇ ਇੱਕ ਬੰਦਾ ਧਿਆਨ ਕਰਦਾ ਦੂਸਰਾ ਨਹੀਂ ਕਰਦਾ ਤਾਂ ਵੀ ਇਹ 'ਚ ਫੈਲਦਾ। ਬੱਸਾਂ ਵਿੱਚ ਤੇ ਟ੍ਰੇਨਾਂ ਵਿੱਚ ਇਹ ਜ਼ਿਆਦਾ ਭਰਮਾਰ ਹੈਗਾ ਇੱਕ ਦੂਸਰੇ ਦੇ ਲਾਗੇ ਜਾਣ ਦਾ। ਤੇ ਇੱਥੇ ਜ਼ਰੂਰ ਇਹਨਾਂ ਨੂੰ ਕਰਨਾ ਹੁਣ ਚਾਹੀਦਾ। ਉਹ ਆਪਣੀ ID ਦਿਖਾ ਲੈ, ਇੰਜੈਕਸ਼ਨ ਲੱਗਿਆ ਫਿਰ ਚੜੇ, ਨਹੀਂ ਤਾਂ ਵਾਧਾ ਰਹੂਗਾ। ਇੱਕ ਜਿਹੜਾ ਦੂਸਰਾ ਬਾਹਰੋਂ ਫਲਾਈਟਾਂ ਆਉਣੀਆਂ ਨਾ, ਇਹ ਥੋੜੇ ਚੇਲੀ ਬੰਦ ਹੋਣੀਆਂ ਚਾਹੀਦੀਆਂ, ਖਾਸ ਕਰ ਇੰਡੀਆ ਤੋਂ, ਜਿੱਥੇ 2.5 ਲੱਖ ਬੰਦਾ ਰੋਜ਼ ਪੋਜ਼ਿਟਿਵ ਆਉਂਦਾ ਤੇ 1500 ਬੰਦਾ ਰੋਜ਼ ਮਰਦਾ ਆ। ਇਹ ਹੁਣ ਕਿਸ ਚੀਜ਼ ਦੀ ਵੇਟ ਵਿੱਚ ਇੰਤਜ਼ਾਰ ਵਿੱਚ ਹੈਗੇ ਆ ਵੀ ਅਸੀਂ ਕਦੋਂ ਬੰਦ ਕਰਾਂਗੇ? ਨਿਊਜ਼ੀਲੈਂਡ ਦੇ ਸਭ ਤੋਂ ਪਹਿਲਾਂ ਬੰਦ ਕਰਤਾ। ਆਸਟ੍ਰੇਲੀਆ ਕੋਰੋਨਾ ਮੁਕਤ ਹੋ ਗਿਆ ਜੀ। ਆਸਟ੍ਰੇਲੀਆ ਨੇ ਡਿਕਲੇਅਰ ਕਰਤਾ ਆ, ਫਲਸਤੀਨ ਨੇ ਜਿਹੜਾ ਡਿਕਲੇਅਰ ਕਰ ਦਿੱਤਾ ਜੀ। ਪਰ ਕੈਨੇਡਾ ਦਾ ਪੀਪਲ ਮੁਕਤ ਜ਼ਰੂਰ ਹੋ ਜਾਊ, ਪਰ ਕਰੋਨਾ ਮੁਕਤ ਨਹੀਂ ਹੋਣਾ। ਇਹਦਾ ਇਸ ਲੈਣ ਤੇ ਬੈਠੇ ਹੋਇਆ ਵੀ ਲੋਕਾਂ ਨੂੰ ਖੁਸ਼ ਕਰਦੇ ਆ ਚੌਹਾਨ ਸਾਹਿਬ। ਲੋਕਾਂ ਨੂੰ ਹੁਣ ਜਿਹੜੇ ਬੱਚਿਆਂ ਦੀ ਪਲੇਗਰਾਉਂਡ ਖੋਲ ਦਿੱਤੀ ਆ, ਇਹਦਾ ਮਤਲਬ ਬੱਚਿਆਂ 'ਚ ਇਨਸਾਨੀਅਤ ਹੈ ਨਹੀਂ, ਉਹਨਾਂ 'ਚ ਜਾਨ ਹੈ ਨਹੀਂ। ਲੋਕਾਂ ਨੂੰ ਖੁਸ਼ ਕਰਨ ਤੇ ਲੱਗੇ ਹੋਏ ਆ ਵੀ ਤੁਸੀਂ ਮਾੜਾ ਮੋਟਾ ਸ਼ਰਮ ਕਰੋ, ਤੁਸੀਂ ਪਹਿਲਾਂ ਲੋਕ ਬਚਾਓ। 1 ਮਹੀਨੇ ਦੀ ਭਾਵੇਂ ਪੂਰਾ ਸ਼ਟਡਾਊਨ ਕਰ ਦੋ, ਸਾਰਾ ਕੁਝ ਸਹੀ ਹੋ ਜਾਣਾ। ਇਹ ਜਿੱਦਾਂ ਲਮਕਾਈ ਜਾਂਦੇ ਉਹਨਾਂ ਨੁਕਸਾਨ ਹੋਈ ਜਾਂਦਾ। ਹੁਣ ਬੱਚੇ ਜਦੋਂ ਜੰਪ ਕਰਦੇ ਆ ਉੱਥੇ ਖੇਲਦੇ ਆ, ਉਹ ਜ਼ਮੀਨ ਤੇ ਹੱਥ ਵੀ ਲਾਉਂਦੇ, ਫਿਰ ਮੂੰਹ ਨੂੰ ਵੀ ਲਾਉਂਦੇ ਆ। ਬਿਲਕੁਲ ਜੀ। ਤੇ ਉਹ ਜ਼ਿਆਦਾ ਅਣਗਹਿਲੀ ਕਰਦੇ, ਫਿਰ ਘਰ ਆ ਕੇ ਸੀਨੀਅਰ ਨੂੰ ਬਿਮਾਰ ਕਰੂਗੇ। ਔਰ ਜਿਹੜੇ ਬੱਚੇ ਲੈ ਕੇ ਜਾਂਦੇ ਆ ਪਲੇਗਰਾਉਂਡ 'ਚ, ਉਹਨਾਂ ਨੂੰ ਵੀ ਥੋੜਾ ਜਿਹਾ ਕੌਸ਼ਨ ਵਰਤਣਾ ਚਾਹੀਦਾ। ਉਹਨਾਂ ਦੇ ਗਲਾਵਜ਼ ਵਗੈਰਾ ਪਾ ਕੇ ਰੱਖਣ ਪਲਾਸਟਿਕ ਦੇ, ਜੇ ਉਹ ਕਦੇ ਹੱਥ ਉੱਤੇ ਲਾਉਂਦੇ ਵੀ ਤਾਂ ਗਲਾਵਜ਼ ਜਿਹੜੇ ਉੱਥੇ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਡਿਸਟਰੋਏ ਕਰ ਦਿੱਤਾ ਜਾਵੇ ਤੇ ਹੱਥ ਧੋ ਕੇ ਫਿਰ ਕਾਰ 'ਚ ਬਿਠਾ ਲਓ। ਇਹ ਧਿਆਨ ਰੱਖੋਗੇ ਤਾਂ ਚੰਗਾ ਰਹੂਗਾ, ਨਹੀਂ ਤਾਂ ਇਹ ਵਧਣਾ ਹੈ ਜੀ। ਇੱਥੇ ਬਹੁਤ ਜ਼ਿਆਦਾ ਅਲਗਰਜੀ ਹੋ ਰਹੀ ਆ, ਲੋਕ ਵੀ ਕਰਦੇ ਆ, ਪਰ ਗਵਰਨਮੈਂਟ ਵੀ ਐਕਸ਼ਨ ਕੋਈ ਨਹੀਂ ਲੈਂਦੀ। ਇੱਕ ਦਿਨ ਫੈਸਲਾ ਲੈਂਦੇ, ਦੂਜੇ ਦਿਨ ਬਦਲਦੇ ਜਾਂਦੇ ਆ। ਕਦੀ ਕਹਿੰਦੇ ਐਸਟਰਾਜਨੇਕਾ 60 ਵਾਲਿਆਂ ਦੇ ਲੱਗਣਾ, ਕਦੀ ਕਹਿੰਦੇ 40 ਵਾਲਿਆਂ ਦੇ ਲੱਗਣਾ। ਇਹ ਤੈਅ ਹੀ ਨਹੀਂ ਕਰ ਪਾਏ ਕਿਹਦੇ ਵਾਸਤੇ ਸਹੀ ਆ ਕਿਹਦੇ ਲਈ ਖਰਾਬ ਆ। ਜਦੋਂ ਕੋਈ ਮਰ ਜਾਂਦਾ 2 ਸਾਲ ਘਟਾ ਵਧਾ ਦਿੰਦੇ ਆ, ਪਰ ਲਾਈ ਜਾਂਦੇ ਆ, ਕਿਉਂਕਿ ਉਹਦਾ ਮੁੱਖ ਕਾਰਨ ਇਹ ਆ ਹੋਰ ਕੋਈ ਇੰਜੈਕਸ਼ਨ ਇਹਨਾਂ ਨੂੰ ਮਿਲ ਨਹੀਂ ਰਿਹਾ ਜੀ। ਅਮਰੀਕਾ ਨੇ ਉਹ ਆਪਣੇ ਕਿਸੇ ਬੰਦੇ ਨੇ ਨਹੀਂ ਲਾਇਆ। ਕੀ ਉਹ ਉਹਨਾਂ ਦੀ ਸਾਇੰਸ ਕੰਮ ਨਹੀਂ ਕਰਦੀ? ਸਾਡੀ ਸਾਇੰਸ ਉਹਨਾਂ ਨੂੰ ਜ਼ਿਆਦਾ ਉੱਤੇ ਹੈਗੀ ਆ, ਜਿਹੜਾ ਅਸੀਂ ਲਾਈ ਜਾਂਦੇ ਆ। ਤੇ ਬਾਅਦ ਚ ਕਹਿੰਦੇ ਇਹ ਸਾਇੰਸ ਵਾਲੇ ਜੋ ਕਹਿੰਦੇ ਅਸੀਂ ਉਹ ਕਰਦੇ ਆ। ਹੋਰ ਸਾਹਿਬ ਵੀ ਕਹਿੰਦੇ ਸਾਇੰਸ ਵਾਲੇ ਜੋ ਅਸੀਂ ਕਰਦੇ ਆ, ਤੇ ਟੂਡੋ ਸਾਹਿਬ ਵੀ ਸਾਇੰਸ ਨੂੰ ਕਹਿੰਦੇ ਮੋਰੇ ਤਾਂ ਕਰਦੇ ਆਪਣੀਆਂ ਮਰਜ਼ੀਆਂ। ਉਹ ਸਾਇੰਸ ਵਾਲੇ ਥੋੜ੍ਹਾ ਕਹਿੰਦੇ ਆ ਵੀ ਤੁਸੀਂ ਕਰਜ਼ਾ ਲੈ ਕੇ ਦੂਸਰੇ ਮੁਲਕਾਂ ਨੂੰ ਦਾਨ ਕਰੀ ਜਾਓ, ਅਵਾਰਡ ਦੇਈ ਜਾਓ। ਕਰਜ਼ਾ ਕੋਲ ਹੈਗੇ ਦੇ ਦਿਓ। ਕਰਜ਼ਾ ਲੈ ਕੇ ਕਿਸੇ ਨੂੰ ਅਵਾਰਡ ਦੇਣਾ ਮੈਂ ਤਾਂ ਇਹਨੂੰ ਸਮਝਦਾ ਚੰਗੀ ਗੱਲ ਨਹੀਂ ਹੈਗੀ। ਪਹਿਲਾਂ ਆਪਣੇ ਲੋਕਾਂ ਦਾ ਦੇਖੋ, ਬਾਹਰ ਜਿਹੜੇ ਦੇਖਣਾ ਉਹ ਬਾਹਰ ਦੇਖੋ। ਹੁਣ ਸਾਡੇ ਕਿੰਨੀ ਵੀ ਰੈੱਡ ਕਰਾਸ ਵਾਲੇ ਬਾਹਰਲੇ ਮੁਲਕਾਂ ਦੇ ਵਿੱਚ ਭੇਜਦੇ ਆ ਨਾ, ਤੇ ਉਹ ਰੈੱਡ ਕਰਾਸ ਵਾਲੇ ਹੁਣ ਕਿੱਥੇ ਗਏ? ਉਹਨਾਂ ਨੂੰ ਇੱਥੇ ਲਿਆਉਂਦੇ ਕੈਨੇਡੀਅਨ ਦੀ ਹੈਲਪ ਕਰਨੇ ਨੂੰ। ਕੈਨੇਡੀਅਨ ਆਰਮੀ ਇੱਥੇ ਹੈਲਪ ਕਰੇ। ਜਿਹੜਾ ਬੰਦੇ ਅਲਗਾਜੀ ਕਰਦਾ ਉਹਨੂੰ ਆਰਮੀ ਵਾਲੇ ਫੜਨ, ਜੇ ਪੁਲਿਸ ਵਾਲੇ ਨਹੀਂ ਫੜਦੇ
ਤੇ ਵਿੱਚੋਂ ਵਿੱਚ ਹੀ ਸਭ ਕੁਝ ਕਰ ਸਕਦੇ ਆ, ਪਰ ਇਹਨਾਂ ਨੇ ਕਰਨਾ ਨਹੀਂ। ਸਭ ਤੋਂ ਬਿਹਤਰ ਹੁਣ ਤਰੀਕਾ ਇਹੀ ਆ, ਬਾਅਦ ਦੀਆਂ ਫਲੈਟਾਂ ਬੰਦ ਹੋਣ ਤੇ TTC ਤੇ ਸਭਿਆਂ ਤੇ ਕੰਟਰੋਲ ਕੀਤਾ ਜਾਵੇ। ਜਿਹਨੇ ਵੈਕਸੀਨੇਸ਼ਨ ਹੋ ਗਈ ਉਹ ਯੂਜ਼ ਕਰੇ, ਉਹ ਦੂਸਰਿਆਂ ਨੂੰ ਬਿਮਾਰ ਨਾ ਕਰੇ ਜੀ। ਓਕੇ ਜੀ, ਹਾਂ ਬਿਲਕੁਲ ਵਾਕਿਆ ਗੱਲ ਸਹੀ ਹੈ ਜੀ, ਸਖਤੀ ਕਰਨੀ ਬਣਦੀ ਹੈ ਜੀ। ਧੰਨਵਾਦ ਜੀ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਸਾਡਾ ਸਾਥ ਦਿੱਤਾ ਜੀ। G&G ਟਰੱਕਿੰਗ ਸੋਲਿਊਸ਼ਨ ਨੇ, ਜੇ ਤੁਸੀਂ CVR IFTA US ਡਾਟ ਜਾਂ ਤੁਹਾਡੇ ਟਰੱਕਾਂ ਦੀ ਇੰਸ਼ੋਰੈਂਸ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਜਾਂ ਡਰੱਗ ਟੈਸਟ ਕਰਾਉਣਾ ਚਾਹੁੰਦੇ ਹੋ, ਇੱਕੋ ਛੱਤ ਦੇ ਹੇਠਾਂ ਸਾਰੀਆਂ ਸੇਵਾਵਾਂ ਲੈ ਸਕਦੇ ਹੋ। 905 461 2525 ਤੇ ਤਨਵੀਰ ਢਾਡਾ ਉਹਨਾਂ ਨੂੰ ਕਾਲ ਕਰ ਲਓ। ਇੰਡੀਆ ਪੈਸੇ ਭੇਜਣੇ ਜਾਂ ਮੰਗਾਉਣੇ ਆ ਜੀ, ਜਾਂ US ਡਾਲਰ, ਕੈਨੇਡੀਅਨ ਡਾਲਰ ਤੇ ਅਪਰਾ ਟ੍ਰੇਡਿੰਗ ਇੰਕ ਜਗਤਾਰ ਢਾ ਉਹਨਾਂ ਨੂੰ ਕਾਲ ਕਰ ਲਓ। 905 794 3233। ਘਰ ਖਰੀਦਣਾ ਜਾਂ ਵੇਚਣਾ ਜੀ, ਰੀਅਲ ਜਿਹੜਾ ਰੀਮੈਕਸ ਰਿਐਲਿਟੀ ਨਾਲ ਕੰਮ ਕਰਦੇ ਪੰਕਜ ਸਪਰਾ ਹੋਣੀ 416 722 2385 ਤੇ। ਇਸ ਦੇ ਨਾਲ ਹੀ ਜੇ ਤੁਸੀਂ ਬੈਸਟ ਕੁਆਲਿਟੀ ਦੇ ਵਿੱਚ ਫਰਨੀਚਰ ਖਰੀਦਣਾ ਜੀ ਤੇ ਸੇਲ ਲੱਗੀ ਹੋਈ ਆ, ਬੜੀ ਭਾਰੀ ਸੇਲ ਆ। ਸਟੀਫਨ ਫਰਨੀਚਰ ਵਾਲੇ 2 ਲੋਕੇਸ਼ਨਾਂ ਤੋਂ ਸਰਵ ਕਰਦੇ 905 790 0560। ਬੈਸਟ ਕੁਆਲਿਟੀ ਦੇ ਵਿੱਚ ਫੋਨ ਲੈਣਾ ਚਾਹੁੰਦੇ ਹੋ ਤੁਸੀਂ, 60 ਕੰਟਰੀਆਂ ਨੂੰ ਬਿਲਕੁਲ ਫ੍ਰੀ ਹੈ ਜੀ। ਓਮਾ ਫੋਨ ਤਿੰਨਾਂ ਆਪਣੇ ਸੈੱਲ ਫੋਨਾਂ ਦੇ ਉੱਤੇ ਤੁਸੀਂ ਜਿਹੜੀ ਐਪ ਆ ਡਾਊਨਲੋਡ ਕਰ ਸਕਦੇ ਹੋ। ਕਾਲ ਕਰਨੀ ਹੈ ਪ੍ਰਿਆ ਜੀ ਨੂੰ 647 649 4000 ਤੇ $14 ਤੇ 28 ਸੈਂਟ ਜਿਹੜਾ ਇਹਦਾ ਟੋਟਲ ਬਿੱਲ ਹੈ। ਇੱਕ ਨਿੱਕੀ ਜੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਤੇ ਆਪਾਂ ਤੁਹਾਡੇ ਨਾਲ ਇੱਦਾਂ ਹੀ ਜੁੜਦੇ ਹਾਂ ਜੀ ਫੇਰ, ਤੇ ਨਾਲ ਖਬਰਾਂ ਸਾਂਝੀਆਂ ਕਰਾਂਗੇ ਅਰਸ਼ਦੀਪ ਨਾਲ। ਬਾਪੂ ਪੈਸੇ ਮਿਲ ਗਏ ਸੀ ਨਾ ਟਾਈਮ ਸਰ? ਹਾਂ ਪੁੱਤਰ, ਇੱਧਰ ਤੂੰ ਪੈਸੇ ਪਾਏ ਨਾਲੇ ਮੈਨੂੰ ਮਿਲ ਗਏ। ਬਸ ਇਸੇ ਕਰਕੇ ਮੈਂ ਅਪਰਾ ਟ੍ਰੇਡਿੰਗ ਇੰਕ ਵਾਲਿਆਂ ਤੇ ਭਰੋਸਾ ਕਰਦਾ। ਜੀ ਹਾਂ, ਅਪਰਾ ਟ੍ਰੇਡਿੰਗ ਇਨਕੋਰਪੋਰੇਟ ਮਨੀ ਐਕਸਚੇਂਜ। ਜੇ ਤੁਸੀਂ ਪੈਸੇ ਇੰਡੀਆ ਭੇਜਣਾ ਜਾਂ ਮੰਗਵਾਉਣਾ ਚਾਹੁੰਦੇ ਹੋ, ਵਧੀਆ ਡਾਲਰਾਂ ਦਾ ਰੇਟ ਲੈਣਾ ਚਾਹੁੰਦੇ ਹੋ, ਤਾਂ ਅੱਜ ਹੀ ਕਾਲ ਕਰੋ ਜਗਤਾਰ ਸਿੰਘ ਢਾ ਹੁਣਾਂ ਨੂੰ 905 794 3233 905 794 3233 416 731 7710 416 731 7710 6 ਰੇ ਐਵੇਨਿਊ ਬਰੈਂਪਟਨ। ਓਏ ਹੋਏ ਹੈ ਕਿ ਨਾ, ਮੈਂ ਕਿਹਾ ਮੈਂ ਮੋਣਿਓ ਗੱਡੀ ਦਾ ਟਾਇਰ ਤੇ ਗਿਆ ਨਾ, ਹੁਣ ਕੀ ਕਰੀਏ? ਓਏ ਹੋਏ ਓਹੋ, ਕਿੰਨੀ ਵਾਰ ਕਿਹਾ ਹੈ ਕਿ ਨਿਊ ਮਿਲੇਨੀਅਮ ਟਾਇਰ ਸੈਂਟਰ ਤੋਂ ਹੀ ਟਾਇਰ ਲਿਆ ਕਰੋ, ਜਿੱਥੇ ਮਿਲਦੇ ਨੇ ਟਰੱਕ, ਟਰਾਲੇ ਤੇ ਕਾਰ ਦੇ ਲਈ ਹਰ ਤਰ੍ਹਾਂ ਦੇ ਵਧੀਆ ਟਾਇਰ। ਇੱਥੇ ਮਿਸ਼ਲਿਨ, BF Goodrich, Bridgestone, Firestone, ਚਾਈਨੀਜ਼ ਬ੍ਰਾਂਡ ਹੋਰ ਵੀ ਕਈ ਕੰਪਨੀਆਂ ਦੇ ਟਾਇਰ ਘੱਟ ਰੇਟ ਤੇ ਮਿਲਦੇ ਨੇ। ਹੁਣੇ ਪਹੁੰਚੋ ਨਿਊ ਮਿਲੇਨੀਅਮ ਟਾਇਰ ਸੈਂਟਰ 25 ਕਲਾਰਕ ਬੁਲੇਵਾਰਡ ਬਰੈਂਪਟਨ। ਕਾਲ 905 452 0111 905 452 0111। ਮੈਂ ਨਾ ਜੀ ਸੁਪਨੇ 'ਚ ਦੇਖਿਆ ਕਿ ਮੇਰਾ ਘਰ ਬੜਾ ਆਲੀਸ਼ਾਨ, ਬੜਾ ਵੱਡਾ ਤੇ ਬੜਾ ਸੋਹਣਾ ਹੈ। ਬਸ ਸੁਪਨਾ ਇਹ ਤਾਂ ਸੱਚ ਹੋਊ ਕਮਲੀਏ। ਬਸ ਸਰਬਲੋ ਡਿਜ਼ਾਈਨ ਐਂਡ ਬਿਲਡ ਲਿਮਟਿਡ ਵਾਲਿਆਂ ਨੂੰ ਫੋਨ ਕਰ। ਜੀ ਹਾਂ, ਜੇ ਤੁਸੀਂ ਵੀ ਲਗਜ਼ਰੀ ਕਾਰ, ਛੋਟਾ ਜਾਂ ਵੱਡਾ ਨਵਾਂ ਘਰ ਲੈਣਾ ਚਾਹੁੰਦੇ ਹੋ ਜਾਂ ਫਿਰ ਪੁਰਾਣਾ ਘਰ ਢਾਹ ਕੇ ਨਵਾਂ ਬਣਾਉਣਾ ਚਾਹੁੰਦੇ ਹੋ, ਤਾਂ ਅੱਜ ਹੀ ਮਿਲੋ ਸਰਬਲੋ ਡਿਜ਼ਾਈਨ ਐਂਡ ਬਿਲਡਿੰਗ ਵਾਲੇ ਕੁਲਵਿੰਦਰ ਪੱਤੜ ਜੀ ਨੂੰ। ਇਹਨਾਂ ਕੋਲ 15 ਸਾਲ ਦਾ ਤਜਰਬਾ ਹੈ ਤੇ ਹਾਂ, ਤੁਸੀਂ 20,000 ਸਕੁਅਰ ਫੁੱਟ ਦਾ ਘਰ ਵੀ ਬਣਵਾ ਸਕਦੇ ਹੋ। ਲਗਜ਼ਰੀ ਹੋਮ ਤੁਹਾਡੇ ਬਜਟ ਵਿੱਚ। ਕਾਲ ਕੁਲਵਿੰਦਰ ਪੱਤੜ 4168410478 416 841 0478। ਓ ਮੈਨੂੰ ਰੱਖ ਲੈ ਕਲੀਨਰ ਯਾਰਾ ਓਏ ਲੰਬਿਆਂ ਰੂਟਾਂ ਤੇ। ਜਦੋਂ ਮੈਂ ਸੇਫਐਕਸ ਟਰਾਂਸਪੋਰਟ ਨਾਲ ਨਹੀਂ ਜੁੜਿਆ ਸੀ, ਉਦੋਂ ਇਹੀ ਹਾਲ ਸੀ, ਪਰ ਹੁਣ ਤਾਂ ਸ਼ਾਨ ਨਾਲ ਡਰਾਈਵਰੀ ਕਰੀਦੀ ਹੈ। ਜੀ ਹਾਂ, ਸੇਫਐਕਸ ਟਰਾਂਸਪੋਰਟ, ਜਿਸ ਨੂੰ ਕਿਊਬਿਕ ਵਿੱਚ ਨੰਬਰ 1 ਤੇ ਕੈਨੇਡਾ ਵਿੱਚ ਦੂਜੇ ਨੰਬਰ ਤੇ ਹੋਣ ਦਾ ਮਾਣ ਹਾਸਲ ਹੈ। ਹਾਈਐਸਟ ਗ੍ਰੋਥ ਅਕ੍ਰੋਸ ਦ ਵਰਲਡ। ਸੇਫਐਕਸ ਨੇ ਹੁਣ ਮੌਂਟਰੀਅਲ ਤੇ ਬੋਲਟਨ ਓਨਟਾਰੀਓ ਵਿੱਚ ਨਵੇਂ ਟਰਮੀਨਲ ਸ਼ੁਰੂ ਕੀਤੇ ਨੇ ਤੇ ਇਹਨਾਂ ਨੂੰ USA ਦੇ ਲਈ ਡਰਾਈਵਰ ਤੇ ਓਨਰ ਆਪਰੇਟਰ ਦੀ ਲੋੜ ਹੈ। ਵਧੀਆ ਪੇ ਵੀ ਮਿਲੇਗੀ। ਹੁਣੇ ਕਾਲ ਕਰੋ ਰਮਿੰਦਰਦੀਪ ਜਾਂ ਅਮਨਦੀਪ ਨੂੰ 5146250025 514 625 0025 ਜਾਂ ਫਿਰ 514887 0025 514 887 0025। हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए, और जब तलाश हो ऐसे फर्नीचर की, तो यहाँ ये स्टीवंस फर्नीचर, एन अल्ट्रा मॉडर्न फर्नीचर डेस्टिनेशन इन GTA, जहाँ आपको मिलेगा बिल्कुल सॉलिड फर्नीचर, चाहे बेड सेट हो, सोफा सेट या मैट्रेसेस, एवरीथिंग ओनली एट स्टीवंस फर्नीचर since 1992. Visit in store for much more. 2 locations to serve you. Stevens Furniture. ਟਰੱਕਾਂ 'ਚ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਦਾ ਸਵਾਗਤ ਹੈ ਜੀ। ਆਪਣੇ ਨਾਲ ਅਰਸ਼ਦੀਪ ਹੁਣੀ ਜੁੜ ਚੁੱਕਿਆ ਤੇ ਆਪਾਂ ਉਹਨਾਂ ਦਾ ਵੀ ਸਵਾਗਤ ਕਰਦੇ। ਜੇ ਮੌਂਟਰੀਅਲ ਦੇ ਵਿੱਚ IPTV ਬਾਕਸ ਲਵਾਉਣਾ ਜੀ 514 566 0055 514 566 0055 ਤੇ ਕਾਲ ਕਰ ਸਕਦੇ ਹੋ ਜੀ। ਅਰਸ਼ਦੀਪ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਇੱਕ ਵਾਰੀ ਫਿਰ।
ਜੀ ਬਹੁਤ ਬਹੁਤ ਧੰਨਵਾਦ ਜੀ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਇੱਕ ਵਾਰ ਮੁੜ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਮਾਫੀ ਚਾਹੁੰਦੇ ਹਾਂ ਕਿਉਂਕਿ ਅੱਜ ਇੰਟਰਨੈਟ ਜਿਹੜਾ ਰੋਜਰ ਦਾ ਪ੍ਰੋਬਲਮ ਆ ਰਹੀ ਹੈ, ਨਹੀਂ ਪ੍ਰੋਪਰ ਸਹੀ ਚੱਲ ਰਿਹਾ ਜੀ। ਆਪਾਂ ਗੱਲਬਾਤ ਕਰ ਰਹੇ ਸੀ ਢੀਂਡਸਾ ਬ੍ਰਹਮਪੁਰਾ ਦੀ, ਤੇ ਨਾਲ ਹੀ ਕਹਿੰਦੇ ਸੁੱਚਾ ਸਿੰਘ ਲੰਗਾ ਫਿਰ ਪਰ ਤੋਲ ਰਹੇ ਜੀ, ਕਹਿੰਦੇ ਪੰਥ ਦੇ ਵਿੱਚ ਵਾਪਸੀ ਦੀ ਕੋਸ਼ਿਸ਼ਾਂ ਕਰ ਰਹੇ ਆ। ਦੇਖੋ ਜੀ, ਪਿਛਲੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਫੈਸਲਾ ਕੀਤਾ ਗਿਆ ਚਰਨਜੀਤ ਸਿੰਘ ਚੱਡਾ ਮਾਮਲੇ ਦੇ ਵਿੱਚ, ਜਿਹੜੇ ਕਿ ਚੀਫ ਖਾਲਸਾ ਦੀਵਾਨ ਦੇ ਮੁਖੀ ਸੀਗੇ, ਤੇ ਉਹਨਾਂ ਨੂੰ ਜਿਸ ਤਰ੍ਹਾਂ ਪੰਥ 'ਚ ਵਾਪਸੀ ਜਿਹੜੀ ਕਰਵਾਈ ਗਈ ਹੈ, ਉਹਦੇ ਬਾਅਦ ਬੇਸ਼ੱਕ ਚੀਫ ਖਾਲਸਾ ਦੀਵਾਨ ਦੇ ਆਗੂਆਂ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਚਰਨਜੀਤ ਸਿੰਘ ਚੱਡਾ ਜਿਹੜੇ ਨੇ ਉਹ ਚੀਫ ਖਾਲਸਾ ਦੀਵਾਨ ਦੇ ਵਿੱਚ ਇੰਟਰਫੇਰੈਂਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੀ, ਜਿਹਦੇ 'ਚ ਉਹ ਧਾਰਮਿਕ ਐਜੂਕੇਸ਼ਨ ਅਦਾਰਿਆਂ 'ਚ ਵੀ ਆ ਰਹੇ ਨੇ, ਤੇ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਕਿ ਤੁਸੀਂ ਨਾ ਆਓ ਕਿਉਂਕਿ ਤੁਹਾਡੀ ਇਤਰਾਜ਼ਯੋਗ ਵੀਡੀਓ ਜਿਹੜੀ ਉਹ ਸਾਹਮਣੇ ਆਈ ਸੀ, ਇਸ ਕਰਕੇ ਬੱਚਿਆਂ ਦੇ ਮਨੋਬਲ ਤੇ ਜਿਹੜਾ ਹੈ ਬੁਰਾ ਅਸਰ ਪੈਂਦਾਗਾ। ਤਾਂ ਉਸੇ ਤਰ੍ਹਾਂ ਸੁੱਚਾ ਸਿੰਘ ਲੰਗਾਹ ਦੀ ਵੀ ਇੱਕ ਔਰਤ ਦੇ ਨਾਲ ਇਤਰਾਜ਼ਯੋਗ ਵੀਡੀਓ ਜਿਹੜੀ ਉਹ ਵਾਇਰਲ ਹੋਈ ਸੀ, ਜਿਹਦੇ ਬਾਅਦ ਉਹਨਾਂ ਨੂੰ ਪੰਥ ਚੋਂ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਇਆ ਗਿਆ ਸੀ। ਤਾਂ ਹੁਣ ਸਾਬਕਾ ਅਕਾਲੀ ਮੰਤਰੀ ਜਿਹੜੇ ਪਾਰਟੀ ਚੋਂ ਵੀ ਬਾਹਰ ਕੀਤੇ ਹੋਏ ਸੁੱਚਾ ਸਿੰਘ ਲੰਗਾਹ ਇੱਕ ਵਾਰ ਮੁੜ ਤੋਂ ਜਿਹੜਾ ਪੰਥ 'ਚ ਵਾਪਸੀ ਲਈ ਚਾਰਾਜੋਈ ਕਰ ਰਹੇ ਆ, ਕਿਉਂਕਿ ਉਹ ਰੋਜ਼ਾਨਾ ਜਿਹੜਾ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਣ ਆਉਂਦੇ ਨੇ 3-4 ਦਿਨ ਤੋਂ ਲਗਾਤਾਰ, ਅਤੇ ਮੱਥਾ ਟੇਕਣ ਤੋਂ ਬਾਅਦ ਜਿਹੜੀ ਢਾਡੀ ਸਭਾ ਹੁੰਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ, ਤਾਂ ਉੱਥੇ ਉਹ ਬੈਠਦੇ ਨੇ ਤੇ ਚੁੱਪਚਾਪ ਜਿਹੜੇ ਉਹ ਵਾਪਸ ਪਰਤ ਜਾਂਦੇ ਨੇ। ਤਾਂ ਜਿਹੜਾ ਲਗਾਤਾਰ 3-4 ਦਿਨ ਤੋਂ ਆ ਰਹੇ ਨੇ, ਤੋਂ ਇਹੀ ਲੱਗ ਰਿਹਾ ਕਿ ਸੁੱਚਾ ਸਿੰਘ ਲੰਗਾਹ ਸ਼ਾਇਦ ਮਾਹੌਲ ਤਿਆਰ ਕਰ ਰਹੇ ਨੇ ਕਿ ਉਹਨਾਂ ਦੀ ਫਾਈਲ ਵੀ ਜਿਹੜੀ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੁਣੀ ਜਾਵੇ ਤੇ ਉਹਨਾਂ ਦੀ ਜਿਹੜੀ ਉਹ ਪੰਥ 'ਚ ਵਾਪਸੀ ਹੋਵੇ, ਕਿਉਂਕਿ ਇਸ ਤੋਂ ਪਹਿਲਾਂ ਵੀ ਉਹ ਕਈ ਵਾਰੀ ਕੋਸ਼ਿਸ਼ਾਂ ਜਿਹੜੀਆਂ ਉਹ ਕਰ ਚੁੱਕੇ ਨੇ। ਕਿਉਂਕਿ ਗੁਰਦਾਸਪੁਰ ਦੇ ਇੱਕ ਗੁਰੂ ਘਰ ਦੇ ਵਿੱਚ 5 ਪਿਆਰਿਆਂ ਕੋਲੇ ਪੇਸ਼ ਹੋ ਕੇ ਉਹਨਾਂ ਨੇ ਸੁਧਾਈ ਲਈ ਖੁਦ ਦੀ ਤਨਖਾਹ ਲਵਾ ਲਈ ਸੀਗੀ, ਤੇ ਬਾਅਦ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਵੱਲੋਂ ਸਖਤ ਨੋਟਿਸ ਵੀ ਲਿਆ ਗਿਆ ਇਸ ਮਾਮਲੇ ਦੇ ਵਿੱਚ, ਜਿੱਥੇ ਕਿ ਗੁਰਦੁਆਰੇ ਦੇ ਮੈਨੇਜਰ ਦੇ ਖਿਲਾਫ ਕਾਰਵਾਈ ਕੀਤੀ ਗਈ ਅਤੇ 3 ਸਿੱਖ ਆਗੂਆਂ ਨੂੰ ਵੀ ਜਿਹੜੇ ਐਸਜੀਪੀਸੀ ਮੈਂਬਰ ਸੀ ਉਹਨਾਂ ਨੂੰ ਵੀ ਜਿਹੜੀ ਤਨਖਾਹ ਲਾਈ ਗਈ ਸੀ। ਕਿਉਂਕਿ ਸੁੱਚਾ ਸਿੰਘ ਲੰਗਾਹ ਦੀ ਜਦੋਂ ਵੀਡੀਓ ਸਾਹਮਣੇ ਆਈ ਸੀ ਤੇ ਇਹਨੂੰ ਬੱਜਰ ਕੁਰਹਿਤ ਦੇ ਦੋਸ਼ ਹੇਠ ਪੰਥ ਚੋਂ ਬਾਹਰ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਨੇ ਕੀਤਾ ਸੀ। ਤੇ ਹੁਣ ਜਿਸ ਤਰ੍ਹਾਂ ਲੰਗਾਹ ਸਾਹਿਬ 3-4 ਦਿਨ ਤੋਂ ਲਗਾਤਾਰ ਨਤਮਸਤਕ ਹੋਣ ਜਾ ਰਹੇ ਨੇ, ਤਾਂ ਉਹਦੇ ਤੋਂ ਉਹੀ ਲੱਗਦਾ ਹੈ ਕਿ ਉਹ ਵੀ ਆਪਣੀ ਭੁੱਲ ਬਖਸ਼ਾਉਣ ਅਤੇ ਪੰਥ 'ਚ ਵਾਪਸੀ ਦੇ ਪੱਤਰ ਪਹਿਲਾਂ ਵੀ ਕਈ ਵਾਰੀ ਦੇ ਚੁੱਕੇ ਨੇ, ਤੇ ਲੱਗਦਾ ਹੈ ਕਿ ਹੁਣ ਦੁਬਾਰਾ ਤੋਂ ਮਾਹੌਲ ਜਿਹੜਾ ਉਹ ਬਣਾਇਆ ਜਾ ਰਿਹਾ। ਹਾਂ ਬਿਲਕੁਲ ਜੀ, ਆਪਾਂ ਚੱਲਦੇ ਕਾਲ ਤੇ, ਉਸ ਤੋਂ ਬਾਅਦ ਅਗਲੀ ਖਬਰ ਤੇ। ਹਾਂਜੀ 26-23 ਸਵਾਗਤ ਹੈ ਜੀ। ਜੀ ਵੀਰ ਜੀ, ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਖਾਲਸਾ ਫਤਿਹ ਜੀ। ਮੈਂ ਹੁਣ ਇਹ ਗੱਲ ਕੀਤੀ, ਤੁਸੀਂ ਕਹਿਣਾ ਸਿੰਘ ਸਾਹਿਬ ਗੱਲ ਕੋਈ ਹੋਰ ਹੁੰਦੀ, ਤੁਸੀਂ ਦੂਏ ਪਾਸੇ ਲੈ ਜਾਂਦੇ ਆ। ਜੀ ਜੀ, ਨਹੀਂ ਕੋਈ ਨਹੀਂ, ਆਉਂਦੇ ਹੋ ਜੀ। ਅੱਛਾ, ਮੈਂ ਕਹਿੰਦਾ ਕੱਲ ਦੀ ਇੱਕ ਵੀਡੀਓ ਦੇਖ ਰਿਹਾ ਆ, ਮੇਰਾ ਖਿਆਲ ਤੁਹਾਨੂੰ ਮੈਂ ਕਹੂੰਗਾ ਫੇਸਬੁੱਕ ਨੰਬਰ ਵੀ ਭੇਜ ਦਿੰਦਾ ਆ ਜਿਹੜੇ ਉੱਪਰ ਹੈਗੀ ਆ। ਉਹ ਇੱਕ ਕੋਈ ਕੈਸਲ ਵਿੱਚ ਕੋਈ ਕਹਿੰਦੇ ਅਡਾਨੀ ਬਾਨੀ ਦਾ ਹੈਗਾ ਇਕਦਾਮ, ਉੱਥੇ ਕਹਿੰਦੇ ਜ਼ਿਮੀਂਦਾਰਾਂ ਦੀਆਂ ਲਾਈਨਾਂ ਬੜੀਆਂ ਲੰਮੀਆਂ ਲੱਗੀਆਂ, ਕਣਕ ਕਹਿੰਦੇ 1200 ਨੂੰ ਕਣਕ ਚੱਕ ਰਹੇ ਆ। ਹਾਂ ਬਿਲਕੁਲ ਜੀ, ਉੱਥੇ ਟਰੱਕਾਂ ਦੀਆਂ ਨਾਲ ਟਰੱਕ ਵੀ ਖੜੇ ਆ ਜੀ, ਕੱਲੀਆਂ ਟਰਾਲੀਆਂ ਤਾਂ ਵੱਖਰੀਆਂ, ਟਰੱਕ ਵੀ ਖੜੇ ਆ ਜੀ। ਉਹ ਸਰਦਾਰ ਜੀ ਉਹਨਾਂ ਨੇ ਦੱਸਿਆ, ਉਹ ਕਹਿੰਦੇ ਹੁਣ ਦੱਸੋ ਤੁਸੀਂ ਆਪਾਂ ਹੁਣ ਕਿੱਧਰ ਨੂੰ ਜਾਣਗੇ ਲੋਕ ਜਾਣ ਵੀ। ਇੱਕ ਪਾਸੇ ਤਾਂ ਉਧਰ ਧਰਨਾ ਲੱਗਾ ਆ ਤੇ ਇੱਕ ਪਾਸੇ ਤਾਂ ਇਹ ਦੇਖੋ ਇਹ ਲੋਕ ਹੁਣ ਉਹ ਹੈ ਉਹਨੇ ਦਾ ਗੁੱਜਰ ਆ ਸਰਦਾਰ, ਉਹਨੇ ਥੋੜੇ ਦੱਸੇ ਆ, ਬਹੁਤੇ ਨਹੀਂ ਦੱਸੇ। ਬਹੁਤੇ ਗੁੱਜਰ ਪਰਿਵਾਰ ਹੈ ਤਾਂ ਕੁਛ ਹੋ ਰਿਹਾ ਉਹਨਾਂ ਬਾਰੇ ਇਹਨਾਂ ਦਾ ਕੀ ਰੋ ਆਪਣੀਆਂ ਜਿਹੜੀਆਂ ਹੈਗੀਆਂ ਆ ਜਥੇਬੰਦੀਆਂ, ਇਹ ਉੱਥੇ ਉਹਨਾਂ ਦੇ ਘਿਰਾਓ ਕਿਉਂ ਨਹੀਂ ਕੀਤੇ ਜਾ ਰਹੇ, ਹੁਣ ਮੈਂ ਇਹ ਪੁੱਛਣਾ ਚਾਹੁੰਦਾ। ਤੇ ਬਾਕੀ ਜਿਹੜੀ ਲੰਗਾਹ ਆ ਇਹਦਾ ਹੁਣ ਪਿੱਛੇ ਦਾ ਕੀ ਛਾਣਨਾ ਜੀ, ਇਹ ਤਾਂ ਹੁਣ ਨਿੰਦਿਆ ਧੋ ਦੋਗੇ, ਉਹਦਾ ਵੀ ਸਾਫ਼ ਆਪਾਂ ਕਰਦੇ ਆ ਜੀ। ਹੋਰ ਮੈਂ ਇਹਦੇ ਬਾਰੇ ਕੀ ਕੁਛ ਨਹੀਂ ਕਹਿਣਾ, ਇਹਦਾ ਗੁਰੂ ਸਜ਼ਾ ਦਊ ਇਹਨਾਂ ਨੂੰ, ਮੈਂ ਤੇ ਇਹੀ ਕਹਿ ਸਕਦਾ। ਧੰਨਵਾਦ ਵੀਰ ਜੀ। ਪਰ ਜਿਹੜੀ ਉਹ ਵੀਡੀਓ ਆ ਰਹੀ ਹੈ, ਪਰ 1200 ਨੂੰ ਕੁਆਂਟਲ ਨਹੀਂ, ਕਣਕ ਤੇ ਮਹਿੰਗੀ ਹੈ ਜੀ, 1200 ਨੂੰ ਕਹਿੰਦੇ ਵੇਚ ਰਹੇ, 1200 ਨੂੰ ਉੱਥੇ ਵੇਚਣ ਦਾ ਕੀ ਫਾਇਦਾ ਜੀ? ਉਹਨਾਂ ਨੇ ਕਿਹਾ ਵੀ 1200 ਟਰਾਲੀ ਮਗਰੋਂ ਦੇ ਰਹੇ ਆ, ਵੱਧ ਦੇ ਰਹੇ ਆ। ਤੁਸੀਂ ਪੂਰੀ ਵੀਡੀਓ ਦੇਖੋ ਜੀ। ਵੱਧ ਦੇ ਰਹੇ, ਮੈਂ ਸਮਝ ਗਿਆ ਜੀ, ਸਮਝ ਗਿਆ ਮੈਂ। ਉਹ ਕਹਿੰਦੇ ਵੀ ਉਹ ਜਿਹੜੇ ਪੈਸੇ ਵੱਧ ਦੇ ਰਹੇ ਆ, 1200 ਰੁਪਇਆ ਉਹ ਕਿਰਾਇਆ ਦੇ ਰਹੇ ਹੋਣੇ ਜੀ ਟਰਾਲੀ ਨੂੰ, ਜਿਹੜਾ ਕਣਕ ਦਾ ਰੇਟ ਤਾਂ ਵੱਖਰਾ, 1200 ਰੁਪਇਆ ਕਿਰਾਇਆ ਦੇ ਰਹੇ ਹੋਣੇ। ਹਾਂਜੀ ਹਾਂਜੀ, ਨਾ ਮੇਰੇ ਕੋਲ ਵੀਡੀਓ ਭੇਜੋ, ਕਹਿੰਦਾ ਫੇਸਬੁੱਕ ਤੇ ਨੰਬਰ ਹੈਗੀ, ਮੈਨੂੰ ਪਤਾ, ਮੈਂ ਦੇਖੀ ਹੈ ਜੀ, 1200 ਰੁਪਇਆ ਕਿਰਾਇਆ ਦੇ ਰਹੇ ਐਕਸਟਰਾ ਟਰਾਲੀ ਨੂੰ। ਹਾਂਜੀ ਇਦਾਂ। ਹਾਂ, ਹੁਣ ਸਰਦਾਰ ਜੀ ਕਹਿੰਦੇ ਵੀ ਨਾ, ਮੈਂ ਪੁੱਛਿਆ ਵੀ ਤੁਸੀਂ ਕਿੱਦਾਂ ਆਏ ਆ, ਕਹਿੰਦੇ ਉਹ ਕਾਫੀ 1.5 ਕਿਲੋਮੀਟਰ ਦੀ ਲਾਈਨ ਨਹੀਂ, ਕੈਸਲ ਦੇ ਕੋਲ ਆ, ਉਹਨਾਂ ਨੇ ਗੋਦਾਮ ਵੀ ਦਿਖਾ ਲਿਆ। ਜੀ ਬਿਲਕੁਲ ਜੀ, ਬਿਲਕੁਲ, ਬੜੀ ਹੌਲੀ ਹੌਲੀ ਉਹ ਕਾਰ ਚਲਾ ਰਹੇ ਆ ਤੇ ਨਾਲ ਦਿਖਾਈ ਜਾ ਰਿਹਾ। ਬਿਲਕੁਲ ਸਹੀ ਹੈ ਜੀ। ਕੋਈ ਮੇਰੇ ਕੋਲ ਡਰਾਈਵਰ ਆ, ਉਹ ਅੱਗੇ ਵੀ ਇੱਕ ਵਾਰੀ ਆਏ ਮੋਰਚੇ ਤੇ, ਉਦੋਂ ਵੀ ਇਹਨਾਂ ਨੂੰ ਕਹਿੰਦੇ ਕਿਸਾਨਾਂ ਨੂੰ ਅਸੀਂ ਕਿਹਾ ਸੀ ਵੀ ਤੁਸੀਂ ਹੋਰ ਪਾਸੇ ਨਾ ਭੱਜੇ ਫਿਰੋ, ਇਹਨਾਂ ਦੇ ਗੋਦਾਮਾਂ ਦੇ ਇਹਨਾਂ ਦੇ ਆਲੇ ਦੁਆਲੇ ਉੱਥੇ ਰੱਖੋ ਗੇੜਾ। ਪਰ ਇਹ ਕਹਿੰਦਾ ਆਪਣੀ ਜਿਹੜੀ ਪਾਰਟੀਆਂ, ਇਹ ਕਹਿੰਦਾ ਹੁਣ ਕੋਈ ਪੰਜਾਬ ਤੁਰਿਆ ਫਿਰਦਾ, ਕੋਈ ਉਧਰ ਨਹੀਂ। ਪਰ ਹੋਣਾ ਕੁਛ ਨਹੀਂ ਨਾ ਜੀ, ਹੋਣਾ ਤੇ ਸਰਕਾਰ ਦੇ ਨਾਲ ਹੀ ਆ, ਅਡਾਨੀਆਂ ਬਾਨੀਆਂ ਨੇ ਕੁਛ ਨਹੀਂ ਕਰਨਾ ਤੇ ਸਰਕਾਰ ਨੇ। ਪਰ ਸਰਕਾਰ ਤਾਂ ਹੁਣ ਐਸਾ ਨਾ ਪੂਰਾ ਸਾਥ ਦੇ ਰਹੀ, ਪੂਰਾ ਸ਼ੱਕ ਪੂਰੀ ਪੈ ਰਹੀ ਆ। ਮੇਰਾ ਲੱਗਦਾ ਵੀ ਜਿਹੜੇ ਲੋਕ ਸਾਡੇ ਭੁੱਲੇ ਮੈਨੂੰ ਮੈਂ ਮਾਰ ਖਾ ਜਾਣਗੇ, ਨਾ ਆਖੇ ਲੱਗੇ ਜ਼ਿਮੀਂਦਾਰਾਂ ਦੇ ਅੱਜ, ਫੇਰ ਕੀ ਫਾਇਦਾ ਜੇ ਮਾਰ ਬਾਅਦ ਚ ਖਾਧੀ, ਉਹ ਖਾਧੀ ਫਿਰ ਜਿੱਦਾਂ ਅੱਗੇ
100 ਸਾਲ ਗੁਲਾਮ ਰਹੇ ਆ, ਫਿਰ ਇਹਨਾਂ ਦੇ ਗੁਲਾਮ ਰਹਿਣਗੇ ਜੀ। ਤੇ ਨਾਲੇ ਇਹ ਪਾਰਟੀ ਕਿਉਂ ਨਹੀਂ ਬਣਾਉਂਦੇ? ਇੱਕ ਦਿਨ ਮੈਂ ਡਿਪਟੀ ਸਾਹਿਬ ਦੇ ਬਾਪੂ ਜੀ ਸੁਣੀ ਸੀ ਇੰਟਰਵਿਊ, ਉਹਨਾਂ ਨੇ ਵੀ ਇਹ ਗੱਲ ਕਹੀ ਆ, ਕਹਿੰਦੇ 2022 ਵਿੱਚ ਇਹਨੂੰ ਆਪਣਾ ਬੰਦਾ ਹੀ ਖੜਾ ਕਰਨਾ ਚਾਹੀਦਾ ਆ। ਤੇ ਗਾਂ ਆਉਣ ਵਾਲੀ ਇਲੈਕਸ਼ਨ ਵਿੱਚ ਕਮ ਸੇ ਕਮ ਤੁਹਾਡਾ ਬੰਦਾ ਤਾਂ ਖੜਾ ਹੋਊ ਮੂਹਰੇ ਬੋਲਣ ਜੋਗਾ, ਜਿੱਦਾਂ ਹੁਣ ਬਿੱਲ ਚੱਕ ਕੇ ਪਾਸ ਕਰਤੇ ਬੰਦਾ ਰੌਲਾ ਤੇ ਖੜਕਾ ਦੜਕਾ ਕਰਨਾ ਤਾਂ ਹੋਵੇ ਜੀ। ਤੇ ਕਰਨਾ ਹੀ ਨਹੀਂ ਬੰਦਾ ਖੜਾ, ਫੇਰ ਤਾਂ ਸਾਫ਼ ਪਤਾ ਵੀ ਫਿਰ ਉਹਨਾਂ ਨੇ ਜਿੱਤਣਾ। ਜਿਹੜੇ ਪੁਰਾਣੀਆਂ ਪਾਰਟੀਆਂ ਇਹਨਾਂ ਬਾਰੇ ਜ਼ਰੂਰ ਚਰਚਾ ਦੱਸਿਓ। ਬਾਕੀ ਲੰਗਾਹ ਬਾਰੇ ਮੈਂ ਕੁਝ ਨਹੀਂ ਕਹਿਣਾ, ਉਹ ਤਾਂ ਗੁਰੂ ਸਾਹਿਬ ਨੂੰ ਆਪੇ ਸਜ਼ਾ ਦੇਣਗੇ ਜੀ। ਜੀ ਧੰਨਵਾਦ ਵੀਰ। ਜੀ ਅਰਸ਼ਦੀਪ, ਦੇਖੋ ਜਿਹੜਾ ਇਹਨਾਂ ਨੇ ਅਡਾਨੀ ਦੇ ਸਟੋਰ ਦੀ ਗੱਲ ਕੀਤੀ ਹੈ, ਉਹ ਪੰਜਾਬ ਚ ਮੋਗੇ ਵੀ ਹੈਗਾ, ਹਰਿਆਣਾ ਚ ਕੈਥਲ ਵੀ ਹੈਗਾਗਾ, ਤੇ ਉੱਥੇ ਵੱਡੀਆਂ ਲਾਈਨਾਂ ਜਿਹੜੀਆਂ ਉਹ ਕਿਸਾਨਾਂ ਦੀਆਂ ਦੇਖਣ ਨੂੰ ਮਿਲ ਰਹੀਆਂ ਨੇ, ਕਿਉਂਕਿ ਇੱਕ ਪਾਸੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈਗਾ ਤੇ ਕਿਸਾਨ ਲਗਾਤਾਰ ਮੰਗ ਕਰ ਰਹੇ ਨੇ ਕਿ 3 ਖੇਤੀ ਕਾਨੂੰਨ ਜਿਹੜੇ ਉਹ ਰੱਦ ਕੀਤੇ ਜਾਣ। 3 ਖੇਤੀ ਕਾਨੂੰਨ ਰੱਦ ਕਰਕੇ ਜਿਹੜਾ ਮੰਡੀਕਰਨ ਸਿਸਟਮ ਆ APMC ਐਕਟ ਤਹਿਤ, ਉਹ ਮੰਡੀਕਰਨ ਸਿਸਟਮ ਜਿਹੜਾ ਉਸੇ ਤਰ੍ਹਾਂ ਦਰੁਸਤ ਰਹਿਣਾ ਚਾਹੀਦਾਗਾ। ਪਰ ਦੂਜੇ ਪਾਸੇ ਕੈਥਲ ਦੇ ਵਿੱਚ ਜਿਹੜਾ ਅਡਾਨੀ ਦਾ ਗੋਡਾਊਨ ਹੈਗਾ, ਉੱਥੇ ਵੀ ਵੱਡੀਆਂ ਲਾਈਨਾਂ ਨੇ ਕਿਸਾਨਾਂ ਦੀਆਂ। ਮੋਗੇ ਦੇ ਵਿੱਚ ਪੰਜਾਬ 'ਚ ਅਡਾਨੀ ਦਾ ਹੈਗਾ, ਤਾਂ ਉੱਥੇ ਵੀ ਜਿਹੜੀਆਂ ਵੱਡੀਆਂ ਲਾਈਨਾਂ ਕਿਸਾਨਾਂ ਦੀਆਂ ਨੇ, ਕਿਉਂਕਿ ਉੱਥੇ ਜਦੋਂ ਕਿਸਾਨ ਜਾਂਦਾ ਹੈਗਾ ਟਰਾਲੀ ਅੰਦਰ ਜਾਂਦੀ ਹੈ ਤੇ ਉਹਦਾ ਖਰਚਾ ਵੀ ਉਹਨੂੰ ਨਾਲ ਜਿਹੜਾ ਉਹ ਦਿੱਤਾ ਜਾ ਰਿਹਾ ਹੈ। ਪਰ ਸਵਾਲ ਇਹ ਹੈ ਕਿ ਇੱਕ ਪਾਸੇ ਕਾਰਪੋਰੇਟ ਘਰਾਣਿਆਂ ਦੇ ਬਾਈਕਾਟ ਦੀ ਗੱਲ ਕਿਸਾਨ ਕਰਦੇ ਨੇ, ਜਿਹਦੇ 'ਚ ਕਿ ਪੈਟਰੋਲ ਪੰਪਾਂ ਦੇ ਘਰਾਓ ਵੀ ਕੀਤੇ ਜਾਂਦੇ ਨੇ, ਟੋਲ ਪਲਾਜ਼ੇ ਵੀ ਰੋਕੇ ਜਾਂਦੇ ਨੇ, ਸਟੋਰਸ ਵੀ ਜਿਹੜੇ ਘੇਰੇ ਜਾਂਦੇ ਨੇ। ਪਰ ਦੂਜੇ ਪਾਸੇ ਉਸੇ ਪ੍ਰਾਈਵੇਟ ਅਦਾਰੇ ਦੇ ਬਾਹਰ ਜਿਹੜੀ ਹੈ ਕਣਕ ਵੇਚਣ ਦੇ ਲਈ ਕਿਸਾਨ ਵੱਡੀ ਗਿਣਤੀ ਦੇ ਵਿੱਚ ਖੜੇ ਨੇ। ਤੇ ਇਸ ਕਰਕੇ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਮੰਡੀਆਂ ਦੇ ਵਿੱਚ ਪ੍ਰਬੰਧ ਨੇ ਇਸ ਵਾਰ ਦਰੁਸਤ ਨਹੀਂ ਹੈਗੇ। 4 ਮੰਡੀਆਂ ਜਿਹੜੀਆਂ ਹੈ ਉਹ ਅਡਾਨੀ ਐਗਰੋ ਕੋਲ ਹੀ ਹੈਗੀਆਂ, ਤਾਂ ਕਰਕੇ ਉਹ ਆ ਰਹੇ ਨੇ ਹਰਿਆਣਾ ਦੇ ਵਿੱਚ। ਤੇ ਬਾਕੀ ਨੰਬਰ 2 ਤੇ ਕਹਿ ਰਹੇ ਨੇ ਕਿ ਬਾਰਦਾਨਾ ਨਹੀਂ ਹੈ ਆੜਤੀਆਂ ਕੋਲੇ, ਖਰੀਦ ਦੇ ਪ੍ਰਬੰਧ ਦਰੁਸਤ ਨਹੀਂ ਹੈ। 48 ਘੰਟੇ ਜਿਹੜੀ ਪੇਮੈਂਟ ਵਾਲੀ ਗੱਲ ਸੀ ਉਹ ਵੀ ਪੂਰੀ ਨਹੀਂ ਹੋ ਰਹੀ, ਹਲੇ ਤਾਂ ਆਧਾਰ ਦੇ ਨਾਲ ਖਾਤੇ ਜਿਹੜੇ ਉਹ ਲਿੰਕ ਕੀਤੇ ਜਾ ਰਹੇ ਆ, ਕਰਕੇ ਮਜਬੂਰੀ ਬਸ ਉਹਨਾਂ ਨੂੰ ਪਠਾਉਣਾ ਪੈ ਰਿਹਾ। ਇਸ ਕਰਕੇ ਕਿਸਾਨਾਂ ਨੇ ਫੈਸਲਾ ਕਰਨਾ ਹੈ ਕਿ ਉਹਨਾਂ ਨੇ APMC ਐਕਟ ਦੇ ਵਿੱਚ ਰਹਿ ਕੇ ਗਵਰਨਮੈਂਟ ਨੂੰ ਜਵਾਬ ਦੇਣਾ ਕਿ ਅਸੀਂ ਪ੍ਰਾਈਵੇਟ ਵਪਾਰੀਆਂ ਕੋਲ ਨਹੀਂ ਗਏ। ਪਰ ਜੇ ਪ੍ਰਾਈਵੇਟ ਵਪਾਰੀ ਅੱਜ 500-400 ਰੁਪਇਆ ਵੱਧ ਦੇ ਰਿਹਾ ਤਾਂ ਉਹ ਤਾਂ ਕਿਸਾਨ ਲੀਡਰ ਪਹਿਲੇ ਦਿਨ ਤੋਂ ਕਹਿ ਰਹੇ ਨੇ ਕਿ 4-5 ਸਾਲ ਜਿਹੜੇ ਪੈਸੇ ਨੇ ਉਹ ਸਰਕਾਰੀ ਮਾਰਕੀਟ ਤੋਂ ਵੱਧ ਮਿਲਣਗੇ। ਪ੍ਰਾਈਵੇਟ ਦਾ ਪ੍ਰਬੰਧ ਵੀ ਜਿਹੜਾ ਦਰੁਸਤ ਦਿਖਾਈ ਦੇਊਗਾ ਸਰਕਾਰੀ ਮਾਰਕੀਟ ਦੇ ਨਾਲੋਂ, ਤੇ ਬਾਅਦ ਹੌਲੀ-ਹੌਲੀ ਸਰਕਾਰੀ ਮਾਰਕੀਟ ਜਿਹੜੀ ਉਹ ਕੀਤੀ ਜਾਊਗੀ। ਕਿਸਾਨੀ ਅੰਦੋਲਨ ਦੇ ਵਿੱਚ ਇਸੇ ਤਰ੍ਹਾਂ ਕਿਸਾਨਾਂ ਵੱਲੋਂ ਜਾਣਾ ਜਿਹੜਾ ਬੇਹੱਦ ਮੰਦਭਾਗਾ ਗਾ ਤੇ ਕਈ ਕਿਸਮ ਦੇ ਸਵਾਲ ਜਿਹੜੇ ਉਹ ਖੜੇ ਕਰਦਾਗਾ। ਅਰਸ਼ਦੀਪ, ਤੁਹਾਡੀ ਆਵਾਜ਼ 'ਚ ਥੋੜੀ ਜਿਹੀ ਡਿਸਟਰਬੈਂਸ ਆਉਣ ਲੱਗ ਪਈ। ਪਹਿਲਾਂ ਆਵਾਜ਼ ਬੜੀ ਕਲੀਅਰ ਆਉਂਦੀ ਸੀਗੀ। ਕਿਸਾਨਾਂ ਵਿਰੁੱਧ ਬੋਲਣ ਵਾਲੇ ਭਾਜਪਾ ਆਗੂ ਵਿਰੁੱਧ ਕੇਸ ਦਰਜ। ਹਾਂਜੀ, ਦੇਖੋ ਜੀ, ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜੇ ਕਿਸਾਨਾਂ ਵੱਲੋਂ ਧਰਨੇ ਦਿੱਤੇ ਜਾ ਰਹੇ ਨੇ, ਤੇ ਪਹਿਲੇ ਦਿਨ ਤੇ ਜਦੋਂ ਧਰਨਾ ਚੱਲ ਰਿਹਾਗਾ ਤਾਂ ਉਸ ਸਮੇਂ ਤੋਂ ਹੀ ਇਹ ਅਜੀਬ ਬਿਆਨ ਜਿਹੜੇ ਉਹ ਕਿਸਾਨਾਂ ਵਿਰੁੱਧ ਦਿੱਤੇ ਜਾ ਰਹੇ ਨੇ। ਕਦੇ ਕਿਸਾਨਾਂ ਨੂੰ ਅੱਤਵਾਦੀ ਕਿਹਾ ਜਾਂਦਾ ਹੈ, ਕਦੇ ਵੱਖਵਾਦੀ ਕਿਹਾ ਜਾਂਦਾ ਹੈ, ਕਦੇ ਇਹ ਕਿਹਾ ਜਾਂਦਾ ਹੈ ਕਿ ਕਿਸੇ ਪੋਲੀਟੀਕਲ ਪਾਰਟੀ ਦੀ ਸ਼ਹਿ ਤੇ ਉਹ ਇੱਥੇ ਬੈਠੇ ਨੇ। ਤਾਂ ਲਗਾਤਾਰ ਬਿਆਨਬਾਜ਼ੀ ਉਹ ਜਿਹੜੀ ਜਾਰੀ ਸੀ। ਤਾਂ ਹੁਣ ਭਾਜਪਾ ਆਗੂ ਰਾਮ ਮਾਧਵ ਜਿਹੜੇ ਨੇ, ਰਾਮ ਮਾਧਵ ਵੱਲੋਂ ਇੱਕ ਵਾਰ ਮੁੜ ਤੋਂ ਜਿਹੜਾ ਟਵੀਟ ਦੇ ਉੱਪਰ ਗਲਤ ਟਿੱਪਣੀ ਜਿਹੜੀ ਉਹ ਕਿਸਾਨਾਂ ਬਾਰੇ ਕੀਤੀ ਗਈ ਸੀ, ਜਿਹੜੇ ਕਿ ਭਾਜਪਾ ਦੇ ਕੌਮੀ ਜਨਰਲ ਸਕੱਤਰ ਵੀ ਨੇ। ਤਾਂ ਇਹਦੇ ਬਾਅਦ ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਦੇ ਯੂਥ ਵਿੰਗ ਦੇ ਆਗੂ ਨੇ ਕਰਮਵੀਰ ਸਿੰਘ ਘੁੰਮਣ, ਤਾਂ ਉਹਨਾਂ ਵੱਲੋਂ ਦਸੂਹਾ ਦੀ ਅਦਾਲਤ ਦੇ ਵਿੱਚ ਇੱਕ ਮਾਨਹਾਨੀ ਦਾ ਮੁਕੱਦਮਾ ਜਿਹੜਾ ਉਹ ਦਾਇਰ ਕਰਵਾਇਆ ਗਿਆਗਾ ਕਿ ਜਿਹੜੇ ਭਾਜਪਾ ਦੇ ਆਗੂ ਨੇ ਰਾਮ ਮਾਧਵ, ਉਹਨਾਂ ਵੱਲੋਂ ਜਿਹੜਾ ਕਿਸਾਨਾਂ ਦੀ ਛਵੀ ਖਰਾਬ ਕੀਤੀ ਜਾ ਰਹੀ ਹੈ, ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ। ਇਸ ਕਰਕੇ ਉਹਨਾਂ ਦੇ ਵਿਰੁੱਧ ਮਾਨਹਾਨੀ ਦਾ ਕੇਸ ਜਿਹੜਾ ਉਹ ਦਰਜ ਕਰਾਇਆ ਗਿਆ ਹੈਗਾ। ਪਰ ਭਾਜਪਾ ਆਗੂ ਰਾਮ ਮਾਧਵ ਜਿਹੜੇ ਨੇ ਉਹ ਇਸ ਮੁੱਦੇ ਤੇ ਬੋਲਣ ਤੋਂ ਬਚਦੇ ਰਹੇ ਨੇ। ਉਹਨਾਂ ਨੇ ਜਿਹੜਾ ਪਾਸੇ ਹੀ ਵੱਟਿਆ ਇਸ ਮੁੱਦੇ ਤੇ ਬੋਲਣ ਤੋਂ। ਪਰ ਇਹ ਪਹਿਲਾ ਪਰਚਾ ਜਿਹੜਾ ਮਾਨਹਾਨੀ ਦਾ ਉਹ ਦਰਜ ਕਰਵਾਇਆ ਗਿਆ ਕਿਸੇ ਭਾਜਪਾ ਆਗੂ ਦੇ ਵਿਰੁੱਧ, ਕਿਉਂਕਿ ਪਹਿਲਾਂ ਵੀ ਕਈ ਭਾਜਪਾ ਲੀਡਰ ਜਿਹੜੇ ਐਸੀ ਬਿਆਨਬਾਜ਼ੀ ਕਰ ਚੁੱਕੇ ਨੇ। ਉਹਦੇ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਸੀ ਕਿ ਕਿਸਾਨ ਕਿਸਾਨ ਹੈ, ਉਹਨਾਂ ਦੇ ਵਿਰੁੱਧ ਐਸੀ ਬਿਆਨਬਾਜ਼ੀ ਜਿਹੜੀ ਉਹ ਨਹੀਂ ਹੋਣੀ ਚਾਹੀਦੀ, ਬੇਹੱਦ ਮੰਦਭਾਗੀ ਹੈ। ਪਰ ਉਹਦੇ ਬਾਵਜੂਦ ਵੀ ਆਨੀ ਬਾਨੀ ਜਿਹੜਾ ਕਿਸਾਨਾਂ ਨੂੰ ਟਾਰਗੇਟ ਕੀਤਾ ਗਿਆ। ਉਹਦੇ ਬਾਅਦ ਇਹ ਕਿਹਾ ਗਿਆ ਕਿਸੇ ਸਿਆਸੀ ਪਾਰਟੀ ਦੇ ਪਿੱਛੇ ਉਹ ਲੱਗੇ ਹੋਏ ਨੇ। ਤਾਂ ਹੁਣ ਜਦੋਂ ਭਾਜਪਾ ਆਗੂ ਨੇ ਦੁਬਾਰਾ ਤੋਂ ਟਵੀਟ ਕੀਤਾ ਗਲਤ ਸ਼ਬਦਾਵਲੀ ਕਿਸਾਨਾਂ ਬਾਰੇ ਵਰਤ ਕੇ, ਤਾਂ ਉਹਨਾਂ ਦੇ ਵਿਰੁੱਧ ਮਾਨਹਾਨੀ ਦਾ ਪਰਚਾ ਜਿਹੜਾ ਉਹ ਦਰਜ ਕਰਵਾਇਆ ਗਿਆ। ਹਾਂ ਬਿਲਕੁਲ ਜੀ, ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 2831, ਸਵਾਗਤ ਹੈ ਜੀ। ਹੈਲੋ ਚੰਦੀ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਟੋਣਾ ਵੀਰ, ਸਵਾਗਤ ਹੈ ਜੀ। ਹਾਂਜੀ ਬਾਈ ਜੀ, ਜਿਹੜੀ ਉਹ ਗੱਲ ਮੈਂ ਵੀ ਦੇਖੀ ਹੈ ਵੀਡੀਓ ਨਾ, ਜਿਹਦੇ ਵਿੱਚ ਆਪਾਂ ਦੇਖਿਆ ਕਿ ਉਹ ਆਪਣਾ ਟਰਾਲੀਆਂ ਜਾਂ ਲੋਡ ਕਰਾ ਰਹੇ ਨੇ ਲੋਕ ਜੀ, ਤੇ ਉਹ ਚੰਦੀ ਸਾਹਿਬ ਬਹੁਤ ਮੈਨੂੰ ਤਾਂ ਲੱਗਦਾ ਘੱਟ ਟਰਾਲੀਆਂ ਸੀਗੀਆਂ ਜਿਹੜੀਆਂ ਦੇਖੀਆਂ ਗਈਆਂ ਨੇ। ਤੇ ਜਿਹੜੀ ਉਹ ਸੈਲੋ ਹੈ ਨਾ, ਕੱਲ ਮੈਂ ਗੱਲ ਹੁੰਦੀ ਸੀ ਕਿਸੇ ਬੰਦੇ ਨਾਲ,
ਉਹ ਕਹਿੰਦੇ ਇਸ ਸਾਲ ਦੇ ਨਹੀਂ, ਉਹ 2-3 ਸਾਲ ਤੋਂ ਲਗਾਤਾਰ ਲੋਕ ਉੱਥੇ ਵੇਚ ਰਹੇ ਨੇ। ਸੋ ਜਿਹੜੇ ਬੰਦੇ ਆੜ੍ਹਤੀਆਂ ਤੋਂ ਬਾਹਰ ਹੋ ਕੇ ਵੇਚਦੇ ਨੇ, ਕਿਸੇ ਕੋਲ ਥੋੜੀ ਬਹੁਤੀ ਜ਼ਮੀਨ ਆ ਜਾਂ ਉਹ ਉਸ ਤਰੀਕੇ ਦੇ ਬੰਦੇ ਨੇ, ਸਪੈਸ਼ਲੀ ਜਦੋਂ ਤੁਸੀਂ ਟਰਾਲੀਆਂ ਵੀ ਦੇਖੋਗੇ ਜ਼ਿਆਦਾ ਭਰੀਆਂ ਨਹੀਂ ਹੋਈਆਂ, ਅੱਧੀਆਂ ਅਧੂਰੀਆਂ ਹੀ ਨੇ। ਨਹੀਂ ਤਾਂ ਪੰਜਾਬ ਦੇ ਵਿੱਚ ਅਸੀਂ ਦੇਖਿਆ 16 ਫੁੱਟੀਆਂ ਵੀ ਭਰ ਕੇ ਬੰਦਾ ਵੀ ਉੱਪਰ ਬੈਠਾ ਹੁੰਦਾ ਸੀਗਾ। ਤੇ ਉਹ ਪਤਾ ਨਹੀਂ ਕੀ ਕੰਸੈਪਟ ਹੈ, ਪਰ ਉਹ ਕੁਛ ਨਾ ਜਿਵੇਂ ਫੇਸਬੁੱਕ ਤੇ ਬੰਦੇ ਐਕਟਿਵ ਰਹਿਣ ਵਾਸਤੇ, ਤੁਹਾਨੂੰ ਪਤਾ ਹੀ ਹੈ ਇੰਡੀਆ ਤੋਂ ਬੰਦਿਆਂ ਨੂੰ ਕੁਛ ਤਾਂ ਚਾਹੀਦਾ ਵਿਚਾਰਿਆਂ ਨੂੰ ਜੀ। ਤੇ ਉਹ ਬਾਈ ਦੀ ਪਹਿਲਾਂ ਵੀ ਆਈ ਸੀ ਇਹਦੀ ਵੀਡੀਓ, ਇਹਦਾ ਭਤੀਜੇ ਨੂੰ ਪੜ ਰੋਕਦਾ ਸੀ ਜਿਹੜਾ ਕਹਿੰਦਾ ਸੀ ਮੈਂ ਕਣਕ ਨੂੰ ਅੱਗ ਲਾ ਦੂੰਗਾ। ਸੋ ਥੋੜੇ ਜਿਹੇ ਚਲੋ ਬੰਦੇ ਹੁੰਦੇ ਨੇ ਕੁਛ ਐਕਟਿਵ ਜ਼ਿਆਦਾ, ਤੇ ਉਸ ਤਰੀਕੇ ਦੀ ਆ। ਕੋਈ ਏਦਾਂ ਦੀ ਨਹੀਂ ਹਲੇ ਸਾਡੇ ਵਾਲੇ ਪਾਸੇ ਤਾਂ ਨਹੀਂ ਕੋਈ ਦਿਖਿਆ ਹੈਗਾ ਵੀ ਸੈਲੋ ਨੂੰ ਜਾ ਰਹੀ ਆ। ਮੈਂ ਪਟਿਆਲੇ ਦੀ ਗੱਲ ਕਰਦਾ ਜੀ। ਤੇ ਪਰ ਚੰਦੀ ਸਾਹਿਬ ਇੱਕ ਜਿਹੜਾ ਬਾਰਦਾਨੇ ਦੀ ਪ੍ਰੋਬਲਮ ਹੈ ਨਾ, ਉਹ ਜ਼ਰੂਰ ਹੈ ਕਿ ਸਰਕਾਰ ਨਾ ਕੰਟਰੋਲ ਕਰਨ ਵਾਸਤੇ, ਕਿਉਂਕਿ ਜਿਹੜਾ ਬਾਰਦਾਨਾ ਉਹ ਸੈਂਟਰ ਦੇ ਅਧੀਨ ਹੈ, ਜਿਹੜਾ ਜੂਟ ਦਾ ਸਾਰਾ ਵਪਾਰ ਆ ਉਹ ਪਲਾਂਟ ਤੋਂ ਬਣਦਾ, ਆਪਾਂ ਨੂੰ ਪਤਾ ਜਿਹੜੀ ਸੂਤਲੀ ਜੀ ਬਣਦੀ ਹੈ। ਤੇ ਉਹ ਹੁਣ ਸਰਕਾਰ ਜਦੋਂ ਵੀ ਸਰਕਾਰ ਚਾਹੁੰਦੀ ਹੈ ਵੀ ਕੰਮ ਨੂੰ ਸਲੋ ਕਰਨਾ, ਉਹ ਬਾਰਦਾਨਾ ਰੋਕ ਲੈਂਦੀ ਹੈ। ਤੇ ਇਹ ਹੌਲੀ ਹੌਲੀ ਜਦੋਂ ਸਿਸਟਮ ਬਦਲੂਗਾ, ਹੁਣ ਕੈਨੇਡਾ ਅਮਰੀਕਾ 'ਚ ਬਾਰਦਾਨੇ 'ਚ ਨਹੀਂ ਹੁੰਦੀ ਹੈ। ਜੇ ਆਪਾਂ ਜਿਵੇਂ ਇੱਥੇ ਵੀ ਫਸਲਾਂ ਹੁੰਦੀਆਂ ਨੇ, ਕਣਕ ਹੋ ਗਈ, ਮੱਕੀ ਹੋ ਗਈ, ਜੇ ਸਾਰਾ ਕੁਝ ਉਹ ਟਰਾਲੀ ਦੀ ਟਰਾਲੀ ਜਾ ਕੇ, ਜਿਵੇਂ ਟਾਵਰ ਟਾਈਪ ਨੇ ਇੱਥੇ ਵੀ ਸੈਲੋ ਹੀ ਬਣੇ ਹੋਏ ਨੇ, ਉਹ ਉਦਾਂ ਹੀ ਲਿਫਟਾਂ ਦੇ ਨਾਲ ਜਿਵੇਂ ਆਪਾਂ ਕੰਟੇਨਰ ਲੋਡ ਹੁੰਦੇ ਨੇ, ਕੋਈ ਬੋਰੀ ਨਹੀਂ ਭਰਦਾ ਹੈਗਾ ਇੱਥੇ। ਤੇ ਉਹ ਬੋਰੀ ਵਾਲਾ ਕੰਮ ਹੌਲੀ ਹੌਲੀ ਇੰਡੀਆ 'ਚ ਵੀ ਖਤਮ ਹੋ ਜਾਣਾ ਜਦੋਂ ਇਹ ਸਾਈਲੋ ਵਾਲਾ ਸਿਸਟਮ, ਜੇ ਸਰਕਾਰ MSP ਦੇ ਦਿੰਦੀ ਹੈ ਲੋਕਾਂ ਨੂੰ ਕੀ ਸਰਕਾਰ ਖਰੀਦੇ ਤੇ ਅਡਾਨੀਆਂ ਨੂੰ ਦਵੇ। ਆਲਰੇਡੀ ਉਹ 30 ਸਾਲ ਦਾ ਕੰਟਰੈਕਟ ਕਰੀ ਬੈਠੇ ਨੇ ਉਹ ਜੀ, ਤੇ ਉਹਨਾਂ ਨੇ ਦੇਣੀ ਉਹਨਾਂ ਨੂੰ, ਕਿਉਂਕਿ ਸਰਕਾਰ ਕੋਲ ਤਾਂ ਕੋਈ ਸਿਸਟਮ ਹੀ ਨਹੀਂ ਹੈਗਾ ਸਾਂਭਣ ਦਾ ਕਣਕ ਜੀਰੀ ਨੂੰ। ਬਿਲਕੁਲ। ਤੇ ਉਹ ਹੈ ਵੀ ਥੋੜਾ ਜਿਹਾ ਬਾਕੀ ਨਾ ਜਿਵੇਂ ਸਰਕਾਰ ਦੀ ਨੀਤ ਨਹੀਂ ਸਾਫ਼ ਹੈਗੀ। ਜੇ ਹੁਣ MSP ਸਰਕਾਰ ਕਹਿੰਦੀ ਹੈ ਵੀ 1.5 ਸਾਲ ਆਪਾਂ ਕਾਨੂੰਨ ਰੱਦ ਕਰ ਦਿੰਦੇ ਆ, ਉਹ ਇਹ ਕਿਉਂ ਨਹੀਂ ਕਹਿੰਦੇ ਵੀ ਆਪਾਂ 1.5-2 ਸਾਲ MSP ਵਾਲਾ ਕੰਮ ਕਰਕੇ ਦੇਖ ਲੈਂਦੇ ਆ, ਜੇ ਰਾਜੀ ਜੇ ਚੱਲ ਜੇ ਆਪਣਾ ਜੀ। ਤੇ ਉਹ ਟੈਂਪਰੇਰੀ ਵੀ ਨਹੀਂ ਕਰਨਾ ਚਾਹੁੰਦੇ। ਉਹਨਾਂ ਨੂੰ ਪਤਾ ਵੀ ਸਰਕਾਰ ਦੀ ਫਿਰ ਜਿਹੜੇ ਵਿਚਲੇ ਵਿਚੋਲੀਏ ਨੇ ਉਹ ਸਾਰੇ ਖਤਮ ਹੁੰਦੇ ਨੇ, ਜਿਹੜੇ ਬੰਦੇ 500 ਦੀ ਲੈ ਕੇ ਅੱਗੇ 700 ਦੀ 800 ਦੀ ਚੀਜ਼ ਵੇਚਦੇ ਨੇ ਜੀ। ਸੋ ਇਹ ਜ਼ਰੂਰੀ ਹੈਗੀ। ਬਾਕੀ ਸਾਡੇ ਵੀ ਪਿੰਡ ਤੋਂ ਇੱਕ ਸਾਡੇ ਸੀਗੇ ਘਰਾਂ ਦੇ ਵਿੱਚ ਹੀ ਅੱਗੇ, ਉਹਨਾਂ ਦੀ ਵੀ ਉੱਥੇ ਗਏ ਸੀਗੇ ਬਾਰਡਰ ਤੋਂ ਹੀ, ਉੱਥੇ ਜਾ ਕੇ ਢਿੱਲੇ ਹੋ ਗਏ। ਫਿਰ ਉਹ ਵਿਚਾਰਿਆਂ ਦੀ ਉਹਨਾਂ ਦੀ ਵੀ ਮਤਲਬ ਸਮਝ ਲਓ ਲੇਖੇ ਹੀ ਲੱਗੀ ਹੈ ਜਿਹੜੀ ਆਪਣੀਆਂ ਹੈ ਜਿਹੜੀ ਚੱਲਦਾ ਸੰਘਰਸ਼। ਸਾਡੇ ਪਿੰਡ ਤੋਂ ਸੀਗੇ ਸਰਦਾਰ ਗੱਜਣ ਸਿੰਘ ਟਵਾਣਾ ਜੀ, ਤੇ ਉਹਨਾਂ ਦੀ ਵੀ ਉੱਥੇ ਜਾ ਕੇ ਬਿਮਾਰ ਹੋ ਗਏ ਤੇ ਵਾਪਸ ਆਉਣਾ ਪਿਆ। ਤੇ ਕੁਛ ਚੰਦੀ ਸਾਹਿਬ ਨਾ ਜਿਵੇਂ ਜਿਹੜੇ ਬੰਦੇ ਬਿਮਾਰ ਵੀ ਹੁੰਦੇ ਨੇ ਤੇ ਉਹਨਾਂ ਨੂੰ ਵੀ ਕਰੋਨਾ ਜਾਣ ਕੇ ਧੱਕਿਆ ਜਾ ਰਿਹਾ ਵੀ ਕਰੋਨਾ ਹੋ ਗਿਆ ਵੀ ਲੋਕ ਡਰ ਕੇ ਭੱਜ ਜਾਂਦੇ। ਬਿਲਕੁਲ ਜੀ, ਹਾਂਜੀ ਹਾਂ। ਤੇ ਉਹਨਾਂ ਨੂੰ ਕੁਛ ਨਹੀਂ ਹੋਇਆ ਸੀ, ਬਸ ਜਿਵੇਂ ਕੋਈ ਬਿਮਾਰ ਪਹਿਲਾਂ ਵੀ ਉਹਨਾਂ ਦੇ ਇੱਕ ਬ੍ਰਦਰ ਨੂੰ ਜਿਵੇਂ ਹਾਰਟ ਦੀ ਪ੍ਰੋਬਲਮ ਆ ਗਈ ਸੀਗੀ 2-4 ਸਾਲ ਪਹਿਲਾਂ। ਤਾਂ ਕਈ ਵਾਰੀ ਹੁੰਦਾ ਵੀ ਨੀਅਰ ਅਬਾਊਟ 79 ਦੀ ਏਜ ਸੀਗੀ, ਉੱਥੇ ਬਿਮਾਰੀ ਹੋਰ ਤਰੀਕੇ 8-10 ਦਿਨ ਇੱਥੇ ਆ ਕੇ ਵੀ ਢਿੱਲੇ ਰਹੇ ਨੇ। ਪਰ ਮਤਲਬ ਜੇ ਸਾਂਭ ਸੰਭਾਲ ਟਾਈਮ ਤੇ ਹੋ ਜਾਂਦੀ ਸ਼ਾਇਦ ਬਚਾਓ ਹੋ ਜਾਂਦਾ, ਪਰ ਕਰੋਨਾ ਵਾਲੀ ਕੋਈ ਗੱਲ ਨਹੀਂ ਸੀਗੀ। ਹਾਲੇ ਤੱਕ ਤਾਂ ਉੱਥੇ ਸੇਫ ਹੈ ਬਾਈ ਜੀ। ਧੰਨਵਾਦ। ਧੰਨਵਾਦ ਜੀ, ਧੰਨਵਾਦ ਟੋਣਾ ਸਾਹਿਬ ਜਾਣਕਾਰੀ ਦੇਣ ਲਈ। ਚੱਲਦੇ ਜੀ ਆਪਾਂ ਨੈਕਸਟ ਕਾਲ ਤੇ। ਹਾਂਜੀ 4219 ਸਵਾਗਤ ਹੈ ਜੀ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ ਮੇਰੇ ਨਾ 2-3 ਕੁਐਸਚਨ ਨੇ, ਸਵਾਲ ਹੈ ਜਾਂ ਤੁਸੀਂ ਲਾ ਲਓ ਵੀ ਗੱਲਾਂ 'ਚ ਆਨਸਰ ਹੈ ਹਨਾ ਜੀ। ਤੇ ਇੱਕ ਤਾਂ ਜੀ ਵੀਰ ਜੀ ਇਹ ਹੈ ਕਿ ਜਿਵੇਂ ਹੁਣ ਸੰਯੁਕਤ ਮੋਰਚੇ ਵੱਲੋਂ ਪਿੰਡ ਕੁੱਕੜਾਂਵਾਲ ਉੱਥੇ ਜੀ ਹਨਾ ਜਿਹੜੀ ਰੈਲੀ ਕਰਨ ਜਾ ਰਹੇ ਨੇ 19 ਤਰੀਕ ਨੂੰ, ਇਹ ਇੱਕ ਕਾਮਰੇਡ ਦੀ ਸਮਰਥਨ 'ਚ ਹਨਾ ਦੀ ਬਰਸੀ ਮਨਾਉਣ ਜਾ ਰਹੇ ਨੇ, ਕਿ ਉਹ ਕਿੰਨੀ ਕੁ ਜਾਇਜ਼ ਹੈ ਕਿ ਸੰਯੁਕਤ ਮੋਰਚਾ ਵੀ ਆਪਣੇ ਕਾਮਰੇਡ ਭਾਈਆਂ ਦੀ ਮਨਾਈ ਜਾ ਰਿਹਾ ਹੈ ਨਾ ਇਹ, ਤੇ ਵੀ ਕਿਉਂਕਿ ਉਹਦੇ ਵਿੱਚ ਪੈਸਾ ਕਿਹਦਾ ਲੱਗ ਰਿਹਾ, ਕੀ ਉਹ ਸੰਗਤ ਦਾ ਪੈਸਾ ਜਾ ਰਿਹਾ ਉੱਥੇ ਕਿ ਜਾਂ ਇਹ ਆਪਣਾ ਇਕੱਠਾ ਕਰਕੇ ਲਾ ਰਹੇ ਨੇ, ਤੇ ਜਾਂ ਇਹਨਾਂ ਨੇ ਪਹਿਲਾਂ ਕਿੰਨੀਆਂ ਕੁ ਬਰਸੀਆਂ ਮਨਾ ਲਈਆਂ ਨੇ ਆਲਰੇਡੀ ਹਨਾ। ਤੇ ਦੂਜੀ ਚੀਜ਼ ਹੈ ਇਹ ਪਹਿਲਾਂ ਸਭ ਤੋਂ ਵੱਡਾ ਕੁਐਸਚਨ ਹੈ ਜੀ, ਇਹਦਾ ਆਨਸਰ ਮਾੜਾ ਜਿਹਾ ਮੈਨੂੰ ਦੇ ਦਿਓ। ਤੇ ਦੂਜੀ ਚੀਜ਼ ਮੇਰਾ ਕੁਐਸਚਨ ਇਹ ਹੈ ਕਿ ਇੱਕ ਰਾਜੇਵਾਲ ਸਾਹਿਬ ਨੂੰ ਮਤਲਬ ਬੋਲਣ ਦਾ ਪਤਾ ਹੀ ਨਹੀਂ ਕੋਈ ਲੱਗਦਾ ਗੱਲ ਦਾ। ਹੁਣ ਇੱਕ ਟਰਾਲੀ ਟਾਈਮਜ਼ ਆਪਾਂ ਅਖਬਾਰ ਚਲਾਇਆ ਸੀਗਾ ਜੀ ਉੱਤੇ ਹਨਾ ਜੀ, ਬਿਲਕੁਲ। ਤੇ ਉਹ ਦੇਖੋ ਵੀ ਉਹਦੀ ਚਰਚਾ ਨਾ ਮਤਲਬ ਇੰਟਰਨੈਸ਼ਨਲ ਲੈਵਲ ਤੇ ਹੋਈ ਸੀਗੀ, ਠੀਕ ਹੈ ਨਾ ਜੀ। ਤੇ ਈਵਨ ਕਿ ਨੈਸ਼ਨਲ ਮੀਡੀਆ ਨੇ ਵੀ ਉਸ ਚੀਜ਼ ਦੀ ਪ੍ਰਸ਼ੰਸਾ ਕੀਤੀ ਸੀ ਕਿ ਜਿਹੜਾ ਟਰੈਲੀ ਟਾਈਮਜ਼ ਅਖਬਾਰ ਹੈ ਵੀ ਇਹ ਇੱਕ ਬਹੁਤ ਵਧੀਆ ਤਰੀਕਾ ਹੈ ਵੀ ਹਰ ਇੱਕ ਮੋਰਚੇ ਦੇ ਵਿੱਚ ਫਸਟ ਤੋਂ ਲੈ ਕੇ ਲਾਸਟ ਤੱਕ ਗੱਲ ਪਹੁੰਚਾਉਣ ਦਾ ਹਨਾ। ਇਹ ਕਿਉਂਕਿ ਆਪਣੇ ਗਦਰੀ ਬਾਬਿਆਂ ਨੇ ਇਹ ਚੀਜ਼ ਸ਼ੁਰੂ ਕੀਤੀ ਸੀ ਦੇਖੋ ਜੀ ਕਿੰਨੇ ਸਾਲ ਪਹਿਲਾਂ ਹਨਾ। ਤੇ ਇੱਧਰ ਰਾਜੇਵਾਲ ਸਾਹਿਬ ਕਹਿੰਦੇ ਵੀ ਉਹ ਜਿਹੜੇ ਅਖਬਾਰ ਚਲਾ ਰਹੇ ਨੇ ਸਾਡੇ ਵਾਲੇ ਤਾਂ ਹੈ ਹੀ ਨਹੀਂ ਉਹ ਹਨਾ, ਵੀ ਇਹਨੂੰ ਇਹਦੇ ਮੂੰਹ ਤੇ ਕੋਈ ਚੇਪੀ ਲਾਉਂਦਾ ਹੀ ਨਹੀਂ ਹੈਗਾ ਵੀ ਤੂੰ ਜੇ ਨਾ ਇਹ ਬੋਲ ਕੁਝ ਹੋਰ ਨਹੀਂ ਕਰਨਾ। ਜਿਵੇਂ ਕਹਿੰਦੇ ਵੀ ਮੁਰਦਾ ਬੋਲੂ ਕੱਫਣ ਪਾੜੂ, ਇਹਦਾ ਕੰਮ ਹੀ ਉਹ ਹੋ ਗਿਆ ਹਨਾ।
ਤੇ ਇੱਕ ਕੋ ਚੀਜ਼ ਹੋਰ, ਜਦੋਂ ਆਪਾਂ ਇਹ ਅੰਦੋਲਨ ਆਪਾਂ ਮੰਨਦੇ ਆ ਨਾ ਵੀ ਇਹ ਅੰਦੋਲਨ ਸਾਰੇ ਭਾਰਤ ਦਾ ਜੀ, ਠੀਕ ਹੈ ਨਾ ਜੀ, ਤੇ ਸਾਰੇ ਧਰਮਾਂ ਦਾ, ਇਹਦੇ ਵਿੱਚ ਸਾਰੇ ਵਰਗ ਨੇ, ਪੂਰਾ ਹਿੰਦੁਸਤਾਨ ਹੈ, ਤੇ ਉਹਦੇ ਵਿੱਚ ਬਹੁ ਗਿਣਤੀ ਕਿਹਨਾਂ ਦੀ ਹੈ? ਤੁਸੀਂ ਮੈਨੂੰ ਅਨਸਰ ਦਿਓ। ਹਿੰਦੂ ਭਾਈਚਾਰੇ ਦੀ ਹੈ ਨਾ। ਜਦੋਂ ਆਪਾਂ ਇੱਕ ਗੱਲ ਮੰਨਦੇ ਆ ਕਿ ਇਹਦੇ ਵਿੱਚ ਸਿੱਖ ਦਾ ਅੰਦੋਲਨ ਨਹੀਂ ਹੈਗਾ ਇਹ, ਤੇ ਬਹੁ ਗਿਣਤੀ ਤਾਂ ਹਿੰਦੂ ਭਾਈਚਾਰੇ ਦੀ ਆ, ਤੇ ਇਹਦੀ ਰਾਜੇਵਾਲ ਸਾਹਿਬ ਦੀ ਜ਼ਬਾਨ ਫਿਰ ਨਹੀਂ ਕੰਟਰੋਲ ਆਉਂਦੀ। ਫਿਰ ਕਹਿੰਦਾ ਇਹ ਨਹੀਂ ਜੀ, ਤੁਸੀਂ ਹਿੰਦੂ ਦਾ ਜਿਹੜਾ ਉਹਦਾ ਮਨਸੂਬਾ ਸੀਗਾ ਹਿੰਦੂ ਰਾਸ਼ਟਰ ਬਣਾਉਣ ਦਾ, ਉਹ ਤੁਸੀਂ ਰੋਕਿਆ। ਵੀ ਭਾਈ ਜੇ ਇਹ ਕਿਸਾਨੀ ਗੱਲ ਦੇ ਨਾਲ ਐਵੇਂ ਰੱਖਦੀ ਹੈ ਗੱਲ, ਇਹੀ ਗੱਲ ਕੋਈ ਸਟੇਜ ਦੇ ਉੱਪਰ ਕੋਈ ਹੋਰ ਕਰਦਾ, ਇਹਨਾਂ ਨੇ ਜਦੇ ਮੈਕ ਫੜ ਲੈਣਾ ਸੀਗਾ ਵੀ ਭਾਈ ਆਹ ਤੂੰ ਗੱਲ ਕਿਉਂ ਕਰਦਾ, ਇਹਦਾ ਗੱਲ ਕਿਸਾਨੀ ਦੀ ਹੋ ਰਹੀ ਹੈ। ਤੇ ਇਹ ਜਦੋਂ ਹਿੰਦੂ ਰਾਸ਼ਟਰ ਦੀ ਗੱਲ ਕਰਦਾ, ਤੇ ਉੱਥੇ ਹਿੰਦੂ ਬੈਠੇ ਜਿਹੜੇ ਕਿਸਾਨ ਨੇ, ਕੀ ਉਹਨਾਂ ਨੂੰ ਠੇਸ ਨਹੀਂ ਪਹੁੰਚਦੀ ਆ ਗੱਲ ਦੀ? ਜੀ, ਕੋਈ ਵੀ ਕਿਸੇ ਧਰਮ ਦੇ ਨਹੀਂ ਬੋਲਣਾ ਚਾਹੀਦੇ। ਆਪਾਂ ਪੁੱਛਦੇ ਅਰਸ਼ਦੀਪ ਨੂੰ। ਜੀ ਜੀ ਅਰਸ਼ਦੀਪ, ਦੇਖੋ ਜੀ, ਆਪਾਂ ਪਹਿਲਾਂ ਵੀ ਇਸ ਮਸਲੇ ਤੇ ਗੱਲ ਕਰਕੇ ਹਟੇ ਆ। ਜਿਹੜੀ ਇਹਨਾਂ ਨੇ ਉਹ ਬਰਸੀ ਵਾਲੀ ਗੱਲ ਕੀਤੀ ਹੈ ਕਿ ਉਹ ਸਰਾਸਰ ਗਲਤ ਫੈਸਲਾ ਗਾ, ਕਿ ਜਦੋਂ ਤੁਸੀਂ ਕਹਿ ਰਹੇ ਹੋ ਕਿ ਕਿਸਾਨਾਂ ਦਾ ਅੰਦੋਲਨ ਆਗਾ ਤੇ ਕਿਸਾਨਾਂ ਦੀ ਗੱਲਬਾਤ ਹੀ ਇੱਥੇ ਹੋਊਗੀ, ਤੇ ਆਪਾਂ ਰਾਈਟ ਵਿੰਗ ਤੇ ਲੈਫਟ ਵਿੰਗ ਆਈਡੀਓਲੋਜੀ ਦੀ ਜਦੋਂ ਗੱਲ ਕਰਦੇ ਆਂਗੇ, ਕਿ ਜਦੋਂ ਅਸੀਂ ਰਾਈਟ ਵਿੰਗ ਆਈਡੀਓਲੋਜੀ ਦਾ ਵਿਰੋਧ ਕਰ ਰਹੇ ਹਾਂ ਕਿ ਧਾਰਮਿਕ ਗੱਲ ਜਿਹੜੀ ਉਹ ਨਹੀਂ ਕੀਤੀ ਜਾਊਗੀ, ਤਾਂ ਫਿਰ ਜਦੋਂ ਲੈਫਟ ਵਿੰਗ ਦੇ ਕਿਸੇ ਵਿਅਕਤੀ ਦੇ ਜਿਹੜਾ ਖੱਬੇ ਪੱਖੀ ਪਾਰਟੀ ਦੇ ਨਾਲ ਜੁੜਿਆ ਹੋਇਆ ਉਹਦੀ ਬਰਸੀ ਮਨਾਵਾਂਗੇ, ਜਿਹੜਾ ਸੰਬੰਧਿਤ ਰਿਹਾ ਉਸ ਵਿਚਾਰਧਾਰਾ ਦੇ ਨਾਲ, ਤਾਂ ਫਿਰ ਉਹ ਵੀ ਜਿਹੜਾ ਉਹ ਗਲਤ ਹੈਗਾ, ਕਿਉਂਕਿ ਫਿਰ ਉਹ ਕਿਸਾਨੀ ਅੰਦੋਲਨ ਨੂੰ ਤੁਸੀਂ ਸਿਆਸੀਕਰਨ ਕਰ ਰਹੇ ਹੋ। ਜੇ ਖੱਬੇ ਪੱਖੀ ਦੀ ਮਨਾਉਣੀ ਗਲਤ ਹੈ ਤਾਂ ਫਿਰ ਸੱਜੇ ਪੱਖੀ ਵਾਲੀ ਵੀ ਸਹੀ ਹੈਗੀ, ਤਾਂ ਇਹ ਫੈਸਲਾ ਜਿਹੜਾ ਗਲਤ ਹੈ। ਨੰਬਰ 2 ਤੇ ਬਲਬੀਰ ਸਿੰਘ ਰਾਜੇਵਾਲ ਵੱਲੋਂ ਜਿਹੜੇ ਬਿਆਨ ਦਿੱਤੇ ਜਾ ਰਹੇ ਨੇ, ਉਹ ਬਿਆਨ ਵੀ ਜਿਹੜੇ ਨੇ ਕਾਫੀ ਬੇਤੁਕੇ ਨੇ ਪਿਛਲੇ ਸਮੇਂ ਦੇ ਵਿੱਚ। ਜਿਸ ਤਰ੍ਹਾਂ ਦਿੱਲੀ ਕਮੇਟੀ ਨੂੰ ਲੈ ਕੇ ਬਿਆਨ ਸੀ ਜਾਂ ਬਿਆਨ ਸੀਗੇ, ਕਿਉਂਕਿ ਕਿਸਾਨ ਲੀਡਰ ਜਦੋਂ ਖੁਦ ਕਹਿ ਰਹੇ ਨੇ ਕਿ ਉਹ ਕਿਸਾਨਾਂ ਦਾ ਅੰਦੋਲਨ ਹੈ, ਤੇ ਜਦੋਂ ਉਹ ਉਸ ਘੇਰੇ ਚੋਂ ਬਾਹਰ ਜਾ ਕੇ ਬਿਆਨਬਾਜ਼ੀ ਕਰਨਗੇ, ਉਹ ਵੀ ਅੰਦੋਲਨ ਦੀ ਸਟੇਜ ਤੋਂ, ਤਾਂ ਉਹਦੇ ਨਾਲ ਜਿਹੜੀ ਹੈ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਣੀ ਉਹ ਸੁਭਾਵਿਕ ਹੈ। ਅਸੀਂ ਪਹਿਲਾਂ ਵੀ ਗੱਲ ਕਰਕੇ ਹਟੇ ਹਾਂ ਕਿ ਉਹਦੇ ਨਾਲ ਲੋਕਾਂ ਦਾ ਮੁਰਾਰ ਜਿਹੜਾ ਉਹ ਹੇਠਾਂ ਡਿੱਗਦਾ ਗਾ, ਉਹਨਾਂ ਦੀਆਂ ਭਾਵਨਾਵਾਂ ਨੂੰ ਜਿਹੜੀ ਠੇਸ ਪਹੁੰਚਦੀ ਹੈ। ਕਿਉਂਕਿ ਜੇ ਤੁਸੀਂ ਖੁਦ ਕਹਿ ਰਹੇ ਹੋ ਕਿ ਕਿਸਾਨਾਂ ਦਾ ਅੰਦੋਲਨ ਹੈ ਤੇ ਕਿਸਾਨਾਂ ਨੂੰ ਸਮਰਪਿਤ ਹੀ ਚੱਲਣਾ ਚਾਹੀਦਾ, ਤੇ ਤੁਸੀਂ ਖੁਦ ਹੀ ਉਹ ਰੂਲ ਬਣਾ ਕੇ ਉਹਨੂੰ ਬ੍ਰੇਕ ਕਰਦੇ ਹੋ, ਤਾਂ ਉਹਦੇ ਨਾਲ ਜਿਹੜੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਨਾਲੋਂ ਨਾਲ ਤੁਸੀਂ ਇੱਕ ਕਮਿਊਨਿਟੀ ਦੇ ਵਿਰੁੱਧ ਕੋਈ ਟਿੱਪਣੀ ਕਰਦੇ ਹੋ, ਜਾਂ ਨਿਹੰਗ ਸਿੰਘਾਂ ਦੇ ਬਾਰੇ ਜਿਹੜੀ ਟਿੱਪਣੀ ਕੀਤੀ, ਫਿਰ ਉਹਨੂੰ ਲੈ ਕੇ ਮਾਫੀ ਮੰਗੀ ਗਈ, ਜਾਂ ਪਹਿਲਾਂ ਵੀ ਰਾਜੇਵਾਲ ਸਾਹਿਬ ਨੇ ਇੱਕ ਵਾਰੀ ਹਰਿਆਣਾ ਦੇ ਕਿਸਾਨਾਂ ਨੂੰ ਲੈ ਕੇ ਕਹਿਤਾ ਸੀ ਕਿ ਤੁਸੀਂ ਤਾਂ ਜਾਟ ਅੰਦੋਲਨ ਦੇ ਸਮੇਂ ਜਿਹੜੀ ਉਹ ਹਰਿਆਣੇ ਨੂੰ ਅੱਗ ਲਾਤੀ ਸੀ, ਤਾਂ ਇੱਥੇ ਵੀ ਉਹ ਵੀ ਜਿਹੜੀ ਸੀ ਟਿੱਪਣੀ, ਉਹਨੂੰ ਲੈ ਕੇ ਵੀ ਬਾਅਦ ਚ ਉਹਨਾਂ ਨੇ ਮਾਫੀ ਮੰਗੀ। ਇਸ ਕਰਕੇ ਜਿਹੜਾ ਲੀਡਰ ਹੁੰਦਾ ਗਾ, ਲੀਡਰ ਦਾ ਇਹ ਫਰਜ਼ ਬਣਦਾ ਕਿ ਜਿਹੜਾ ਬਿਆਨ ਦਿੰਦਾ ਉਹ ਸੋਚ ਸਮਝ ਕੇ ਦੇਵੇ, ਕਿਉਂਕਿ ਕਿਸਾਨੀ ਅੰਦੋਲਨ ਦੇ ਵਿੱਚ ਲੀਡਰ ਜਿਹੜੇ ਹਰੇਕ ਅੰਦੋਲਨ ਦੇ ਵਿੱਚ ਕਾਫੀ ਅਹਿਮੀਅਤ ਰੱਖਦੇ, ਉਹਨਾਂ ਦੇ ਬਿਆਨ ਜਿਹੜੇ ਨੇ, ਤਾਂ ਇਸ ਕਰਕੇ ਉਹਨਾਂ ਨੂੰ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ। ਤੇ ਜਿਹੜਾ ਬਰਸੀ ਮਨਾਉਣ ਵਾਲਾ ਫੈਸਲਾ ਹੈਗਾ, ਤਾਂ ਉਹ ਵੀ ਜਿਹੜਾ ਸਰਾਸਰ ਗਲਤ ਹੈ, ਕਿਉਂਕਿ ਕਿਸਾਨੀ ਅੰਦੋਲਨ ਜਦੋਂ ਹੈ ਤਾਂ ਤੁਸੀਂ ਕਿਸਾਨੀ ਅੰਦੋਲਨ ਬਣਾ ਕੇ ਉਹਨੂੰ ਚੱਲੋ, ਤੇ ਬਾਕੀ ਜੇ ਬਰਸੀਆਂ ਮਨਾਉਣੀਆਂ ਨੇ ਜਾਂ ਦਿਹਾੜੇ ਮਨਾਉਣੇ ਨੇ, ਉਹ ਤੁਸੀਂ ਗੁਰੂ ਸਾਹਿਬਾਨ ਦੇ ਮਨਾ ਲਓ, ਜਿਹੜੇ ਸ਼ਹੀਦ ਨੇ ਉਹਨਾਂ ਦੇ ਮਨਾ ਸਕਦੇ ਹੋਗੇ, ਹਿੰਦੂ ਕਮਿਊਨਿਟੀ ਦੇ ਜਿਹੜੇ ਤਿਉਹਾਰ ਨੇ ਉਹ ਮਨਾ ਸਕਦੇ ਹੋ, ਉੱਥੇ ਮੁਸਲਿਮ ਕਮਿਊਨਿਟੀ ਦੇ ਜਿਹੜੇ ਤਿਉਹਾਰ ਨੇ ਉਹ ਮਨਾ ਸਕਦੇ ਹੋਗੇ, ਕ੍ਰਿਸਚੀਅਨਸ ਦੇ ਮਨਾ ਸਕਦੇ ਹੋਗੇ। ਪਰ ਜਿੱਥੇ ਆਈਡੀਓਲੋਜੀ ਦੀ ਲੜਾਈ ਹੈਗੀ ਹੇਠਲੇ ਪੱਧਰ ਤੇ ਆ ਕੇ, ਸਮਾਜਿਕ ਪੱਧਰ ਤੇ, ਉਹ ਜਿਹੜਾ ਗਲਤ, ਤਾਂ ਉਹਦੇ ਨਾਲ ਗਲਤ ਮੈਸੇਜ, ਪੋਲੀਟੀਕਲ ਮੈਸੇਜ ਜਿਹੜਾ ਉਹ ਜਾਂਦਾ ਹੈਗਾ ਸਰਾਸਰ। ਬਿਲਕੁਲ ਜੀ, ਚੱਲਦੇ ਆਪਾਂ ਨੈਕਸਟ ਕਾਲ ਤੇ ਜੀ। ਹਾਂਜੀ 7141 ਸਵਾਗਤ ਹੈ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ, ਟਾਂਡੀ ਮੰਗਤਾ ਬੋਲਦਾ ਬੈਨਕੋਟ ਤੋਂ। ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਆ। ਥੈਂਕ ਯੂ ਜੀ। ਤੇ ਦੇਖੋ ਜੀ, ਇਹ ਜਿੱਦਾਂ ਮੈਂ ਗੱਲ ਕਰਨੀ ਸੀਗੀ ਵੀ ਕਾਲੀਆਂ ਦੀ ਤੇ ਕਾਂਗਰਸ ਦੀ ਜੀ, ਇਹ ਦੋਹੇ ਹੀ ਜਿੱਦਾਂ ਕਹਿ ਲਓ ਬਈ ਇਹਨਾਂ ਦੇ ਜਿੱਦਾਂ ਬਈ ਬਿਜ਼ਨਸ ਵੀ ਸਾਂਝੇ ਆ। ਜਦੋਂ ਇਹਨਾਂ ਦੇ MP MLA ਚੋਣਾਂ ਲੜਾਉਂਦੇ ਆ ਨਾ ਇੱਕ ਦੂਜੇ ਦੇ, ਕੈਪਟਨ ਜਿੱਦਾਂ ਇਹਦੇ ਖਿਲਾਫ ਜਿਹੜਾ ਜਿੱਦਾਂ ਹੁਣ ਕੈਪਟਨ ਖੜੇ ਹੁਣ ਪਟਿਆਲੇ ਤੋਂ, ਉਹਦੇ ਖਿਲਾਫ ਜਿੱਦਾਂ MLA ਉਦਾਂ ਦਾ ਖੜਾ ਕਰ ਦੇਣਾ, ਅਕਾਲੀ ਦਲ ਨੂੰ ਰਣਨੀਤੀ ਹੁੰਦੀ ਆ। ਏਡੇ ਬਾਦਲਾਂ ਦੇ ਖਿਲਾਫ ਕੈਪਟਨ ਖੜਾ ਕਰ ਦਿੰਦਾ ਆਪਣਾ MP MLA, ਉੱਥੋਂ ਫਿਰ ਜਿਹੜੀ ਰਿਸ਼ਵਤਖੋਰੀ ਆ ਜੀ ਉਹ ਜਨਮ ਦਿੰਦੀ ਆ, ਜਿੱਦਾਂ ਕਹਿ ਲਓ ਵੀ ਉਹਨਾਂ ਸੌਦੇਬਾਜ਼ੀ ਹੁੰਦੀ ਆ। ਤੇ ਫਿਰ ਮੈਂ ਕਹਿੰਦਾ ਵੀ ਜਿੱਦਾਂ ਹੁਣ ਵੀ ਇਹਨਾਂ ਦੇ ਵਿੱਚ ਸੌਦੇਬਾਜ਼ੀ ਹੋਈ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆ ਨਾ ਜੀ, ਇਹਦੇ ਵਿੱਚ ਵੀ ਬਿਜ਼ਨਸ ਆਇਆ, ਇਹਦੇ ਵਿੱਚ ਵੀ ਇਹ ਮੀਡੀਆ ਸੁੱਤਾ ਪਿਆ। ਮੈਂ ਇਹ ਸਵਾਲ ਆ ਮੇਰਾ ਵੀ ਮੀਡੀਆ ਸੁੱਤਾ ਪਿਆ ਤੇ ਮੀਡੀਆ ਨੇ ਕੁਛ ਗੱਲ ਨਹੀਂ ਕੱਢੀ, ਇਹ ਬਹਿ ਕੇ ਨਾ ਰਣਨੀਤੀ ਚੱਲੀ ਹੋਊ, ਕੈਪਟਨ ਤਾਂ ਸੁਖਬੀਰ ਬਾਦਲ ਬੈਠੇ ਹੋਊਗੇ, ਉਹਦੇ ਵਿੱਚ ਕਰੋੜਾਂ ਦਾ ਸੌਦਾ ਹੋਇਆ ਹੋਊ ਵੀ ਜਿੱਦਾਂ ਕਹੋ ਵੀ ਕਰੋੜਾਂ ਰੁਪਈਆ, ਮਤਲਬ ਇੱਧਰ ਉੱਧਰ ਬਿਜ਼ਨਸ, ਜਿੱਦਾਂ ਇਹ ਚੋਣਾਂ ਲੜਦੇ ਨਾ
ਇਦਾਂ ਹੀ ਇਹ ਸੌਦਾ ਹੋਇਆ ਜਿੱਦਾਂ ਕਹ ਲਓ ਬੇਅਦਬੀ ਦਾ ਵੀ ਇਹ ਜਿਹੜਾ ਹੈ ਨਾ ਇਹ ਰੁਝਾਨ ਉੱਥੇ ਰਿਸ਼ਵਤਖੋਰੀ ਉੱਪਰੋਂ ਥੱਲਿਓਂ ਤੇ ਰਿਸ਼ਵਤਖੋਰੀ ਤੇ ਹੁਣ ਕੈਪਟਨ ਸਾਹਿਬ ਜਦੋਂ ਕਿਸਾਨਾਂ ਦੇ ਮਸਲੇ ਤੇ ਵੀ ਨਹੀਂ ਬੋਲਦੇ ਤੇ ਨਾ ਅਕਾਲੀ ਦਲ ਉਹਨਾਂ ਘੁੱਟਵੀਂ ਆਵਾਜ਼ ਕਰਦਾ ਆ ਤੇ ਇਹ ਸੌਦੇਬਾਜ਼ੀ ਆ ਜਿੱਦਾਂ ਕਹ ਲਓ ਬਈ ਰਿਸ਼ਵਤਖੋਰੀ ਉੱਥੇ ਜ਼ਿਆਦਾ ਆ ਤੇ ਇਸ ਕਰਕੇ ਵੀ ਮੈਂ ਮੋਦੀ ਨੂੰ ਕਲੀਨ ਚਿੱਟ ਦਿੰਦਾ ਜੀ ਉਹਦੇ ਵਿੱਚ ਮੋਦੀ ਦੀ ਕੋਈ ਜਾਇਦਾਦ ਨਹੀਂ ਬਣੀ, ਕੁਛ ਨਹੀਂ ਹੋਇਆ ਤੇ ਉਹ ਆਪਣੀ ਰਣਨੀਤੀ ਨਾਲ ਚੱਲਣ ਡਿਆ ਆ। ਆਪਾਂ ਦਾਨੀਆਂ ਬਾਨੀਆਂ ਨੂੰ ਤਾਂ ਕਹੀ ਜਾਂਦੇ ਹਨਾ ਤੇ ਜਿਹੜੀ ਰਾਜਨੀਤੀ ਸਾਫ਼ ਸੁਥਰੀ ਨਹੀਂ ਆ ਰਹੀ ਵੀ ਇਹ ਜਿਹੜਾ ਹੁਣ ਅੰਦੋਲਨ ਨੂੰ ਜਿੱਦਾਂ ਵੀ ਫੇਲ ਕਰਦੀਆਂ ਜਿਹੜੀਆਂ ਸਾਜ਼ਿਸ਼ਾਂ ਆ ਉਹਦੇ ਵੀ ਸੌਦੇਬਾਜ਼ੀ ਹੋ ਰਹੀ ਆ ਤੇ ਜਦੋਂ ਇਹਨਾਂ ਕੋਲ ਰਾਜਨੀਤਿਕ ਮੁੱਦਾ ਬਣ ਜਾਂਦਾ ਨਾ ਕੋਈ ਵੀ ਹੈਪਨ ਹੋ ਜਾਂਦਾ ਜਿੱਦਾਂ ਬੇਅਦਬੀ ਦਾ ਹੈਪਨ ਹੋਇਆ ਤਾਂ ਇਹ ਜਿੱਦਾਂ ਵੀ ਇਹ ਸੌਦੇਬਾਜ਼ੀਆਂ ਜਿੱਦਾਂ ਵੀ ਕਰ ਲੈਂਦੇ ਆ ਚਾਹੇ ਕਾਂਗਰਸੀ ਹੋਣ ਚਾਹੇ ਅਕਾਲੀ ਹੋਣ। ਇਹ ਮੇਰਾ ਇਹਨਾਂ ਤੋਂ ਸਵਾਲ ਆ ਵੀ ਮੀਡੀਆ ਜਿਹੜਾ ਆ ਚੌਥਾ ਥੰਮ ਆ ਇਦਾਂ ਦੀਆਂ ਜਿਹੜੀਆਂ ਇਹ ਮੀਟਿੰਗਾਂ ਕਰਦੇ ਡਬਈ 'ਚ ਜਾ ਕੇ ਬਿਜ਼ਨਸ ਸੁਖਬੀਰ ਬਾਦਲ ਪਿੱਛੇ ਜੇ ਗਏ ਸੀ ਕੈਪਟਨ ਸਾਹਿਬ ਵੀ ਉੱਥੇ ਜਾ ਕੇ ਹੋਟਲ ਮੋਟਲ ਲੈਂਦੇ ਆ ਸਾਰਾ ਕੁਛ ਇਹਨਾਂ ਦੀਆਂ ਕਿਉਂ ਨਹੀਂ ਬਾਹਰ ਆਉਂਦੀਆਂ ਇਦਾਂ ਦੀਆਂ ਗੱਲਾਂ ਜਿਹੜੇ ਸੌਦੇਬਾਜ਼ੀ MP MLA ਦੀਆਂ ਕਰਦੇ ਆ ਖਰੀਦ ਫਰੋਖਤ ਹੁਣ ਵੀ ਹੋਣੀ ਆ ਢੀਂਡਸਾ ਸਾਹਿਬ ਕਰ ਰਹੇ ਸਾਰਾ ਕੁਛ ਪਾਰਟੀ ਬਣਾ ਰਹੇ ਆ ਤੇ ਉਹਦੇ ਵਿੱਚ ਵੀ ਇਹਨਾਂ ਦੀ MP MLA ਦੀਆਂ ਖਰੀਦ ਫਰੋਖਤਾਂ ਹੋਣੀਆਂ ਮਤਲਬ ਇੰਨੇ ਪਾਵਰਫੁਲ ਆ ਉਹਦੇ ਵਿੱਚ ਮੈਂ ਇਹ ਗੱਲ ਕਹਿਣਾ ਵੀ ਘੱਟੋ ਘੱਟ ਮੋਦੀ ਆਪਣੇ ਤੇ ਇਮਾਨਦਾਰ ਤਾਂ ਹੈਗਾ ਹੀ ਆ ਤੇ ਰਣਨੀਤੀ ਕਿੱਦਾਂ ਦੀ ਵੀ ਮਰ ਜਾਵੇ ਉਹ ਆਪਾਂ ਜਿੱਦਾਂ ਮਰਜ਼ੀ ਉਹਨੂੰ ਕਹਿ ਲੈਂਦੇ ਆ ਵੀ ਉਹ ਇਸ ਗੱਲੋਂ ਏਦਾਂ ਦਾ ਨੇਤਾ ਵੀ ਜੇ ਸਾਰੇ ਹੋ ਜਾਣ ਤਾਂ ਇੰਡੀਆ ਦਾ ਕੁਛ ਬਣ ਸਕਦਾ ਨਹੀਂ ਤਾਂ ਨਹੀਂ ਬਣ ਸਕਦਾ। ਮੇਰਾ ਇਹ ਸਵਾਲ ਹੈ ਵੀ ਮੀਡੀਆ ਚੌਥਾ ਕੰਮ ਕਾਹਦਾ ਫਿਰ ਵੀ ਇਹਨਾਂ ਦੇ ਚੂੜੀਆਂ ਪਈਆਂ ਆ ਵੀ ਇਹ ਮਤਲਬ ਕਰਦੇ ਹੀ ਨਹੀਂ ਇਹ ਪੋਲੀਟੀਸ਼ੀਅਨਾਂ ਦੇ ਲਾਗੇ ਨਾ ਉਹਨਾਂ ਨੂੰ ਸਵਾਲ ਕਰਦੇ ਆ ਮਿੱਠ ਕੇ ਉਹ ਸਵਾਲ ਕਰਦੇ ਆ ਬਈ ਸਵਾਲ ਹੀ ਨਹੀਂ ਮਿੱਠਿਆ ਹੁੰਦਾ ਫਿਕਸ ਹੁੰਦਾ ਸਵਾਲ ਤੇ ਇਹ ਤਾਂ ਫਿਕਸ ਕਰਕੇ ਉਹਨਾਂ ਨਾਲ ਮੀਟਿੰਗਾਂ ਕਰਦੇ ਸਾਹਮਣੇ ਕਿਉਂ ਨਹੀਂ ਇਹ ਇਹਨਾਂ ਦੀ ਪਾਵਰ ਹੀ ਹੈ ਨਹੀਂ। ਸੁਣੋ ਜੀ ਇਹ ਮੇਰੇ ਸਵਾਲ ਆ ਜੀ ਬਿਲਕੁਲ ਜੀ ਧੰਨਵਾਦ ਜੀ। ਮੋਦੀ ਸਾਹਿਬ ਵਾਕਿਆ ਇਮਾਨਦਾਰ ਹੈ ਜੀ ਉਹਨਾਂ ਨੇ ਅਗਲਾ ਆਪਣਾ ਜਿਹੜਾ ਗ੍ਰਸਤੀ ਜੀਵਨ ਆ ਉਹ ਵੀ ਕੋਈ ਔਲਾਦ ਨਹੀਂ ਪੈਦਾ ਕੀਤੀ ਵੀ ਸ਼ਾਇਦ ਕੋਈ ਮੇਰੇ ਵਰਗਾ ਜੰਮ ਪਿਆ ਤੇ ਮੈਂ ਆਪਾਂ ਹੀ ਦੇਸ਼ ਨੂੰ ਇੰਨਾ ਬਰਬਾਦ ਕਰ ਦੇਣਾ ਹੋਰ ਕਿਸੇ ਦੀ ਲੋੜ ਹੀ ਨਾ ਪਵੇ। ਵਾਕਿਆ ਬਹੁਤ ਇਮਾਨਦਾਰ ਹੈ ਜੀ। ਆਪ ਉਹਨਾਂ ਨੇ ਭਾਵੇਂ ਪੰਜੀ ਨਾਲ ਇਕੱਠੀ ਕੀਤੇ ਹੋਏ ਪੂਰਾ ਦੇਸ਼ ਲਟਾ ਕੇ ਰੱਖ ਦਿੱਤਾ ਕਾਰਪੋਰੇਟ ਘਰਾਣਿਆਂ ਨੂੰ ਇੰਨਾ ਰੀਂਗ ਰਿਹਾ ਇੱਕ ਕਾਰਪੋਰੇਟ ਘਰਾਣਿਆਂ ਦੇ ਥੱਲੇ। ਵਾਕਿਆ ਬਹੁਤ ਇਮਾਨਦਾਰ ਆ ਧੰਨਵਾਦ ਤੁਹਾਡਾ ਜੀ। ਇਦਾਂ ਦਾ ਇਮਾਨਦਾਰ ਦੇਤਾ ਇੱਕ ਅੱਧੀ ਵਾਰੀ ਹੋਰ ਮਿਲ ਗਿਆ ਤੇ ਭਾਰਤ ਦਾ ਨਾਮੋ ਨਿਸ਼ਾਨ ਮਿਟਾ ਦੂਗਾ। ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਜੀ ਜਿਹੜੀ ਅਰਸ਼ਦੀਪ ਦੇ ਜਵਾਬ ਦੇਣ ਤੋਂ ਪਹਿਲਾਂ ਮੀਡੀਆ ਦੀ ਗੱਲ ਕੀਤੀ ਹੈ ਕੁੰਵਰ ਵਿਜੇ ਪ੍ਰਤਾਪ ਨੇ ਆਫ ਦੀ ਈਅਰ ਮੇਰੇ ਨਾਲ ਵੀ ਗੱਲ ਕੀਤੀ ਸੀ ਕਹਿੰਦਾ ਕੈਪਟਨ ਤੇ ਬਾਦਲ ਰਲੇ ਹੋਏ ਆ ਕੱਖ ਨਹੀਂ ਗਾ ਕਹਿੰਦਾ ਮੈਨੂੰ ਇਹਨਾਂ ਨੇ ਲਿਆ ਕੇ ਸਾਰਾ ਕੁਝ ਕਰਾ ਕੇ ਤੇ ਜਦੋਂ ਲਿਜਾ ਕੇ ਕੋਰਟ ਦੇ ਵਿੱਚ ਪੇਸ਼ ਕਰਨਾ ਸੀਗਾ ਉੱਥੇ ਇਹਨਾਂ ਨੇ ਚੰਗੀ ਤਰ੍ਹਾਂ ਰਿਪਰੈਜ਼ੈਂਟ ਨਹੀਂ ਕੀਤਾ ਉੱਥੇ ਪ੍ਰੋਪਰ ਜਿਹੜਾ ਕੋਰਟ ਦੇ ਸਾਹਮਣੇ ਤੱਥ ਨਹੀਂ ਰੱਖੇ ਤੇ ਇਸ ਕਰਕੇ ਇੱਕ ਬੰਨੇ ਤੋਂ ਲੋਕਾਂ ਨੂੰ ਦਿਖਾ ਦਿੱਤਾ ਵੀ ਦੇਖਿਆ ਸੀ ਕੁੰਵਰ ਵਿਜੇ ਪ੍ਰਤਾਪ ਨੂੰ ਲਿਆਂਦਾ ਤੇ ਦੂਜੇ ਬੰਨੇ ਜਿਹੜਾ ਸਾਰਾ ਕੁਛ ਆ ਉਹ ਖੂਹ ਦੇ ਵਿੱਚ ਪਾ ਦਿੱਤਾ। ਕਹਿੰਦਾ ਕੋਈ ਫਰਕ ਨਹੀਂ ਗਾ ਇਹਨਾਂ ਦੇ ਵਿੱਚ ਵਿਕੇ ਹੋਇਆ ਕਹਿੰਦਾ ਅਰਬਾਂ ਰੁਪਏ ਦਾ ਸੌਦਾ ਹੋਇਆ ਜੀ ਕਹਿੰਦਾ ਅਦਾਲਤ ਦਾ ਵੀ ਗੱਲ ਬਿਲਕੁਲ ਸਹੀ ਹੈ ਜੀ। ਅਰਸ਼ਦੀਪ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜਿਹੜੀ ਸਿਆਸਤਦਾਨਾਂ ਦੀ ਇਹਨਾਂ ਨੇ ਗੱਲ ਕੀਤੀ ਜਿੰਨੇ ਵੀ ਸਿਆਸਤਦਾਨ ਨੇ ਭਾਰਤ ਦੇ ਵਿੱਚ ਉਹਨਾਂ ਦੇ ਜਿਹੜੇ ਬਿਜ਼ਨਸ ਨੇ ਉਹ ਅਲੱਗ-ਅਲੱਗ ਬਿਜ਼ਨਸ ਨੇ ਕਿਉਂਕਿ ਉਹ ਕਹਿੰਦੇ ਖੁਦ ਨੂੰ ਕਿਸਾਨ ਦੇ ਪੁੱਤਰ ਨੇ। ਮੈਕਸਿਮਮ ਜਿਹੜੇ MP ਵੀ ਨੇ ਜਾਂ MLA ਨੇ ਜਾਂ ਮਿਨਿਸਟਰ ਨੇ ਸਟੇਟ ਗਵਰਨਮੈਂਟਾਂ ਜਾਂ ਸੈਂਟਰ ਗਵਰਨਮੈਂਟਾਂ ਦੇ ਵਿੱਚ ਉਹ ਬੇਸ਼ੱਕ ਕਹਿੰਦੇ ਨੇ ਕਿ ਅਸੀਂ ਕਿਸਾਨਾਂ ਦੇ ਪੁੱਤਰ ਆ ਪਰ ਉਹਨਾਂ ਦੇ ਬਿਜ਼ਨਸ ਜਿਹੜੇ ਨੇ ਉਹ ਬਹੁਤ ਵੱਡੇ ਨੇ। ਇਸ ਤੋਂ ਇਲਾਵਾ ਕੁਝ ਜ਼ਿਆਦਾਤਰ ਸਿਆਸਤਦਾਨਾਂ ਦੇ ਇਲੀਗਲ ਬਿਜ਼ਨਸ ਵੀ ਜਿਹੜੇ ਉਹ ਸਾਹਮਣੇ ਆਉਂਦੇ ਨੇ। ਇਸ ਕਰਕੇ ਜਿਹੜੀ ਇਮਾਨਦਾਰੀ ਵਾਲੀ ਗੱਲ ਹੈ ਉਹਦੇ ਤੇ ਆ ਕੇ ਸ਼ੰਕੇ ਜਿਹੜੇ ਉਹ ਪ੍ਰਗਟ ਹੁੰਦੇ ਨੇ ਲਗਾਤਾਰ। ਤੇ ਨੰਬਰ 2 ਜਿਹੜੀ ਇਹਨਾਂ ਨੇ ਮੀਡੀਆ ਦੀ ਗੱਲ ਕੀਤੀ ਕਿ ਮੀਡੀਆ ਚੌਥਾ ਪਿੱਲਰ ਆਗਾ ਕਿ ਮੀਡੀਆ ਜਿਹੜਾ ਹੈਗਾ ਉਹਨੂੰ ਸੱਚ ਦਿਖਾਉਣਾ ਚਾਹੀਦਾ। ਤਾਂ ਜਿਸ ਹਿਸਾਬ ਦੀ ਰੇਸ਼ੋ ਹੈ ਇੰਡੀਅਨ ਮੀਡੀਆ ਦੀ ਇਸ ਸਮੇਂ ਜਿਸ ਹਿਸਾਬ ਦੀ ਰੈਪੂਟੇਸ਼ਨ ਹੈ ਤੇ ਜਿਸ ਹਿਸਾਬ ਦੀਆਂ ਖਬਰਾਂ ਉਹਨਾਂ ਵੱਲੋਂ ਦਿਖਾਈਆਂ ਜਾਂਦੀਆਂ ਨੇ ਕਿ ਤੁਹਾਨੂੰ ਲੱਗ ਰਿਹਾ ਕਿ ਮੀਡੀਆ ਜੋ ਕੁਝ ਕਰ ਰਿਹਾ ਉਹ ਆਪਣੀ ਮਰਜ਼ੀ ਦੇ ਨਾਲ ਕਰ ਰਿਹਾ ਹੈਗਾ ਕਿਉਂਕਿ ਮੀਡੀਆ ਦਾ ਕੰਮ ਹੁੰਦਾ ਸੱਚ ਦਿਖਾਉਣਾ। ਜੇ ਉਹ ਇਮਾਨਦਾਰੀ ਦੇ ਨਾਲ ਨਹੀਂ ਕਰ ਰਿਹਾ ਤੇ ਸੈਂਟਰ ਗਵਰਨਮੈਂਟ ਮੋਦੀ ਸਾਹਿਬ ਦੀ ਇਹਨਾਂ ਨੇ ਗੱਲ ਕੀਤੀ ਤੇ ਪ੍ਰਧਾਨ ਮੰਤਰੀ ਸਾਹਿਬ ਦਾ ਪੱਖ ਜਿਹੜਾ ਮੀਡੀਆ ਵੱਲੋਂ ਲਗਾਤਾਰ ਪੂਰਿਆ ਜਾਂਦਾ ਹੈਗਾ। ਤੇ ਇਸ ਕਰਕੇ ਜੇ ਮੀਡੀਆ ਪਾਰਦਰਸ਼ੀ ਨਹੀਂ ਹੈ ਤਾਂ ਮੀਡੀਆ ਦੀ ਕੀ ਮਜਬੂਰੀ ਹੈ ਕਿ ਉਹ ਸੈਂਟਰਲ ਸਰਕਾਰ ਦੀਆਂ ਖਾਮੀਆਂ ਜਿਹੜੀਆਂ ਨੇ ਉਸ ਹਿਸਾਬ ਦੇ ਨਾਲ ਉਜਾਗਰ ਨਹੀਂ ਕਰਦਾ। ਠੀਕ ਹੈ ਪ੍ਰਧਾਨ ਮੰਤਰੀ ਮੋਦੀ ਤੇ ਕੋਈ ਕਰਪਸ਼ਨ ਦਾ ਦੋਸ਼ ਜਿਹੜਾ ਉਹ ਨਹੀਂ ਹੈਗਾ ਪਰ ਉਹਨਾਂ ਦੀ ਪਾਰਟੀ ਜਿਹੜੀ ਹੈ ਉਹ ਸਭ ਤੋਂ ਅਮੀਰ ਪਾਰਟੀ ਹੈ ਭਾਰਤ ਦੇ ਵਿੱਚ ਤੇ ਲੱਖਾਂ ਰੁਪਈਆ ਜਿਹੜਾ ਹੈਗਾ ਉਹਨਾਂ ਵੱਲੋਂ ਵੀ ਚੋਣਾਂ ਤੇ ਜਿਹੜਾ ਉਹ ਖਰਚਿਆ ਜਾਂਦਾ ਹੈਗਾ। ਤਾਂ ਇਮਾਨਦਾਰ ਪਾਰਟੀ ਜਿਹੜੀ ਹੋਵੇ
ਮਿਹਨਤਕਸ਼ ਪਾਰਟੀ ਹੋਵੇ ਤਾਂ ਉਹ ਗਰੀਬ ਹੀ ਹੁੰਦੀ ਹੈ ਕਿ ਉਹ ਇੰਨੀ ਅਮੀਰ ਜਾਂ ਲੱਖਾਂ ਰੁਪਈਆ ਜਿਹੜਾ ਹੈ ਉਹ ਇਲੈਕਸ਼ਨਸ ਦੇ ਉੱਪਰ ਨਹੀਂ ਖਰਚਦੀ। ਇਸ ਕਰਕੇ ਜੇ ਖਰਚੇ ਜਾ ਰਹੇ ਨੇ ਇਹਦਾ ਮਤਲਬ ਕਾਰਪੋਰੇਟ ਘਰਾਣਿਆਂ ਦੀ ਫੰਡਿੰਗ ਵੀ ਉਹਨਾਂ ਨੂੰ ਹੋ ਰਹੀ ਹੈ ਲਗਾਤਾਰ, ਕਿਉਂਕਿ ਭਾਰਤ ਦੇ ਵਿੱਚ ਕਿਹਾ ਜਾਂਦਾ ਕਿ ਜਿਹੜਾ ਚਿਹਰਾ ਸਾਹਮਣੇ ਆਉਂਦਾ ਗਾ ਤਾਂ ਕਾਰਪੋਰੇਟਸ ਘਰਾਣੇ ਜਿਹੜੇ ਨੇ ਉਹ ਗਵਰਨਮੈਂਟ ਦੇ ਵਿੱਚ ਚਿਹਰਾ ਦੇਖ ਕੇ ਕਿ ਇਹ ਸੱਤਾ 'ਚ ਆ ਸਕਦਾ ਗਾ ਉਹਨੂੰ ਉਸ ਹਿਸਾਬ ਦੇ ਨਾਲ ਫੰਡਿੰਗ ਕਰਦੇ ਨੇ, ਫਿਰ ਸਰਕਾਰ ਨੂੰ ਉਸ ਹਿਸਾਬ ਦੇ ਨਾਲ ਚਲਾਉਂਦੇ ਨੇ। ਇਸ ਕਰਕੇ ਜਿਸ ਹਿਸਾਬ ਦੇ ਨਾਲ ਸਰਕਾਰ ਪ੍ਰਾਈਵੇਟ ਖੇਤਰ ਵੱਲ ਵੱਧ ਰਹੀ ਹੈ ਤਾਂ ਉਹ ਵੀ ਜਿਹੜਾ ਹੈ ਪ੍ਰਾਈਵੇਟ ਖੇਤਰ ਆਉਣਾ ਚਾਹੀਦਾ ਗਾ, ਪਰ ਪਹਿਲਾਂ ਤੁਸੀਂ ਉਨੇ ਪੈਰਾਂ ਸਿਰ ਹੋ ਜਾਓ ਕਿ ਪ੍ਰਾਈਵੇਟ ਜਿਹੜਾ ਸੈਕਟਰ ਆਊਗਾ ਉਹਨੂੰ ਕੰਟਰੋਲ ਕਰ ਸਕੋ ਤੇ ਆਪਣੇ ਹਿਸਾਬ ਦੇ ਨਾਲ ਚਲਾ ਸਕੋ। ਇਸ ਕਰਕੇ ਖਾਮੀਆਂ ਵੀ ਵੱਡੇ ਪੱਧਰ ਤੇ ਮੀਡੀਆ ਦੇ ਕੁਐਸਚਨ 'ਚ ਵੀ ਪ੍ਰਧਾਨ ਮੰਤਰੀ ਜਵਾਬ ਦੇ ਸਕਦੇ ਆ ਕਿ ਉਹਨਾਂ ਪ੍ਰੈਸ ਕਾਨਫਰੰਸ ਕਿਉਂ ਨਹੀਂ ਕੀਤੀ ਇੰਨੇ ਸਾਲਾਂ ਦੇ ਵਿੱਚ, ਤੇ ਨੰਬਰ 2 ਤੇ ਮੀਡੀਆ ਦਾ ਇਹ ਹਾਰ ਜਿਹੜਾ ਉਹ ਕਿਉਂ ਆਗਾ। ਨੰਬਰ 2 ਤੇ ਇਹ ਹੈ ਕਿ ਭਾਜਪਾ ਜਿਹੜੀ ਹੈ ਉਸੇ ਪਾਰਟੀ ਨੂੰ ਹੀ ਸਭ ਤੋਂ ਜ਼ਿਆਦਾ ਫੰਡਿੰਗ ਜਿਹੜੀ ਉਹ ਕਿਉਂ ਕੀਤੀ ਜਾਂਦੀ ਹੈਗੀ ਕਾਰਪੋਰੇਟਸ ਵੱਲੋਂ। ਤਾਂ ਇਹ ਕਈ ਕਿਸਮ ਦੇ ਸ਼ੰਕੇ ਸਵਾਲ ਨੇ ਜਿਨ੍ਹਾਂ ਚੋਂ ਇਹਨਾਂ ਨੂੰ ਆਪਣੇ ਜਵਾਬ ਜਿਹੜੇ ਨੇ ਉਹ ਮਿਲ ਜਾਣੇ ਨੇ। ਬਿਲਕੁਲ ਜੀ, ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 3331 ਸਵਾਗਤ ਹੈ ਜੀ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਉਹ ਬਾਈ ਜੀ ਆਪਾਂ ਦੱਸ ਕੇ ਗਏ ਆ ਵੀ ਆਪਣਾ ਨਾ ਪੋਲੀਟੀਸ਼ੀਅਨ ਵਗੈਰਾ ਤੇ ਸਾਰੇ ਰਲੇ ਹੋਏ ਆ ਜੀ। ਤੇ ਵੀਰੇ ਉਹ ਆਪਣੇ ਜਿਹੜਾ ਨਾ ਸੈਲੋ ਦੀ ਵੀ ਤੁਸੀਂ ਗੱਲ ਕਰਦੇ ਮੋਗੇ ਲਾਗੇ ਜਾਂ ਆਪਣੇ ਕੈਥਲ ਲਾਗੇ, ਇਹਨਾਂ ਦਾ ਪਹਿਲਾਂ ਹੀ ਕੰਟਰੈਕਟ ਹੋਇਆ ਵੀ ਤੁਹਾਡੇ ਕੋਲ ਇੰਨੀ ਬੋਰੀ ਦਾ ਤੁਹਾਨੂੰ ਪੇ ਕਰ ਹੀ ਦੇਣਾ, ਕਣਕ ਇੰਨੀ ਝੋਨਾ ਇਹਨਾਂ ਵਿੱਚ ਆਵੇ ਨਾ ਆਵੇ ਉਹ ਸਰਕਾਰ ਨੇ ਪੇ ਕਰਨਾ ਬਣਾਉਣ ਤੋਂ ਪਹਿਲਾਂ ਉਹਨਾਂ ਦਾ ਕੰਟਰੈਕਟ ਆ। ਜਿੱਦਾਂ ਨਾ ਪ੍ਰਾਈਵੇਟ ਬਿਜਲੀ ਵਾਲਿਆਂ ਨਾਲ ਸੀਗਾ ਵੀ ਤੁਹਾਡੀ ਬਿਜਲੀ ਇੰਨੇ ਦੀ ਲੈਣੀ ਆ, ਤੁਸੀਂ ਤੁਹਾਡਾ ਪ੍ਰੋਜੈਕਟ ਚੱਲੇ ਨਾ ਚੱਲੇ ਤੁਸੀਂ ਸਪਲਾਈ ਕਰੋ ਨਾ ਕਰੋ, ਇਦਾਂ ਹੀ ਇਹਨਾਂ ਦਾ ਆਪਣੇ ਨਾ ਸੈਲੋ ਦਾ ਵੀ ਸਿਸਟਮ ਇਹੀ ਆ ਵੀਰੇ। ਬਾਕੀ ਵੀਰੇ ਉਹ ਹਨ ਆਪਣੇ ਜ਼ਿਮੀਂਦਾਰ ਵਿਚਾਰਿਆਂ ਦਾ ਇਹਨਾਂ ਦਾ ਆਪਦਾ ਫਿਗਰ ਆ ਵੀ 86.2 ਨੂੰ 2 ਏਕੜ ਆਪਣੇ 5 ਏਕੜ ਨਾਲ ਘੱਟ ਆ ਜ਼ਮੀਨ। ਫਰਾਂਸ ਚ ਨਾ ਸਭ ਨਾਲੋਂ ਵੱਡਾ ਫਰਾਂਸ ਇੱਥੋਂ ਦੀ ਗੱਲ ਹੀ ਛੱਡ ਦਿਓ, ਬੈਲਗੇਟਸ ਅੱਜ ਕੱਲ ਸਭ ਨਾਲੋਂ ਵੱਡਾ ਆਪਣੇ ਵਰਲਡ ਦਾ ਕਿਸਾਨ ਜਿਹੜਾ ਜੀ। ਤੇ ਫਰਾਂਸ ਚ ਹੈਗਾ ਭਾਜੀ ਯੂਰਪ ਚੋਂ ਸਭ ਤੋਂ ਵੱਡਾ ਜਿੱਥੇ ਜ਼ਿਆਦਾ ਖੇਤੀ ਹੁੰਦੀ ਆ ਫਰਾਂਸ ਚ, ਉੱਥੇ 135 ਏਕੜ ਵਾ। ਤੇ ਫਰਾਂਸ ਦੇ ਵਿੱਚ ਭਾਜੀ 1,30,000 ਪਿਛਲੇ 2005 ਤੋਂ ਜ਼ਿਮੀਂਦਾਰ ਆਪਣਾ ਧੰਦਾ ਛੱਡ ਚੁੱਕੇ ਆ। ਈਵਨ ਪਿਛਲੇ ਸਾਲ ਹੀ 1500 ਦੇ ਕਰੀਬ ਨਾ ਫਰਾਂਸ ਚੋਂ ਕੱਲੇ ਚੋਂ ਖੇਤੀ ਲੋਕ ਛੱਡ ਚੁੱਕੇ ਆ ਕਿਉਂਕਿ ਉੱਥੇ ਨਵੇਂ ਜਿਹੜੇ ਕਾਨੂੰਨ ਬਣੇ ਹੋਏ ਆ। ਬਾਕੀ ਵੀਰੇ ਗੱਲ ਹੈ ਕਿ ਇਹਦਾ ਵੀ ਪੰਜਾਬ ਦੀ ਆਪਣੇ ਨਾ ਜਿਹੜੀ ਮੰਡੀਆਂ ਦੀ ਵੀ ਤੁਸੀਂ ਗੱਲ ਕਰਦੇ ਆ, ਪੰਜਾਬ ਚ ਤਾਂ ਹਰਿਆਣੇ ਚ ਅੱਗੇ 90,000 ਕਰੋੜ ਦੇ ਕਰੀਬ ਨਾ ਸਾਲ ਦੀ ਇਹਨਾਂ ਦੀ ਕੈਸ਼ ਕ੍ਰੈਡਿਟ ਲਿਮਿਟ ਆ ਜਿਹੜੀ ਇਸ਼ੂ ਕਰਦੇ ਸੀ ਮਾਰਕੀਟ ਆਪਣੇ FCI ਨੂੰ, ਹੋਰਨਾਂ ਨੂੰ ਵੀ ਇੰਨੇ ਦੀ ਤੁਸੀਂ ਖਰੀਦ ਲਓ। ਪੰਜਾਬ ਨੂੰ ਘੱਟੋ ਘੱਟ ਕਣਕ ਦਾ ਆਪਣਾ ਨਾ ਜਿਹੜਾ ਉਹ ਪੈਸੇ ਵੀ ਉਹਨੇ ਕੈਸ਼ ਕ੍ਰੈਡਿਟ 22,000 ਤੋਂ ਘੱਟ ਵਾਲੀ 22,000 ਕਰੋੜ ਤੋਂ, ਤੇ ਕਣਕ ਹੋ ਜਾਣੀ ਆ 30,000 ਕਰੋੜ ਦੀ। ਉਹ ਜ਼ਿਮੀਂਦਾਰ ਵੇਚਣ ਵੀ ਕਿੱਥੇ? ਇਹ ਗੌਰਮੈਂਟ ਖੁਦ ਵੀ ਮਜਬੂਰ ਕਰਦੀ ਆ ਲੋਕਾਂ ਨੂੰ ਵੀ ਇਸ ਪ੍ਰਾਈਵੇਟ ਤੁਸੀਂ ਵੇਚੋ, ਉਹਨਾਂ ਦਾ ਨਾਂ ਸਰਦੀ ਨੂੰ ਆ। ਤੇ ਬਾਕੀ ਉਹ ਜ਼ਿਮੀਂਦਾਰ ਵੀਰੇ ਆਪਣੇ ਤੋਂ ਇੰਨੀ 86.2 ਤੇ ਇਹਨਾਂ ਦੇ ਆਪਦੇ ਫਿਗਰ ਤੇ ਉਹ ਜੇ ਆਪਣੇ ਨਾ ਆਸਟ੍ਰੇਲੀਆ ਵਰਗਾ ਕੰਟਰੀ ਭਾਜੀ ਜਿੱਥੇ 10,000 ਤੇ 887 ਏਕੜ ਐਵਰੇਜ ਆ ਗਈ ਹੈ ਜ਼ਿਮੀਂਦਾਰ ਕੋਲ ਇੰਨੀ ਜ਼ਮੀਨ ਆ, ਉੱਥੇ ਫੇਲ ਆ ਲਾ, ਫਰਾਂਸ ਚ ਫੇਲ ਆ, ਜੋ ਇੱਥੇ ਅਮਰੀਕਾ ਚ ਲਾ ਫੇਲ ਆ। ਉਹ ਆਪਣੇ ਆਪਾਂ ਕਹੀ ਜੀਏ 3 ਬਿੱਲ ਬਹੁਤ ਡਬਲ ਇਨਕਮ ਕਰਨਗੇ, ਉਹ ਝੂਠ। ਸਭ ਤੇ ਪੋਲੀਟੀਸ਼ੀਅਨ ਸਭ ਰਲੇ ਹੋਏ, ਆਪਣੇ ਸਮਾਜਦਾਰ ਵੀ ਰਲੇ ਆ, ਤੇ ਉਹ ਜਿਹੜੇ ਵਿਚਾਰੇ ਬੈਠੇ ਬਾਰਡਰਾਂ ਤੇ ਉਹਨਾਂ ਦੇ ਪੱਲੇ ਕੁਛ ਪੈ ਜਾਏ ਤਾਂ ਆਪਾਂ ਇਹੀ ਆ ਵੀਰ ਜੀ। ਤੇ ਬਾਕੀ ਉਹਨਾਂ ਦਾ ਹਨਾ ਆਪਣੇ ਕਾਮਰੇਡਾਂ ਦੇ ਵੀ ਅੱਗੇ ਵੀ ਉਹ ਜੈਮਲ ਸਿੰਘ ਫੱਤਾ ਤੇ 2 ਹੋਰ ਵੀ ਲੀਡਰ ਮਰ ਗਏ ਸੀ। ਇਹਨਾਂ ਦੇ ਆਪਸ ਵਿੱਚ ਸਿੱਖਾਂ ਦੇ ਉਹਨਾਂ ਦਾ ਨਾ ਇਸ਼ੂ ਬਣਾ ਕੇ ਜਾਣ ਕੇ ਕਿਸਾਨੀ ਅੰਦੋਲਨ ਨੂੰ ਖਰਾਬ ਕਰਨ ਵਾਸਤੇ ਇਹ ਵੀ ਇਸ਼ੂ ਬਣਾਇਆ ਜਾਂਦਾ ਵਾ, ਜਿਹੜਾ ਮਾੜੀ ਗੱਲ ਆ ਕਿਉਂਕਿ ਵਿਸ਼ਾ ਸਿਰਫ ਹੈਗਾ ਕਿਸਾਨਾਂ ਦਾ, ਬਿੱਲਾਂ ਦਾ ਵਾ, MSP ਦਾ ਵਾ। ਜਦੋਂ ਏਦਾਂ ਕਰਦੇ ਆ ਕਾਮਰੇਡਾਂ ਦਾ ਸਿੱਖਾਂ ਦਾ, ਮਾੜੀ ਗੱਲ ਆ, ਉਹਦੇ ਚ ਨੁਕਸਾਨ ਆ ਵੀਰ ਜੀ। ਸਤਿ ਸ੍ਰੀ ਅਕਾਲ ਵੀਰੇ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ। ਚੱਲਦੇ ਨੈਕਸਟ ਕਾਲ ਤੇ। ਹਾਂਜੀ 7772 ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਬਾਈ ਜੀ ਮੈਂ ਨਾ ਆਪਣਾ ਕੁਐਸਚਨ ਸੀਗਾ ਵੀਰੇ ਨੂੰ, ਬੰਗਾਲ ਬਾਰੇ ਕੋਈ ਅਪਡੇਟ ਵੀ ਕਿਸ ਤਰ੍ਹਾਂ ਲੱਗ ਰਿਹਾ, ਕੀ ਸਿਚੁਏਸ਼ਨ ਇਸ ਟਾਈਮ ਜਾਂ ਕਿਹਦਾ ਹੱਥ ਉੱਪਰ ਆ, ਥੋੜਾ ਉਹਦੇ ਬਾਰੇ ਜਰੂਰ ਵਿਊ ਦੇਣ। ਥੈਂਕ ਯੂ। ਜਰੂਰ ਜੀ ਜਰੂਰ, ਧੰਨਵਾਦ ਜੀ। ਹਾਂਜੀ ਅਰਸ਼ਦੀਪ। ਦੇਖੋ ਜੀ ਬੰਗਾਲ ਦੇ ਵਿੱਚ ਜਿਹੜੇ ਪਹਿਲੇ 3 ਰਾਉਂਡ ਦੀ VOTING ਹੋਈ ਸੀ, ਪਹਿਲੇ 3 ਰਾਉਂਡ ਦੇ ਵਿੱਚ ਮਮਤਾ ਬੈਨਰਜੀ ਦੀ ਪਕੜ ਜਿਹੜੀ ਉਹ ਬਹੁਤ ਜ਼ਿਆਦਾ ਮਜ਼ਬੂਤ ਸੀਗੀ, ਪਰ ਤੀਜੇ ਰਾਉਂਡ ਤੋਂ ਬਾਅਦ ਜਿਹੜੀ ਜਿਸ ਤਰ੍ਹਾਂ ਭਾਜਪਾ ਨੇ ਉੱਥੇ ਤਾਕਤ ਝੋਕੀ ਹੈ ਤੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਲਗਾਤਾਰ ਕਿ ਦੀਦੀ ਤਾਂ ਹਾਰੀ ਪਈ ਹੈ, ਦੀਦੀ ਤਾਂ ਹਾਰ ਗਈ ਹੈ, ਸਾਡੀ ਸਰਕਾਰ ਬਣ ਗਈ ਹੈ, ਤਾਂ ਦੀਦੀ ਦੀ ਸਰਕਾਰ ਤਾਂ ਗਈ ਹੈ, ਸਾਡੀ ਸਰਕਾਰ ਤਾਂ 2/3 ਮੈਜੋਰਟੀ ਦੇ ਨਾਲ ਬਣੀ ਪਈ ਹੈ। ਤਾਂ ਉਹਦੇ ਨਾਲ ਲੋਕਾਂ ਦੇ ਵਿੱਚ ਮੈਸੇਜ ਜਿਹੜਾ ਉਹ ਜਾਂਦਾ ਗਾ। ਨੰਬਰ 2 ਤੇ
ਮਮਤਾ ਬੈਨਰਜੀ ਜਿਹੜੀ ਉਹ ਇਕੱਲੀ ਹੈ ਪ੍ਰਚਾਰ ਕਰਨ ਵਾਲੀ, ਤੇ ਭਾਜਪਾ ਦੇ ਵੱਲੋਂ ਚਿਹਰੇ ਜਿਹੜੇ ਨੇ ਉਹ 3-3 4-4 ਚਿਹਰੇ ਜਿਹੜੇ ਨੇ ਉਹ ਪੱਕੇ ਸਣੇ ਪ੍ਰਧਾਨ ਮੰਤਰੀ, ਕਿਉਂਕਿ ਪ੍ਰਧਾਨ ਮੰਤਰੀ ਬੇਸ਼ੱਕ ਸੰਵਿਧਾਨਕ ਅਹੁਦੇ ਤੇ ਬੈਠੇ ਨੇ, ਉਹਨਾਂ ਨੂੰ ਇੱਕ ਪਾਰਟੀ ਦਾ ਵਰਕਰ ਬਣ ਕੇ ਨਹੀਂ ਵਿਚਰਨਾ ਚਾਹੀਦਾ, ਇਹ ਉਹਨਾਂ ਦੇ ਅਹੁਦੇ ਨੂੰ ਸ਼ੋਭਾ ਨਹੀਂ ਦਿੰਦਾ, ਪਰ ਉਹ ਹਮੇਸ਼ਾ ਜਿਹੜਾ ਇਸ ਕਿਰਦਾਰ ਦੇ ਵਿੱਚ ਵਿਚਰਦੇ ਨੇ ਕਿ ਉਹ ਆਪਣੀ ਪਾਰਟੀ ਦਾ ਵਰਕਰ ਬਣ ਕੇ ਰੈਲੀਆਂ ਕਰਦੇ ਨੇ, ਜਿਹੜੇ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਇਸ ਦੇ ਨਾਲ ਠੇਸ ਪਹੁੰਚਦੀ ਹੈ। ਉਹਨਾਂ ਨੂੰ ਇੱਕ ਮੁਲਕ ਦਾ ਪ੍ਰਧਾਨ ਮੰਤਰੀ ਬਣ ਕੇ ਵਿਚਰਨਾ ਚਾਹੀਦਾ ਹੈ, ਪਰ ਜਿਸ ਤਰ੍ਹਾਂ ਦੀ ਤਾਕਤ ਝੋਕੀ ਹੋਈ ਹੈਗੀ ਭਾਜਪਾ ਨੇ, ਉੱਥੋਂ ਇਹ ਲੱਗਦਾ ਕਿ ਤੀਜੇ ਰਾਉਂਡ ਤੋਂ ਬਾਅਦ ਮੁਕਾਬਲਾ ਜਿਹੜਾ ਉਹ ਕਾਫੀ ਜ਼ਿਆਦਾ ਟੱਕਰ ਵਾਲਾ ਬਣੇਗਾ। ਪਰ ਜੇ ਆਪਾਂ ਰਿਜ਼ਲਟ ਦੀ ਗੱਲ ਕਰੀਏ ਤਾਂ ਮਮਤਾ ਬੈਨਰਜੀ ਜਿਹੜੀ ਉਹ ਲੱਗ ਰਹੀ ਹੈ ਕਿ ਮੈਜੋਰਟੀ ਦੇ ਨੇੜੇ ਤੇੜੇ ਪਹੁੰਚ ਸਕਦੀ ਹੈ, ਤੇ ਭਾਜਪਾ ਜਿਹੜੀ ਹੈ ਉਹ ਵੀ 100 ਸੀਟ ਤੋਂ ਉੱਪਰ ਜਾਏਗੀ, ਕਿਉਂਕਿ ਜਿਸ ਤਰ੍ਹਾਂ ਦਾ ਜ਼ੋਰ ਬੰਗਾਲ ਦੇ ਵਿੱਚ ਲਾਇਆ ਜਾ ਰਿਹਾ ਹੈ, ਜਿਸ ਤਰ੍ਹਾਂ ਦਾ ਹਰ ਹੀਲਾ ਜਿਹੜਾ ਉਹ ਵਰਤਿਆ ਜਾ ਰਿਹਾ ਹੈਗਾ, ਉਹ ਤੋਂ ਇਹੀ ਲੱਗਦਾ ਹੈ ਕਿ ਬੰਗਾਲ ਇਲੈਕਸ਼ਨ ਜਿੱਤਣ ਦੇ ਲਈ ਜਿੰਨੀ ਤਾਕਤ ਸੀ ਉਹ ਸਾਰੀ ਲਾਈ ਗਈ ਹੈ। ਤਾਂ ਹੁਣ ਮਮਤਾ ਬੈਨਰਜੀ ਦੀ ਲੋਕਪ੍ਰਿਯਤਾ ਦੀ ਪਰਖੀ ਹੈ ਇੱਕ ਤਰ੍ਹਾਂ ਦੀ ਕਿ ਜੇ ਇੰਨੀ ਤਾਕਤ ਲੱਗਣ ਦੇ ਬਾਵਜੂਦ ਵੀ ਉਹ ਸਰਕਾਰ ਬਣਾਉਣ 'ਚ ਕਾਮਯਾਬ ਹੋ ਜਾਂਦੀ ਹੈਗੀ, ਬੇਸ਼ੱਕ ਪੂਰੇ ਪੁਆਇੰਟਾਂ ਤੇ ਹੋਵੇ ਜਾਂ ਮਿਨੋਰਟੀ 'ਚ ਬਣਾਉਣ 'ਚ ਕਾਮਯਾਬ ਹੋਵੇ, ਤਾਂ ਫਿਰ ਉਹ ਬੰਗਾਲ ਦੇ ਵਿੱਚ ਬੇਹੱਦ ਹੀ ਲੋਕਪ੍ਰਿਯ ਲੀਡਰ ਦੇ ਤੌਰ ਤੇ ਜਿਹੜੀ ਉੱਭਰੇਗੀ ਤੇ ਉਹਦਾ ਨੈਸ਼ਨਲ ਪੱਧਰ ਤੇ ਇੰਪੈਕਟ ਵੀ ਜਿਹੜਾ ਦਿਖਾਈ ਦੇਊਗਾ। ਪਰ ਇਸ ਸਮੇਂ ਜਿਹੜਾ ਤੀਜੇ ਰਾਉਂਡ ਤੋਂ ਬਾਅਦ ਭਾਜਪਾ ਵੱਲੋਂ ਇਹੀ ਪ੍ਰਚਾਰ ਕੀਤਾ ਜਾ ਰਿਹਾ ਕਿ ਸਰਕਾਰ ਦੀ ਜਾ ਰਹੀ ਹੈ, ਭਾਜਪਾ ਆ ਰਹੀ ਹੈ, ਸਾਡੀ ਸਰਕਾਰ ਬਣੀ ਪਈ ਹੈ, ਤੇ ਹਰ ਇੱਕ ਲੀਡਰ ਜਿਹੜਾ ਉਹ ਬੰਗਾਲ ਦੇ ਵਿੱਚ ਪ੍ਰਚਾਰ ਤੇ ਲੱਗਿਆ ਹੋਇਆਗਾ। ਆਪਾਂ ਇੱਕ ਕੈਨੇਡਾ ਦੀ ਖਬਰ ਲੈਣੇ ਜੀ। ਸਸਕੈਚੁਅਨ ਦੇ ਪ੍ਰੀਮੀਅਰ ਭਾਰਤ ਸਰਕਾਰ ਵੱਲੋਂ ਲਿਆਂਦੇ ਖੇਤੀ ਬਿੱਲਾਂ ਦੇ ਹੱਕ ਦੇ ਵਿੱਚ ਡਟ ਗਏ ਜੀ। ਦੇਖੋ ਜੀ, ਕੈਨੇਡਾ ਦੇ ਸੂਬੇ ਜਿਹੜੇ ਸਸਕੈਚੁਅਨ ਦੇ ਪ੍ਰੀਮੀਅਰ ਨੇ ਸਕਾਟ ਮੋ, ਉਹਨਾਂ ਵੱਲੋਂ ਜਿਹੜੀ ਸੀ ਇੰਡੋ ਕੈਨੇਡਾ ਚੈਂਬਰ ਆਫ ਕਾਮਰਸ ਦੇ ਵੱਲੋਂ ਜਿਹੜੀ ਸੀ ਵਰਚੁਅਲ ਢੰਗ ਦੇ ਨਾਲ ਆਪਣੀ ਵੈਬੀਨਾਰ ਰੱਖਿਆ ਗਿਆ ਸੀਗਾ, ਉਹਦੇ 'ਚ ਉਹਨਾਂ ਨੇ ਸ਼ਮੂਲੀਅਤ ਕੀਤੀ ਸੀ, ਜਿੱਥੇ ਕਿ ਉਹ 3 ਕਾਨੂੰਨ ਜਿਹੜੇ ਭਾਰਤ ਸਰਕਾਰ ਵੱਲੋਂ ਲਿਆਂਦੇ ਗਏ ਨੇ ਉਹਨਾਂ ਦੇ ਹੱਕ ਦੇ ਵਿੱਚ ਭੁਗਤੇ ਨੇ। ਉਹਨਾਂ ਨੇ ਇਹ ਕਿਹਾ ਕਿ ਵਿਕਾਸ ਲਈ ਜਿਹੜਾ ਹੈ ਤਬਦੀਲੀ ਜ਼ਰੂਰੀ ਹੁੰਦੀ ਹੈ, ਤੇ ਤਬਦੀਲੀ ਜਿਹੜੀ ਉਹ ਹਰ ਵਾਰ ਸੁਖਾਲੀ ਨਹੀਂ ਹੁੰਦੀ, ਜਾਣੀ ਕਿ ਉਹਨਾਂ ਨੇ ਕਿਹਾ ਕਿ ਤਬਦੀਲੀ ਜਿਹੜੀ ਹੈ ਇਹਦੇ ਸਾਰਥਿਕ ਸਿੱਟੇ ਭਵਿੱਖ ਦੇ ਵਿੱਚ ਦਿਖਾਈ ਦੇਣਗੇ। ਨਾਲ ਉਹਨਾਂ ਨੇ ਇਹ ਕਿਹਾ ਕਿ 2012 ਚ ਜਦੋਂ ਕੈਨੇਡੀਅਨ ਕਣਕ ਬੋਰਡ ਦਾ ਖਾਤਮਾ ਕੀਤਾ ਗਿਆ ਸੀ, ਤਾਂ ਉਸ ਸਮੇਂ ਕੈਨੇਡਾ ਦੇ ਵਿੱਚ ਵੀ ਜਿਹੜੇ ਸੀ ਐਸੇ ਹਾਲਾਤ ਬਣੇ ਸੀ, ਇਹ ਸੁਧਾਰ ਜਿਹੜੇ ਜ਼ਰੂਰੀ ਸੀ, ਤੇ ਜਿਹੜਾ ਭਾਰਤ ਦਾ APMC ਐਕਟ ਹੈਗਾ ਉਹ ਕੈਨੇਡੀਅਨ ਕਣਕ ਬੋਰਡ ਦੇ ਨਾਲ ਮਿਲਦਾ ਜੁਲਦਾ ਐਕਟ ਹੈਗਾ। ਤਾਂ ਇਸ ਕਰਕੇ ਵਿਕਾਸ ਦੇ ਲਈ ਜਿਹੜਾ ਹੈ ਜ਼ਰੂਰੀ ਹੈ ਕਿ ਇਹ 3 ਖੇਤੀ ਕਾਨੂੰਨ ਜਿਹੜੇ ਉਹ ਲਾਗੂ ਹੋਣ, ਤੇ 3 ਖੇਤੀ ਕਾਨੂੰਨਾਂ ਦੇ ਜਿਹੜੇ ਸਾਰਥਿਕ ਸਿੱਟੇ ਨੇ ਉਹ ਅੱਗੇ ਜਿਹੜੇ ਨਿਕਲ ਕੇ ਸਾਹਮਣੇ ਆਉਣਗੇ। ਸੋ ਸਸਕੈਚੁਅਨ ਦੇ ਪ੍ਰੀਮੀਅਰ ਵੱਲੋਂ ਜਿਹੜੀ ਹੈ 3 ਕਾਨੂੰਨਾਂ ਦੀ ਹਮਾਇਤ ਕੀਤੀ ਗਈ ਹੈ। ਬਿਲਕੁਲ ਜੀ, ਧੰਨਵਾਦ ਜੀ ਤੁਹਾਡਾ ਬਹੁਤ ਅਰਸ਼ਦੀਪ, ਆਪਣਾ ਜਿਹੜਾ ਅੱਜ ਲਈ ਤੁਹਾਡਾ ਬਹੁਤ ਸ਼ੁਕਰੀਆ ਜੀ। ਬਹੁਤ ਧੰਨਵਾਦ ਜੀ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਇੱਕ ਵਾਰ ਮੁੜ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਆਪਾਂ ਇੱਕ ਨਿੱਕੀ ਜਿਹੀ ਕਮਰਸ਼ੀਅਲ ਬ੍ਰੇਕ ਲੈਣੇ ਤੇ ਫਿਰ ਤੁਹਾਡੇ ਨਾਲ ਜੁੜਦੇ ਹਾਂ ਜੀ। ਇਦਾਂ ਟਰੱਕਾਂ 'ਚ ਅੱਜ ਕੱਲ ਕੁਝ ਨਹੀਂ ਬਚਦਾ। ਉਹ ਤੂੰ ਇੰਸ਼ੋਰੈਂਸ ਕਟਾ ਲੈ। ਇੰਸ਼ੋਰੈਂਸ ਕਟਾ ਕੇ ਕਿਵੇਂ ਚੱਲੂ? ਉਹ ਕਟਾ ਲੈ ਨਹੀਂ, ਘਟਾ ਲੈ। ਕਿਵੇਂ? ਹਰਜੀਤ ਸਿੰਘ ਢੱਡਾ ਨਾਲ ਗੱਲ ਕਰ, ਉਹ ਮੈਕਸਿਮਮ ਡਿਸਕਾਊਂਟਸ ਲੈ ਕੇ ਦਿੰਦੇ ਆ, ਹਰੇਕ ਬਰੀਕੀ ਨੂੰ ਚੰਗੀ ਤਰ੍ਹਾਂ ਸਮਝਦੇ ਤੇ ਚੰਗੀ ਤਰ੍ਹਾਂ ਸਮਝਾਉਂਦੇ ਆ। ਹਰਜੀਤ ਸਿੰਘ ਢੱਡਾ ਨੈਸ਼ਨਲ ਟਰੱਕ ਲੀਗ ਨਾਲ ਕੰਮ ਕਰਦੇ ਆ ਫੋਨ ਕਰ 647 705 5492 647705 5492। ਅੱਛਾ, ਇਹਨੂੰ ਕਹਿੰਦੇ ਇੰਸ਼ੋਰੈਂਸ ਪ੍ਰੀਮੀਅਮ ਕੱਟ ਕਰਨਾ। ਨਾ ਸਿਆਣਾ ਤੇ ਬੜਾ ਹੈ ਤੂੰ। ਕੀ ਗੱਲ ਅੰਕਲ ਜੀ, ਬੜੇ ਪਰੇਸ਼ਾਨ ਹੋ? ਕੀ ਦੱਸਾਂ ਪੁੱਤਰ, ਇੱਕ ਤਾਂ ਤੇਰੀ ਆਂਟੀ ਬਹੁਤ ਬਿਮਾਰ ਰਹਿੰਦੇ ਨੇ, ਕੋਈ ਦਵਾਈ ਅਸਰ ਨਹੀਂ ਕਰਦੀ, ਉੱਤੋਂ ਹੱਲੇ ਤੱਕ ਸੋਨੂ ਦੀ ਸ਼ਾਦੀ ਨਹੀਂ ਹੋਣ ਕਰਕੇ ਨਸ਼ੇ ਵਿੱਚ ਪੈ ਗਿਆ, ਤੇ ਨਿੱਕੀ ਦੇ ਘਰ ਦੇ ਕਲੇਸ਼ ਕਰਕੇ ਵੀ ਮੈਨੂੰ ਤੇ ਸਮਝ ਨਹੀਂ ਆਉਂਦਾ ਕੀ ਕਰਾਂ। ਉਹ ਅੰਕਲ ਜੀ, ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਮਿਲੇਗਾ ਤੁਹਾਨੂੰ ਜੋਤਿਸ਼ ਗੁਰੂ ਬਲਦੇਵ ਸਿੰਘ ਜੀ ਕੋਲ, ਜੋ ਕਿ ਭ੍ਰਿਗੂ ਜੋਤਿਸ਼ ਸੰਸਥਾਨ ਦੁਆਰਾ 7 ਟਾਈਮ 골ਡ ਮੈਡਲ ਜਿੱਤ ਚੁੱਕੇ ਨੇ। ਜੀ ਹਾਂ, ਜੋਤਿਸ਼ ਗੁਰੂ ਬਲਦੇਵ ਸਿੰਘ ਜੋ ਮਹਾਦਸ਼ਾ, ਅੰਤਰਦਸ਼ਾ, ਨਜ਼ਰ ਦੋਸ਼, ਵਾਸਤੂ, ਗੰਡਮੂਲ ਦੋਸ਼, ਘਰੇਲੂ ਕਲੇਸ਼, ਜਾਦੂ ਟੋਣਾ, ਪਤੀ ਪਤਨੀ ਦਾ ਝਗੜਾ, ਤਲਾਕ ਦੀ ਨੌਬਤ ਆਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਸੰਤਾਨ ਕਹਿਣੇ ਤੋਂ ਬਾਹਰ ਹੋਣਾ, ਵਿਆਹ 'ਚ ਦੇਰੀ, PR ਨਾ ਮਿਲਣਾ, ਬੈਂਡ ਘਟ ਆਉਣਾ, ਲੋਟਰੀ ਨਾ ਲੱਗਣਾ, ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਹਵਨ ਪੂਜਾ ਪਾਠ ਦੁਆਰਾ ਜੜੋਂ ਖਤਮ ਕਰਦੇ ਨੇ। ਅੱਜ ਹੀ ਕਾਲ ਕਰੋ 742704 7267 742 704 7267। ਹੋਰ ਸੁਣਾਓ। ਪਿਛਲੇ 2 ਘੰਟਿਆਂ ਤੋਂ ਫੋਨ ਤੇ ਲੱਗੀ ਆ, ਹੱਲੇ ਵੀ ਹੋਰ ਸੁਣਾਓ। ਲੈ ਦੱਸ, ਜਦੋਂ ਓਮਾ ਫੋਨ ਸਰਵਿਸ ਵਾਲੇ ਦੇ ਰਹੇ ਨੇ ਅਨਲਿਮਿਟਿਡ ਕਾਲਸ, ਉਹ ਵੀ 60 ਤੋਂ ਵੱਧ ਦੇਸ਼ਾਂ 'ਚ, ਤੇ ਗੱਲਾਂ ਤਾਂ ਫਿਰ ਲੰਬੀਆਂ ਹੋਣਗੀਆਂ ਹੀ ਨਾ। ਜੀ ਹਾਂ, ਇੰਡੀਆ, UK, USA, ਕੈਨੇਡਾ 60 ਦੇਸ਼ਾਂ 'ਚ ਅਨਲਿਮਿਟਿਡ ਕਾਲ ਓਮਾ ਫੋਨ ਸਰਵਿਸ ਦੇ ਨਾਲ। ਤੁਸੀਂ ਓਮਾ ਐਪ 3 ਸੈੱਲ ਫੋਨਸ 'ਚ ਡਾਊਨਲੋਡ ਕਰ ਸਕਦੇ ਹੋ ਤੇ ਕਰੋ ਇੰਟਰਨੈਸ਼ਨਲ ਕਾਲਸ। ਨਾ ਕੋਈ ਕੰਟਰੈਕਟ, ਨਾ ਕੋਈ ਐਗਰੀਮੈਂਟ, ਤੇ ਨਾ ਹੀ ਕੈਂਸਲੇਸ਼ਨ ਚਾਰजेस, ਤੇ ਹੋਰ
क्रेडिट चेक भी नहीं लगेगा। Monthly charges $1428 plus tax. One time device cost $49.99 plus tax. ज्यादा जानकारी ਲਈ ਕਾਲ ਕਰੋ ਪ੍ਰਿਆ ਜੀ ਨੂੰ 6476494000 647 649 4000। ਦੁਪਹਿਰ 12 ਵਜੇ ਤੋਂ ਸ਼ਾਮ 7 ਵਜੇ ਤੱਕ। ਓ ਘਰ ਤੇ ਤੈਨੂੰ ਬਹੁਤ ਵਧੀਆ ਬਣਾ ਕੇ ਦੇਣਾ ਤੇ ਕੱਢ ਦੇਣੇ ਆ ਕੜੇਲਾ, ਜਿੰਨੂੰ ਵੇਖ ਕੇ ਜਾਣਗੇ ਸ਼ਰੀਕ ਵੀ ਹਿੱਲ। ਸ਼ਰੀਕਾਂ ਦੇ ਕੱਢਦੇ ਕੜੇਲ ਕਿਤੇ ਆਪਣਾ ਘਰ ਨਾ ਜਾਵੇ ਹਿੱਲ। ਧਿਆਨ ਰੱਖੀ ਘਰ ਦੇ ਵਿੱਚ ਪਲੰਬਿੰਗ ਐਂਡ ਇਲੈਕਟ੍ਰੀਕਲ ਦਾ ਸਮਾਨ ਹੋਵੇ ਨੰਬਰ 1। ਓਏ ਜੀਟੀਏ ਪਲੰਬਿੰਗ ਐਂਡ ਇਲੈਕਟ੍ਰਿਕ ਸਪਲਾਈ ਬਰਮਟਨ ਵਿੱਚ ਸਟੋਰ ਆ ਨੰਬਰ 1। ਅੱਛਾ ਉਹੀ ਜੀਟੀਏ ਵਾਲੇ ਜਿੱਥੋਂ ਕੰਟਰੈਕਟਰਸ ਲਈ ਘਰ ਦੇ ਵਿੱਚ ਪਲੰਬਿੰਗ ਤੇ ਇਲੈਕਟ੍ਰੀਕਲ ਦਾ ਸਾਰਾ ਸਮਾਨ ਡਿਸਕਾਊਂਟ ਤੇ ਮਿਲਦਾ। ਵਾਸ਼ਰੂਮ ਲਈ ਵੈਂਟੀਜ਼, ਟੈਪਸ, ਸਪੌਟਲਾਈਟਸ ਤੇ ਰੇਂਜ ਹੁੱਡਸ ਮਿਲਦੇ ਆ। ਫਿਰ ਕਾਹਨੂੰ ਕਰਨੀ ਹੈ ਦੇਰ, ਅੱਜ ਹੀ ਪਹੁੰਚੋ 241 ਕਲੀਅਰੈਂਸ ਸਟਰੀਟ ਬਰੈਂਪਟਨ ਤੇ ਸੰਪਰਕ ਕਰੋ 905 792 0036 905 792 0036। ਵਾਹ ਜੀ, ਤੁਹਾਡਾ ਘਰ ਤਾਂ ਬਹੁਤ ਸੋਹਣਾ ਹੈ। ਸੋਹਣਾ ਕਿਉਂ ਨਾ ਹੋਵੇ, ਇੰਨੀ ਮਿਹਨਤ ਕੀਤੀ ਹੈ ਲੱਭਣ ਚ, ਇੰਨੀਆਂ ਟੱਕਰਾਂ ਮਾਰੀਆਂ ਨੇ। ਹੁਣ ਟੱਕਰਾਂ ਮਾਰਨ ਦੀ ਕੋਈ ਲੋੜ ਨਹੀਂ, ਕਿਉਂਕਿ ਤੁਹਾਡੇ ਲਈ ਮਿਹਨਤ ਕਰਦੇ ਨੇ ਰੀਮੈਕਸ ਰਿਐਲਿਟੀ ਦੇ ਪੰਕਜ ਸਪਰਾ ਜੀ। ਇਹ ਤੁਹਾਡੇ ਸੁਪਨਿਆਂ ਦਾ ਘਰ ਲੱਭਣ ਚ ਤੁਹਾਡੀ ਮਦਦ ਕਰਨਗੇ, ਉਹ ਵੀ ਅਫੋਰਡੇਬਲ ਪ੍ਰਾਈਸਸ ਦੇ ਵਿੱਚ। ਘਰ ਵੇਚਣਾ ਜਾਂ ਖਰੀਦਣਾ ਚਾਹੁੰਦੇ ਹੋ ਤੇ ਅੱਜ ਹੀ ਮਿਲੋ ਰੀਮੈਕਸ ਰਿਐਲਿਟੀ ਸਰਵਿਸ ਇਨਕੋਰਪੋਰੇਸ਼ਨ ਦੇ ਪੰਕਜ ਸਪਰਾ ਨੂੰ। ਕਾਲ 4167222385 416 722 2385। ਕੀ ਟੂ ਹੈਪੀਨੈਸ ਇਜ਼ ਫਾਈਂਡਿੰਗ ਦ ਰਾਈਟ ਹੋਮ। ਕੀ ਤੁਸੀਂ ਓਨਰ ਬਿਲਕੁਲ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਦਾ ਸਵਾਗਤ ਹੈ ਜੀ। ਆਪਣੇ ਪ੍ਰੋਗਰਾਮ ਦਾ ਸਮਾਂ ਸਮਾਪਤ ਆ ਤੇ ਤੁਸੀਂ ਮੇਰੇ ਨਾਲ ਸੰਪਰਕ ਕਰਨਾ, ਕੋਈ ਗੱਲਬਾਤ ਕਰਨੀ ਹੈ ਜੀ 5149169593 514 916 9593 ਜਾਂ ਤੁਸੀਂ ਮੌਂਟਰੀਅਲ ਦੇ ਵਿੱਚ ਕੋਈ IPTV ਬਾਕਸ ਲਵਾਉਣਾ ਚਾਹੁੰਦੇ ਹੋ 514 566 0055 ਤੇ ਕਾਲ ਕਰ ਸਕਦੇ ਹੋ। ਦਿਓ ਇਜਾਜ਼ਤ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਕੀ ਤੁਸੀਂ ਓਨਰ ਆਪਰੇਟਰ ਬਣਨਾ ਚਾਹੁੰਦੇ ਹੋ, ਟਰੱਕ ਪਾਉਣ ਬਾਰੇ ਸੋਚ ਰਹੇ ਹੋ ਜਾਂ ਡਰਾਈਵਰ